ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਅੱਜ 24 ਫਰਵਰੀ ਸਨ 2021 ਤੇ ਸ਼ਾਮ ਦੀ ਸਭਾ ਦਾ ਪ੍ਰੋਗਰਾਮ ਹੈ ਤੇ ਅੱਜ ਥੋੜ੍ਹੀ ਵਿਰਾਸਤ 'ਤੇ ਗੱਲ ਆਪਾਂ ਕਰਨੀ ਆ ਤੇ ਉਸ ਵਿਰਾਸਤ ਦੀ ਗੱਲ ਕਰਦੇ ਹਾਂ ਜਦੋਂ ਫਿਰ ਉੱਘੇ ਲੇਖਕ ਸਾਹ ਜੋਗਿੰਦਰ ਸਿੰਘ ਸੇਵੀਆ ਬਾਬਾ ਆਪਣੇ ਨਾਲ ਹੋਣਗੇ। ਅਤੇ ਅੱਜ ਦੀ ਗੱਲਬਾਤ ਦਾ ਵਿਸ਼ਾ ਜਿਹੜਾ ਕੇਂਦਰਿਤ ਰਹੇਗਾ ਕਿਸਾਨੀ ਅਤੇ ਖਾਸ ਕਰਕੇ ਜੱਟਾਂ 'ਤੇ। ਉਹਨਾਂ ਦੀ ਇੱਕ ਕਿਤਾਬ ਵੀ ਹੈ ਸੇਵੀਆ ਸਾਹਿਬ ਦੀ ਕਿ ਜੱਟ ਸੁਭਾਅ ਗਰਮ ਅਤੇ ਤਸੀਰ ਨਰਮ। ਅਤੇ ਇਸ ਮੁਤਾਬਕ ਸਾਹ ਜੋਗਿੰਦਰ ਸਿੰਘ ਸੇਵੀਆ ਹੋਰਾਂ ਨਾਲ ਗੱਲਬਾਤ ਹੋਵੇਗੀ ਅਤੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਅਤੇ ਵਕਾਲਤ ਨਾਲ ਵਾਬਸਤਾ ਸਾਹ ਸੁਰਿੰਦਰ ਸਿੰਘ ਵੀ ਆਪਣੇ ਨਾਲ ਜੁੜਨਗੇ। ਅਤੇ ਇਸ ਸਿਲਸਿਲੇ ਵਿੱਚ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਸਕਦੇ ਹੋ। ਅਤੇ ਅੱਜ ਦੀ ਜਿਹੜੀ ਗੱਲਬਾਤ ਹੋਏਗੀ ਉਹ ਵਿਰਾਸਤ ਜਿਹੜੀ ਹੈ ਉਹ ਹੋਏਗੀ ਜੱਟਾਂ ਦੇ ਸੁਭਾਅ ਬਾਰੇ। ਜੱਟ ਅਸਲ 'ਚ ਹੈ ਕੌਣ, ਇਸ ਮੁਤਲਕ ਗੱਲਬਾਤ ਹੋਵੇਗੀ। ਅਤੇ ਤੁਸੀਂ ਵੀ ਇਸ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਤਾਂ 9876309655 ਨੰਬਰ 'ਤੇ ਕਾਲ ਕਰ ਸਕਦੇ ਹੋ ਅਤੇ ਇਸ ਦੇ ਵਾਸਤੇ ਆਪ ਜੀ ਦਾ ਸਵਾਗਤ ਹੋਏਗਾ। ਅਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਵਾਸਤੇ ਤੁਸੀਂ ਸਾਡੀ ਜਿਹੜੀ ਵੈਬਸਾਈਟ ਹੈ tiwanaaradio.com ਉਸ 'ਤੇ ਵੀ ਜਾ ਸਕਦੇ ਹੋ। ਅਤੇ ਜਿੱਥੇ ਤੁਹਾਨੂੰ ਸਾਡੀਆਂ ਐਪਸ ਮਿਲ ਗਈਆਂ ਐਂਡਰਾਇਡ ਅਤੇ ਆਈਫੋਨ ਐਪਸ ਨੇ ਜਿਹੜੀਆਂ ਉਹ ਤੁਹਾਨੂੰ ਮਿਲਣਗੀਆਂ, ਇੰਸਟਾਲ ਕਰੋ। ਅਤੇ ਇਸ ਦੇ ਨਾਲ ਨਾਲ ਫਿਰ ਤੁਸੀਂ ਐਪਸ ਨੂੰ ਇੰਸਟਾਲ ਕਰ ਸਕਦੇ ਹੋ। ਅਤੇ ਜੇ ਤੁਸੀਂ ਅਮਰੀਕਾ ਦੇ ਵਿੱਚ ਹੋ ਤਾਂ ਅਮਰੀਕਾ ਦੇ ਵਿੱਚ ਇਹਨਾਂ ਨੰਬਰਾਂ ਨੂੰ ਸੁਣਨ ਦੇ ਵਾਸਤੇ ਫ਼ੋਨ ਨੰਬਰ ਕਾਲ ਟੂ ਲਿਸਨ ਨੰਬਰ ਹੈ ਜਿਹੜਾ 9876309655 ਨੰਬਰ 'ਤੇ ਸੰਪਰਕ ਕਰਕੇ ਉਸ ਫ਼ੋਨ ਨੰਬਰ ਦੇ ਜ਼ਰੀਏ ਵੀ ਇਹਨਾਂ ਪ੍ਰੋਗਰਾਮਾਂ ਦਾ ਲੁਤਫ ਲੈ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਮੇਰੇ ਨਾਲ ਕੋਈ ਗੱਲ ਕਰਨੀ ਹੈ ਤਾਂ 9876309655 ਨੰਬਰ 'ਤੇ ਤੁਸੀਂ ਕਾਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਜੁੜ ਸਕਦੇ ਹੋ। ਅਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਸਾਡੇ ਟਿਵਾਣਾ ਰੇਡੀਓ ਦੇ YouTube ਪੇਜ 'ਤੇ ਵੀ ਇਸ ਵਕਤ ਲਾਈਵ ਸੁਣ ਰਹੇ ਹੋ ਅਤੇ ਨਾਲ ਨਾਲ ਤੁਸੀਂ ਜਿਹੜਾ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ ਹੈ ਉਸ 'ਤੇ ਵੀ ਪਰਮਿੰਦਰ ਸਿੰਘ ਟਿਵਾਣਾ ਦਾ ਜਿਹੜਾ ਮੇਰਾ ਫੇਸਬੁੱਕ ਪੇਜ ਹੈ ਉਸ ਦੇ ਉੱਤੇ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਲਾਈਵ ਸੁਣ ਸਕਦੇ ਹੋ। ਵੇਖ ਤਾਂ ਨਹੀਂ ਸਕਦੇ ਕਿਉਂਕਿ ਵੇਖਣ ਨੂੰ ਤਾਂ ਤਸਵੀਰ ਮੇਰੀ ਅਤੇ ਸੁਰਿੰਦਰ ਸਿੰਘ ਹੋਰਾਂ ਦੀ ਦਿਸਣੀ ਹੈ। ਸਾਹ ਜੋਗਿੰਦਰ ਸਿੰਘ ਸੇਵੀਆ ਹੋਰਾਂ ਦੀ ਤਸਵੀਰ ਤੁਹਾਨੂੰ ਫੇਸਬੁੱਕ 'ਤੇ ਮਿਲ ਜਾਣੀ ਹੈ। ਉਹਨਾਂ ਦਾ ਵੀ ਮੈਂ ਕੰਟੈਕਟ ਸਾਂਝਾ ਕਰਾਂਗਾ ਅਤੇ ਮਾਫੀ ਚਾਹੁੰਦਾ ਕਿ ਉਹਨਾਂ ਦੀ ਤਸਵੀਰ ਸ਼ੇਅਰ ਨਹੀਂ ਹੋ ਸਕੀ। ਅਤੇ ਲਓ ਫਿਰ ਉਡੀਕ ਦੀਆਂ ਘੜੀਆਂ ਖਤਮ ਅਤੇ ਵਿਰਾਸਤ ਦੀ ਬਾਤ ਪਾਉਂਦੇ ਹਾਂ ਸਾਹ ਜੋਗਿੰਦਰ ਸਿੰਘ ਸੇਵੀਆ ਹੋਰਾਂ ਦੇ ਨਾਲ। ਸੇਵੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹਾਂ, ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸ਼ੁਭ ਸ਼ਾਮਾਂ ਸਾਹਿਤ ਸਤਿ ਸ੍ਰੀ ਅਕਾਲ। ਬੜੀ ਦੇਰ ਬਾਅਦ ਸਾਡੀ ਮੁਲਾਕਾਤ ਹੋ ਰਹੀ ਹੈ। ਟਿਵਾਣਾ ਰੇਡੀਓ ਦਾ ਮੈਂ ਧੰਨਵਾਦੀ ਹਾਂ ਅਤੇ ਕਾਮਨਾ ਕਰਦਾ ਵੀ ਇਹ ਰੇਡੀਓ ਤਰੱਕੀ ਕਰੇ, ਨੰਬਰ 1 'ਤੇ ਆਵੇ ਅਤੇ ਇਸ ਦਾ ਪ੍ਰੋਗਰਾਮ ਸਾਰੇ ਸਰੋਤੇ ਪਸੰਦ ਕਰਨ। ਅਤੇ ਮੇਰੀ ਟਿਵਾਣਾ ਸਾਹਿਬ ਨਾਲ ਜੋ ਗੱਲਬਾਤ ਹੋ ਰਹੀ ਹੈ ਇਹ ਬਹੁਤ ਦੇਰ ਬਾਅਦ ਹੋ ਰਹੀ ਹੈ ਅਤੇ ਸਰੋਤੇ ਵੀ ਸ਼ਾਇਦ ਮੇਰੀ ਉਡੀਕ ਕਰਦੇ ਹੋਣ ਅਤੇ ਮੈਨੂੰ ਬੜੀ ਖੁਸ਼ੀ ਹੋਈ ਹੈ। ਅੱਜ ਟਿਵਾਣਾ ਸਾਹਿਬ ਨੇ ਮੈਨੂੰ ਨਿਮੰਤਰਣ ਦਿੱਤਾ ਹੈ ਕਿ ਤੁਸੀਂ ਆਪਣੀਆਂ ਗੱਲਾਂ ਕਰੋ। ਹਾਂਜੀ, ਨਹੀਂ ਦੇਰ ਬਾਅਦ ਤਾਂ ਸੇਵੀਆ ਸਾਹਿਬ ਮੁਲਾਕਾਤ ਨਹੀਂ ਹੋਈ ਤੁਹਾਡੇ ਨਾਲ, ਤੇ ਮੇਰੀ ਅਕਸਰ ਫੋਨ ਤੇ ਮੁਲਾਕਾਤ ਹੁੰਦੀ ਹੈ। ਮੈਂ ਬਠਿੰਡੇ ਜਦੋਂ ਵੀ ਜਾਵਾਂ ਉਸ ਖਿੱਤੇ ਦੇ ਵਿੱਚ ਤੇ ਤੁਹਾਡੇ ਨਾਲ ਮੁਲਾਕਾਤ ਪੱਕੀ ਹੁੰਦੀ ਹੈ। ਭਾਵੇਂ ਇੱਕ ਉਚੇਚ ਰਹਿੰਦਾ ਤੁਹਾਨੂੰ ਮਿਲਣ ਦਾ, ਹੈ ਨਾ, ਪਰ ਹਾਂ ਮੀਡੀਆ ਲਾਈਨ ਦੇ ਜ਼ਰੀਏ ਆਪਣੀ ਗੱਲਬਾਤ ਜਿਹੜੀ ਹੈ ਉਹ ਮਾਧਿਅਮ ਦੇ ਜ਼ਰੀਏ ਬਹੁਤ ਦੇਰ ਬਾਅਦ ਹੋਈ ਹੈ। ਕੌਣ कहता है कि बात नहीं होती, पास रहते हैं लेकिन मुलाकात नहीं होती। ਹਾਂ, ਮੁਲਾਕਾਤ ਤਾਂ ਦੇਖੋ ਸੇਵੀਆ ਸਾਹਿਬ ਸਾਧਨ ਇੱਦਾਂ ਦੇ ਹੋ ਗਏ, ਅੱਗੇ ਜਿਹੜੀ ਉਹ ਖਿੱਚ ਸੀ, ਕਸ਼ਿਸ਼ ਸੀ, ਇੱਕ ਦੂਸਰੇ ਨੂੰ ਮਿਲਣ ਦੇ ਜਿਹੜੇ ਚਾਅ ਮਲਾਰ ਸੀਗੇ ਉਹਨਾਂ ਨੂੰ ਸਾਡੇ ਜਿਹੜੇ ਮੌਜੂਦਾ ਸਾਧਨ ਆ ਗਏ ਆ, ਫੋਨ ਲਾਈਨ ਆ ਗਈਆਂ, ਚਿੱਠੀਆਂ ਦਾ ਜ਼ਮਾਨਾ ਖਤਮ ਹੋ ਗਿਆ, ਇਸ ਦੇ ਨਾਲ ਜਿਹੜਾ ਜ਼ਮਾਨਾ ਆ ਗਿਆ ਉਹ ਵਟਸਐਪ ਦਾ ਆ ਗਿਆ, ਵੀਡੀਓ ਦਾ ਆ ਗਿਆ। ਇਸ ਵਕਤ ਆਪਣੇ ਨਾਲ ਸੇਵੀਆ ਸਾਹਿਬ ਸਰੋਤੇ ਵੀ ਜੁੜ ਰਹੇ ਨੇ। ਬਾਈ ਜੀ ਬਲਵੀਰ ਸਿੰਘ ਹੋਰੀ ਜੁੜੇ ਨੇ US ਤੋਂ। ਸੇਵੀਆ ਸਾਹਿਬ ਉਹਨਾਂ ਦੀ ਗੱਲ ਸੁਣਦੇ ਆਪਾਂ। ਬਲਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸੇਵੀਆ ਸਾਹਿਬ ਨਾਲ ਅੱਜ ਜੱਟਾਂ ਦੇ ਸੁਭਾਅ ਨਰਮ ਅਤੇ ਤਸੀਰ ਗਰਮ 'ਤੇ ਗੱਲਬਾਤ ਹੋਣੀ ਹੈ। ਅਤੇ ਕਿਉਂਕਿ ਕੇਂਦਰ ਸਰਕਾਰ ਵੀ ਕਹਿੰਦਾ ਕਿ ਜੱਟ ਸਾਡੀ ਗੱਲ ਨਹੀਂ ਸੁਣਦੇ ਅਤੇ ਜੱਟ ਅੱਖੜ ਬਹੁਤ ਨੇ, ਅਤੇ ਜੱਟਾਂ ਦੇ ਸੁਭਾਅ ਬਾਰੇ ਕਿ ਜੱਟ ਹੈ ਕੌਣ
ਇਹਦੇ ਬਾਰੇ ਆਪਾਂ ਸੀਵੀਐਸ ਸਾਹਿਬ ਤੋਂ ਜਾਣਨਾ। ਪੇਸ਼ੇ ਤੋਂ ਰਿਟਾਇਰਡ ਅਧਿਆਪਕ ਨੇ ਤੇ ਦਰਜਨ ਭਰ ਦੇ ਕਰੀਬ ਕਿਤਾਬਾਂ ਇਹਨਾਂ ਨੇ ਲਿਖੀਆਂ ਨੇ। ਜੀ ਬਲਵੀਰ ਸਿੰਘ ਜੀ, ਸਵਾਗਤ ਬਾਈ ਜੀ, ਤੁਸੀਂ ਆਨਰ ਹੋ। ਮਿਹਰਬਾਨੀ ਆਪਣਾ ਬਲਵੀਰ ਸਿੰਘ ਜੀ 1 ਸੈਕਿੰਡ ਹੋਲਡ ਰੱਖਣਾ, ਆਵਾਜ਼ ਥੋੜੀ ਘੱਟ ਆ ਰਹੀ ਸੀ ਤੁਹਾਡੀ, ਮੈਂ ਇੱਧਰੋਂ ਵਧਾ ਦਾਂ, ਫਿਰ ਆਪਾਂ ਖੁੱਲ ਕੇ ਗੱਲ ਕਰਦੇ ਹਾਂ ਜੀ। ਬਾਈ ਬਲਵੀਰ ਸਿੰਘ ਜੀ ਜ਼ਰੂਰ ਅਸੀਂ ਆਪਾਂ ਕਾਲ ਕਰਦੇ ਹਾਂ ਇਹਨਾਂ ਨੂੰ, ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਆਪਾਂ ਬਾਅਦ ਚ ਕਾਲ ਕਰਦੇ ਇਹਨਾਂ ਨੂੰ ਸੁਣਦੇ ਹਾਂ ਇਹਨਾਂ ਦੇ। ਜੀ ਥੈਂਕ ਯੂ ਮਿਹਰਬਾਨੀ। ਸੋ ਮੈਂ ਬੇਨਤੀ ਕਰਦੇ ਹਾਂ ਕਿ ਕਈ ਵਾਰੀ ਕਾਲਰ ਨਵੇਂ ਜੁੜਦੇ ਨੇ। ਸਾਹਿਬ ਜੋਗਿੰਦਰ ਸਿੰਘ ਸਿਵੀਆ ਹੋਰਾਂ ਕੋਲ ਮਤਲਬ ਮੈਨੂੰ ਕਿਸੇ ਲੀਡਰ ਨੂੰ, ਕਿਸੇ ਵੱਡੇ ਵਿਅਕਤੀ ਨੂੰ ਮਿਲਣ ਦਾ ਇੰਨਾ ਚਾਅ ਨਹੀਂ ਹੁੰਦਾ ਜਿੰਨਾ ਮੈਨੂੰ ਸਿਵੀਆ ਸਾਹਿਬ ਨੂੰ ਮਿਲਣ ਦਾ ਚਾਅ ਹੁੰਦਾ ਹੈ। ਅਤੇ ਪੁਰਾਣੇ ਸਰੋਤੇ ਤਾਂ ਜਾਣਦੇ ਆ ਸਿਵੀਆ ਸਾਹਿਬ ਦੀਆਂ ਗੱਲਾਂ ਦਾ ਕਾਨਰਸ ਜਿਨ੍ਹਾਂ ਨੇ ਮਾਣਿਆ, ਇਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਨੇ, ਉਹ ਤਾਂ ਜਦੋਂ ਪੰਜਾਬ ਆਉਂਦੇ ਨੇ ਆਪਣੇ ਮਿੱਠੇ ਰਿਸ਼ਤਿਆਂ ਨੂੰ ਭਾਵੇਂ ਨਾ ਮਿਲਣ ਪਰ ਸਿਵੀਆ ਸਾਹਿਬ ਨੂੰ ਮਿਲਣਾ ਉਹ ਨਹੀਂ ਭੁੱਲਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਹੋ। ਅਗਲੇ ਕਾਲਰ ਬਾਈ ਜੀ ਤੁਸੀਂ ਆਨ ਹੋ 82 ਨੰਬਰ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਹੋ। ਅਗਲੇ ਕਾਲਰ ਬਾਈ ਜੀ ਸਤਿ ਸ਼੍ਰੀ ਅਕਾਲ। ਸਿਵੀਆ ਸਾਹਿਬ ਨੇ ਵੀ ਸਤਿ ਸ਼੍ਰੀ ਅਕਾਲ ਜੀ। ਮਨਜੀਤ ਬੋਲ ਰਿਹਾ ਜਰਮਨ ਤੋਂ। ਮਨਜੀਤ ਜਰਮਨ ਤੋਂ। ਚਾਲ ਸਾਹਿਬ ਕੀ ਹਾਲ ਚਾਲ ਹੈ? ਸਿਵੀਆ ਸਾਹਿਬ ਜੁੜੇ ਆਪਣੇ ਨਾਲ। ਠੀਕ ਹੈ ਜੀ। ਜੀ ਹਾਂਜੀ ਤਾਂ ਸੋਨੇ ਤੇ ਸਵਾਗਾ ਹੋ ਗਿਆ, ਬਹੁਤ ਵਧੀਆ ਗੱਲ ਹੋ ਗਈ ਜੀ। ਮੈਂ ਵੈਸੇ ਕਰਨਾ ਹੀ ਸੀ ਅੱਜ ਤੁਹਾਨੂੰ ਫੋਨ, ਉਹ ਕਿਸੇ ਸੰਬੰਧ ਸੀ, ਚਲੋ ਨਾਲ ਸਿਵੀਆ ਸਾਹਿਬ ਹੋ ਗਏ ਜੀ, ਹੋਰ ਵੀ ਵਧੀਆ ਗੱਲ ਹੋ ਗਈ ਜੀ। ਇੱਕ ਤਾਂ ਮੈਨੂੰ ਦੱਸੋ ਜੀ, ਆਪਣੇ ਕਹਿਣਾ ਹੁੰਦਾ ਨਾ ਐਡੀ ਸਤੌਲ ਫਿਰਦੀ ਆ, ਉਹਦਾ ਕੀ, ਉਹ ਸਤੌਲ ਕੀ ਹੁੰਦੀ ਆ? ਹਾਂ ਤੇ ਇੱਕ ਕੋਈ ਮੁਹਾਵਰਾ ਆਪਣੇ ਹੁੰਦਾ ਜਿਹੜਾ ਆਪਣੇ ਕਹਿੰਦੇ ਹੁੰਦੇ ਨੇ ਏਕੇ ਨਾਲ ਸਾਤਾ, ਏਕੇ ਨਾਲ ਸਾਤਾ ਲਾਤਾ, ਇਹ ਕੋਈ ਮੁਹਾਵਰਾ ਜਾਂ ਕਿਵੇਂ ਆ? ਮੈਂ ਇੱਕ ਗੀਤ ਸੁਣਿਆ ਸੀ। ਏਕੇ ਨਾਲ ਸਾਤਾ ਕਿਹਦਾ ਗੀਤ ਸੀ ਇਹ? ਇਹ ਸਦੀਕ ਦਾ ਸੀ ਨਾ, ਜਦੋਂ ਰਣਜੀਤ ਕੌਰ ਕਹਿੰਦੀ ਆ ਲਾ ਕੇ ਏਕੇ ਨਾਲ ਸਾਤਾ, ਪਿੱਟਣਾ ਮੇਰੀ ਜਾਨ ਨੂੰ ਪਾਤਾ, ਲੜਕੇ ਤਾਂ ਜੇਠ ਦਾ ਮੰਜਾ ਮੋਟਰ ਤੇ ਡਾਹਤਾ, ਸੁਝਦਾ ਨਾ ਮੈਂ ਕਰਾਂ ਕੀ ਕਰਦੇ ਨੇ ਤਾਇਆ। ਇੱਕ ਇਕੱਲਾ ਤੇ 2-11 ਏਕੇ ਨਾਲ ਸਾਤਾ ਨਾ ਬੇਜੋੜ ਹੈ। ਇਹ ਵੈਸੇ ਮੁਹਾਵਰਾ ਤਾਂ ਬਹੁਤਾ ਚਰਚਿਤ ਨਹੀਂ ਹੈ ਪਰ ਇਹ ਨਵੀਂ ਕ੍ਰੀਏਸ਼ਨ ਹੈ, ਬਾਬੂ ਸਿੰਘ ਮਾਨ ਦਾ ਗੀਤ ਹੈ ਨਾ ਮੇਰੇ ਖਿਆਲ। ਇਹ ਨਹੀਂ ਇਹ ਆਪਣੇ ਉਹ ਪਾਪਲੇ ਵਾਲੇ ਬਾਂਸਲ ਦਾ ਜੀ। ਅੱਛਾ, ਤਾਪਲੇ ਵਾਲੇ ਬਾਂਸਲ ਦਾ ਏਕੇ ਨਾਲ ਸਾਤਾ। ਬਾਂਸਲ ਸਾਹਿਬ ਫਿਰ ਭਾਈਚਾਰੇ, ਮਹਾਜਨ ਭਾਈਚਾਰੇ ਚੋਂ ਮੇਰੇ ਖਿਆਲ ਉਹਨਾਂ ਨੇ ਉਹ ਜਿਹੜਾ ਏਕਾ ਸਾਤੇ ਵਾਲੀ ਗੱਲ ਕਰਤੀ। ਅਸਲ ਦੇ ਵਿੱਚ ਜਿਵੇਂ ਕੱਲਾ 1 ਤੇ 2-11, ਬਾਕੀ ਆਪਾਂ ਸਿਵੀਆ ਸਾਹਿਬ ਤੋਂ ਪੁੱਛਾਂਗੇ। ਕੱਲਾ 1 ਤੇ 2-11 ਮਤਲਬ ਏਕੇ ਤੇ ਸਾਤੇ ਦਾ ਮੇਲ ਨਹੀਂ ਹੈ। ਇੱਕ ਮੈਂ ਕਿਹਾ ਸਤੌਲ ਤੇ ਏਕੇ ਨਾ, ਲਾ ਕੇ ਏਕੇ ਨਾਲ ਸਾਤਾ, ਪਿੱਟਣਾ ਮੇਰੀ ਜਾਨ ਨੂੰ ਪਾਤਾ, ਲੜਕੇ ਤਾਂ ਜੇਠ ਦਾ ਕਿਵੇਂ ਮੰਜਾ ਮੋਟਰ ਤੇ ਡਾਹਤਾ, ਸੁਝਦਾ ਨਾ ਮੈਂ ਕਰਾਂ ਕੀ ਕਰਦੇ ਨੇ ਤਾਇਆ। ਨਿਆਣੇ ਨਾਲ ਲਾਉਂਦੇ ਜੀ, ਉਹ ਹੈ ਜੀ। ਉਹ ਕਿਹੜਾ ਜੀ? ਸਤਿ ਸ਼੍ਰੀ ਅਕਾਲ। ਬਹੁਤ ਵਧੀਆ। ਵੈਸੇ ਤੁਹਾਡੇ ਇਲਾਕੇ ਤੋਂ ਅੱਜ ਮੰਦਭਾਗੀ ਖਬਰ ਵੀ ਹੈ, ਤੁਹਾਡੇ ਖੰਨੇ ਤੋਂ ਸਰਦੂਲ ਸਿਕੰਦਰ ਹੋਰੀ ਅੱਜ ਦੁਨੀਆ ਤੋਂ ਰੁਖਸਤ ਹੋ ਗਏ। ਪੰਜਾਬੀ ਗਾਇਕੀ ਦੇ ਖੇਤਰ 'ਚ ਮਾਇਆਨਾਜ਼ ਸ਼ਖਸੀਅਤ ਅਮਰ ਨੂਰੀ, ਸਰਦੂਲ ਸਿਕੰਦਰ, ਬਹੁਤ ਮੁਹੱਬਤ ਸੀ ਦੋਨਾਂ ਗਾਇਕਾਂ ਦੀ ਆਪਸ 'ਚ ਜੀ। ਥੈਂਕ ਯੂ। ਬਿਲਕੁਲ ਇਹਨਾਂ ਨੂੰ ਪਹਿਲਾਂ ਅਸੀਂ ਸਾਡੇ ਨੇੜੇ ਸਭਾ ਲੱਗਦੀ ਹੁੰਦੀ ਸੀ ਮਲਕਪੁਰ ਗੁਰਦੁਆਰੇ, ਉੱਥੇ ਸੁਣਦੇ ਰਹੇ ਇਹਨਾਂ ਨੂੰ ਪਹਿਲਾਂ, ਜਦੋਂ ਅਮਰ ਸਿੰਘ ਸ਼ੌਂਕੀ ਹੋਣੀ ਢਾਡੀ ਆਉਂਦੇ ਹੁੰਦੇ ਸੀ ਨਾ, ਉੱਥੇ ਆਪਣੇ ਭਰਾਤਾ ਨਾਲ ਇਹਦਾ ਭਰਾ ਹੁੰਦਾ ਸੀਗਾ ਕੰਦੂਰ, ਬਹੁਤ ਵਧੀਆ ਸਾਰਨੀ ਵਜਾਉਂਦਾ ਸੀ ਜੀ, ਉਹ ਉਦੋਂ ਸੁਣਦੇ ਹੁੰਦੇ ਸੀ ਇਹਨਾਂ ਨੂੰ। ਜੀ ਮਲਕਪੁਰ ਸਭਾ ਹੁਣ ਵੀ ਠੀਕ ਹੈ ਬਾਈ ਜੀ, ਧੰਨਵਾਦ, ਸਤਿ ਸ੍ਰੀ ਅਕਾਲ। ਓਕੇ ਬਾਈ, ਥੈਂਕ ਯੂ। ਸਿਵੀਆ ਸਾਹਿਬ ਮਨਜੀਤ ਸਿੰਘ ਚਾਲ ਜਰਮਨ ਤੋਂ ਜੁੜੇ ਨੇ, ਖੰਨੇ ਵਾਲੇ, ਅਤੇ ਇਹਨਾਂ ਨੇ ਮੁਹਾਵਰਾ ਜਿਹੜਾ ਤਾਪਲੇ ਵਾਲੇ ਬਾਂਸਲ ਦਾ ਗੀਤ ਹੈ, ਕਿਉਂਕਿ ਹਰ ਬੰਦਾ ਜਿਹੜਾ ਜਿਸ ਪੇਸ਼ੇ 'ਚ ਹੁੰਦਾ ਉੱਦਾਂ ਦੀ ਉਹਦੀ ਗੱਲਬਾਤ ਹੁੰਦੀ ਹੈ। ਅਤੇ ਵੈਸੇ ਏਕੇ ਨਾਲ ਏਕਾ ਤਾਂ 11 ਹੋ ਜਾਂਦੇ ਨੇ, ਅਤੇ 19-21 ਦਾ ਵੀ ਫਰਕ ਆਮ ਮੁਹਾਵਰਾ, ਪਰ ਏਕੇ ਨਾਲ ਸਾਤਾ ਗਾਇਕੀ 'ਚ ਹੀ ਆਇਆ, ਗੀਤ 'ਚ ਹੀ ਆਇਆ ਕਿ ਲਾ ਕੇ ਏਕੇ ਨਾਲ ਸਾਤਾ, ਜੇਠ ਦਾ ਮੰਜਾ ਮੋਟਰ 'ਤੇ ਡਾਹਤਾ। ਮਤਲਬ ਇਹ ਬੇਜੋੜ ਹੈ ਨਾ ਏਕੇ ਨਾਲ ਸਾਤਾ ਜੀ। ਹਾਂ, ਜਿਹੜਾ ਉਹ ਜੇਠ ਨੂੰ ਲੱਸੀ ਨਹੀਂ ਦੇਣੀ ਤੇ ਦਿਓਰ ਭਾਵੇਂ ਦੁੱਧ ਪੀ ਜੇ। ਦੇਖੋ ਨਾ ਇਹ ਗੱਲਾਂ ਜਿਹੜੀਆਂ ਹੈਗੀਆਂ ਨਾ ਜੀ, ਹਾਂ, ਇਹ ਬੇਜੋੜ ਹੀ ਹੈ। ਤੇ ਮੋਟਰ ਤੇ ਮੰਜਾ ਵੀ ਤਾਂ ਹੀ ਜਾਊਗਾ ਨਾ ਜੇ ਉਹਦੀ ਘਰੇ ਨਹੀਂ ਬਣਦੀ। ਹਾਂ, ਜੇ ਘਰੇ ਨਹੀਂ ਜਾਣਦੀ, ਮਤਲਬ ਊਠ ਨਾਲ ਟੱਲੀ ਹੈ ਨਾ, ਅਣਜੋੜ। ਇਹ ਅਣਜੋੜ ਹੈ ਏਕੇ ਨਾਲ ਸਾਤਾ। ਹਾਂ, ਊਠ ਦੇ ਗੱਲ ਟੱਲੀ। ਹਾਂ, ਹੁਣ ਜਿਹੜਾ ਤਾਂ ਜੱਟ ਹੈ ਨਾ, ਮਤਲਬ ਜਿਵੇਂ ਊਠ ਤੇ ਬਲਦ ਦਾ ਜੋੜ ਹੈ ਨਾ, ਇਹ ਕੋਈ ਜੋੜ ਨਹੀਂ ਹੈ, ਊਠ ਤੇ ਬਲਦ ਨਹੀਂ ਜੋੜ ਸਕਦੇ ਹੈ ਨਾ। ਹਾਂ, ਊਠ ਦੇ ਪੈਰ ਵਿੰਗੇ ਹੋ ਜਾਂਦੇ ਜੇ ਆਪਾਂ ਕੋਈ 4 ਮਹੀਨੇ 3 ਮਹੀਨੇ ਜੋੜ ਲਈਏ ਨਾ ਊਠ ਨੂੰ,
ਤੇ ਉੱਠ ਜਦੋਂ ਮੁੜਦਾ ਨਾ ਬਲਦ ਜਿਹੜਾ ਉਹ ਹਮੇਸ਼ਾ ਉਤਲੇ ਪਾਸੇ ਜੋੜਿਆ ਜਾਂਦਾ ਹੈ ਜੀ ਊਠ ਦੇ। ਤੇ ਊਠ ਨੂੰ ਜਿਹੜਾ ਊਠ ਨਾਲ ਬਲਦ ਨਾਲ ਉੱਠ ਜੁੜ ਗਿਆ ਉਹ ਫਿਰ ਸਿੱਧਾ ਤੁਰਨ ਵਿੱਚ ਬੜੀ ਤਕਲੀਫ ਆਉਂਦੀ ਹੈ। ਹਾਂ, ਮਤਲਬ ਇਹ ਅਣਜੋੜ ਹੈ ਨਾ, ਮਤਲਬ ਅਣਜੋੜ ਹੈਗਾ ਮੁਹਾਵਰਾ ਏਕੇ ਨਾਲ ਸਾਤਾ। ਥੈਂਕ ਯੂ ਸਿਵੇ ਸਾਹਿਬ, ਹੋਲਡ ਰੱਖਿਓ, ਆਪਾਂ ਕਾਲਰ ਲੈ ਲਈਏ 2, ਫਿਰ ਉਸ ਤੋਂ ਬਾਅਦ ਗੱਲਬਾਤ ਜਾਰੀ ਰੱਖਾਂਗੇ। ਲਓ ਇਸ ਵਕਤ ਬਾਈ ਜੀ ਆਪਣਾ ਜੁੜ ਚੁੱਕੇ ਨੇ ਲਖਵਿੰਦਰ ਸਿੰਘ ਪਿੰਡ ਸਮੇਵਾਲੀ ਤੋਂ। ਸਮੇਵਾਲੀ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਤਾਂ ਇਹੀ ਪੁੱਛਣਾ ਚਾਹੁੰਦਾ ਸੀਗਾ ਸਭ ਤੋਂ ਵੀ ਵੀਰ ਜੀ, ਮਨੁੱਖ ਦਾ ਸੁਭਾਅ ਹੁੰਦਾ, ਜਾਤਾਂ ਨਾਲ ਤੇ ਕੋਈ ਸੰਬੰਧ ਨਹੀਂ ਜਾਂ ਬਰਾਦਰੀਆਂ ਨਾਲ ਤਾਂ ਮਨੁੱਖੀ ਸੁਭਾਅ ਦਾ ਕੋਈ ਮਤਲਬ ਨਹੀਂ ਹੁੰਦਾ। ਬਾਕੀ ਇਹ ਸੀਗਾ ਸਭ ਜਾਣਕਾਰੀ ਵੱਧ ਦੇ ਸਕਦੇ ਨੇ, ਕਿਰਪਾ ਕਰਕੇ ਇਹਨਾਂ ਤੋਂ ਪੁੱਛ ਕੇ ਦੱਸੋ ਜੀ। ਜੱਟ ਦਾ ਤੇ ਭੋਲੂ ਨਰੈਣੇ ਦਾ ਜਾਤ ਬਰਾਦਰੀ ਦਾ ਵੀ ਸੁਭਾਅ ਹੁੰਦਾ ਹੈ। ਆਪਾਂ ਵਿਸਤਾਰ 'ਚ ਜਾਂਦੇ ਹਾਂ, ਤੇ ਬਹੁਤ ਵਧੀਆ ਸਵਾਲ ਹੈ ਤੁਹਾਡਾ ਸਮੇਵਾਲੀ ਸਾਹਿਬ, ਥੈਂਕ ਯੂ। ਤੇ ਇਸ ਦੌਰਾਨ ਮਰ ਜਾਣਾ ਪਾਪੀ ਬਾਈ ਜੀ ਗੀਤਕਾਰ ਨੇ, ਤੇ ਚੱਤੋਵਾਲੀਆ ਪਿੰਡ ਚੱਤੋਪਹਿਰ ਵਾਲਾ ਚੱਤੋਵਾਲੀਆ। ਪਾਪੀ ਸਾਹਿਬ ਸਵਾਗਤ ਹੈ ਤੁਹਾਡਾ। ਸੋਹਣਾ ਸਾਹਿਬ ਸਤਿ ਸ੍ਰੀ ਅਕਾਲ, ਤੇ ਸਿਵਿਆ ਵੀਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ, ਤੇ ਸਾਡਾ ਟਾਈਮ ਹੁੰਦਾ ਥੋੜਾ ਜਿਹਾ ਅੱਗੇ ਪਿੱਛੇ, ਤੇ ਉਹਦੇ ਕਰਕੇ ਕਈ ਵਾਰੀ ਮਿਸ ਕਰ ਜਾਈਦਾ। ਤੇ ਵਧੀਆ ਗੱਲਾਂ ਹੁੰਦੀਆਂ ਔਰ ਨਿਰੋਲ ਹੁੰਦੀਆਂ, ਚੰਗਾ ਲੱਗਦਾ। ਤੇ ਹੁਣ ਵੀ ਮੇਰੇ ਕੋਲ ਟਾਈਮ ਥੋੜਾ ਜਿਹਾ ਕਰਕੇ ਮੂਹਰੇ ਬਾਰਡਰ ਆ ਜਾਣਾ। ਮੈਂ ਕਿਹਾ ਵੀ ਆ ਜਿਹੜੇ ਸੀ ਨਾ ਗੱਲ ਏਕੇ ਨਾ ਸਾਤਾ, ਉਹ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤੇ ਏਕੇ ਨਾਲ ਸਾਤਾ, ਉਹ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਉਹਦਾ ਕਹਿਣ ਦਾ ਮਤਲਬ ਇਹ ਆ ਕਿ ਏਕੇ ਨਾਲ ਏਕਾ ਲਾਉਣਾ ਸੀ ਤਾਂ ਤੇ ਮੇਰੇ ਬਰਾਬਰ ਦਾ ਤੇਰਾ ਹਾਣ ਪ੍ਰਮਾਣ ਬਣਨਾ ਸੀਗਾ। ਪਰ ਉਹਨੂੰ ਏਕੇ ਨੂੰ ਸਾਤਾ ਜਿਹੜਾ ਲਾਤਾ, ਉਹ ਥੱਲਿਓਂ ਤਾਂ ਏਕਾ ਹੀ ਲੱਗਦਾ, ਪਰ ਉੱਤੋਂ ਮੁੜਿਆ ਆ ਉਹਦਾ ਵਜਨ ਇੱਕ ਪਾਸੇ ਤੇ ਵਜਨ ਬਹੁਤ ਜ਼ਿਆਦਾ ਆ ਤੇ ਦੂਜੇ ਪਾਸੇ ਘੱਟ ਆ। ਉਹਦਾ ਵਜਨ ਦਾ ਬੈਲੈਂਸ ਕੀਤਾ, ਅਣਜੋੜ ਕੀਤਾ ਆ। ਉਹਨੂੰ ਇਹ ਦਿਖਾਲਿਆ ਗਿਆ ਵੀ ਤੇਰਾ ਇਹਦਾ ਮੇਲ ਨਹੀਂ ਬਣਦਾ ਸੀਗਾ ਕੋਈ ਉਸ ਚੀਜ਼ ਨੂੰ। ਏਦਾਂ ਜੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਵਿੱਚ ਸ਼ਾਇਦ ਏਦਾਂ। ਵੈਸੇ ਤੁਸੀਂ ਵੀ ਜਿਵੇਂ ਗੀਤਕਾਰ ਹੋ ਚੱਤੋਵਾਲੀਆ ਸਾਹਿਬ, ਤੇ ਹੋਰ ਕਿਸੇ ਇਹ ਤੋਂ ਤਾਪਲੇ ਵਾਲੇ ਬਾਂਸਲ ਤੋਂ ਇਲਾਵਾ ਹੋਰ ਨਹੀਂ ਕਿਸੇ ਨੇ, ਕਿਉਂਕਿ ਉਹ ਮਹਾਜਨ ਗਾਇਕ ਸੀਗੇ, ਗੀਤਕਾਰ ਸੀਗੇ। ਕਿਉਂਕਿ ਜਿਹੜਾ ਬੰਦਾ ਜਿਹੜਾ ਵੀ ਪੇਸ਼ਾ ਟਰੱਕ ਡਰਾਈਵਰ ਕਹੂਗਾ, ਦੇਖੋ ਕਿੱਦਾਂ ਇਹਦਾ ਤਾਂ ਲੱਕ ਕਿੱਦਾਂ ਲੇਲੈਂਡ ਦੇ ਡਿਫੈਂਸਰ ਵਰਗਾ। ਮਤਲਬ ਜਿਹੜਾ ਮਿਸਤਰੀ ਹੈ ਉਹ ਆਪਣੇ ਹਿਸਾਬ ਨਾਲ ਮੁਹਾਵਰਾ ਦਊ, ਜੱਟ ਆਪਣੇ ਹਿਸਾਬ ਨਾਲ ਦਊ। ਮਤਲਬ ਜਿਹੜੀ ਬੋਲੀ ਬੰਦੇ ਦੀ ਜਿਸ ਪੇਸ਼ੇ 'ਚ ਹੁੰਦਾ ਨਾ, ਉਹ ਆਪਣੇ ਹਿਸਾਬ ਦੇ ਨਾਲ ਉਹਦੀ ਉਦਾਹਰਨ ਦਿੰਦਾ। ਤੇ ਇਹ ਕਿਤੇ ਜਿਵੇਂ ਮਹਾਜਨ ਭਾਈਚਾਰੋਂ ਏਕੇ ਨਾਲ ਸਾਤਾ ਲਾਤਾ ਵੀ ਅਣਜੋੜ ਕਰਤਾ, ਤੇ ਉਹਨਾਂ ਦੇ ਗੀਤ ਜੇ ਤਾਪਲੇ ਵਾਲੇ ਦੇ ਮੇਰੇ ਖਿਆਲ ਆਇਆ ਬਾਂਸਲ ਸਾਹਿਬ ਦੇ। ਜੀ ਬਿਲਕੁਲ ਏਦਾਂ ਹੀ ਆ ਕਿ ਜਦੋਂ ਗਾਣਾ ਲਿਖਣਾ ਹੁੰਦਾ ਨਾ, ਜਿਹਨੇ ਲਿਖਣਾ ਉਹਨੇ ਬੜੀ ਦੂਰ ਤੱਕ ਜਾਣਾ ਹੁੰਦਾ, ਉਹਨੂੰ ਨਾਪ ਤੋਲ ਕੇ ਦੇਖਣਾ ਹੁੰਦਾ। ਪਰ ਬਾਕੀ ਇਹ ਗੱਲ ਆ ਵੀ ਜਿਹੜਾ ਤੁਸੀਂ ਕੰਮ ਕਰਦੇ ਹੁੰਦੇ ਨਾ, ਉਹਦਾ ਮਹੱਤਤਾ ਬਹੁਤ ਜ਼ਿਆਦਾ ਆ। ਮੇਰਾ ਇੱਕ ਗਾਣਾ ਆ ਹਜੇ ਆਪਣੇ ਆਉਣ ਆ, ਆਪਣੇ ਰਿਕਾਰਡ ਕੀਤਾ ਹੈਗਾ ਆ ਗੁਰਬਖਸ਼ ਸ਼ੌਂਕੀ ਸਾਹਿਬ ਨੇ, ਡਰਾਈਵਰਾਂ ਤੇ ਆ, ਤੇ ਮੇਰੇ ਹੋਰ ਵੀ ਹੈਗੇ ਆ ਦੋਸਤ ਮਿੱਤਰ। ਉਹ ਜਦੋਂ ਮੈਂ ਉਹਨਾਂ ਨੂੰ ਸੁਣਾਇਆ ਮੈਂ, ਤੇ ਉਹ ਵੀ ਲਿਖਦੇ ਆ, ਔਰ ਉਹ ਬੜਾ ਵਧੀਆ ਲਿਖਦੇ ਆ। ਪਰ ਮੁੜ ਕੇ ਉਹਨਾਂ ਦਾ ਇੱਕੋ ਹੀ ਸੀਗਾ ਕਹਿਣਾ, ਕਹਿੰਦਾ ਵੀ ਬਈ ਪਾਪੀ ਜੀ, ਅੱਜ ਜੋ ਕੁਛ ਤੁਸੀਂ ਲਿਖਿਆ ਨਾ ਇਹਦੇ ਵਿੱਚ, ਇਹ ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ ਇੰਨਾ ਕੁ ਜ਼ਿਆਦਾ ਜਾਣਦੇ ਤਾਂ ਨਹੀਂ, ਇਹ ਮੈਂ ਨਹੀਂ ਲਿਖ ਸਕਦਾ ਸੀ। ਕਿਉਂਕਿ ਜਿਹੜੇ ਕੰਮ ਤੁਸੀਂ ਕਰਦੇ ਹੁੰਦੇ ਨਾ, ਉਹਦਾ ਤੁਸੀਂ ਡੀਪਲੀ ਤੁਸੀਂ ਜਾਂਦੇ ਹੋ ਉਹਨਾਂ ਦੇ ਵਿੱਚ। ਸੋ ਇਸ ਕਰਕੇ ਉਹਨਾਂ ਨੇ ਆਪਣੇ ਅੰਦਾਜ਼ ਦੇ ਨਾਲ ਇਹਨੂੰ ਗੱਲ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੋਊਗੀ। ਤੇ ਸੁਣਦੇ ਆ ਜੀ ਪ੍ਰੋਗਰਾਮ, ਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤੇ ਸਵੀਆ ਸਾਹਿਬ, ਜਿਵੇਂ ਸਮੇਵਾਲੀ ਸਾਹਿਬ ਦਾ ਸਵਾਲ ਆਇਆ ਕਿ ਸੁਭਾਅ ਤਾਂ ਬੰਦੇ ਦਾ ਹੁੰਦਾ ਹੈ, ਕਿ ਮਨੁੱਖ ਦਾ ਸੁਭਾਅ ਹੁੰਦਾ ਹੈ, ਮਤਲਬ ਜੱਟ ਦਾ, ਸੁਨਿਆਰ ਦਾ, ਲੁਹਾਰ ਦਾ, ਦਰਖਾਣ ਦਾ, ਇਹ ਸੁਭਾਅ ਜਾਤਾਂ ਦੇ ਆਧਾਰਿਤ ਕਿਉਂ ਹੋ ਗਏ, ਕੰਮ ਦੇ ਆਧਾਰਿਤ ਕਿਉਂ ਹੋ ਗਏ? ਹੁਣ ਇਹ ਮੈਂ ਪਰ ਇਸ ਦੇ ਨਾਲੋਂ ਥੋੜ੍ਹਾ ਜਿਹਾ ਮਤਭੇਦ ਰੱਖਾਂਗਾ, ਕਿਉਂਕਿ ਸੁਭਾਅ ਬੰਦੇ ਦੇ ਕੰਮ ਦੇ ਹਿਸਾਬ ਨਾਲ ਹੁੰਦਾ ਹੈ। ਕਿਉਂਕਿ ਸੁਭਾਅ ਜਦੋਂ ਬਣਦੇ ਆ, ਉਹ ਸਾਡਾ ਸੱਭਿਆਚਾਰ, ਕਿ ਅਸੀਂ ਬਚਪਨ 'ਚ ਕਿਹੜੇ ਸਕੂਲਾਂ 'ਚ ਪੜ੍ਹੇ ਹਾਂ, ਕਿਹੋ ਜਿਹੇ ਸਾਡੇ ਅਧਿਆਪਕ ਸੀ, ਕਿਹੋ ਜਿਹੇ ਸਾਡੇ ਮਾਪੇ ਸੀ, ਕਿਹੋ ਜਿਹੇ ਸਾਡੇ ਮਿੱਤਰ ਸੀ, ਕਿਹੋ ਜਿਹੇ ਸਾਡੇ ਗੁਆਂਢੀ ਸੀ, ਕਿਹੋ ਜਿਹੀ ਸਾਡੀ ਭਾਸ਼ਾ ਸੀ, ਕਿਹੋ ਜਿਹਾ ਸਾਡਾ ਮਾਹੌਲ ਸੀਗਾ ਧਾਰਮਿਕ। ਇਹ ਸਾਰੀਆਂ ਚੀਜ਼ਾਂ ਜਾਂ ਇਤਿਹਾਸ ਬੰਦੇ ਨੂੰ ਜਿਹੜਾ ਹੈਗਾ ਉਹਦਾ ਸੁਭਾਅ ਬਣਾਉਂਦੀਆਂ ਨੇ। ਇੱਕ ਹੁੰਦੀਆਂ ਨੇ ਖਾਨਦਾਨੀ ਚੀਜ਼ਾਂ ਜੈਨੇਟਿਕਲੀ, ਤੇ ਇੱਕ ਹੁੰਦੀਆਂ ਨੇ ਜਿਹੜੀਆਂ ਅਸੀਂ ਮਹਿਸੂਸ ਕੀਤੀਆਂ ਨੇ। ਜਿਵੇਂ ਜੱਟ ਨੂੰ ਪਈ ਵਿਆਹੀ, ਕਿਸੇ ਨੂੰ ਫੁੱਫੀ, ਕਿਸੇ ਨੂੰ ਤਾਈ। ਜਦੋਂ ਤਾਂ ਜੱਟ ਨੂੰ ਲੋੜ ਹੈ, ਤੇ ਉਹ ਵੀ ਜਿਵੇਂ ਕਹਿੰਦੇ ਆ ਕਿ ਲੋੜ ਵਕਤ ਗਧੇ ਨੂੰ ਬਾਪ ਬਣਾਉਣਾ, ਕਿਉਂਕਿ ਜੱਟ ਨੂੰ ਜਦੋਂ ਵਿਆਹੀ ਪੈਂਦੀ ਹੈ, ਉਹ ਮਤਲਬ ਆਪਣੀ ਮਾਂ ਨੂੰ ਵੀ ਭੜੋਲੇ ਪਾ ਦਿੰਦਾ ਕਿ ਕੱਤਕ ਜੱਟ ਨੂੰ ਪਈ ਵਿਆਹੀ, ਮੋਈ ਮਾਂ ਭੜੋਲੇ ਪਾਈ। ਜਦੋਂ ਜੱਟ ਦੇ ਸਿੱਟੇ ਪੱਕ ਜਾਂਦੇ ਆ, ਜਦੋਂ ਜੱਟ ਦੇ ਸਿੱਟੇ ਪੱਕੇ, ਸਕੀ ਭੈਣ ਨੂੰ ਵੀ ਦੇਵੇ ਧੱਕੇ। ਇਹ ਗੱਲਾਂ ਹੋਈਆਂ ਨੇ। ਤੁਸੀਂ ਵੇਖੋ ਕਿ ਪਟਿਆਲੇ ਦਾ ਰਾਜਾ ਮਹਾਰਾਜਾ ਸਾਹਿਬ ਸਿੰਘ ਜਿਹੜਾ ਕਮਜ਼ੋਰ ਸੀ, ਪਰ ਉਹਦੀ ਭੈਣ
ਰਾਣੀ ਸਾਹਿਬ ਕੌਰ ਬਹੁਤ ਮਜ਼ਬੂਤ ਔਰਤ ਸੀ। ਜਦੋਂ ਮਰਹੱਟਿਆਂ ਨੇ ਪਟਿਆਲੇ ਤੱਕ ਨੂੰ ਘੇਰਾ ਪਾ ਲਿਆ ਤਾਂ ਰਾਣੀ ਸਾਹਿਬ ਕੌਰ ਦੀ ਕਮਾਂਡ ਦੇ ਵਿੱਚ ਮਰਹੱਟਿਆਂ ਦੇ ਉਹਨੇ ਸਿੱਕੇ ਛਡਾਏ। ਤੇ ਜਦੋਂ ਉਹ ਤਾਕਤਵਰ, ਹਾਲਾਂਕਿ ਉਹ ਵਿਆਹੀ ਹੋਈ ਸੀ, ਤੇ ਜਦੋਂ ਸਿਵੀਆ ਸਾਹਿਬ ਉਹਨੇ ਮਰਹੱਟਿਆਂ ਨੂੰ ਭਜਾ ਦਿੱਤਾ ਤੇ ਫਿਰ ਸਾਹਿਬ ਸਿੰਘ ਨੂੰ ਉਹੀ ਆਪਣਾ ਉਹਦੀ ਵਾਈਫ ਨੇ ਜਾਂ ਉਹਨਾਂ ਨੇ ਕੀਤਾ ਹੋਣਾ ਕਿ ਤੂੰ ਇਹ ਭੈਣ ਆ ਕੇ ਰਾਜ ਕਰਦੀ ਹੈ ਤੇ ਤੂੰ ਨਹੀਂ ਕੁਛ ਕਰ ਸਕਦਾ। ਤੇ ਮਹਾਰਾਜਾ ਸਾਹਿਬ ਸਿੰਘ ਨੇ, ਕੈਪਟਨ ਸਾਹਿਬ ਦੇ ਪੁਰਖਿਆਂ ਨੇ ਆਪਣੀ ਉਸ ਭੈਣ ਨੂੰ ਜਿਹਨੇ ਉਹਦਾ ਰਾਜ ਭਾਗ ਬਚਾਇਆ ਸੀ, ਮਰਹੱਟਿਆਂ ਨਾਲ ਮਰਦੈੜੀ ਪਿੰਡ ਹੈ ਉੱਥੇ ਲੜੀ ਸੀਗੀ, ਤੇ ਉਹ ਔਰਤ ਨੂੰ ਵੀ ਮਤਲਬ ਕੈਦ 'ਚ ਪਾ ਲਿਆ। ਤੇ ਗੱਲ ਉਹੀ ਹੈ ਕਿ ਜਦੋਂ ਜੱਟ ਦੇ ਸਿੱਟੇ ਪੱਕੇ, ਸਕੀ ਭੈਣ ਨੂੰ ਵੀ ਦੇਵੇ ਧੱਕੇ। ਕੀ ਸੁਭਾਅ ਜਿਹੜਾ ਹੈਗਾ ਕਿ ਜੱਟ ਮਚਲਾ, ਖੁਦਾ ਨੂੰ ਲੈ ਕੇ ਚੋਰ, ਜੱਟ ਵਿਗੜੇ ਮੁਰਸ਼ਦ ਨਾਲ, ਜੱਟ ਮੁਰਸ਼ਦ ਨਾਲ ਵਿਗੜ ਜਾਂਦਾ, ਜੱਟ ਗੁਲਾਮ ਨਹੀਂ ਹੁੰਦਾ ਕਿਸੇ ਦਾ। ਤੁਸੀਂ ਵੇਖੋ ਕਿ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਦੇ ਨਾਲ ਤੁਹਾਡੇ ਇਲਾਕੇ 'ਚ ਬਰਾੜ, ਜਿਹਨਾਂ ਨੂੰ ਬਰਿਆੜ ਵੀ ਕਿਹਾ ਜਾਂਦਾ ਸੀ, ਬਰਿਆੜ ਤੋਂ ਬਰਾੜ ਬਣਿਆ ਹੈ ਨਾ। ਤੇ ਉਹ ਜਿਹੜੇ ਬਰਿਆੜ ਸੀਗੇ ਜਾਂ ਬਰਾੜ ਸੀਗੇ ਬੜੇ ਹੁੰਦੜਹੇਲ ਮਲਵਈ ਹੁੰਦੇ ਸੀਗੇ, ਦਲੇਰ ਹੁੰਦੇ ਸੀਗੇ। ਜਿਵੇਂ ਅੱਜ ਕੱਲ੍ਹ ਕਹਿੰਦੇ ਆ ਨਾ, ਤੂੰ ਬੜਾ ਬਰਿਆੜ ਆ। ਬਰਿਆੜ ਮਤਲਬ ਬਹਾਦਰ, ਮਾਰਸ਼ਲ ਹੈ ਨਾ, ਵਾਰੀਅਰ। ਤੇ ਉਹ ਗੁਰੂ ਗੋਬਿੰਦ ਸਿੰਘ ਦੀ ਫੌਜ ਦੇ ਵਿੱਚ ਲੜੇ ਕਿ ਸਾਨੂੰ ਤਨਖਾਹ ਦੇ, ਅਸੀਂ ਤੁਹਾਡੇ ਨਾਲ ਲੜਾਂਗੇ। ਜਦੋਂ ਉਹ ਜੰਗ ਖਤਮ ਹੋ ਗਈ, ਗੁਰੂ ਸਾਹਿਬ ਨੂੰ ਕਹਿੰਦੇ ਤਨਖਾਹ ਦੇ। ਗੁਰੂ ਸਾਹਿਬ ਕਹਿੰਦੇ ਭਾਈ ਤਨਖਾਹ ਦੇਵਾਂਗੇ, ਕੋਈ ਸੰਗਤ ਡੋਨੇਸ਼ਨ ਕਰੂਗੀ, ਕਿੱਧਰੋਂ ਆਏਗਾ ਤੁਹਾਨੂੰ ਦੇਵਾਂਗੇ। ਤੇ ਬਰਾੜਾ ਨੇ ਕਹਿੰਦੇ ਗੁਰੂ ਸਾਹਿਬ ਦਾ ਘੋੜਾ ਵੀ ਘੇਰ ਲਿਆ ਸੀ ਕਿ ਪਹਿਲਾਂ ਮਹਾਰਾਜ ਸਾਡੀ ਤਨਖਾਹ ਦਿਓ, ਅਸੀਂ ਤਾਂ ਤਨਖਾਹ ਕਰਕੇ, ਕਿਉਂਕਿ ਤਨਖਾਹ ਮੰਗਣਾ ਕੋਈ ਗੁਨਾਹ ਵੀ ਨਹੀਂ ਹੈ, ਕਿਉਂਕਿ ਗੁਰਬਾਣੀ ਕਹਿੰਦੀ ਹੈ ਨਾ ਭੁੱਖੇ ਭਗਤੀ ਕੀਜੈ, ਇਹ ਮਾਲਾ ਆਪਣੀ ਲੀਜੈ। ਤੇ ਫਿਰ ਦਾਨ ਸਿੰਘ ਬਰਾੜ ਕਹਿੰਦਾ ਮੈਨੂੰ ਤੇ ਗੁਰੂ ਪਾਤਸ਼ਾਹ ਸਿੱਖੀ ਬਖਸ਼ ਦਿਓ, ਪਰ ਬਾਕੀ ਦਿਆਂ ਨੇ ਤਨਖਾਹਾਂ ਲੈ ਲਈਆਂ ਸੀ। ਖੈਰ, ਸੁਭਾਅ ਜੱਟ ਦਾ ਕਿਵੇਂ ਵੱਖਰਾ ਹੋਇਆ? ਜੱਟ ਹੈ ਕੀ ਆ? ਸਿਵੀਆ ਸਾਹਿਬ ਹੁਣ ਗੱਲ ਕਰੋ ਪਲੀਜ਼ ਲਗਾਤਾਰ। ਜਿਹੜਾ ਹੈ ਨਾ, ਜਿਹੜਾ ਮਨੋਵਿਗਿਆਨਕ ਤੌਰ ਤੇ ਵੰਸ਼ ਚੋਂ 38 ਪੀੜ੍ਹੀਆਂ ਦਾ ਉਹ ਲੈਂਦਾ ਹੈ। ਜਿਹੜਾ ਮਨੋਵਿਗਿਆਨੀ ਇਹ ਦੱਸਦੇ ਹੈ ਕਿ 38 ਪੀੜ੍ਹੀਆਂ ਦੇ ਸੰਸਕਾਰ ਇੱਕ ਬੱਚਾ ਲੈਂਦਾ ਹੈ। ਫਿਰ 50% ਜਿਹੜੇ ਹੈਗੇ ਆ ਉਹਦੇ ਆਲੇ ਦੁਆਲੇ ਵਾਤਾਵਰਨ ਤੋਂ ਹੈ, ਉਹਦਾ ਕੰਮ ਹੈ। ਤੇ ਹੁਣ ਆਪਣੀ ਗੱਲ ਬਹੁਤ ਦੂਰ ਚਲੀ ਜਾਊਗੀ ਜੇ ਆਪਾਂ ਜੱਟ ਤੇ ਜਾਟ ਬਾਰੇ ਸਮਝ ਲਈਏ ਵੀ ਪਹਿਲਾਂ ਜੱਟ ਕੀ ਹੈ। ਇੰਨਾ ਕੁ ਗੱਲ ਮੈਂ ਕਰ ਸਕਦਾ? ਹਾਂ ਸਿਵੀਆ ਸਾਹਿਬ ਲੈ ਪਲੀਜ਼, ਤੁਸੀਂ ਤੁਹਾਨੂੰ ਪਲੀਜ਼ ਅੱਗੇ ਤੋਂ ਏਦਾਂ ਨਹੀਂ ਪੁੱਛਣਾ, ਖੁੱਲ ਕੇ ਕਰਨੀ ਆ ਗੱਲ, ਕਿਉਂਕਿ ਆਪਾਂ ਇਸ ਮੰਚ ਤੇ ਧਰਮ ਦਾ, ਜਾਤ ਦਾ, ਕਿਸੇ ਚੀਜ਼ ਦਾ ਪ੍ਰਭਾਵ ਨਾ ਆਪਣੀ ਜਰਨਲਿਜ਼ਮ ਤੇ ਤੇ ਨਾ ਆਪਣੀ ਜ਼ਮੀਰ ਤੇ ਪੈਣ ਦਿੱਤਾ। ਇਹਦੇ ਸੁਭਾਅ ਬਾਰੇ ਗੱਲ ਕਰਾਂਗੇ ਜੀ। ਫਿਰ ਦੇਖੋ ਨਾ, ਹੁਣ ਭਾਰਤ ਹੈ, ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਇਹ ਖੇਤੀ ਪ੍ਰਧਾਨ ਦੇਸ਼ ਹੈ। ਤੇ ਬਹੁਤੇ ਲੋਕਾਂ ਦਾ ਨਿਰਵਾਹ ਹੈ ਸਿੱਧੇ ਜਾਂ ਸਿੱਧੇ ਤੌਰ ਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਜੀ। ਤੇ ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਮੋਟੀਆਂ, ਇਹ ਮੁਹਾਵਰਾ ਸਾਰੀ ਦੁਨੀਆ ਦੇ ਲੋਕਾਂ ਤੇ ਢੁਕਦਾ ਹੈ ਜੀ। ਜਿਹੜੇ ਲੋਕ ਖੇਤੀਬਾੜੀ ਕਰਦੇ ਆ ਤੇ ਉਹਨਾਂ ਨੂੰ ਆਪਾਂ ਕਿਸਾਨ ਕਹਿ ਦਿੰਦੇ ਆ। ਤੇ ਇਸ ਕਿੱਤੇ ਨਾਲ ਜਿਹੜੇ ਜੁੜੇ ਲੋਕ ਹੈ ਉਹਨਾਂ ਨੂੰ ਹੋਰ ਨਾਮਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਨ੍ਹਾਂ ਚੋਂ ਇੱਕ ਸ਼ਬਦ ਹੈ ਜੱਟ। ਬਾਬਾ ਫਰੀਦ ਵੀ ਦੇਖੋ 1173 ਈਸਵੀ ਚ ਬਾਬੇ ਫਰੀਦ ਦਾ ਜਨਮ ਹੋਇਆ ਸੀ, ਤੇ ਉਹਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੱਟ ਉਸੇ ਵੇਲੇ ਵੀ ਸ਼ਬਦ ਜਿਹੜਾ ਸੀ ਆਮ ਸੀ, ਕਿ ਉਹਨਾਂ ਨੇ ਸਾਹਿਤ ਵਿੱਚ ਲਿਆਂਦਾ ਵੀ ਫਰੀਦਾ ਲੋੜੇ ਡਾਕ ਬਜੌਰੀਆਂ ਤੇ ਕਿੱਕਰ ਬੀਜੇ ਜੱਟ, ਕਿੱਕਰ ਬੀਜੇ ਜੱਟ। ਤਾਂ ਇਹਦਾ ਮਤਲਬ ਵੀ ਜੋ ਖੇਤੀਬਾੜੀ ਕਰਦਾ ਤੇ ਉਸ ਦਾ ਨਾਂ ਜੱਟ ਹੈ। ਤੇ ਅੱਜ ਇਹ ਜਿਹੜੀ ਹੈ ਨਾ ਜੱਟ ਸ਼ਬਦ ਨੇ ਇੱਕ ਹੋਰ ਚੀਜ਼ ਆਪਣੇ ਵਿੱਚ ਸਮੋ ਲਈ ਕਿ ਜੱਟ ਇੱਕ ਜਾਤ ਬਣ ਗਈ ਸ਼ਬਦ ਤੋਂ। ਅੱਛਾ ਜੀ। ਤੇ ਹੁਣ ਭਾਵੇਂ ਕੋਈ ਖੇਤੀ ਵੀ ਨਹੀਂ ਕਰਦਾ, ਉਹਦੇ ਕੋਲੇ ਜ਼ਮੀਨ ਵੀ ਹੈ ਨਹੀਂ, ਪਰ ਫਿਰ ਵੀ ਉਹ ਜੱਟ ਹੈ, ਜੱਟ ਖਵਾਉਂਦਾ ਜੀ। ਅੱਛਾ, ਜਿਹੜੇ ਵਿਦਵਾਨ ਹੈ ਉਹ ਇਸ ਗੱਲ ਦੀ ਵੀ ਹਮਾਇਤ ਕਰਦੇ ਆ ਕਿ ਜੱਟ ਤੇ ਖੇਤੀਬਾੜੀ ਦਾ ਜਿਹੜਾ ਇੰਨਾ ਨਜ਼ਦੀਕੀ ਰਿਸ਼ਤਾ ਹੈ ਜੀ, ਕਿ ਜੱਟ ਜਾਤ ਅਤੇ ਖੇਤੀਬਾੜੀ ਕਰਨ ਵਾਲੇ ਇੱਕੋ ਨਾਲ ਜਾਣੇ ਜਾਂਦੇ। ਤੇ ਹੋਰ ਗੱਲਾਂ ਦੇ ਵਿੱਚ ਜੇ ਆਪਾਂ ਇਸ ਗੱਲ ਦਾ ਵੀ ਵਾਧਾ ਕਰ ਲਈਏ ਕਿ ਜੱਟ ਕੈਟੇਗਰੀ ਦੇ ਵਿੱਚ ਹੋਰ ਵੀ ਜਾਤਾਂ ਆਉਂਦੀਆਂ, ਜਿਵੇਂ ਪੰਡਤ ਹੈ, ਬਾਣੀਏ ਹੈ, ਘੁਮਿਆਰ ਹੈ, ਰਾਜੇ ਸਿੱਖ ਹੈ, ਲੋਹਾਰ ਹੈ, ਮਿਸਤਰੀ ਹੈ, ਝੋਰ ਹੈ, ਅਨੁਸੂਚਿਤ ਜਾਤੀਆਂ ਵੀ ਹੈ, ਉਹ ਵੀ ਤਾਂ ਵਾਹੀ ਕਰਦੀਆਂ, ਉਹ ਵੀ ਤਾਂ ਜੱਟ ਹੈ। ਹੁਣ ਬਾਣੀਆਂ ਕੋਲੇ ਬੋਤੀਆਂ ਹੁੰਦੀਆਂ ਸੀ, ਉੱਠ ਹੁੰਦੇ ਸੀ, ਉਹ ਲੱਦੇ ਲਿਆਉਂਦੇ, ਉਵੇਂ ਜਿਵੇਂ ਵਾਹੀ ਕਰਦੇ, ਹਲ ਜੋੜਦੇ। ਸੋ ਇਹ ਵੀ ਜੱਟ ਖੇਤੀਬਾੜੀ ਕਰਨ ਵਾਲਾ ਉਹ ਬੰਦਾ ਜੱਟ ਹੈ।
ਤੇ ਮਸਲਨ ਸਿਵੀਆ ਸਾਹਿਬ ਪਹਿਲਾਂ ਮੁੱਢਲੇ ਸਮਿਆਂ 'ਚ ਕਿੱਤਿਆਂ ਦੇ ਆਧਾਰਿਤ ਜਿਹੜਾ ਵਰਗ ਸੀਗਾ ਉਹ ਅਲੱਗ ਹੁੰਦੇ ਗਏ ਤੇ ਹੌਲੀ ਹੌਲੀ ਫਿਰ ਉਹ ਪੀੜ੍ਹੀ ਦਰ ਪੀੜ੍ਹੀ ਪੁਸ਼ਤ ਦਰ ਪੁਸ਼ਤ ਉਹਨਾਂ ਨੂੰ ਕਿੱਤਿਆਂ ਦੇ ਆਧਾਰ ਤੇ ਉਹਨਾਂ ਦੀ ਕੈਟਾਗਰਾਈਜ਼ ਜਾਣੀ ਕਿ ਉਹਨਾਂ ਨੂੰ ਜਾਤ ਬਣਾ ਦਿੱਤੀ ਕੰਮ ਦੇ ਆਧਾਰ ਤੇ। ਇਦਾਂ ਹੀ ਹੋਇਆ ਕੰਮ ਦੇ ਆਧਾਰ ਤੇ ਇਹ ਵੰਡ ਹੋ ਗਈ ਤੇ ਮਗਰੋਂ ਉਹਨਾਂ ਦੀ ਉਹ ਜਾਤ ਨਾਲ ਹੀ ਜੁੜ ਗਿਆ ਕਿੱਤਾ। ਤੇ ਹੁਣ ਜੱਟ ਜਿਹੜਾ ਕੰਮ ਕਰਦਾ ਹੈ ਉਹਦੇ ਵਿੱਚ ਬਰੀਕ ਮੱਤ ਦੀ ਲੋੜ ਨਹੀਂ ਹੁੰਦੀ। ਜਿੱਥੋਂ ਤਾਈਂ ਮੇਰੀ ਇਹ ਪ੍ਰੀਡਿਕਸ਼ਨ ਹੈਗੀ ਹੈ, ਮਤਲਬ ਵੀ ਮੈਂ ਜੋ ਸਿੱਖਿਆ ਹੈ ਉਹ ਇਹ ਹੈ ਵੀ ਇੱਕ ਹੁਣ ਬੰਦਾ ਫੱਗਣ ਦਾ ਮਹੀਨਾ ਤੇ ਪਾਣੀ ਲਾਉਣ ਜਾਂਦਾ ਹੈ ਜੀ, ਜਾਂ ਦੇਖੋ ਨਾ ਰਾਤ ਨੂੰ ਜੇ ਆਪਾਂ ਇਹ ਕਰੀਏ ਵੀ ਕੱਕਰ ਵਰਗੀ ਰਾਤ ਹੈ ਤੇ ਰਾਤ ਨੂੰ ਪਸ਼ੂ ਖੁੱਲ ਗਿਆ ਤਾਂ ਜੱਟ ਹੈ ਜਿਹੜਾ ਉਹ ਕੰਮ ਤਾਂ ਬੰਨ ਕੇ ਆਊਗਾ। ਪਰ ਜੇ ਆ ਗਿਆ ਵੀ ਭਾਈ ਪਾਣੀ ਆ ਗਿਆ ਸੂਏ ਤੇ ਲਾਉਣਾ ਤੇ ਤੇਰੀ ਵਾਰੀ ਇੰਨੇ ਵਜੇ ਹੈ ਤੇ ਉਹ ਰਜਾਈ ਪਰੇ ਮਾਰਦਾ ਤੇ ਖੇਤ ਦੀ ਬੁੱਕਲ ਮਾਰ ਕੇ ਪਾਣੀ ਲਾ ਜਾਂਦਾ ਜੀ। ਹੁਣ ਸਵਾਲ ਹੈ ਵੀ ਉੱਥੇ ਬੰਨ ਟੁੱਟ ਗਿਆ ਤੇ ਬੰਨ ਟੁੱਟ ਗਿਆ ਤੇ ਜੇ ਉਹ ਇੰਨੀ ਗੱਲ ਸੋਚੇ ਵੀ ਮੈਂ ਜੇ ਪਾਣੀ 'ਚ ਵੜ ਗਿਆ ਤੇ ਮੈਨੂੰ ਕਰੋਨਾ ਹੋ ਜਾਊਗਾ, ਮੈਨੂੰ ਠੰਡ ਲੱਗ ਜਾਊਗੀ ਜੀ, ਤੇ ਉਹ ਉਦੋਂ ਹੀ ਖੇਤ ਲਾ ਕੇ ਤੇ ਪਾਣੀ 'ਚ ਵੜ ਜਾਂਦਾ ਤੇ ਪਾਣੀ 'ਚ ਤਾਂ ਆਪਦੇ ਬੱਚੇ ਨੂੰ ਵੀ ਪੁੱਤ ਨੂੰ ਵੀ ਬਹਾ ਦਿੰਦਾ ਵੀ ਤੂੰ ਬੈਠ ਪਾਣੀ ਰੋਕ ਮੈਂ ਟੱਕ ਸਿੱਟਣਾ ਤੇ ਉਹ ਟੱਕ ਭਰ ਕੇ ਉਹ ਸਿੱਟਣ ਲੱਗ ਜਾਂਦਾ। ਹੁਣ ਜੇ ਉਹ ਇੱਥੇ ਸੋਚੇ ਉਹ ਵੀ ਪਾਣੀ ਜਿਹੜਾ ਮੈਂ ਨਾ ਲਾਵਾਂ ਕਿ ਪਾਣੀ 'ਚ ਵੜਾਂ ਕਿ ਰਾਤ ਨੂੰ ਸੱਪਾਂ ਦਾ ਡਰ ਹੈ, ਸੱਪਾਂ ਦੀਆਂ ਸਿਰੀਆਂ ਮਿਲਦਾ, ਉਹ ਕੋਈ ਜਿਹੜਾ ਨਾਗ ਹੈ ਉਹ ਵਲੇਮਾ ਪਾਲੂ ਲੱਤ ਨੂੰ ਨੰਗੇ ਪੈਰੀ ਤੁਰਦਾ। ਔਰ ਤੁਸੀਂ ਕਦੇ ਪਾਣੀ ਸਿਆਲ 'ਚ ਮੇਰਾ ਖਿਆਲ ਹੈ ਵੀ ਨਹੀਂ ਲਾਇਆ ਹੋਣਾ ਤੇ ਜਿਹੜੇ ਜੱਟਾਂ ਨੇ ਲਾਇਆ ਨਾ, ਮੈਂ ਲਾਇਆ ਸੀ ਸਾਹਿਬ, ਲਾਇਆ ਸੀ ਨਾ, ਤੇ ਪਾਣੀ 'ਚ ਪੈਰ ਰੱਖੋਗੇ ਤਾਂ ਹਾਂ ਨਿੱਗੇ ਰਹਿਣਗੇ ਤੇ ਜੇ ਬਾਹਰ ਤੁਰੋਗੇ ਤਾਂ ਤੁਹਾਡੇ ਜਿਹੜੇ ਡਲੇ ਆ ਉਹ ਸੂਲਾਂ ਵਾਂਗੂ ਚੁਭਣਗੇ ਕਿਉਂਕਿ ਬਾਹਰ ਪੈਰ ਠਰ ਜਾਂਦੇ ਆ। ਮੱਲੋ ਮੱਲੀ ਪੈਰ ਖਾਲ 'ਚ ਰੱਖਣ ਨੂੰ ਜੀ ਕਰਦਾ, ਬਾਹਰ ਕੱਢਣ ਨੂੰ ਦਿਲ ਨਹੀਂ ਕਰਦਾ। ਹਾਂ ਅੱਛਾ, ਫਿਰ ਇੱਕ ਹੋਰ ਥੋੜਾ ਜਿਹਾ ਮੈਂ ਇਸ ਪਾਸੇ ਜਾਵਾਂ ਕਿ ਜਦੋਂ ਜੱਟ ਦਾ ਪੁੱਤ ਟੱਕ ਮਾਰਦਾ ਕਹੀ ਦਾ ਤੇ ਉਹ ਜਿਹੜਾ ਉਹਦਾ ਪਿਓ ਹੈ ਨਾ ਉਹ ਆਦਾ ਹੋਰ ਡੂੰਘਾ ਮਾਰ ਜਦੋਂ ਉਹ ਕਿਤੇ ਕੁੱਤਰੇ ਵਾਲੀ ਮਸ਼ੀਨ ਦੇ ਵਿੱਚ ਰੁੱਗ ਲਾਉਂਦਾ ਤੇ ਉਦੋਂ ਉਹ ਆਦਾ ਹੋਰ ਭਰ ਕੇ ਲਾ, ਮਸ਼ੀਨ ਲਾਲਾਂ ਛੱਡਦੀ ਹੈ, ਹੋਰ ਭਰ ਕੇ ਲਾ। ਤੇ ਜੇ ਉਹ ਖੱਬਲ ਮਾਰਦਾ ਕਿਸੇ ਫਸਲ ਦੇ ਵਿੱਚੋਂ ਨਦੀਨ ਮਾਰਦਾ ਤਾਂ ਉਹਨੂੰ ਆਦਾ ਜਿਵੇਂ ਹੁਣ ਬਰੂ ਮਾਰਨਾ, ਬਰੂ ਹਰੇਕ ਬੰਦੇ ਨੂੰ ਮਾਰਨਾ ਨਹੀਂ ਆਉਂਦਾ। ਬਰੂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਔਰ ਜੜ੍ਹਾਂ ਪੱਟੇ ਬਿਨਾ ਤੇ ਉਹ ਫੇਰ ਦੁਬਾਰੇ ਹੋ ਜਾਂਦਾ ਹੈ। ਤੇ ਉਹ ਬਰੂ ਤੇ ਖੱਬਲ ਦੀ ਕਹਾਣੀ ਵੀ ਆਉਂਦੀ ਹੈ ਇੱਕ ਥੋੜੀ ਜਿਹੀ ਵੀ। ਬਰੂ ਕਿਸੇ ਨੇ ਉਹ ਜੰਡ ਤੇ ਟੰਗਤਾ ਸੀ ਤੇ ਜਿਹੜਾ ਖੱਬਲ ਹੈ ਉਹ ਵੱਟ ਤੇ ਰੱਖਤਾ ਸੀ ਤੇ ਖੱਬਲ ਰੋਈ ਜਾਵੇ ਤੇ ਬਰੂ ਆਦਾ ਵੀ ਤੂੰ ਰੋਂਦਾ ਕਿਉਂ? ਉਹ ਆਦਾ ਮੇਰੀ ਤਾਂ ਬਹੁਤ ਨੇੜੇ ਹੈ। ਉਹ ਆਂਦਾ ਤੂੰ ਘਬਰਾ ਨਾ ਤੇ ਮੈਂ ਤਾਂ ਆਪ ਹੱਥ ਰੱਖਦਾ ਵੀ ਹਨੇਰੀ ਆ ਉਹ ਮੈਨੂੰ ਡਿੱਗੂਗੀ, ਫਿਰ ਮੀਂਹ ਪੈਣਗੇ, ਹਨੇਰੀ ਮਿੱਟੀ ਪਾਊਗੀ ਤੇ ਫਿਰ ਮੈਂ ਹਰਾ ਹੋ ਜਾਊਂਗਾ। ਸੋ ਜੱਟ ਨੂੰ ਸਿੱਖਿਆ ਇਹ ਦਿੱਤੀ ਜਾਂਦੀ ਹੈ। ਦੇਖੋ ਜੇ ਹਲ ਤੇਲ ਕੂ ਕਰਨਾ ਹੈ, ਹਲ ਡੂੰਘਾ ਲਾਉਣਾ ਹੈ ਤਾਂ ਉਹ ਬੱਚੇ ਨੂੰ ਉਸ ਹਾਲੀ ਨੂੰ ਜਾਂ ਆਪਦੇ ਪੁੱਤ ਨੂੰ ਇਹ ਗੱਲ ਆਖੂਗਾ ਕਿ ਨਾੜੇ ਪਿਛਲੀ ਕਿੱਲੀ ਪਾ ਜੇ ਤੂੰ ਤੇਲ ਕੂ ਕਰਨਾ ਹੈ, ਜੇ ਡੂੰਘਾ ਲਾਉਣਾ ਤਾਂ ਅਗਲੀ ਕਿੱਲੀ ਪਾ। ਉਹ ਐ ਨੀ ਆਦਾ ਵੀ ਪਿਛਲੀ ਇਹ ਮੂਹਰਲੀ ਕਿੱਲੀ ਚ ਕਿਉਂ ਪਾਏ ਹੈ। ਯਾਨੀ ਉਸ ਦੀ ਨੈਗੇਟਿਵ ਜਿਹੜੀ ਮਨੋਵਿਗਿਆਨਕ ਤੌਰ ਤੇ ਇਹ ਗੱਲ ਪੂਰੀ ਉਤਰਦੀ ਹੈ ਕਿ ਬੱਚੇ ਨੂੰ ਨੈਗੇਟਿਵ ਸੁਜੈਸ਼ਨ ਨਹੀਂ ਦੇਣੀ ਚਾਹੀਦੀ। ਉਹ ਕੰਮ ਉਹ ਕਰੂਗਾ ਹੀ ਤਾਂ ਉਸ ਬੰਦੇ ਦੀ ਪੋਜ਼ਿਟਿਵ ਸੋਚ ਬਣ ਜਾਂਦੀ ਹੈ ਤੇ ਉਹ ਫਿਰ ਕਿਸੇ ਦੀ ਗੱਲ ਨਹੀਂ ਮੰਨਦਾ ਤੇ ਸੋਚਦਾ ਵੀ ਜਿਹੜੀ ਮੈਂ ਗੱਲ ਆ ਨਾ ਉਹ ਠੀਕ ਹੈ। ਅੱਛਾ, ਜਿਵੇਂ ਸਬਰ ਸਬੂਰੀ ਹੈ, ਜਿਵੇਂ ਤੁਸੀਂ ਆਖਿਆ ਕਿ ਜੱਟ ਛੋਟੀ ਚੀਜ਼ ਨੂੰ ਨਹੀਂ ਗੋਲਦਾ, ਇਹ ਉਹਦਾ ਸਿੱਧੜਪਣਾ ਜਾਂ ਉਹਦੀ ਸਾਦਗੀ ਹੈ। ਜਿਵੇਂ ਜੱਟ ਗੰਨਾ ਨਹੀਂ ਦਿੰਦਾ, ਜੱਟ ਭੇਲੀ ਦੇ ਦਿੰਦਾ ਕਿਉਂਕਿ ਉਹਨੂੰ ਪਤਾ ਜੇ ਗੰਨਾ ਦਿੱਤਾ ਪਤਾ ਕੀ ਹੋਏਗਾ, ਅਣਜਾਣ ਬੰਦਾ ਗੰਨਾ ਪੱਟੇਗਾ, ਉਹਨੇ ਜੜ ਸਮੇਤ ਪੱਟ ਲੈਣਾ ਹੈ ਨਾ। ਇਸ ਕਰਕੇ ਜੱਟ ਗੰਨਾ ਦੇਣੋਂ ਵਰਜਦਾ ਕਿਉਂਕਿ ਉਹ ਕਹਿੰਦੇ ਆ ਨਾ ਕਿ ਨਿਆਈ ਦੀ ਖੇਤੀ ਤੇ ਬਹੁਤ ਨੁਕਸਾਨ ਨਹੀਂ ਹੁੰਦਾ, ਹਰ ਬੰਦਾ ਤੋੜਦਾ। ਇਸੇ ਕਰਕੇ ਜੱਟ ਗੰਨਾ ਪਤਾ ਕਿਉਂ ਨਹੀਂ ਦਿੰਦਾ, ਇੱਕ ਤਾਂ ਜੱਟ ਨੂੰ ਪਤਾ ਹੁੰਦਾ ਕਿ ਕੱਚਾ ਕਦੋਂ ਆ ਤੇ ਪੱਕਾ ਕਦੋਂ ਆ। ਜਿਵੇਂ ਹੁਣ ਅੱਜ ਕੱਲ੍ਹ ਲੋਕੀ ਦੁਸਹਿਰੇ ਨੂੰ ਗੰਨੇ ਚੂਪੀ ਜਾਂਦੇ, ਉਹ ਗਲਤ ਹੈ, ਉਹ ਬਿਮਾਰ ਕਰਨ ਵਾਲਾ ਤਰੀਕਾ। ਅਸਲ ਦੇ ਵਿੱਚ ਇਹ ਮੌਸਮੀ ਚੇਂਜ ਹੁੰਦੀ ਹੈ
ਉਹ ਕਹਿੰਦੇ ਆ ਨਾ ਕਿ ਮੈਨੂੰ ਯਾਦ ਆ ਗਿਆ ਗੰਨਾ ਅਸਲ 'ਚ ਕਦੋਂ ਪੱਕਦਾ। ਹਾਂ, ਸਾਡੇ ਮਾਮਾ ਜੀ ਆ ਸੁਖਦੇਵ ਸਿੰਘ ਬੜੈਚਾਂ ਤੋਂ, ਉਹਨਾਂ ਨੇ ਮੁਹਾਵਰਾ ਸੁਣਾਇਆ ਸੀ, ਕਿਤੇ ਬੈਠੇ ਸੀਗੇ ਅਸੀਂ। ਉਹ ਕਹਿੰਦੇ ਪੁਰਾਣੀਆਂ ਚੀਜ਼ਾਂ ਸੀਨਾ ਬਸੀਨਾ ਅਲੋਪ ਹੋ ਰਹੀਆਂ ਨੇ ਸਾਂਭਣ ਕਨੀਓ। ਅਤੇ ਉਹ ਕਹਿੰਦੇ ਸੀ ਸੁਖਦੇਵ ਸਿੰਘ ਬੜੈਚ, ਕਹਿੰਦੇ ਆਪਣਾ ਮੈਨੂੰ ਇੱਕਦਮ ਯਾਦ ਨਹੀਂ ਆ ਰਿਹਾ, ਇੱਕ ਮੈਂ ਕਾਲਰ ਵੀ ਨਾਲ ਨਾਲ ਲੈ ਲਾਂ। ਉਹਨਾਂ ਨੇ ਕਿਹਾ ਸੀ ਕਿ ਦੀਵਾਲੀ ਦੀਵਾ ਮੱਚਿਆ ਅਤੇ ਗੰਨਾ ਅਤੇ ਚਿੱਬੜ ਪੱਕਿਆ। ਅਸਲ 'ਚ ਦੀਵਾਲੀ ਤੋਂ ਬਾਅਦ ਹੀ ਗੰਨਾ ਅਤੇ ਚਿੱਬੜ ਪੱਕਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ, ਵੈਲਕਮ। ਕੌਣ ਬੋਲ ਰਹੇ ਹੋ? ਬਾਈ ਜੀ ਤੁਸੀਂ ਔਨ 에ਅਰ ਆ ਚੁੱਕੇ ਹੋ। ਸੌਰੀ, ਮਾਫੀ ਚਾਹੁੰਦੇ ਹਾਂ, ਕਿਉਂਕਿ ਅੱਜ ਥੋੜ੍ਹੀ ਜਿਹੀ ਵਿਰਾਸਤ 'ਤੇ ਗੱਲ ਹੋਣੀ ਹੈ। ਮੇਰੀ ਬੇਨਤੀ ਹੈ ਕਿ ਸੁਰਿੰਦਰ ਸਿੰਘ ਹੋਰਾਂ ਨਾਲ ਆਪਾਂ ਗੱਲ ਕਰਨੀ ਹੈ, ਫਿਰ ਉਦੋਂ ਗੱਲ ਤੁਸੀਂ ਕਰਿਓ ਸਿਆਸਤ ਦੀ, ਅਤੇ ਹੁਣ ਵਿਰਾਸਤ ਦੀ ਗੱਲ ਆਪਾਂ ਕਰਨੀ ਹੈ। ਅੱਛਾ, ਇੱਕ ਹੋਰ, ਜੱਟ ਕੀ ਜਾਣੇ ਲੌਂਗਾਂ ਦਾ ਭਾਅ, ਉਹ ਛੋਟੀ ਮੋਟੀ ਚੀਜ਼ ਨੂੰ ਗੋਲਦਾ ਹੀ ਨਹੀਂ। ਇਹ ਕਾਰਨ ਨੇ ਜਿਹੜੇ ਬਣਦੇ ਨੇ ਕਿ ਜੱਟ ਕੀ ਜਾਣੇ ਲੌਂਗਾਂ ਦਾ ਭਾਅ। ਇਸੇ ਤਰ੍ਹਾਂ ਮਤਲਬ ਜੱਟ ਕੀ ਜਾਣੇ ਕੋਕਲੇ ਅਤੇ ਪੱਦ ਬਹੇੜੇ, ਜੱਟ ਕੀ ਜਾਣੇ ਕੋਕਲੇ ਪੱਦ ਬਹੇੜੇ ਖਾ। ਸੋ ਉਹ ਜਿਹੜੀ ਜੱਟ ਦੀ ਖੁਰਾਕ ਹੈ ਉਹ ਕੋਕਲੇ ਜਾਂ ਇਹਨਾਂ ਚੀਜ਼ਾਂ ਨੂੰ, ਜਿਵੇਂ ਭਗਵਾਨ ਤੋਂ ਬਾਣੀ ਦੇ ਘਰੇ ਗਿਆ, ਉਹ ਕਹਿੰਦਾ ਹਾਂ ਚਾਹ ਲੈ ਕੇ ਆਇਓ ਪਿਆਲੀ 'ਚ, ਕਹਿੰਦਾ ਹਾਂ ਮਿੱਠਾ ਠੀਕ ਹੈ ਹੁਣ ਚਾਹ ਲਿਆਓ, ਹੈ ਨਾ। ਸੋ ਉਹਦੀ ਜਿਹੜੀ ਖੁਰਾਕ ਹੈ ਉਹ ਖੁੱਲ੍ਹਾ ਡੁੱਲਾ ਪਾਣਾ। ਇਸੇ ਤਰ੍ਹਾਂ ਜੱਟ ਨੂੰ, ਭੁੱਖੇ ਜੱਟ ਨੂੰ ਕਹਿੰਦਾ ਭੁੱਖਾ ਜੱਟ ਮੂਲੀ ਖਾਏ ਅਤੇ ਮੂਲੀ ਅੱਗੋਂ ਹੋਰ ਭੁੱਖ ਵਧਾਏ। ਸਿਵੀਆ ਸਾਹਿਬ ਇੱਕ ਸੈਕਿੰਡ ਹੋਲਡ ਰੱਖਣਾ, ਆਪਣੇ ਨਾਲ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ। ਸਤਿ ਸ਼੍ਰੀ ਅਕਾਲ ਟਵਾਣਾ ਜੀ, ਰਵਿੰਦਰ ਜੋਸ਼ਨ। ਹਾਂ ਜੋਸ਼ਨ ਸਾਹਿਬ, ਸਿਵੀਆ ਸਾਹਿਬ ਮੈਂ ਤੁਹਾਡੀ ਆਵਾਜ਼ ਰੋਕੀ ਹੋਈ ਹੈ, ਕਾਲਰ ਲਏ ਹੋਏ ਨੇ। ਸਿਵੀਆ ਸਾਹਿਬ ਸੌਰੀ, ਰਵਿੰਦਰ ਜੋਸ਼ਨ ਜੰਡਿਆਲਾ ਤੋਂ, ਤੁਸੀਂ ਗੱਲ ਕਰ ਸਕਦੇ ਹੋ ਜੀ। ਹਾਂਜੀ ਟਵਾਣਾ ਜੀ, ਮੈਂ ਇੱਕ ਗੱਲ ਕਰਨੀ ਸੀ। ਅੱਜ ਜਿਵੇਂ ਤੁਹਾਨੂੰ ਪਤਾ ਇੰਗਲੈਂਡ ਦੀ ਕ੍ਰਿਕਟ ਟੀਮ ਆਈ ਹੈ ਇੱਥੇ, ਆਪਣੇ ਟੈਸਟ ਮੈਚ ਚੱਲ ਰਹੇ ਆ। ਅੱਜ ਉੱਥੇ ਅਮਿਤ ਸ਼ਾਹ ਜੀ ਤੇ ਆਪਣੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਉਹ ਗਏ। ਜਿਵੇਂ ਉਹ ਜਿਹੜਾ ਸਟੇਡੀਅਮ ਸੀ ਸਰਦਾਰ ਪਟੇਲ ਦੇ ਨਾਂ ਤੇ, ਮੋਟੇਰਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਅੱਜ ਇਹਨਾਂ ਨੇ ਉਹਦਾ ਨਾਮ ਬਦਲ ਕੇ ਨਰਿੰਦਰ ਮੋਦੀ ਸਟੇਡੀਅਮ ਕਰ ਦਿੱਤਾ ਹੈ। ਇੱਕ ਪਾਸੇ ਤਾਂ ਆਪਾਂ ਸਰਦਾਰ ਪਟੇਲ ਦੀਆਂ ਮੂਰਤੀਆਂ ਲਾਉਂਦੇ ਹਾਂ, ਤੇ ਦੂਜੇ ਪਾਸੇ ਆਪਾਂ ਉਹਦੇ ਨਾਂ ਤੇ ਆਪਣਾ ਨਾਂ ਚੜਾਈ ਜਾ ਰਹੇ ਹਾਂ। ਇਹ ਵੇਖੋ, ਮਤਲਬ ਉਹ ਚਲੋ ਜਿਹੜੀ ਸਰਕਾਰ ਸੱਤਾ 'ਚ ਆਉਂਦੀ ਹੈ, ਜਿਹਦੇ ਕੋਲ ਪਾਵਰ ਸੈਂਟਰ ਹੁੰਦਾ ਹੈ, ਉਹਨੇ ਇਹ ਗੱਲਾਂ ਕਰਨੀਆਂ ਹੁੰਦੀਆਂ। ਇੰਦਰਾ ਗਾਂਧੀ ਵੀ ਕਰਦੀ ਰਹੀ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ। ਤੇ ਜਿਹੜੀ ਗਾਂ ਵੀ ਆਉਣਗੀਆਂ ਉਹ ਵੀ ਕਰਨੀ ਆ। ਮਤਲਬ ਦੇਖੋ, ਤੇ ਮਤਲਬ ਇਹ ਨਹੀਂ ਲੱਗਦਾ ਕਿ ਕਿਤੇ ਕਿਸੇ ਦਿਨ ਇਹ ਜੋੜੀ ਆ ਜਿਹੜੀ ਇੰਡੀਆ ਦਾ ਨਾਮ ਨਾ ਬਦਲ ਕੇ ਕੁਛ ਹੋਰ ਰੱਖ ਦੇਣ। ਤੇ ਇੱਕ ਮੈਂ ਗੱਲ ਹੋਰ ਟਵਾਣਾ ਜੀ ਕਰਨੀ ਸੀ, ਸੁਰਿੰਦਰ ਸਿੰਘ ਜੀ ਕੋ ਜ਼ਰੂਰ ਇਹਦੇ ਤੋਂ ਜਵਾਬ ਲਿਓ ਕਿ ਜਿਹੜਾ ਰਾਕੇਸ਼ ਡਕੈਤ ਨੇ ਅੱਜ ਬਿਆਨ ਦਿੱਤਾ ਹੈ ਕਿ ਪਾਰਲੀਮੈਂਟ ਦੇ ਵਿੱਚ ਅਸੀਂ ਟਰੈਕਟਰ ਲੈ ਕੇ ਜਾਵਾਂਗੇ, ਕੀ ਤੁਹਾਨੂੰ ਕੀ ਲੱਗਦਾ ਕਿ ਮਤਲਬ ਇਹ ਗੱਲ ਕਹਿਣੀ ਕਰ ਲਾਂਗੇ ਆਪਾਂ, ਉਹ ਥੋੜਾ ਜੋਰ। ਹਾਂਜੀ ਜ਼ਰੂਰ ਉਹਨਾਂ ਕੋਲ ਟਿੱਪਣੀ ਲਿਓ ਇਹਦੇ ਤੇ। ਥੈਂਕ ਯੂ, ਮਿਹਰਬਾਨੀ। ਸੋ ਰਵਿੰਦਰ ਜੋਸ਼ਨ ਜੀ ਜੁੜੇ ਸੀ। ਮੇਰੀ ਬੇਨਤੀ ਹੈ ਕਿ ਜੇ ਵਿਰਾਸਤ 'ਤੇ ਗੱਲ ਹੋ ਜੇ ਤਾਂ ਠੀਕ ਹੈ, ਕਿਉਂਕਿ ਅੱਜ ਆਪਾਂ ਵਿਰਾਸਤ 'ਤੇ ਗੱਲ ਕਰਨੀ ਹੈ 8 ਵਜੇ ਤੱਕ, ਅਤੇ 8 ਵਜੇ ਤੋਂ 9 ਵਜੇ ਤੱਕ ਆਪਾਂ ਗੱਲ ਕਰਾਂਗੇ ਆਪਣਾ ਰੱਬ ਤੁਹਾਡਾ ਭਲਾ ਕਰੇ ਉਹਦੇ 'ਤੇ, ਸਿਆਸਤ 'ਤੇ। ਅਤੇ ਸਿਵੀਆ ਸਾਹਿਬ, ਜਿਵੇਂ ਹੁਣ ਕਹਿੰਦੇ ਆ ਨਾ ਕਿ ਬਾਜੀ ਜੱਟ ਦੀ, ਕਿਉਂਕਿ ਜਿਹੜੀ ਤਕੀਏ ਬਾਜੀ ਪੈਂਦੀ ਵੇ ਤੂੰ ਬਾਜੀ ਕਿਉਂ ਨਹੀਂ ਵੇਖਦਾ, ਤੂੰ ਹੀ ਹੋ ਮੇਰੀ ਬਾਜੀ ਨਹੀਂ ਮੈਂ ਤੇਰੇ ਵੱਲ ਵੇਖਦਾ। ਬਾਜੀ ਪਾਉਣਾ ਸਾਹਸੀ ਜਿਹੜੇ ਕਿ ਸਾਹਸ ਵਾਲੇ ਲੋਕ ਨੇ, ਜਾਂ ਬਾਜੀਗਰ ਭਾਈਚਾਰੇ ਦਾ ਕੰਮ ਆ, ਜਿੰਨੀ ਉਹਨਾਂ 'ਚ ਫਿਟਨੈਸ ਹੈ। ਹਰ ਭਾਈਚਾਰੇ ਦੀ ਆਪਣੀ ਵੈਲਿਊ ਹੈ, ਪਰ ਜਦੋਂ ਆਰਥਿਕ ਆਧਾਰ 'ਤੇ ਕੋਈ ਭਾਈਚਾਰਾ ਜਿਹੜਾ ਹੈਗਾ ਕਮਜ਼ੋਰ ਜਾਂ ਤਕੜਾ ਹੋ ਜਾਂਦਾ, ਫਿਰ ਉਹ ਕਹਿੰਦੇ ਆ ਕਿ ਉਹੀ ਹੈ ਨਾ ਕਿ ਜਿਹਦੇ ਕੋਲ ਪੈਸੇ ਆ ਗਏ ਉਹ ਸ਼ਾਹ ਹੋ ਜਾਂਦਾ, ਮਾਇਆ ਤੇਰੇ ਤੀਨ ਨਾਮ, ਹੈ ਨਾ। ਅਤੇ ਇਸ ਦੌਰਾਨ ਵਾਹੀ ਜੱਟ ਦੀ ਅਤੇ ਬਾਜੀ ਨੱਟ ਦੀ, ਇਹਦਾ ਕੋਈ ਮਤਲਬ ਇਹਦੇ ਵਰਗਾ ਕੋਈ ਤੋੜ ਨਹੀਂ। ਰੰਨ ਜੱਟੀ ਅਤੇ ਹੋਰ ਸਭ ਖੱਟੀ। ਪਰ ਇਸ ਦੌਰਾਨ ਜਿਹੜੇ ਦੂਸਰੇ ਭਾਈਚਾਰੇ ਨੇ ਉਹਨਾਂ ਨੂੰ, ਜਿਵੇਂ ਜੁਲਾਹਾ ਖੇਤੀ ਨਹੀਂ ਕਰ ਸਕਦਾ, ਬਾਂਸ ਨੂੰ ਫਲ ਨਹੀਂ ਅਤੇ ਖੱਤਰੀ ਨੂੰ ਹਲ ਨਹੀਂ, ਖੱਤਰੀ ਹਲ ਨਹੀਂ ਵਾਹ ਸਕਦੇ ਸਾਰੇ। ਇਹ ਜਿਹੜਾ ਮਤਲਬ ਬੰਦੇ ਦੀ ਸਰੀਰਕ ਸਮਰੱਥਾ ਇੱਦਾਂ ਦੀ ਬਣ ਜਾਂਦੀ ਹੈ, ਜਾਂ ਉਹ ਮਤਲਬ ਖਾਨਦਾਨੀ ਜੈਨੇਟਿਕਲੀ ਉਹਨਾਂ ਚੀਜ਼ਾਂ ਨੂੰ ਨਿਭਾ ਪਾਉਂਦਾ ਹੈ। ਸਿਵੀਆ ਸਾਹਿਬ ਹੋਲਡ ਰੱਖਣਾ ਪਲੀਜ਼, ਮੈਂ ਤੁਹਾਨੂੰ ਜਦੋਂ 에ਅਰ 'ਤੇ ਲਵਾਂਗਾ ਆਵਾਜ਼ ਤੁਹਾਨੂੰ ਆਏਗੀ। ਤੁਸੀਂ ਔਨ 에ਅਰ ਹੋ। ਅਗਲੇ ਕਾਲਰ ਸਰ। ਬਾਈ ਜੀ ਗੱਲ ਕਰੋ ਪਲੀਜ਼, ਤੁਸੀਂ ਔਨ 에ਅਰ ਹੋ। 84 ਨੰਬਰ ਬਾਈ ਜੀ, ਗੱਲ ਕਰੋ ਪਲੀਜ਼। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਮਿਤ ਬੋਲ ਰਿਹਾ ਜੀ। ਹਾਂਜੀ ਅਮਿਤ ਜੀ, ਖੇਤੀਬਾੜੀ ਤੇ ਗੱਲਬਾਤ ਹੋ ਰਹੀ ਹੈ, ਜੱਟਾਂ ਦੇ ਸੁਭਾਅ ਬਾਰੇ, ਕਿਸਮਾਂ ਬਾਰੇ ਕੀ ਇਨਪੁਟ ਪਾਉਣੀ ਚਾਹੁੰਦੇ ਹੋ ਅਮਿਤ ਜੀ? ਸਵਾਗਤ ਹੈ ਤੁਹਾਡਾ।
ਜੀ ਹਾਂਜੀ ਮੈਂ ਨਹੀਂ ਚਲੋ ਥੋੜੀ ਜਿਹੀ ਗੱਲ ਤਾਂ ਪਹਿਲਾਂ ਜਿਹੜਾ ਸਟੇਡੀਅਮ ਦਾ ਨਾਂ ਚੇਂਜ ਕੀਤਾ ਉਹ ਤਾਂ ਦੇਖੋ ਉਹ ਤਾਂ ਚਲੋ ਹੁਣ ਹਲੇ ਬਥੇਰਾ ਕੁਛ ਨਰਿੰਦਰ ਮੋਦੀ ਦੇ ਨਾਂ ਤੇ ਹੋਣਾ ਵਾ, ਉਹਨੂੰ ਤਾਂ ਹਲੇ ਪੁੱਛਣਾ ਵੀ ਆ ਲੋਕਾਂ ਨੇ ਜਦੋਂ ਚਲਾ ਗਿਆ। ਹਾਂ ਮੰਦਿਰ ਬਣਾ ਕੇ ਪੂਜੀ ਵੀ ਜਾਂਦੇ ਆ ਬਿਲਕੁਲ। ਨਹੀਂ ਹਲੇ ਹੋਰ ਹੋਣਾ, ਹਲੇ ਬਾਅਦ ਚ ਹੋਰ ਹੋਣਗੇ। ਮੈਂ ਜੀ ਇਹ ਕਿਤਾਬ ਜੱਟਾਂ ਦਾ ਇਤਿਹਾਸ 3 ਵੀਕ ਪਹਿਲਾਂ ਲੈ ਕੇ ਆਂਦੀ ਸੀ, ਪਰ ਮੈਂ ਥੋੜੀ ਪੜ੍ਹੀ। ਉਹ ਹੁਸ਼ਿਆਰ ਸਿੰਘ ਦਲੇਰ ਜੀ ਉਹਨਾਂ ਦੀ ਲਿਖੀ ਆ। ਹੁਸ਼ਿਆਰ ਸਿੰਘ ਦਲੇਰ ਦੀ ਜੱਟਾਂ ਦੇ ਗੋਤ ਸੁਭਾਅ। ਹਾਂਜੀ 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 ਗੋਤ। ਹਾਂਜੀ ਉਹੀ ਮੈਂ ਦੱਸਣਾ ਸੀ ਬਾਂਸਾ ਵਾਲੀ ਤੇ ਟਿਵਾਣਾ ਸਾਹਿਬ ਇਹ ਜਿੱਦਾਂ ਕਾਫੀ ਜਿਹੜੇ ਨੇ ਉਹ ਰਾਜਪੂਤ ਤੋਂ, ਜਿੱਦਾਂ ਤੁਸੀਂ ਵੀ ਦੱਸਿਆ ਵੀ ਜਿਹੜੇ ਬਰਾੜ ਵੀ ਸੀ ਪਹਿਲਾਂ ਰਾਜਪੂਤ, ਇਹ ਕਾਫੀ ਜਿਹੜੇ ਗੋਤ ਨੇ ਉਹ ਜਿੱਦਾਂ ਉਹ ਆਪਣੇ ਰਾਜਪੂਤਾਂ ਤੋਂ ਵਿੱਚੋਂ ਜਿੱਦਾਂ ਬਾਂਸਾ ਵਾਲੀਆਂ ਨਿਕਲ ਕੇ ਅੱਗੇ ਜਿੱਦਾਂ ਉਹ ਬਣੇ ਹੋਏ ਨੇ ਨਾ ਜੀ। ਤੇ ਪਰ ਉਹ ਕਿਤਾਬ ਦੇ ਵਿੱਚ ਉਹ ਦੱਸਦੇ ਨੇ ਵੀ ਬਹੁਤ ਜਿੱਦਾਂ ਸਾਰਾ ਏਰੀਆ ਹੀ ਏਸ਼ੀਆ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਦਾ ਜੱਟਾਂ ਦਾ ਹੀ ਸੀਗਾ ਜੀ। ਉਹ ਪੂਰਾ ਸਪੇਨ ਤੱਕ ਉਹ ਜਿੱਦਾਂ ਦੱਸਦੇ ਪਏ ਇਤਿਹਾਸ ਜੱਟਾਂ ਦਾ ਹੈਗਾ ਸੀ। ਉਹ ਵੀ ਹੋ ਸਕਦਾ ਉਹ ਹੁਣ ਨਹੀਂ ਹੈਗਾ ਉਹਦੇ 'ਚ ਰਾਜਪੂਤਾਂ ਨਾਲ ਤਾਂ ਜੋੜ ਦਿੱਤਾ ਜਾਂਦਾ। ਅਸਲ ਦੇ ਵਿੱਚ ਜੱਟ ਇਸ ਖਿੱਤੇ ਦੇ ਵਿੱਚ ਪੈਦਾਇਸ਼ੀ ਲੋਕ ਸੀਗੇ। ਰਾਜਪੂਤ ਤਾਂ ਜਦੋਂ ਬੁੱਧਿਜ਼ਮ ਖਤਮ ਹੋਇਆ ਬਾਅਦ 'ਚ ਨਿਕਲੇ। ਹਾਂ ਬੁੱਧਿਜ਼ਮ ਤੋਂ ਬਾਅਦ ਫਿਰ ਬ੍ਰਾਹਮਣ ਸੀ ਜਿਹੜੇ, ਉਹਨਾਂ ਨੇ ਨਾ ਜਿਹੜੇ ਲੋਕਾਂ ਨੂੰ ਰਾਜ ਭਾਗ ਦੇਣਾ ਸੀਗਾ, ਕਸ਼ਤਰੀਆਂ ਦੇ ਵਿੱਚੋਂ ਕੁਛ ਕੈਟਾਗਰੀ ਜਿਹੜੇ ਵਾਰੀਅਰ ਸੀਗੇ ਉਹਨਾਂ ਨੂੰ ਰਾਜਪੂਤ ਕੇ ਤੁਸੀਂ ਰਾਜ ਕਰਨ ਵਾਲੇ ਪੁੱਤਰ ਹੋ, ਲੜਨਾ ਵੀ ਤੁਹਾਡਾ ਕੰਮ ਹੈ। ਉਹ ਨਸਲ ਨੂੰ ਇੱਕ ਅੱਡ ਕੱਢਿਆ ਖੱਤਰੀਆਂ ਦੇ ਵਿੱਚੋਂ, ਉਹਨਾਂ ਨੂੰ ਰਾਜਪੂਤ ਦਾ ਦਰਜਾ ਦਿੱਤਾ ਤੇ ਉਹਨਾਂ ਦਾ ਜਿਹੜਾ ਸੰਬੰਧ ਹੈ ਰਾਜਪੂਤ ਜੱਟਾਂ ਨਾਲੋਂ ਉੱਪਰ ਮੰਨੇ ਜਾਂਦੇ ਨੇ। ਕਿਉਂਕਿ ਜਿਹੜੇ ਪਟਿਆਲਾ ਰਿਆਸਤ ਨੇ ਸਿੱਧੂ, ਇਹਨਾਂ ਦੇ ਪੁਰਖੇ ਕਿਹਾ ਜਾਂਦਾ ਰਾਜਪੂਤ ਸੀ, ਪਰ ਇਹਨੇ ਇੱਕ ਜੱਟੀ ਨਾਲ ਵਿਆਹ ਕਰਾ ਲਿਆ, ਜਿਸ ਕਰਕੇ ਇਹਨਾਂ ਨੂੰ ਛੇਕ ਦਿੱਤਾ ਸੀ ਕੈਪਟਨ ਅਮਰਿੰਦਰ ਦੇ ਪੁਰਖਿਆਂ ਨੂੰ ਕਿ ਤੁਸੀਂ ਜਾਤ ਤੋਂ ਬਾਹਰ ਸ਼ਾਦੀ ਕੀਤੀ ਹੈ। ਸਿੱਧੂ ਬਰਾੜ ਜਿਹੜੇ ਬਣੇ, ਸੋ ਇਸ ਕਰਕੇ ਜੱਟ ਕੈਟਾਗਰੀ ਵਾਈਜ਼ ਰਾਜਪੂਤਾਂ ਤੋਂ ਥੱਲੇ ਨੇ। ਤੇ ਰਾਜਪੂਤ ਜਿਹੜਾ ਹੈਗਾ ਉਹ ਮਹਾਤਮਾ ਬੁੱਧ ਦਾ ਰਾਜ ਭਾਗ, ਜਦੋਂ ਧਰਮ ਖਤਮ ਹੋਇਆ ਬੁੱਧ ਧਰਮ, ਉਦੋਂ ਰਾਜਪੂਤ ਹੋਂਦ 'ਚ ਆਏ। ਪਹਿਲਾਂ ਰਾਜਪੂਤ ਹੀ ਨਹੀਂ ਸੀ ਹੁੰਦੇ ਜੀ। ਜੀ ਪਹਿਲਾਂ ਜੱਟੇ ਹੀ ਸੀ, ਜਾਨੀ ਕਿ ਉਹ ਉਹਦੇ 'ਚ ਇਹੀ ਦੱਸਿਆ ਵੀ ਪਹਿਲਾਂ ਇਹ ਸਾਰਾ ਜਾਨੀ ਕਿ ਮੋਸਟਲੀ ਜੱਟੇ ਹੀ ਸੀ ਤੇ ਜੱਟਾਂ ਦੇ ਵਿੱਚੋਂ ਫਿਰ ਰਾਜਪੂਤ ਕੱਢੇ। ਫਿਰ ਜਾਨੀ ਕਿ ਉਹ ਰਾਜਪੂਤਾਂ ਦੇ ਵਿੱਚੋਂ ਜਿਹੜੀਆਂ ਹੁਣ ਆਪਣੀਆਂ ਜਿਹੜੇ ਜਿੰਨੇ ਗੋਤ ਨੇ ਜਾਂ ਜਿਹੜੇ ਜ਼ਿਆਦਾਤਰ ਹੈਗੇ ਨੇ ਉਹ ਸਾਰੇ ਉਹਨਾਂ ਦੇ ਵਿੱਚੋਂ ਫਿਰ ਨਿਕਲ ਕੇ ਆ ਗਿਆ ਰਾਜਪੂਤਾਂ ਦੇ ਵਿੱਚੋਂ। ਹਾਂ ਉਹ ਜਿਹੜੀਆਂ ਕੁਝ ਕਿਤਾਬਾਂ ਨੇ ਨਾ ਇਹਨਾਂ ਨੂੰ ਰਾਜਪੂਤਾਂ ਨਾਲ ਹੀ ਬੰਸਾਵਲੀਆਂ ਜਿਹੜੀਆਂ ਨੇ ਜਿਵੇਂ ਟਵਾਣਿਆਂ ਦੀ ਪਰਮਾਰ ਨਾਲ ਜੁੜਦੀ ਹੈ, ਇੱਦਾਂ ਤਾਂ ਫਿਰ ਜੋੜ ਦਿੱਤਾ ਗਿਆ ਸੀਗਾ। ਥੈਂਕ ਯੂ। ਮੈਂ ਗੱਲ ਕਰਦਾ ਮੇਰੇ ਕੋਲ ਜਾਟੋਂ ਕਾ ਇਤਿਹਾਸ ਜਿਹੜੀ ਜੱਟਾਂ ਦੇ ਬਾਰੇ ਸਭ ਤੋਂ ਪੁਰਾਣੀ ਕਿਤਾਬ ਹੈ, 1200 ਪੰਨਿਆਂ ਦੀ ਕਿਤਾਬ ਹੈ, ਉਹਦੇ 'ਚ ਮੈਂ ਸਟੱਡੀ ਕੀਤਾ ਇਹਨੂੰ। ਥੈਂਕ ਯੂ, ਮਿਹਰਬਾਨੀ। ਸੋ ਰਾਜਪੂਤਾਂ ਨਾਲ ਇਹਨਾਂ ਦਾ ਸੀਵੀਐਸ ਸਾਹਿਬ, ਰਾਜਪੂਤਾਂ ਨਾਲ ਇਹਨਾਂ ਦਾ ਤਾਲੁਕ ਜੋੜ ਦਿੱਤਾ ਜਾਂਦਾ ਸਿੱਧੂ ਬਰਾੜਾਂ ਦਾ। ਜਿੱਦਾਂ ਇੱਦਾਂ ਅਸਲ ਜੱਟਾਂ ਦੇ ਵਿੱਚੋਂ ਮਾਨ ਅਤੇ ਭੁੱਲਰ ਨੇ ਜਿਹੜੇ ਅਸਲੀ ਜੱਟ ਮੰਨੇ ਜਾਂਦੇ ਨੇ। ਖੈਰ ਆਪਣੀ ਗੱਲਬਾਤ ਚੱਲ ਰਹੀ ਸੀ ਕਿ ਜਿਸ ਤਰ੍ਹਾਂ ਬਾਜੀ ਨੱਟ ਦੀ, ਜਿਹੜੇ ਨੱਟ ਹੁੰਦੇ ਨੇ ਨੱਟ ਬਾਜੀਗਰ, ਉਹ ਬਾਜੀ ਪਾਉਣ ਦੀ ਬੜੀ ਮੁਹਾਵਤ ਹੈ। ਨੱਟ ਜਿਵੇਂ ਪਟਿਆਲੇ 'ਚ ਇੱਕ ਨਟਾਂ ਵਾਲੀ ਗਲੀ ਵੀ ਹੈ। ਨੱਟ ਮਤਲਬ ਤੁਹਾਡੇ ਨਟ ਬੋਲਟ ਨਹੀਂ ਹੈ, ਨਟ ਹੁੰਦੇ ਸੀ ਨੱਟ ਤੇ ਨਟਨੀ, ਹੈ ਨਾ। ਇੱਕ ਕਮਿਊਨਿਟੀ ਹੁੰਦੀ ਸੀਗੀ ਜਿਹੜੇ ਬਾਜੀ ਪਾਉਂਦੇ ਸੀਗੇ, ਨਾਟਕਕਾਰ ਟਾਈਪ ਹੁੰਦੇ ਸੀਗੇ। ਅਤੇ ਇਹ ਜਿਹੜਾ ਮਤਲਬ ਖਾਨਦਾਨੀ ਫਿਤਰਤਾਂ ਨੇ ਕਿ ਜਿਹੜੇ ਬੰਦੇ ਖੇਤੀ ਦਾ ਕੰਮ ਛੱਡ ਜਾਂਦੇ ਨੇ, ਕੀ ਉਹਨਾਂ ਦੀਆਂ ਅਗਲੀ ਜਨਰੇਸ਼ਨ ਦੇ ਵਿੱਚ ਕੀ ਸੁਭਾਅ ਦੇ ਮੁਤਲਕ, ਜਿਵੇਂ ਜੱਟ ਸ਼ਹਿਰੀ ਹੋ ਜਾਂਦਾ ਜਿਹੜਾ, ਉਹ ਫਿਰ ਸੁਭਾਅ ਚੇਂਜ ਹੁੰਦੇ ਨੇ ਇਹਨਾਂ ਦੇ? ਜੀ ਕੰਟੀਨਿਊ। ਮੈਂ ਦੱਸਦਾ ਤੁਹਾਨੂੰ, ਮੈਂ ਨਾ ਇੱਕ ਜੱਟ ਦੀ ਡੈਫੀਨੇਸ਼ਨ ਦੱਸ ਦਿਆਂ। ਜੀ ਜ਼ਰੂਰ। ਵੀ ਮੋਢੇ ਤੇ ਉਹ ਪ੍ਰਾਣੀ ਦੇ ਬੰਨੇ ਹੋਏ ਨਾਲ ਨਾੜੇ ਹੋਣ ਤੇ ਹੱਥ 'ਚ ਹਲ ਦਾ ਮੁੰਨਾ ਹੋਵੇ, ਮੂਹਰੇ ਬਲਦਾਂ ਦੀ ਜੋੜੀ ਹੋਵੇ, ਫਿੱਡੇ ਛਿੱਤਰ ਹੋਣ ਤੇ ਪੱਲੇ ਬਈਆਂ ਰੋਟੀਆਂ ਹੋਣ, ਉੱਤੇ ਚਟਣੀ ਹੋਵੇ, ਜਾਂ ਇਹ ਜੱਟ ਦੀ ਡੈਫੀਨੇਸ਼ਨ ਹੈ। ਜੱਟ ਨੂੰ ਜਦੋਂ ਜੱਟ ਦੇ ਮੁੰਡੇ ਨੂੰ ਰਿਸ਼ਤਾ ਕਰਨ ਜਾਂਦੇ ਸੀ ਤਾਂ ਉਹ ਲੋਕ, ਜੇ ਕੋਈ ਉਹ ਲਿਬੜਿਆ ਹੋਇਆ ਮਿੱਟੀ ਨਾਲ, ਤਾਂ ਉਹਨੂੰ ਪਸੰਦ ਕਰਦੇ ਸੀ, ਨਾ ਕਿ ਪੈਰ ਧੋਤੇ ਵਾਲੇ ਨੂੰ। ਤੇ ਕਿਉਂਕਿ ਜੱਟ ਦਾ ਕੰਮ ਹੈ ਮਿੱਟੀ ਨਾਲ ਮਿੱਟੀ ਹੋਣਾ। ਜੱਟ ਤੁਹਾਡੀ ਗੱਲ ਵਿਚਾਲੇ ਆ, ਤੁਹਾਡੀ ਗੱਲ 'ਚ ਮੈਂ ਵਾਧਾ ਕਰਦੇ ਹਾਂ। ਜਦੋਂ ਬਾਰ ਦੇ ਵਿੱਚ ਜ਼ਮੀਨਾਂ ਪਹਿਲਾਂ ਅਲਾਟ ਕੀਤੀਆਂ ਤਾਂ ਅੰਗਰੇਜ਼ਾਂ ਨੇ ਹਰ ਬੰਦੇ ਨੂੰ ਜ਼ਮੀਨ ਦੇਤੀ। ਜਦੋਂ ਉਹਨਾਂ ਨੇ ਆ ਕੇ ਦੱਸਿਆ ਕਿ ਯਾਰ ਉੱਥੇ ਤਾਂ ਫਸਲ ਹੀ ਬਹੁਤ ਹੁੰਦੀ ਆ, 12 ਦੁੱਧ ਦੀਆਂ ਧਾਰਾਂ, ਕਿਉਂਕਿ ਨਹਿਰਾਂ ਸਰਕਾਰਾਂ ਨੇ ਕੱਢ ਦਿੱਤੀਆਂ, ਖੁੱਲੀਆਂ ਜ਼ਮੀਨਾਂ ਮੁਫਤ 'ਚ ਅਲਾਟ ਕਰ ਦਿੱਤੀਆਂ। ਪੰਜਾਬ 'ਚੋਂ, ਦੁਆਬੇ 'ਚੋਂ, ਮਾਝੇ 'ਚੋਂ ਬਹੁਤ ਸਾਰੇ ਲੋਕ ਗਏ। ਫਿਰ ਜਦੋਂ ਦੇਖਿਆ ਕਿ ਬਹੁਤ ਆ ਰਹੇ ਨੇ, ਅੰਗਰੇਜ਼ ਨੇ ਕੀ ਕੈਟਾਗਰੀ, ਮਤਲਬ ਬੰਦੇ ਦੀ ਕੁਆਲੀਫਿਕੇਸ਼ਨ ਪਤਾ ਕੀ ਰੱਖੀ, ਕਿ ਜਿਹਦੀਆਂ ਵਿਆਹੀਆਂ ਪਾਰਟੀਆਂ ਨੇ ਉਹ ਹੱਥਾਂ ਦੀਆਂ ਗੱਠਾਂ ਦੇਖਦੇ ਸੀ,
ਬੰਦੇ ਦੇ ਹੱਥ ਪੈਰ ਵੇਖਦੇ ਸੀ ਕਿ ਵਾਕਈ ਕੰਮ ਆ ਜਾਂ ਮਲੂਕ ਹੈ। ਉਹ ਬੰਦੇ ਦੇ ਹੱਥ ਵੇਖ ਕੇ ਉਹਨੂੰ ਜ਼ਮੀਨ ਅਲਾਟ ਕਰਦੇ ਸੀ ਕਿ ਇਹਨੂੰ ਇੰਨੇ ਮੁਰੱਬੇ ਦੇ ਦਿਓ, ਇਹ ਮਿਹਨਤਕਸ਼ ਹੈ। ਇਹ ਮਤਲਬ ਅੰਗਰੇਜ਼ਾਂ ਨੇ ਜਿਹੜੀਆਂ 12 ਦਿੱਤੀਆਂ ਸੀ ਉਹ ਇਸ ਆਧਾਰ ਤੇ ਦਿੱਤੀਆਂ ਸੀਗੀਆਂ। ਇਹ ਚੀਜ਼ਾਂ ਔਨ ਰਿਕਾਰਡ ਹੈ ਜੀ। ਹਾਂ ਤੇ ਉਹ ਮੈਂ ਇਸ ਵਿੱਚ ਇੱਕ ਹੋਰ ਵੀ ਐਡ ਕਰਦਿਆਂ ਗੱਲ ਵੀ ਜਦੋਂ ਮੈਨੂੰ ਨੌਕਰੀ ਦਿੱਤੀ ਹੈ ਨਾ, ਤੇ ਜਿਹੜਾ ਬੋਰਡ ਬੈਠਾ ਸੀਗਾ ਤੇ ਉਹਨੇ ਮੇਰੇ ਹੱਥ ਵੇਖੇ ਸੀ ਵੀ ਹੱਥ ਵਿਖਾ। ਮੇਰੇ ਹੱਥਾਂ ਤੇ ਪਏ ਸੀ ਛਾਲੇ ਤੇ ਮੈਨੂੰ ਆਦੇ ਤੂੰ ਸਿਲੈਕਟ ਹੈ ਬਸ। ਤੇ ਇਉਂ ਹੈ ਵੀ ਉਹ ਕੰਮ ਕਰਨ ਵਾਲੇ ਦੇ ਹੱਥਾਂ ਤੋਂ ਪਤਾ ਲੱਗ ਜਾਂਦਾ ਸੀਗਾ। ਤੇ ਇਉਂ ਹੈ ਵੀ ਜਿਹੜਾ ਇੱਕ ਕਿਸਾਨ ਬਣਨ ਵਾਸਤੇ ਮੇਰੇ ਦਾਦਾ ਜੀ ਦੱਸਿਆ ਕਰਦੇ ਵੀ ਸਾਰੀ ਉਮਰ ਲੱਗ ਜਾਂਦੀ ਹੈ। ਔਰ ਮੇਰੇ ਦਾਦੇ ਨੂੰ ਪੁੱਛਣ ਆਇਆ ਕਰਦੇ ਵੀ ਤਾਇਆ ਕਿਹੜੀ ਫਸਲ ਬੀਜੀਏ, ਗਿੱਲ ਤਾਂ ਇੰਨੀ ਕੁ ਹੈ, ਕਿਉਂਕਿ ਉਦੋਂ ਮਾਰੂ ਜ਼ਮੀਨਾਂ ਹੁੰਦੀਆਂ ਸੀ। ਜਿਹੜੀ ਬਠਿੰਡੇ ਵਾਲੀ ਨਹਿਰ ਹੈ 1884 ਚ ਆਈ ਆ ਤੇ ਮੇਰੇ ਦਾਦੇ ਦੀ ਸੁਰਤ ਚ ਆਈ ਹੈ ਇਹ। ਤੇ ਉਹ ਦਾਦਾ ਦੱਸਿਆ ਕਰਦਾ ਸੀਗਾ ਕਿ ਭਾਈ ਤੁਸੀਂ ਬੇਰੜਾ ਬੀਜ ਦਿਓ। ਸੋ ਆਪਾਂ ਉਹ ਨੱਟ ਤੇ ਜੱਟ ਵਾਲੀ ਵਾਹੀ ਦੀ ਗੱਲ ਕਰਦੇ ਆ ਨਾ, ਕਿ ਜਦੋਂ ਬੱਚੇ ਦਾ ਕੱਦ ਹਲ ਦੇ ਮੁੰਨੇ ਦੇ ਬਰਾਬਰ ਆ ਜਾਂਦਾ ਤਾਂ ਉਹ ਹਲ ਦਾ ਮੁੰਨਾ ਉਹਨੂੰ ਫੜਾ ਦਿੰਦਾ ਸੀ। ਉਦੋਂ ਤੋਂ ਤੇ ਇਹ ਇੱਕ ਵਿਰਾਸਤੀ ਗੁਣ ਵੀ ਉਹਦੇ ਵਿੱਚ ਆ ਜਾਂਦੇ ਸੀਗੇ ਉਸ ਬੱਚੇ 'ਚ, ਕਿਉਂਕਿ ਉਹ ਪਸ਼ੂਆਂ ਨੂੰ ਬੰਨਦਾ, ਪਸ਼ੂਆਂ ਨੂੰ ਖੋਲਦਾ, ਚਾਰ ਲਿਜਾਂਦਾ, ਕੱਲਾ ਖੇਤ ਜਾਂਦਾ, ਰੋਟੀ ਲੈ ਕੇ ਜਾਂਦਾ, ਪਾਣੀ ਲਾਉਂਦਾ ਜੀ ਰਾਤ ਨੂੰ, ਰਾਤ ਬਿਤਾ ਦਿੰਦੇ ਤੇ ਉਹ ਨਿਡਰ ਵੀ ਹੋ ਜਾਂਦਾ। ਇਸ ਕਰਕੇ ਜਿਹੜਾ ਜੱਟ ਸੀ ਨਾ ਉਹਦੇ 'ਚ ਉਹ ਆਪਦਾ ਮਰਦੂਪਣਾ ਆ ਜਾਂਦਾ ਸੀਗਾ। ਤੇ ਇਸੇ ਕਰਕੇ ਬਾਕੀ ਜਿਹੜੀਆਂ ਜੱਟਾਂ ਤੇ ਜਿੰਨੇ ਵੀ ਗਾਣੇ ਲਿਖੇ ਗਏ ਸਮਝ ਲਓ, ਮੁਹਾਵਰੇ, ਅਖੌਤਾਂ, ਜਿੰਨੀ ਚੁਟਕਲੇ ਲਿਖੇ ਗਏ ਉਹ ਸਾਰੇ ਜੱਟਾਂ ਉੱਤੇ ਹੀ ਆ, ਹੋਰ ਕਿਸੇ ਜਾਤ ਉੱਤੇ ਇਹਨੇ ਹੈ ਨਹੀਂ। ਸੋ ਇਹ ਵੀ ਇੱਕ ਮਾਹਰ ਬਣ ਤੇ ਇਵੇਂ ਜਿਵੇਂ ਨੱਟ ਤੇ ਨੱਠਣੀ, ਜਦੋਂ ਬੱਚਾ ਪੈਦਾ ਹੋ ਗਿਆ ਉਦੋਂ ਉਹਨਾਂ ਨੇ ਗੱਲਾਂ ਬਾਤਾਂ ਹੀ ਉਹ ਕਰਨੀਆਂ ਨੱਟ ਤੇ ਨੱਠਣੀ ਨੇ ਵੀ ਖੇਡਾਂ ਪਾਉਣ ਵਾਲੀਆਂ, ਤਾਂ ਫਿਰ ਉਹੋ ਜਿਹਾ ਹੀ ਉਹਦਾ ਮਨ ਬਣ ਜਾਂਦਾ ਹੈ ਤੇ ਉਹਦੇ ਵਿੱਚ ਉਹ ਖੂਨ ਦੇ ਇੰਜੈਕਟ ਹੋ ਜਾਂਦੀਆਂ ਉਹ ਚੀਜ਼ਾਂ ਵੀ ਮੈਂ ਤਾਂ ਇਹੀ ਕੰਮ ਕਰਨਾ ਜੋ ਮੇਰੇ ਮਾਂ ਪਿਓ ਕਰਦੇ। ਸੋ ਇਸ ਵਾਸਤੇ ਉਹਨਾਂ ਦੀ ਮੁਹਾਰਤ ਜਿਹੜੀ ਹੈ ਨਾ ਉਹ ਵਿਰਸੇ ਚੋਂ ਹੀ ਆਉਂਦੀ ਹੈ ਤੇ ਸੰਸਕਾਰ ਵੀ ਪੈਦਾ ਹੁੰਦੇ ਆ। ਦੇ ਜਿਹੜੇ ਸੰਸਕਾਰ ਬੱਚੇ 'ਚ ਪੈਦਾ ਹਨ ਤੇ ਉਹ ਮਾਂ ਨੇ ਹੀ ਪੈਦਾ ਕਰਨੇ ਆ ਤੇ ਮਾਂ ਦਾ ਧਿਆਨ ਉਸੇ ਪਾਸੇ ਹੁੰਦਾ ਤੇ ਇਸ ਵਾਸਤੇ ਉਹ ਦੇਖੋ ਜਿਹੜੀ ਮੁਸ਼ੱਕਤ ਸੀ ਨਾ, ਅੱਜ ਕੱਲ੍ਹ ਕਹਿੰਦੇ ਆ ਜੱਟਕਾ ਜਾਂ ਸੂਟ ਆ, ਜੱਟਕੀ ਜੀ ਗੱਲ ਕਰ ਦਿੱਤੀ ਹੈ। ਜਿਹੜੀ ਜੱਟ ਦੀ ਮਤਲਬ ਇੱਕ ਤਾਂ ਇਹ ਆ ਕਿ ਪੱਕੀ ਖੇਤੀ ਵੇਖ ਕੇ ਕੀ ਗਰਬ ਕਰੇ ਕਿਸਾਨ, ਵਾਓ ਝੱਖੜ ਝੋਲਿਓ ਘਰ ਆਵੇ ਤਾਂ ਜਾਣ, ਮਤਲਬ ਉਹਦੇ 'ਚ ਇੱਕ ਸਬਰ ਸਬੂਰੀ ਹੈ। ਜਿਵੇਂ ਭਗਵੰਤ ਮਾਨ ਦੀ ਇੱਕ ਗੱਲ ਬਹੁਤ ਵਧੀਆ ਲੱਗਦੀ ਹੈ ਮੈਨੂੰ, ਉਹ ਕਹਿੰਦਾ ਕਣਕ ਕਿਵੇਂ ਆ, ਕਹਿੰਦਾ ਕਣਕ ਕਹਿੰਦੀ ਆ ਬੰਦਾ ਮਾਰਦੇ ਛਡਾ ਲੂੰਗੀ। ਮਤਲਬ ਜੱਟ ਦੇ ਜੇ 4 ਸਿਆੜ ਜ਼ਿਆਦਾ ਹੋ ਜਾਣ ਨਾ, ਕਈਆਂ ਦੇ, ਸਾਰਿਆਂ ਦੇ ਨਹੀਂ, ਤੇ ਫਿਰ ਉਹ ਬੰਦਾ ਮਾਰਨ ਲੱਗਿਆ ਮਿੰਟ ਲਾਉਂਦੇ ਆ ਕਿ ਕਣਕ ਕਹਿੰਦੀ ਆ ਬੰਦਾ ਮਾਰਦੇ ਛਡਾ ਲੂੰਗੀ। ਜੇ ਕਣਕ ਮਾੜੀ ਹੋ ਗਈ ਤਾਂ ਫਿਰ ਜੱਟ ਆਪ ਕਿੱਕਰ ਨੂੰ ਫਾਹਾ ਲੈ ਲੈਂਦਾ। ਤੇ ਇਸ ਦੇ ਨਾਲ ਜਿਹੜਾ ਇਕੱਠੇ ਹੋ ਗਏ ਤਾਂ 57 ਬਣ ਜਾਂਦੀ ਹੈ। 57 ਬਣ ਜਾਂਦੀ ਹੈ। ਉਹੀ ਹੈ ਨਾ ਕਿ ਜੱਟ ਦੇ ਪੱਕੇ ਸਿੱਟੇ ਮੋਈ ਸਕੀ ਭੈਣ ਨੂੰ ਮਾਰੇ ਧੱਕੇ। ਤੇ ਸਿਵੀਆ ਸਾਹਿਬ ਜਿਹੜਾ ਰਾਜਸਥਾਨ ਦਾ, ਗੁਜਰਾਤ ਦਾ ਜਾਂ ਹਰਿਆਣੇ ਦਾ ਜੱਟ ਹੈ, ਕਿਉਂਕਿ ਪੰਜਾਬ ਦਾ ਜੱਟ ਹੈ ਜਿਹੜਾ ਉਹ ਗੁਰੂ ਆਸ਼ੇ ਮੁਤਾਬਕ ਜ਼ਿਆਦਾ ਜਿਉਂਦਾ ਹੈ, ਸਿੱਖ ਜੱਟ ਹੈ ਨਾ। ਹਾਲਾਂਕਿ ਪਹਿਲਾਂ ਸਨਾਤਨੀ ਧਰਮ ਸੀ, ਹਿੰਦੂ ਸੀਗੇ। ਅੱਜ ਵੀ ਜੱਟ ਜਿਹੜਾ ਮਤਲਬ ਧਰਤੀ ਮਾਤਾ ਨੂੰ ਪੰਜਾਬ 'ਚ ਇੱਕ ਲਛਮਣ ਜਤੀ ਵੀ ਪੂਜਿਆ ਜਾਂਦਾ। ਉਹ ਲਛਮਣ ਜਤੀ ਜਿਹੜਾ ਹੈਗਾ ਉਹ ਜੱਟਾਂ ਦਾ ਪੂਜਕ ਬਾਬਾ ਹੀ ਹੈ। ਉਹ ਲਛਮਣ ਜਤੀ ਸ਼੍ਰੀ ਰਾਮ ਦਾ ਭਰਾ ਨਹੀਂ ਸੀਗਾ। ਤੇ ਜੱਟ ਖੇਤਰਪਾਲ ਨੂੰ ਵੀ ਪੂਜਦੇ ਨੇ, ਜੰਡ ਨੂੰ। ਜਾਣੀ ਜੱਟ ਇੱਕ ਸਾਂਝਾ ਜਿਹਾ ਲੋਕ ਧਰਮ ਵੀ ਅਡੋਪਟ ਕਰਦਾ। ਉਹ ਖਵਾਜਾ ਖਿਜ਼ਰ ਨੂੰ ਵੀ ਪੂਜਦਾ। ਤੇ ਇਸ ਦੌਰਾਨ ਜਿਹੜਾ ਹਰਿਆਣੇ ਦਾ ਜਾਟ ਹੈ ਤੇ ਪੰਜਾਬ ਦਾ ਜੱਟ ਹੈ ਜਾਂ ਰਾਜਸਥਾਨ ਦਾ ਜਾਟ ਹੈ, ਇਹਨਾਂ ਦੇ ਸੁਭਾਅ ਪੱਖੋਂ ਧਰਮ ਕਰਕੇ ਤਬਦੀਲੀਆਂ ਆਈਆਂ ਜਾਂ ਖਿੱਤੇ ਕਰਕੇ ਆਈਆਂ ਜੀ? ਇਹ ਇੱਕ ਤਾਂ ਇਹਨਾਂ ਦੀ ਬੋਲੀ 'ਚ ਵੀ ਫਰਕ ਹੈ। ਜਿਹੜੀ ਹਰਿਆਣਵੀ ਬੋਲੀ ਹੋਰ ਹੈ ਤੇ ਆਪਣੇ ਪੰਜਾਬ ਦੀ ਹੋਰ ਹੈ। ਤੇ ਇਹ ਕੰਮ ਜਿਹੜਾ ਉਹਨਾਂ ਦਾ ਹੋਰ ਢੰਗ ਨਾਲ ਹੈ, ਕੁਛ ਥੋੜਾ ਉਹ ਗੱਲ ਠੀਕ ਹੈ। ਸੁਭਾਅ ਤੇ ਨਾ ਸਿਵੀਆ ਸਾਹਿਬ ਇੱਕ ਮਿਸਾਲ ਹੈ, ਹਰਿਆਣਵੀ ਇੱਕ ਮੁਹਾਵਰਾ ਹੈ, ਕਹਿੰਦਾ ਜੱਟ ਮਰਿਆ ਤਾਂ ਜਾਣੀਓ ਜੇ 13ਵੀਂ ਹੋਏ। ਵੀ ਮਤਲਬ ਜਿੰਨੀ ਦੇਰ ਇਹਦੀ 13ਵੀਂ ਨਹੀਂ ਹੋਈ ਜਾਂਦੀ ਇਹਨੂੰ ਮਰਿਆ ਨਾ ਜਾਣੋ, ਵੱਢਿਆ ਪਿਆ ਵੀ ਤੁਹਾਨੂੰ ਵੱਢ ਸਕਦਾ। ਮਤਲਬ ਜਾਟ ਹਰਿਆਣੇ ਦਾ ਵੀ ਇਦਾਂ ਦੀ ਹੈ ਸੁਭਾਅ ਪੱਖੋਂ, ਅੰਦੋਲਨ 'ਚ ਆਪਾਂ ਵੇਖਿਆ ਹੀ ਹੈ। ਜੱਟ ਦਾ ਤਾਂ ਗੱਲ ਨਾ ਵੱਢਿਆ ਜਾਵੇ ਤਾਂ ਮਰਦਾ ਹੀ ਨਹੀਂ। ਜੱਟ ਇਹਦਾ ਕੰਮ ਇਹ ਹੋ ਜਾਣਾ ਕਰਦਾ ਬਹੁਤ ਹੈ। ਜੇ ਠਾਠ ਜ਼ਮੀਨ ਕੌਣ ਜੱਟਾਂ 'ਚ ਜੇ ਦੇਖਿਆ ਜਾਵੇ ਤਾਂ ਧਾਰਮਿਕ ਆਧਾਰ ਤੇ
ਧੰਨਾ ਭਗਤ ਜੱਟ ਸੀਗਾ ਤੇ ਉਹ ਵੀ ਮਤਲਬ ਜਿੱਦੀ ਸੀਗਾ ਕਿ ਭਾਈ ਠਾਕਰ ਪੂਜੇ ਤੂੰ ਐ ਦੁੱਧ ਕਿਉਂ ਨਹੀਂ ਪੀਂਦਾ, ਹੈਨਾ। ਤੇ ਜੱਟ ਵਿਗੜੇ ਮੁਰਸ਼ਦ ਨਾਲ, ਇਹ ਵੀ ਹੈ। ਤੇ ਦੂਸਰਾ ਜਿਹੜਾ ਭਗਤ ਜੱਟ ਸੀਗਾ ਉਹ ਸੀ ਭਗਤ ਜੱਲਣ ਜੱਟ। ਉਹਨੇ ਬਹੁਤ ਸੋਹਣੀਆਂ ਗੱਲਾਂ ਲਿਖੀਆਂ ਨੇ, ਗੁਰੂ ਪੀਰੀਅਡ ਦੇ ਬਰਾਬਰ ਹੀ ਸੀਗਾ ਉਹ ਵੀ ਜੱਟ। ਉਹਨੇ ਲਿਖਿਆ ਕਿ ਜੱਲਣ ਜੱਟ ਗਲ ਗੰਢਿਆਂ ਦੀ ਮਾਲਾ, ਜੱਪੂ ਤਾਂ ਜੱਪੂ ਨਹੀਂ ਤਾਂ ਖਾਊ ਰਹੂ ਸਖਾਲਾ। ਕਹਿੰਦਾ ਜੇ ਮਾਲਾ ਹੀ ਪਾਉਣੀ ਹੈ ਗੰਢਿਆਂ ਦੀ ਕਿਉਂ ਨਾ ਪਾਈਏ, ਹਨਾ। ਖਾ ਲਾਂਗੇ। ਹੁਣ ਰੁਦਰਾਕਸ਼ ਦੀ ਮਾਲਾ ਕੰਮ ਥੋੜੀ ਆਉਣੀ ਹੈ, ਗੰਢਿਆਂ ਦੀ ਮਾਲਾ ਪਾ ਲਓ, ਜੇ ਲੋੜ ਹੈ ਠੀਕ ਹੈ ਵਰਤ ਲਓ, ਨਹੀਂ ਤਾਂ ਆਪਣਾ ਖਾਣ ਦੇ ਕੰਮ ਆਊਗੀ। ਖਾ ਲਓ ਤੇ ਫਿਰ ਵੀ ਬਣ ਜੂ, ਫਿਰ ਕਿਹੜਾ ਨਾਂ ਬਣੂਗਾ ਵੀ ਉਹਦੇ ਤੇ ਕੋਈ ਨਾਮ ਲਿਖਿਆ ਹੈ। ਗੰਢੇ ਤਾਂ ਜਦੋਂ ਵੈਸੇ ਜੱਟ ਪ੍ਰੈਕਟੀਕਲ ਨੇ, ਕਿਉਂਕਿ ਜਿਹੜੀ ਆ ਇਹ ਗਾਇਕ ਜੱਟ ਬਣ ਗਈ ਨਾ, ਦਾ ਕਾਰਨ ਇਹ ਹੈ ਕਿ ਜਦੋਂ ਬਲਦਾਂ ਦੇ ਗੱਲ ਟੱਲੀਆਂ ਹੁੰਦੀਆਂ ਸੀ ਤੇ ਜੱਟ ਉਦੋਂ ਮਿਰਜੇ ਦੀਆਂ ਸੱਦਾਂ ਲਾਉਂਦੇ ਹੁੰਦੇ ਸੀ, ਗਾਉਂਦੇ ਹੁੰਦੇ ਸੀ। ਉਦੋਂ ਕਿਹਾ ਜਾਂਦਾ ਸੀ ਕੰਨ ਯਾਰ ਵੱਲ ਹੱਥ ਕਾਰ ਵੱਲ। ਹੌਲੀ ਹੌਲੀ ਜੱਟਾਂ ਦੇ ਵਿੱਚ ਮਤਲਬ ਜਿਵੇਂ ਕਹਿੰਦੇ ਨੇ ਕਿ ਮਰਾਸੀ ਦਾ ਪੁੱਤਰ ਜੇ ਰੋਏਗਾ ਤਾਂ ਰਾਗਾਂ 'ਚ ਹੀ ਰੋਏਗਾ, ਪਰ ਜੱਟ ਨੂੰ ਜਿਹੜਾ ਹੈਗਾ ਰਾਗ ਰੰਗ ਦਾ ਬਹੁਤਾ ਇਲਮ ਨਹੀਂ ਸੀਗਾ। ਪਰ ਉਹ ਹੌਲੀ ਹੌਲੀ ਪ੍ਰੈਕਟਿਸ ਦੇ ਨਾਲ, ਕਿਉਂਕਿ ਹੁੰਦੜ ਹੇਲ ਸੀਗਾ ਤੇ ਉਹ ਮਤਲਬ ਤਰੱਕੀ ਕਰਦਾ ਗਿਆ। ਹੁਣ ਜਿਹੜੇ ਮੁਹਾਵਰੇ ਨੇ ਕਿ ਸਾਉਣ 'ਚ ਪੂਰਾ ਉਹ ਵੀ ਬੁਰਾ, ਜੇ ਸਾਉਣ ਮਹੀਨੇ ਪੂਰਾ ਚੱਲੇ ਬਹੁਤ ਮਾੜਾ ਹੁੰਦਾ। ਬ੍ਰਾਹਮਣ ਹੱਥ ਛੁਰਾ ਤੇ ਉਹ ਵੀ ਬੁਰਾ, ਕਿਉਂਕਿ ਬ੍ਰਾਹਮਣ ਦੇ ਕੋਲ ਵੇਦ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ, ਬਾਹਮਣ ਕੋਲ ਛੁਰਾ ਜਿਹੜਾ ਹੈਗਾ ਮਾੜਾ। ਕਿਉਂਕਿ ਜਦੋਂ ਪਰਸ਼ੂਰਾਮ ਨੇ ਛੁਰਾ ਚੱਕਿਆ ਜਾਂ ਵਰਸ਼ਾ ਚੱਕਿਆ ਤਾਂ ਵੇਖੋ ਕਿਵੇਂ ਖੱਤਰੀਆਂ ਦਾ ਕਤਲ ਕੀਤਾ। ਸੋ ਬ੍ਰਾਹਮਣ ਕੋਲ ਕਿਤਾਬਾਂ ਚਾਹੀਦੀਆਂ ਨੇ। ਸਿਵਿਆ ਸਾਹਿਬ ਹੋਲਡ ਰੱਖਣਾ ਇੱਕ ਸੈਕਿੰਡ। ਇਸੇ ਕਰਕੇ ਜੱਟ ਚਾੜੇ ਤੁਰਾ ਤਾਂ ਉਹ ਵੀ ਬੁਰਾ। ਤੁਰਾ ਹੁੰਦਾ ਸੰਗੀਤ ਵਜਾਉਣ ਵਾਲਾ, ਇੱਕ ਤੁਰਾ ਤੇ ਤੁਰੀ, ਉਹ ਵੀ ਬੁਰਾ। ਸੋ ਇਹ ਮਤਲਬ ਜੱਟਾਂ ਦਾ ਗਾਇਕੀ ਨਾਲ ਸੰਬੰਧ ਨਹੀਂ ਸੀ, ਪਰ ਕਿਉਂ ਬਣਿਆ। ਇੰਦਰਪ੍ਰੀਤ ਜੀ ਆਪਣਾ ਸਵਾਗਤ ਹੈ ਟਵਾਣਾ ਸਾਹਿਬ ਤੁਹਾਡਾ। ਇੰਦਰਪ੍ਰੀਤ ਬਾਈ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਸਤਿ ਸ਼੍ਰੀ ਅਕਾਲ। ਸਿਵਿਆ ਸਾਹਿਬ ਹੋਲਡ ਰੱਖਣਾ ਤੁਸੀਂ। ਹਾਂ ਇੰਦਰਪ੍ਰੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਟਵਾਣਾ ਸਾਹਿਬ ਤੇ ਸਿਵਿਆ ਸਾਹਿਬ ਨੂੰ ਪਿਆਰ ਭਰੀ ਆਦਬ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਬੜੀ ਸਤਿ ਸ਼੍ਰੀ ਅਕਾਲ ਸਿਵਿਆ ਸਾਹਿਬ ਸੁਣੀ ਹੈ ਜੀ, ਬੜੀ ਦੇਰ ਬਾਅਦ ਸੁਣੀ ਹੈ। ਕੋਈ ਨਹੀਂ, ਸੁਣਦੇ ਰਹੋਗੇ। ਟਵਾਣਾ ਸਾਹਿਬ ਤੁਸੀਂ ਖੁਦ ਖਜ਼ਾਨਾ ਲਈ ਜਾਂਦੇ ਹੋ ਜਾ ਕੇ, ਚਲੋ ਸਾਡੀ ਵੀ ਹੁਣ ਸਾਂਝ ਪਾਇਆ ਕਰੋ। ਕਿਉਂਕਿ ਦੇਖੋ ਹਰੇਕ ਬ੍ਰੌਡਕਾਸਟਰ ਦਾ ਗੱਲਬਾਤ ਦਾ ਤਰੀਕਾ, ਸਾਨੂੰ ਜਦੋਂ ਸਿਵਿਆ ਸਾਹਿਬ ਗੱਲਬਾਤ ਕਰਦੇ ਨੇ ਨਾ, ਏਦਾਂ ਹੀ ਲੱਗਦਾ ਜਿਵੇਂ ਸਾਡੇ ਬਜ਼ੁਰਗ ਸਾਨੂੰ ਕੋਲ ਬੈਠ ਕੇ ਪਿਆਰੀ ਪੋਲੀ ਭਾਸ਼ਾ 'ਚ ਸਮਝਾਉਂਦੇ ਸੀਗੇ। ਉਵੇਂ ਆਪਣਤ ਬਹੁਤ ਲੱਗਦੀ ਹੈ ਇਹਨਾਂ ਦੀ ਗੱਲਬਾਤ 'ਚ ਨਾ। ਤੇ ਬਾਈ ਜੀ ਜਿਵੇਂ ਹੁਣ ਅੱਜ ਦਾ ਚਲੋ ਵਿਸ਼ਾ ਹੁਣ ਹੋ ਗਿਆ, ਕਈ ਵਾਰੀ ਵੀਰ ਭਰਾ ਗੁੱਸਾ ਕਰ ਜਾਂਦੇ ਵੀ ਜੱਟਾਂ ਦੀਆਂ ਗੱਲਾਂ ਕਰੀ ਜਾਂਦੇ ਨੇ, ਪਰ ਆਪਾਂ ਜੱਟ ਇਹ ਕੋਈ ਜਾਤ ਦੀ ਗੱਲ ਨਹੀਂ ਕਰ ਰਹੇ, ਇੱਕ ਸੁਭਾਅ ਦੀ ਗੱਲ ਕਰ ਰਹੇ ਹਾਂ ਵੀ ਜਿਹੜਾ ਮਨੁੱਖੀ ਸੁਭਾਅ ਜੇ ਵਰਤਾਈਦਾ। ਹੁਣ ਇਹ ਤਾਂ ਜਿਹੜਾ ਬਲਵੰਤ ਗਾਰਗੀ ਹੈ ਉਹ ਵੀ ਇੱਕ ਜੱਟ ਸੁਭਾਅ ਦਾ ਮਾਲਕ ਹੋਇਆ ਨਾ, ਤੇ ਜਿੰਨੀ ਬੇਬਾਕੀ ਨਾਲ ਉਹਨੇ ਗੱਲਾਂ ਬਾਤਾਂ ਕੀਤੀਆਂ ਨੇ ਮੈਨੂੰ ਲੱਗਦਾ ਕਿਸੇ ਨੇ ਹੋਰ ਕੀਤੀਆਂ ਨਹੀਂ ਹੋਣੀਆਂ। ਇੰਦਰਪ੍ਰੀਤ ਪਿੰਡਾਂ 'ਚ ਮਤਲਬ ਕਈ ਆਪਣੇ ਹੁਣ ਮੇਰੇ ਬ੍ਰਾਹਮਣ ਦੋਸਤ ਨੇ, ਤੁਹਾਡੇ ਵੀ ਨੇ, ਉਹ ਕਈ ਕਹਿੰਦੇ ਨੇ ਕਿ ਯਾਰ ਮੈਂ ਜੱਟ ਬਾਹਮਣ ਆ, ਹਨਾ। ਉਹ ਵੀ ਫਖਰ ਨਾਲ ਕਹਿੰਦੇ ਨੇ। ਆਪਣੇ ਅਮਿਤ ਬਾਈ ਵੀ ਕਹਿੰਦੇ ਨੇ ਸ਼ਰਮਾ ਸਾਹਿਬ ਕਿ ਯਾਰ ਮੈਂ ਜੱਟ ਬਾਹਮਣ ਆ, ਖੇਤੀ ਕਰਦੇ ਆ। ਵੀ ਇੱਕ ਸੁਭਾਅ ਦਾ ਫਰਕ ਹੁੰਦਾ ਸ਼ਹਿਰੀ ਬ੍ਰਾਹਮਣ ਦਾ ਤੇ ਪਿੰਡਾਂ ਵਾਲੇ ਬ੍ਰਾਹਮਣ ਦਾ। ਇਹ ਚੀਜ਼ਾਂ ਜੈਨੇਟਿਕਲੀ ਤੇ ਪ੍ਰੈਕਟੀਕਲੀ ਨੇ ਜੀ। ਹਾਂਜੀ, ਉਹ ਪੱਗਾਂ ਵੀ ਬੰਨ੍ਹਦੇ ਨੇ ਸਾਡੇ ਨਾਲ, ਜਿਹੜੇ ਪੰਡਤਾਂ ਦੇ ਮੁੰਡੇ ਨੇ ਜਾਂ ਹੋਰ ਬਾਹਮਣਾਂ ਦੇ ਵੀ ਦਲੇਰ ਵੀ ਨੇ, ਖਾਂਦੇ ਪੀਂਦੇ ਵੀ ਆ ਸਾਹਿਬ। ਕੁੱਕੜ ਵੀ ਖਾਂਦੇ ਆ, ਜਿਵੇਂ ਘਰ ਪੰਡਤਾਂ ਦੇ ਮੁਰਗੇ ਰਿੱਝਦੇ ਨੇ, ਮੁੰਡੇ ਕਾਜ਼ੀਆਂ ਦੇ ਦਾਰੂ ਪੀਣ ਗਿੱਝ ਗਏ ਨੇ ਜੀ। ਹਾਂਜੀ, ਉਹ ਸਾਡੇ ਨਾਲ ਇਹ ਕੰਮ ਵੀ ਕਰ ਲੈਂਦੇ ਨੇ। ਤੇ ਬਾਕੀ ਬਾਈ ਜੀ ਜਿਹੜੀ ਗੱਲਬਾਤ ਹੁਣ ਚੱਲ ਰਹੀ ਸੀ ਨਾ ਅੱਜ ਕੱਲ੍ਹ, ਜਿਵੇਂ ਹੁਣ ਜੱਟ ਦੇ ਸਿਵਿਆ ਸਾਹਿਬ ਨੇ ਵੀ ਕਿਹਾ ਵੀ ਜਿਹੜਾ ਸਬਰ ਹੈ ਇਹ ਬਿਜ਼ਨਸਮੈਨ ਬਹੁਤ ਘੱਟ ਚਾਂਸਿਸ ਨੇ ਕਿ ਵਧੀਆ ਬਿਜ਼ਨਸਮੈਨ। ਕਿਉਂਕਿ ਜਿਵੇਂ ਜਿਹੜਾ ਹੁਣ ਸਬਰ ਕਰਕੇ ਕਦੇ ਫਸਲ ਮਰ ਜਾਣੀ ਫੇਰ ਉਹੀ ਦੁਬਾਰਾ ਬੀਜਣਾ, ਮਤਲਬ ਜੇ ਬਿਜ਼ਨਸਮੈਨ ਹੁੰਦਾ 1-2 ਸਾਲ ਨੁਕਸਾਨ ਕਰਕੇ ਉਹ ਛੱਡ ਦਿੰਦਾ ਬਿਜ਼ਨਸ। ਪਰ ਜਿਹੜਾ ਜੱਟ ਆ ਉਹ ਸਬਰ ਕਰਕੇ, ਜਿਵੇਂ ਪਰਮਾਤਮਾ ਤੋਂ ਬਖਸ਼ ਲਾ ਲਓ ਤੁਸੀਂ ਵੀ, ਇਹਨੇ ਜੇ ਫਸਲ ਮਰ ਵੀ ਗਈ ਤਾਂ ਦੁਬਾਰਾ ਫੇਰ ਬੀਜ ਬੀਜਣਾ। ਪਰ ਬਾਈ ਜੀ ਜਿਹੜੇ ਅੱਜ ਕੱਲ੍ਹ ਦੇ ਸ਼ਹਿਰੀ ਜੱਟ ਨੇ ਉਹਨਾਂ ਤੇ ਵੀ ਥੋੜੀ ਬਹੁਤੀ ਗੱਲ ਕਰਿਓ ਵੀ ਉਹ ਕਿੱਧਰ ਨੂੰ ਜਾ ਰਹੇ ਨੇ, ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਨੱਕਾ ਸਾਡੀ ਵੱਟ ਕਿੱਥੇ ਹੈ ਤੇ ਅਸੀਂ ਜਾ ਕੇ। ਉਹ ਪ੍ਰੈਕਟੀਕਲ ਵੀ ਨਹੀਂ ਰਹੇ ਨਾ, ਉਹ ਮਹਾਜਨ ਜ਼ਿਆਦਾ ਹੀ ਬਣ ਗਏ, ਡਰੂ ਵੀ ਹੋ ਗਏ ਨੇ। ਉਹ ਉਹਨਾਂ 'ਚੋਂ ਗੱਲ ਹੀ ਨਹੀਂ ਰਹੀ, ਉਹ ਹਨਾ ਗੱਲ ਨਹੀਂ ਰਹੀ ਜਿੱਤੇ ਪਤਾ ਹੀ ਨਹੀਂ ਵੀ ਨੱਕਾ ਕਿਵੇਂ ਲਾਉਣਾ। ਹੁਣ ਜੇ ਮੰਨ ਲਓ ਕੱਲ ਨੂੰ ਕੋਈ ਤਰਾਸਦੀ ਆ ਜਾਵੇ, ਦੁਬਾਰਾ ਫੇਰ ਜਾ ਕੇ ਮਿੱਟੀ ਨੂੰ ਪਲਟਾਉਣਾ ਪੈ ਜਾਵੇ ਤੇ ਉਹਨਾਂ ਦੇ ਇੰਦਰਪ੍ਰੀਤ ਉਹਨਾਂ ਦੇ ਸੁਭਾਅ 'ਚ ਫਰਕ ਆ ਗਿਆ। ਹੁਣ ਜਿਵੇਂ ਤੁਸੀਂ ਹੋ ਜੱਟਾਂ ਦੇ ਮੁੰਡੇ ਹੋ, ਕਨਵੈਂਟ ਸਕੂਲਾਂ 'ਚ ਪੜ੍ਹੇ, ਖੇਤੀ ਪੱਤੀ ਵੀ ਕੀਤੀ ਆ, ਹੁਣ ਤੁਸੀਂ ਟਰੱਕਿੰਗ ਜਾਂ ਜੋ ਵੀ ਬਿਜ਼ਨਸ ਕਰਦੇ ਹੋ, ਜੇ ਹੁਣ ਤੁਹਾਡੀ ਗੱਡੀ ਪੈਂਚਰ ਹੋ ਗਈ, ਟਾਇਰ ਫਲੈਟ ਹੋ ਗਿਆ, ਤੁਸੀਂ ਮਿੰਟ ਲਾਉਂਦੇ ਮੋਢਾ ਲਾਉਣ ਲੱਗੇ। ਪਰ ਜਿਹੜੇ ਇੱਥੇ ਹੁਣ ਸ਼ਹਿਰੀ ਬੱਚੇ ਨੇ, ਜੇ ਪੈਂਚਰ ਵੀ ਹੋ ਗਿਆ ਵੇਖੀ ਜਾਣਗੇ ਯਾਰ ਹੁਣ ਕਿਹਨੂੰ ਬੁਲਾਈਏ, ਕਾਲ ਕਰੀ ਜਾਣਗੇ।
ਤੇ ਇਸ ਕਰਕੇ ਉਹ ਜਿਹੜੇ ਪ੍ਰੈਕਟੀਕਲ ਲੋਕ ਨੇ ਨਾ, ਜਿਵੇਂ ਜੱਟ ਪਿੰਡਾਂ ਵਾਲਾ ਪ੍ਰੈਕਟੀਕਲ ਸੀਗਾ, ਉਹਨਾਂ ਦਾ ਰੋਜ਼ਮर्रा ਇਦਾਂ ਦੀ ਸੀ। ਹੁਣ ਜਦੋਂ ਜੱਟ ਸ਼ਹਿਰੀ ਹੋ ਗਿਆ, ਉਹਨਾਂ ਦੀ ਕਾਰ ਦਾ ਡੋਰ ਵੀ ਨੌਕਰ ਖੋਲਦਾ, ਤੇ ਉਹ ਫਿਰ ਕੀ ਕਰ ਲੈਣਗੇ ਉਹ ਲੋਕ, ਹੈ ਨਾ, ਵਰਕ ਕਲਚਰ ਤੋਂ ਟੁੱਟ ਗਏ। ਬਾਕੀ ਜ਼ਿਆਦਾ ਮੁਨੱਸਰ ਟਵਾਣਾ ਸਾਹਿਬ ਮਾਂ ਪਿਓ ਤੇ ਕਰਦਾ। ਜਦੋਂ ਸਾਡੇ ਮਾਂ ਪਿਓ ਸਾਨੂੰ, ਜਦੋਂ ਕਣਕ ਅਸੀਂ ਥ੍ਰੈਸ਼ਰ ਹੜੰਬੇ ਚ ਕੱਢਦੇ ਸੀ, ਭਾਰ ਚਕਾਉਂਦੇ ਸੀ, ਸਰੋਂ ਵੀ ਕਢਾਉਣੀ, ਅਸੀਂ ਅੰਦਰੋਂ ਕਈ ਵਾਰੀ ਮਾਂ ਪਿਓ ਨੂੰ ਮਤਲਬ ਗਾਲਾਂ ਵੀ ਕੱਢਦੇ ਸੀਗੇ ਵੀ ਯਾਰ ਕਿੱਥੇ ਫਸਾ ਤਾ, ਸਾਡੇ ਯਾਰ ਦੋਸਤ ਤਾਂ ਐਸ਼ ਕਰਦੇ ਨੇ। ਪਰ ਜਦੋਂ ਅੱਜ ਦੇਖਦੇ ਹਾਂ ਅਸੀਂ, ਜੈਨ ਡੋਰੀਆਂ ਵੀ ਬਦਲੀਆਂ, 20-25 ਫੁੱਟ ਕੂਈ ਚ ਵੜ ਕੇ ਮੱਛਰ ਨੇ ਖਾ ਜਾਣਾ ਸਰੀਰ, ਤੇ ਅੱਜ ਉਹੀ ਚੀਜ਼ ਦਾ ਜਿਹੜਾ ਸਾਨੂੰ ਫਾਇਦਾ ਵੀ ਜੇ ਉਹ ਕੰਮ ਨਾ ਕੀਤਾ ਹੁੰਦਾ ਤੇ ਅੱਜ ਅਸੀਂ ਇੱਥੇ ਵੀ ਕੈਨੇਡਾ ਚ ਕਾਮਯਾਬ ਨਹੀਂ ਸੀ ਹੁੰਦੇ ਵੀਰਿਆ ਫਿਰ। ਹਾਂਜੀ ਹਾਂਜੀ, ਧੰਨਵਾਦ ਟਵਾਣਾ ਸਾਹਿਬ, ਸੁਣਦੇ ਆ ਗੱਲਾਂ ਬਾਰੇ। ਧੰਨਵਾਦ, ਥੈਂਕ ਯੂ। ਸਿਵੀਆ ਸਾਹਿਬ, ਉਹ ਆਪਣਾ ਸਵਾਲ ਵਿਚਾਲੇ ਰਹਿ ਗਿਆ ਕਿ ਹੁਣ ਜਿਹੜੀਆਂ ਕੁਛ ਇਹ ਜੱਟਾਂ 'ਤੇ ਆਪਾਂ ਤਾਂ ਸ਼ੁਰੂ ਕੀਤਾ, ਮੈਂ ਰੇਡੀਓ ਪੰਜਾਬ ਭੈਣ ਬਲਵਿੰਦਰ ਕੌਰ ਹੋਰਾਂ ਦਾ ਨਾ, ਉੱਥੇ ਖਾਣਾ ਮੁਹਾਵਰਿਆਂ 'ਤੇ ਹੀ ਜਿਹੜੀ ਆ ਗੱਲ ਸ਼ੁਰੂ ਕੀਤੀ ਸੀ, ਜਾਤਾਂ 'ਤੇ। ਸਭ ਤੋਂ ਪਹਿਲਾਂ ਮੈਂ ਜੱਟਾਂ 'ਤੇ ਕੀਤਾ ਸੀਗਾ, ਕਿਉਂਕਿ ਜੱਟਾਂ ਦੇ ਨੈਗੇਟਿਵ ਪੋਜ਼ੀਟਿਵ ਜੋ ਵੀ ਮੁਹਾਵਰੇ ਨੇ, ਈਵਨ ਮੀਆਂ ਵਾਰਿਸ ਸ਼ਾਹ ਨੇ ਹੀਰ ਦੇ ਵਿੱਚ ਜੱਟਾਂ ਨੂੰ ਬਹੁਤ ਭੰਡਿਆ, ਅਤੇ ਜੱਟ ਹੀ ਮੀਆਂ ਵਾਰਿਸ ਸ਼ਾਹ ਨੂੰ ਸਭ ਤੋਂ ਵੱਧ ਰੱਬ ਮੰਨਦੇ ਨੇ, ਵਧੀਆ ਸਤਿਕਾਰ ਦਿੰਦੇ ਨੇ। ਹੁਣ ਜਿਹੜੇ ਇਹ ਮੁਹਾਵਰੇ ਨੇ ਕਿ ਟਿੰਡ ਜਿਹਾ ਭਾਂਡਾ ਨਹੀਂ ਜੇ ਰਿੜੇ ਨਾ, ਜੱਟ ਜਿਹਾ ਰਾਠ ਨਹੀਂ ਜੇ ਤਿੜੇ ਨਾ, ਹੈ ਨਾ, ਜਾਂ ਬਾਜੀ ਜੱਟ ਦੀ ਤੇ ਵਾਹੀ ਨੱਟ ਦੀ, ਵਾਹੀ ਜੱਟ ਦੀ ਤੇ ਬਾਜੀ ਨੱਟ ਦੀ, ਜਾਂ ਰੋੜ ਭਲਾ ਨਾ ਚੌਧਰੀ, ਦਾਤਾ ਭਲਾ ਨਾ ਭੱਟ, ਜਾਣੀ ਕਿ ਮਰਾਸੀ ਦਾਤਾ ਨਹੀਂ ਹੋ ਸਕਦਾ, ਕਿਉਂਕਿ ਉਹਨੇ ਭੱਟ ਨੇ ਆਪਣਾ ਰੁਜ਼ਗਾਰ ਉਹਦਾ ਇਹੀ ਹੈ ਕਿ ਉਹਨੇ ਭੇਟਾਵਾਂ ਗਾਉਣੀਆਂ ਨੇ ਅਤੇ ਉਹਨਾਂ ਤੋਂ ਉਹਦਾ ਇਵਜ਼ਾਨਾ ਲੈਣਾ, ਸੋ ਦਾਤਾ ਨਹੀਂ ਹੋ ਸਕਦਾ ਉਹ। ਰੋੜ ਭਲਾ ਨਾ ਚੌਧਰੀ, ਦਾਤਾ ਭਲਾ ਨਾ ਭੱਟ, ਮੰਗਤਾ ਭਲਾ ਨਾ ਖੱਤਰੀ, ਕਿਉਂਕਿ ਖੱਤਰੀ ਬਿਜ਼ਨਸਮੈਨ ਉਹ ਮੰਗਤਾ ਨਹੀਂ ਬਣ ਸਕਦਾ, ਅਤੇ ਦਾਤਾ ਭਲਾ ਨਾ ਭੱਟ, ਮੰਗਤਾ ਭਲਾ ਨਾ ਖੱਤਰੀ, ਅਤੇ ਜਮਲਾ ਭਲਾ ਨਾ ਜੱਟ। ਜਿਵੇਂ ਉਹ ਧਰਮਿੰਦਰ ਕਹਿੰਦਾ, ਜੱਟ ਜਮਲਾ ਪਗਲਾ ਦੀਵਾਨਾ, ਹੁਣ ਉਹ ਰੋਈ ਜਾਂਦਾ ਕਿ ਮੇਰੀ ਆਤਮਾ, ਅੱਜ ਤਾਂ ਵਾਹਵਾ ਹੀ ਰੋ ਰਿਹਾ ਧਰਮਿੰਦਰ, ਟਵੀਟਾਂ ਕਰ ਰਿਹਾ ਕਿ ਮੈਨੂੰ ਪੰਜਾਬ ਨੇ ਨਕਾਰ ਦਿੱਤਾ। ਭਾਈ ਤੇਰੇ ਮੁੰਡੇ ਨੇ ਜੋ ਪੰਜਾਬ ਨਾਲ ਕੀਤਾ, ਸਨੀ ਨੇ ਨਕਾਰਨਾ ਹੀ ਸੀ। ਇਹ ਜਿਹੜਾ ਸੁਭਾਅ ਹੋ ਗਿਆ, ਹੁਣ ਜਿਹੜੇ ਜ਼ਿਮੀਂਦਾਰ ਸ਼ਹਿਰੀ ਹੋ ਗਏ ਜਾਂ ਖੇਤੀ ਨਾਲੋਂ ਟੁੱਟ ਗਏ, ਕੀ ਸਿਵੀਆ ਸਾਹਿਬ ਉਹ ਅਸਲ ਮਾਨਿਆਂ ਦੇ ਵਿੱਚ ਜੱਟ ਰਹਿ ਗਏ ਨੇ ਜਾਂ ਨਹੀਂ? ਇੱਕ ਮੈਂ ਕਾਲ ਲੈ ਲਾਂ, ਉਸ ਤੋਂ ਬਾਅਦ ਆਪਾਂ ਲਗਾਤਾਰ ਗੱਲ ਕਰਦੇ ਹਾਂ। ਬਾਈ ਜੀ ਤੁਸੀਂ ਆਨ 에ਅਰ 800 ਨੰਬਰ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਅੰਗਰੇਜ਼ ਸਿੰਘ ਸ਼ੀਆਂ ਪਹਾੜੀ ਤੋਂ ਜੀ। ਅੰਗਰੇਜ਼ ਸਿੰਘ ਸ਼ੀਆਂ ਪਹਾੜੀ ਤੋਂ, ਹਾਂਜੀ ਅੰਗਰੇਜ਼ ਸਿੰਘ ਜੀ, ਕੀ ਸਵਾਲ ਹੈ ਜੀ? ਸਵਾਲ ਉਹੀ ਪਿਛਲੇ ਭਾਜੀ ਗੱਲ ਕਰਕੇ ਗਏ ਨੇ, ਉਸੇ ਨੂੰ ਥੋੜਾ ਅੱਗੇ ਵਧਾਉਣਾ। ਅੱਜ ਬਹੁਤ ਹੀ ਸੋਹਣਾ ਟੌਪਿਕ, ਅੱਜ ਤਾਂ ਨਜ਼ਾਰਾ ਹੀ ਆ ਰਿਹਾ ਜੀ। ਕੋਈ ਨਹੀਂ, ਆਪਾਂ ਨਜ਼ਾਰਾ ਹੀ ਲਿਆ ਕਰਨਾ। ਹੁਣ ਸਿਆਸਤ ਦੀ ਗੱਲ ਤਾਂ ਕਰਨੀ ਹੈ, ਵਿਰਾਸਤ ਦੀਆਂ ਜ਼ਿਆਦਾ ਕਰਿਆ ਕਰਾਂਗੇ ਜੀ। ਇਸੇ ਗੱਲ ਨੂੰ ਮੈਂ ਗਾਂਹ ਵਧਾਉਣਾ ਕਿ ਮੈਂ ਨਾਨਕੇ ਰਹਿੰਦਾ ਸੀ, ਲਾਗੇ ਕਟੋਰੇ ਨਾਨਕੇ ਮੇਰੇ, ਤੇ 20 ਕਿੱਲੇ ਝੋਨਾ, ਉਦੋਂ ਬਲਾਈਟ ਨਾ ਝੁਲਸ ਰੋਗ ਨਵਾਂ ਚੱਲਿਆ ਸੀ ਟਵਾਣਾ ਸਾਹਿਬ। ਅੱਛਾ ਜੀ। ਉਹ 20 ਕਿੱਲੇ ਦੇ 20 ਕਿੱਲਿਆਂ ਨੂੰ ਪੈ ਗਈ, ਤੇ ਨਾਨਾ ਮੇਰੇ ਮਾਮੇ 4 ਨੇ, ਉਹਨਾਂ ਨੂੰ ਆਂਦਾ ਤੁਸੀਂ ਇਹਨੂੰ ਵਾਹ ਦਿਓ ਝੋਨੇ ਨੂੰ। ਉਹ ਚਾਚਾ ਆਂਦੇ ਹੁੰਦੇ ਸੀ ਮੇਰੇ ਨਾਨੇ ਨੂੰ, ਧੰਨਾ ਸਿੰਘ ਸੀ ਨਾਂ ਮੇਰੇ ਨਾਨੇ ਦਾ। ਉਹ ਆਂਦੇ ਵੀ ਚਾਚਾ ਆਪਾਂ ਨੂੰ ਲੋਕੀ ਕੀ ਆਖਣਗੇ? ਉਹ ਆਂਦਾ ਤੁਹਾਨੂੰ ਮੈਂ ਜਦੋਂ ਕਹਿੰਦਾ ਵਾਹ ਦਿਓ। ਲਓ ਜੀ, ਉਹਨਾਂ ਮੁੰਜਰਾ ਦੇ ਝੋਨਾ ਵਾਹ ਦਿੱਤਾ, ਤੇ ਸਰ ਵਾਹ ਕੇ ਉਹਨੇ ਗੰਨਾ ਲਾ ਕੇ ਉੱਤੇ ਸਰੋਂ ਤੋਰੀਆ ਬੀਜ ਦਿੱਤਾ। ਸਰੋਂ ਤੋਰੀਆ, ਪਹਿਲਾਂ ਤੋਰੀਆ ਬਹੁਤ ਹੋਇਆ, ਫਿਰ ਸਰੋਂ ਤੇ ਗੰਨਾ, ਉਦੋਂ ਉਹਨੇ ਜਾਂਦਾ ਰਿਜ਼ਕ ਸਾਰਾ ਘੇਰ ਕੇ ਮੋੜ ਲਿਆ ਜੀ। ਨਹੀਂ ਤਾਂ ਜਿਵੇਂ ਸਰਦਾਰ ਜੀ ਦੱਸ ਰਹੇ ਪਿਛਲੇ ਵੀ ਵਾਕਿਆ, ਜੇ ਫਸਲ ਮਰ ਵੀ ਜਾਵੇ ਫਿਰ ਵੀ ਜੱਟ ਹੌਸਲਾ ਨਹੀਂ ਛੱਡਦਾ ਜੀ, ਫਿਰ ਵੀ ਹੌਸਲਾ ਰੱਖਦਾ ਵਾ। ਜਿਹੜੇ ਪਿੰਡ ਵਾਲੇ ਆਂਦੇ ਲੈ ਧੰਨਾ ਨਹੀਂ ਹੁਣ ਉੱਠਦਾ, ਤੇ ਉਹੀ ਪਿੰਡ ਵਾਲੇ ਆਂਦੇ ਯਾਰ ਇਹਨੇ ਤਾਂ ਧੱਕੇ ਨਾਲ ਹੀ ਰਿਜ਼ਕ ਮੋੜ ਲਿਆ ਵਾ। ਕਿਆ ਬਾਤ ਹੈ। ਹਾਂਜੀ, ਇਹ ਮੇਰੇ ਅੱਖੀ ਵੇਖਣ ਦੀ ਬਿਲਕੁਲ, ਮੈਂ ਛੋਟਾ ਹੁੰਦਾ ਸੀ ਪਰ ਮੈਨੂੰ ਯਾਦ ਆ ਸਾਰਾ ਕੁਝ। ਜੀ ਜੀ ਜੀ, ਥੈਂਕ ਯੂ। ਇਹ ਬਲਾਈਟ ਉਦੋਂ ਨਵੀਂ ਹੁਣ ਬਲਾਈਟ ਆਂਦੇ, ਉਹ ਝੁਲਸ ਰੋਗ ਆਂਦੇ ਹੁੰਦੇ ਸੀ ਇਹਨੂੰ, ਨਵੀਂ ਬਿਮਾਰੀ ਆਈ ਸੀ ਜੀ ਉਦੋਂ ਪੰਜਾਬ 'ਚ। ਥੈਂਕ ਯੂ ਅੰਗਰੇਜ਼ ਸਿੰਘ ਸ਼ੀਹਾਂ ਪਹਾੜੀ ਤੋਂ ਸਿਵੀਆ ਸਾਹਿਬ ਬੋਲ ਰਹੇ ਸੀ। ਇਹਨਾਂ ਦੇ ਦੇਖੋ ਪਿੰਡ ਦਾ ਨਾਂ ਮੈਂ ਲੱਭਿਆ ਕਿ ਕਿੱਦਾਂ ਪਿਆ। ਇਹਨਾਂ ਦੇ ਪਿੰਡ ਦਾ ਕੋਈ ਬੰਦਾ ਸੀਗਾ, ਉਸ ਖਿੱਤੇ ਦਾ ਵੱਡਾ ਹਾਕਮ ਸੀਗਾ ਮੁਸਲਿਮ। ਉਹ ਸ਼ਿਕਾਰ ਕਰਕੇ ਨਾ ਹਿਰਨ ਵਗੈਰਾ ਦਾ ਟਾਹਲੀ 'ਤੇ ਟੰਗ ਗਿਆ, ਭਾਰਾ ਸੀ ਕਿ ਫੇਰ ਚੱਕ ਕੇ ਲੈ ਜਾਵਾਂਗੇ। ਅਤੇ ਜਦੋਂ ਨੂੰ ਆਇਆ ਬਘਿਆੜਾ ਨੇ ਪਾੜ ਕੇ, ਸ਼ੀਹਾਂ ਨੇ ਉਹ ਟਾਹਲੀ ਪਾੜ ਦਿੱਤੀ ਸ਼ਿਕਾਰ ਨੂੰ ਉੱਤੋਂ ਲਾਹੁਣ ਦੇ ਵਾਸਤੇ। ਜਦੋਂ ਵੇਖਿਆ ਤੇ ਟਾਹਲੀ ਪਾੜੀ ਪਈ, ਅਤੇ ਫਿਰ ਉਸ ਪਿੰਡ ਦਾ ਨਾਂ ਸ਼ੀਹਾਂ ਪਹਾੜੀ ਪੈ ਗਿਆ। ਉੱਥੋਂ ਇਹ ਬਾਈ ਜੀ ਜੁੜੇ ਸਨ ਸਿਵੀਆ ਸਾਹਿਬ। ਅਤੇ ਸਿਵੀਆ ਸਾਹਿਬ ਜਿਹੜਾ ਸੁਭਾਅ 'ਚ ਤਬਦੀਲੀਆਂ ਆਈਆਂ, ਮੈਂ ਨਾ ਇੱਕ ਗੱਲ ਕਰ ਲਾਂ ਤੁਹਾਨੂੰ ਰੋਕ ਕੇ ਥੋੜੀ ਜੀ। ਇੱਕ ਤਾਂ ਇਹ ਹੈ ਵੀ ਮੇਰੀ ਅਖਾਣਾ ਤੇ ਕਿਤਾਬ ਆ ਰਹੀ ਹੈ। ਓ ਵੈਰੀ ਗੁੱਡ। ਹਾਂ, ਤੇ ਇੱਕ ਕਿਤਾਬ ਮੇਰੀ ਛਪ ਗਈ, ਤੇ ਉਸ ਦਾ ਨਾਂ ਫਰੰਟ ਪੇਜ ਬਣਾਉਣਾ ਸੀਗਾ, ਉੱਪਰਲਾ ਕਵਰ ਜੀ, ਤੇ ਉਹ ਪੇਂਟਰ ਸੀਗਾ ਚੰਡੀਗੜ੍ਹ ਦਾ। ਉਹਨੂੰ ਮੈਂ ਆਖਿਆ ਬੇਟਾ, ਇੱਕ ਤਾਂ ਤੂੰ ਬਲਦਾਂ ਦਾ ਹਲ ਬਣਾ ਦੇ, ਤੇ ਇੱਕ ਬਣਾ ਦੇ ਉੱਠ ਦਾ। ਤੇ
ਉਹਦੇ 'ਚ ਸਟੋਰੀ ਕੀ ਬਣਾਉਣੀ ਹੈ ਵੀ ਪਹਿਲਾਂ ਜ਼ਮੀਨਾਂ ਮਾਰੂ ਹੁੰਦੀਆਂ ਸੀਗੀਆਂ ਤੇ ਗਿੱਲ ਜਿਹੜੀ ਹੈ ਡੂੰਘੀ ਚਲੀ ਗਈ ਤੇ ਡੂੰਘੀ ਜਾਣ ਕਰਕੇ ਹਲ ਡੂੰਘਾ ਲਾਉਣਾ ਹੈ, ਪਰ ਡੂੰਘਾ ਲਾਉਣ ਨਾਲ ਬੀਜ ਦੇ ਉੱਤੇ ਮਿੱਟੀ ਵੱਧ ਪੈ ਜਾਂਦੀ ਹੈ। ਜਿਵੇਂ ਹੁਣ ਸਰੋਂ ਬੀਜਣੀ ਹੈ, ਬਾਜਰਾ ਬੀਜਣਾ ਹੈ ਤੇ ਉਹ ਚੱਕਦੀ ਨਹੀਂ ਮਿੱਟੀ, ਉਹ ਜਿਹੜਾ ਪੌਦਾ ਨਾ ਉਹ ਉਗਰਦਾ ਨਹੀਂ ਤੇ ਉੱਥੇ ਮਿੱਟੀ ਆਪਾਂ ਘੱਟ ਪਾਉਣ ਵਾਸਤੇ ਹੱਲ ਤੇ ਜਿਹੜਾ ਚੌ ਹੈ ਉਹਦੇ ਵਿਚਾਲੇ ਇੱਕ ਬੁੱਜਾ ਲਾ ਦੇਣਾ ਹੈ। ਤੇ ਹੁਣ ਆਪਾਂ ਹਲ ਲਾਉਣਾ ਉੱਪਰ, ਤੇ ਉੱਪਰ ਜਦੋਂ ਹਲ ਲਾਉਣਾ ਮਿੱਟੀ ਪੈਂਦੀ ਹੈ ਥੋੜੀ, ਤਾਂ ਫਿਰ ਮਗਰਲੇ ਪਾਸੇ ਇੱਕ ਫੱਟੀ ਬਣਨੀ ਹੈ ਤੇ ਉਸਨੇ ਉਹ ਆਦਾ ਜੀ ਮੈਂ ਮੈਨੂੰ ਆਊਟਲਾਈਨ ਬਣਾ ਕੇ ਨਾ ਇਹਦੀ ਤੇ ਮੈਨੂੰ ਭੇਜ ਦੇ। ਉਹਨੇ ਜੀ ਉਹ ਆਦਾ ਵੀ ਮੈਨੂੰ ਤਾਂ ਇੱਕ ਤਾਂ ਬੁੱਜਾ ਨਹੀਂ ਸਮਝ ਆਉਂਦਾ ਤੁਹਾਡਾ ਵੀ ਕੀ ਹੈ, ਤੇ ਜਿਹੜੀ ਥੀਲੀ ਲਾਉਣੀ ਸੀ ਉਹ ਹਲ ਦੇ ਮਗਰਲੇ ਪਾਸੇ ਲਾਤੀ। ਉਹਨੂੰ ਇਹ ਨਹੀਂ ਪਤਾ ਵੀ ਜਿਹੜਾ ਬੀਜਣ ਵਾਲਾ ਹਲ ਹੈ ਉਹਦੇ ਮੂਹਰਲੇ ਪਾਸੇ ਲੱਗਦੀ ਹੈ, ਤਰਫਾਲੀ ਦੇ ਮਗਰਲੇ ਪਾਸੇ ਲੱਗਦੀ ਹੈ। ਜਿਹੜੀ ਚੀਜ਼ ਨੂੰ ਅਸੀਂ ਨੱਪ ਕੇ ਲਾਉਣਾ ਹੈ ਨਾ ਉਸ ਦੇ ਮਗਰ ਲੱਗਦੀ ਹੈ ਉਹ ਥੀਲੀ। ਉਹਨੂੰ ਡਿਜ਼ਾਈਨਰ ਨੂੰ ਕੀ ਪਤਾ ਹੋਣਾ ਜੀ, ਜੱਟਾਂ ਨੂੰ 90% ਨੂੰ ਨਹੀਂ ਪਤਾ ਸੀ ਵੀ ਅੱਛਾ ਫੇਰਾਂ ਦਾ ਮੈਨੂੰ ਪੋਰ ਦਾ ਨਹੀਂ ਪਤਾ ਲੱਗਦਾ। ਫੇਰ ਮੈਂ ਆਖਿਆ ਵੀ ਜਿਹੜੀ ਝੋਲੀ ਵੱਢਣੀ ਹੈ ਤੇ ਉਹਦੀ ਥਾਂ ਉਹਨੇ ਝੋਲਾ ਟੰਗਤਾ ਮੋਢੇ 'ਚ ਤੇ ਫੇਰ ਉਸ ਵੀ ਕਿਤੇ ਕਾਮਰੇਡਾਂ ਵਾਲਾ ਨਾ ਟੰਗਤਾ ਹੋਵੇ ਫੱਟੀ ਵਾਲਾ। ਤੇ ਉਹ ਨਵਾਂ ਹੀ ਟੰਗਿਆ ਸੀਗਾ ਜਿਹੜਾ ਬਟੂਏ ਜੀ ਦੀ ਸ਼ਕਲ ਦਾ ਨਾ ਪਰਸ ਦੀ। ਤੇ ਉਹਨੇ ਫਿਰ ਜਿਹੜਾ ਉੱਠ ਦਾ ਹਲ ਬਣਾਉਣਾ ਸੀ ਉਹਨੇ 2 ਉੱਠ ਜੋੜ ਕੇ ਤੇ ਗਲ 'ਚ ਪੰਜਾਲੀ ਪਾਤੀ। ਦੋ ਉੱਠ ਜੋੜ ਕੇ ਗਲ 'ਚ ਪੰਜਾਲੀ ਪਾਤੀ। ਉਹਨੂੰ ਪਤਾ ਹੀ ਨਹੀਂਗਾ ਵੀ ਇਹ ਇੱਕ ਉੱਠ ਹਲ ਖਿੱਚਦਾ ਹੈ। ਅੱਛਾ ਫਿਰ ਸੰਗੜ ਪਾਉਣ ਦੀ ਸਮੱਸਿਆ ਆ ਗਈ, ਯਾਨੀ ਉਸਨੇ ਮੈਨੂੰ ਨਾ 1 ਮਹੀਨਾ ਬਦਲਾਈ ਰੱਖਿਆ, ਉਹ ਭੇਜਦਾ ਕਰੇ ਮੈਂ ਉਹ ਕੱਟਿਆ। ਯਾਨੀ ਇਹ ਨਵੀਂ ਪੀੜ੍ਹੀ ਦਾ ਹੈਗਾ ਬੜਾ ਫਰਕ ਹੈ ਸੀਵੀਆ ਸਾਹਿਬ। ਜ਼ਿਮੀਂਦਾਰਾਂ ਦੇ ਮੁੰਡੇ ਵੀ ਜਿਹੜੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਿਨ੍ਹਾਂ ਨੇ ਖੇਤੀਪਤੀ ਦਾ ਕੰਮ ਨਹੀਂ ਕੀਤਾ, ਉਹਨਾਂ ਨੂੰ ਮਤਲਬ ਉਹਨਾਂ ਦਾ ਲਾਈਫ ਸਟਾਈਲ ਤਾਂ ਛੱਡੋ, ਉਹਨਾਂ ਦੀ ਰੋਜ਼ਮर्रा 'ਚ ਉਹ ਚੌਂਕੜੀ ਮਾਰ ਕੇ ਨਹੀਂ ਬਹਿ ਸਕਦੇ। ਇਹ ਜਿਹੜਾ ਸੁਭਾਅ ਕਰਕੇ ਬੰਦੇ ਦੀ ਵਰਕਿੰਗ ਕਰਕੇ ਉਹਦੇ ਸੁਭਾਅ ਦੇ ਵਿੱਚ ਅੱਗੇ ਜੈਨੇਟਿਕਲੀ ਵੀ ਤਬਦੀਲੀਆਂ ਆਉਂਦੀਆਂ ਨੇ। ਅੱਗੇ ਹੁਣ ਚੱਕੀ ਜਦੋਂ ਝੋਂਦੇ ਸੀਗੀਆਂ ਔਰਤਾਂ ਤੇ ਉਹਦੇ 'ਚ ਜਿਵੇਂ ਪੇਕਿਆਂ ਦੇ ਘਰ ਰਹੀ ਲਾਡਲੀ, ਸਹੁਰਿਆਂ ਲਾ ਲਈ ਚੱਕੀ, ਮਾਂ ਦੀ ਲਾਡਲੀ, 9 ਵਲ ਪੈਂਦੇ ਬੱਖੀ। ਹੁਣ ਜਿਹਦੀ ਬੱਖੀ 'ਚ 9 ਵਲ ਪੈਂਦੇ ਹੋਣਗੇ ਤੇ ਨਿਆਣਾ ਜੰਮਣ ਨੂੰ ਉਹਨੇ ਟਾਈਮ ਥੋੜ੍ਹੀ ਲਾਉਣਾ, ਕਿਉਂਕਿ ਉਹ ਬੱਖੀ ਦੇ ਜ਼ੋਰ ਨਾਲ ਜਦੋਂ ਚੱਕੀ ਝੋਂਦੇ ਆ ਨਾ ਤੁਹਾਡਾ ਜਿਹੜਾ ਮਿਡਲ ਪਾਰਟ ਹੈ ਬਹੁਤ ਸਟਰੋਂਗ ਹੋ ਜਾਂਦਾ ਤੇ ਉਹ ਫਿਰ ਬੱਚੇ ਜਿਹੜੇ ਸਜੇਰੀਅਨ ਹੁੰਦੇ ਹੀ ਨਹੀਂ ਸੀਗੇ। ਸੋ ਇਸ ਕਰਕੇ ਜਿਹੜੀ ਸਾਡੀ ਕਿਰਤ ਸੀ ਉਹਦੇ ਨੇ ਸਾਡੇ ਵਰਕਿੰਗ ਤੇ, ਸਾਡੇ ਕੰਮ ਤੇ, ਸਾਡੇ ਜਿਹੜੀ ਸਾਡੀ ਕਾਇਆ ਹੈ ਸਾਰੀ ਉਹ ਫਿਜ਼ੀਕ ਤੇ ਬਹੁਤ ਵੱਡਾ ਅਸਰ ਪਾਇਆ ਜੀ। ਇੱਕ ਕਾਲ ਲੈ ਲਈਏ ਤੁਹਾਡੇ ਪਿੰਡਾਂ ਤੋਂ, ਬਹਿਮਣ ਦੀਵਾਨਾ ਤੋਂ ਕਾਲ ਆਈ ਹੈ ਤੁਹਾਡੇ ਨੇੜਿਓਂ। ਲੈ ਉਹ ਕਿਤਾਬਾਂ ਜੀ ਹੋਲਡ ਰੱਖਿਓ ਜਰਾ। ਇਸ ਵਕਤ ਆਪਣੇ ਨਾਲ ਪਿੰਡ ਬਹਿਮਣ ਦੀਵਾਨਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਜੁੜੇ ਨੇ। ਧਾਲੀਵਾਲ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿ ਰਿਹਾ ਸੀ ਵੀ ਜਿਸ ਤਰ੍ਹਾਂ ਨਿਹੰਗ ਸਿੰਘਾਂ ਦੀ ਬੋਲੀ ਦੇ ਮਤਲਬ ਆਪਦੇ ਸ਼ਬਦ ਹੁੰਦੇ ਆ, ਦੁੱਧ ਨੂੰ ਸਮੁੰਦਰ ਕਰਾਂ ਤੇ ਹੋਰ ਪੰਜਾਬੀ ਬੋਲੀ ਦੇ ਵਿੱਚ ਜਿਹੜਾ ਹੈ ਸਾਡੇ ਮਲਵਈ ਏਰੀਏ ਦੇ ਵਿੱਚ ਸਿਵਿਆ ਸਾਹਿਬ ਤਾਂ ਬੜੀ ਚੰਗੀ ਤਰ੍ਹਾਂ ਵਾਕਫ ਹੋਣਗੇ ਇਸ ਗੱਲ ਤੋਂ ਜੀ। ਬਈ ਆਮ ਤੌਰ ਤੇ ਪਹਿਲਾਂ ਇੱਕ ਸ਼ਬਦ ਵਰਤਿਆ ਜਾਂਦਾ ਸਹਿ ਲੈਣਾ ਜੀ। ਸਹਿ ਲੈਣਾ ਮੈਨੂੰ ਨਹੀਂ ਹੈ ਜੀ, ਸਹਿ ਲੈਣਾ ਅੱਛਾ ਹਾਂਜੀ। ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਅੱਜ ਦਾ ਕੋਈ ਸਾਡੇ ਏਰੀਏ ਦਾ ਹੀ ਮਤਲਬ ਕੋਈ ਇੱਥੋਂ ਦੇ ਮਲਵਈ ਵੀ ਕੋਈ ਬੱਚੇ ਇਹ ਸ਼ਬਦ ਨੂੰ ਜਾਣਦੇ ਹੋਣਗੇ ਵੀ ਸਹਿ ਲੈਣਾ ਕੀ ਹੁੰਦਾ। ਓਕੇ ਕੋਈ ਨਹੀਂ, ਆਪਾਂ ਪੁੱਛਦੇ ਹਾਂ ਸਹਿ ਲੈਣਾ ਤੇ ਇਹਦੇ ਨਾਲ ਜੀ। ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਜਦੋਂ ਫਲੇ ਗਾਉਂਦੇ ਸੰਗੇ ਤਾਂ ਜਦੋਂ ਬਲਦਾਂ ਦਾ ਫਲਾ ਚੱਲਦਾ ਸੀ ਤੇ ਜਦੋਂ ਕਿਤੇ ਉਹ ਗੋਹਾ ਕਰਦੇ ਸੀ ਤੇ ਗੋਹਾ ਕਰਨ ਦੀ ਉਹਨੂੰ ਹਾਈਟ ਦੀ ਪੋਸਟ ਚੱਕਦੇ ਤਾਂ ਉਦੋਂ ਮਤਲਬ ਬਜ਼ੁਰਗ ਕਹਿੰਦੇ ਵੀ ਉਹ ਮੁੰਡਿਆ ਸਹਿ ਲਾਏ ਓਏ, ਤਾਂ ਉਹਦਾ ਫੋਰਸ ਉਹ ਮਤਲਬ ਕੀ ਕਰਦੇ ਵੀ ਕਣਕ ਦਾ ਕੂਚਾ ਜਿਹਾ ਲੈ ਕੇ ਉਹਦੇ ਤੇ ਲੈ ਕੇ ਹੱਥਾਂ ਤੇ ਚੱਕ ਲੈਣਾ ਵੀ ਉਹਦੇ ਚ ਡਿੱਗੇ ਨਾ, ਜਾਂ ਤਗਾਰ ਤਾਂ ਨੇੜੇ ਹੁੰਦਾ ਨਹੀਂ ਸੀਗਾ ਵੀ ਉਹ ਹੱਥਾਂ ਚ ਜੀ ਹਾਂਜੀ ਮਤਲਬ ਗੋਹਾ ਥੱਲੇ ਡਿੱਗਣ ਤੋਂ ਪਹਿਲਾਂ ਨਾ ਉਹਦਾ ਬਲਦ ਦਾ ਫੋਰਸ ਜਿਹੜਾ ਹੈਗਾ ਉਹ ਹੱਥਾਂ ਤੇ ਚੁੱਕ ਲੈਣਾ ਜਾਂ ਕਿਸੇ ਚੀਜ਼ ਚ ਪਾ ਲੈਣਾ, ਕਣਕ ਚ ਨਾ ਡਿੱਗੇ ਉਹ। ਹਾਂਜੀ ਅਨਾਜ ਖਰਾਬ ਨਾ ਹੋਵੇ, ਸਹਿ ਲੈਣਾ ਹਾਂਜੀ, ਤਾਂ ਉਹਨੂੰ ਕਹਿੰਦੇ ਸਹਿ ਲੈਣਾ। ਹਾਂਜੀ ਜੀ ਥੈਂਕ ਯੂ ਧਾਲੀਵਾਲ ਸਾਹਿਬ, ਜੁੜੇ ਹੋ ਤੁਸੀਂ ਬਹਿਮਣ ਦੀਵਾਨਾ ਤੋਂ। ਸਿਵੀਆ ਸਾਹਿਬ ਸਹਿ ਲੈਣਾ ਦੀ ਗੱਲ ਕੀਤੀ ਹੈ ਬਾਈ ਜੀ ਹੋਰਾਂ ਨੇ। ਤੁਸੀਂ ਪਹਿਲਾਂ ਮੈਨੂੰ ਵੀ ਦੱਸਿਆ ਸੀ, ਇਹ ਮੈਨੂੰ ਵੀ ਨਹੀਂ ਸੀ ਪਤਾ, ਕਿਉਂਕਿ ਪਿੰਡਾਂ 'ਚ ਬਹੁਤ ਸਾਰੀਆਂ ਔਰਤਾਂ ਦਾ ਮਾਫ਼ ਕਰਨਾ ਵੇਖੀਆਂ ਪਿੰਡਾਂ 'ਚ ਰਹਿੰਦੇ ਸੀ ਜਿਨ੍ਹਾਂ ਦੇ ਜਗ੍ਹਾ ਥੋੜ੍ਹੀ ਹੁੰਦੀ ਸੀ। ਉਹ ਫਿਰ ਗੋਹਾ ਬਾਰ-ਬਾਰ ਜੇ ਕੋਈ ਮੱਝ ਕਰਦੀ ਸੀ ਉਹ ਹੱਥਾਂ 'ਚ ਚੱਕ ਬੁੱਝ ਲੈਂਦੀਆਂ ਸੀਗੀਆਂ ਉਸਨੂੰ, ਹੈ ਨਾ।
ਤੇ ਸ਼ਹਿਰ ਜਾ ਕੇ ਭਾਵੇਂ ਉਹ ਅੱਜ ਕੱਲ ਜ਼ਿਆਦਾ ਮਾਡਰਨ ਹੋ ਗਈਆਂ ਨੇ। ਖੈਰ ਇਹਦੇ ਚ ਇਹ ਨਾ ਮੈਂ ਦੱਸਦਿਆਂ ਫਾਇਲ ਲੈਣਾ, ਜਿਹੜੇ ਉਹ ਲੋਕ ਸੀ ਨਾ ਆਪਣੇ ਅੱਜ ਤੋਂ 100 ਸਾਲ ਪਹਿਲਾਂ ਦੇ, ਉਹ ਧਾਰਮਿਕ ਸੀਗੇ। ਅਨਾਜ ਨੂੰ ਉਹ ਇੱਕ ਬਹੁਤ ਵੱਡੀ ਚੀਜ਼ ਸਮਝਦੇ ਸੀ, ਪੂਜਾ ਕਰਦੇ ਸੀ ਅਨਾਜ ਦੀ। ਤੇ ਪਿੰਡ ਦੇ ਵਿੱਚ ਇੱਕ ਤਾਂ ਨੰਗੇ ਸਿਰ ਨਹੀਂ ਜਾਣਾ ਤੇ ਇੱਕ ਗੋਹਾ ਨਹੀਂ ਆਦੇ ਹੁੰਦੇ ਸੀਗੇ ਉਹ। ਤੇ ਜਦੋਂ ਕੋਈ ਬਲਦ ਪੈਰੀ ਦੇ ਵਿੱਚ ਤੁਰਿਆ ਜਾਂਦਾ ਗੋਹਾ ਕਰਦਾ ਨਾ, ਤੇ ਉਹ ਉੱਥੋਂ ਹੀ ਤੂੜੀ ਦਾ ਰੁੱਗ ਲੈ ਕੇ ਤੇ ਹੇਠਾਂ ਕਰ ਦਿੰਦੇ ਤੇ ਉਹ ਗੋਹਾ ਬਾਹਰ ਛੱਡ ਦਿੰਦੇ ਭੌਰ ਦੇ ਉੱਤੇ। ਉਹਨੂੰ ਭੌਰਾ ਦੇ ਬਾਹਰਲੀ ਜਿੱਥੇ ਗੋਹਾ ਸੁੱਟਿਆ ਜਾਂਦਾ ਸੀਗਾ। ਇਵੇਂ ਜਿਵੇਂ ਉੱਠ ਲੇਡੇ ਕਰਦਾ ਤਾਂ ਉਹਨੂੰ ਘਲਿਆਰ ਲੈਂਦੇ, ਕਿਉਂਕਿ ਇਹ ਜਿਹੜੀ ਤੂੜੀ ਦੇ ਵਿੱਚ ਜੇ ਗੋਹਾ ਰਲ ਜੇ ਨਾ ਤੇ ਪਸ਼ੂ ਨੂੰ ਖਾਂਦੇ ਨੀ ਗੇ ਇਹ। ਇਸ ਵਾਸਤੇ ਉਹ ਰਲਣ ਤੋਂ ਬਿਨਾਂ ਉਹਨੂੰ ਸਹਿ ਲੈਣਾ ਆਦੇ ਤੇ ਗੋਹਾ ਨਹੀਂ ਆਦੇ ਸੀਗੇ। ਹਾਂ, ਮੇਰੀ ਕਿਤਾਬ ਵਿੱਚ ਕਿਤੇ ਲਿਖਿਆ ਹੋਊਗਾ ਇਹ। ਤੇ ਹੁਣ ਮੇਰੀ ਇੱਕ ਕਿਤਾਬ ਹੋਰ ਛਪ ਗਈ ਹੈ ਤੇ ਉਹਦਾ ਕਵਰ ਸਟੋਰੀ ਇੱਕ ਅੱਧੇ ਦਿਨ ਛਪ ਜੂ। ਤੇ ਉਹ ਕਿਤਾਬ ਹੈ ਡੂੰਘਾ ਲਾਲਾ ਹਲ ਕੇ। ਉਹਦੇ ਚ ਸਾਰੀਆਂ ਚੀਜ਼ਾਂ ਹੈਗੀਆਂ, ਪੜ੍ਹਨਯੋਗ ਹੈ ਜੇ ਕਿਸੇ ਨੇ ਮੰਗਾਉਣੀਆਂ। ਹਾਂ ਬਿਲਕੁਲ ਬਿਲਕੁਲ ਸਿਵਿਆ ਸਾਹਿਬ, ਮੈਂ ਅਨਾਉਂਸ ਕਰ ਦਿਆਂਗਾ। ਅੱਛਾ, ਜੱਟ ਜਦੋਂ ਕਹਿੰਦੇ ਆ ਨਾ ਕਿ ਜੱਟ ਵੱਟ ਖੇਤ ਦੀ ਵੱਟ, ਪੱਟ ਹੁੰਦਾ ਰੇਸ਼ਮ ਤੇ ਫੱਟ ਜ਼ਖਮ। ਜੱਟ ਵੱਟ ਫੱਟ ਤੇ ਪੱਟ ਇਹ ਬੱਧੇ ਚੰਗੇ ਨੇ। ਜੇ ਕਹਿੰਦੇ ਜੱਟ ਥੋੜਾ ਜਿਹਾ ਹੰਕਾਰੀ ਵੀ ਹੋ ਜਾਂਦਾ, ਮੋਢਿਆਂ ਤੋਂ ਥੁੱਕਣ ਲੱਗ ਜੇ ਤਾਂ ਜੱਟ ਵਿਗੜਿਆ ਵੀ ਬਹੁਤ ਤੰਗ ਕਰਦਾ। ਕਹਿੰਦੇ ਜੱਟ ਵਧੇ ਤਾਂ ਰਾਹ ਬੱਧੇ, ਕਿਉਂਕਿ ਜੱਟ ਜਦੋਂ ਜ਼ੋਰਾਵਰ ਹੋ ਜਾਂਦਾ ਨਾ ਤੇ ਉਹ ਕਬਜ਼ੇ ਕਰਨ ਲੱਗ ਜਾਂਦਾ। ਇਹ ਜਿਹੜੇ ਮਿਸਲਾਂ ਸੀਗੀਆਂ ਮਹਾਰਾਜਾ ਰਣਜੀਤ ਸਿੰਘ ਦੇ ਵਕਤ, ਇਹ ਸਾਰੀਆਂ ਤਕਰੀਬਨ ਜੱਟ ਸੀਗੇ। ਤੇ ਜੱਟ ਵਧੇ ਤਾਂ ਰਾਹ ਵਧੇ, ਕਰਿਆੜ ਵਧੇ ਤਾਂ ਜੱਟ ਨੂੰ ਵਧੇ। ਜੱਟ ਸੱਪ ਤੋਂ ਇੰਨਾ ਨਹੀਂ ਡਰਦਾ ਜਿੰਨਾ ਵਹੀ ਤੋਂ ਡਰਦਾ। ਤੇ ਇਸ ਕਰਕੇ ਮਤਲਬ ਇਹ ਜੱਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੈਗੇਟਿਵ ਹੀ ਨੇ। ਇਸੇ ਕਰਕੇ ਜੱਟਾਂ ਤੋਂ ਇਹ ਕੰਮ ਸ਼ੁਰੂ ਕੀਤਾ। ਇਹ ਨਾ ਆਖਿਓ ਕਿ ਜੱਟ ਹੋ ਕੇ ਦੂਜਿਆਂ ਨੂੰ ਭੰਡਦੇ ਨੇ। ਤੇ ਇਸ ਕਰਕੇ ਸਾਡੇ ਜਿਹੜੀਆਂ ਜੱਟਾਂ 'ਚ ਬੁਰੀਆਂ ਚੀਜ਼ਾਂ ਨੇ ਉਹਨਾਂ ਦਾ ਵੀ ਅਸੀਂ ਵਿਖਿਆਨ ਕਰਦੇ ਹਾਂ। ਦੂਜਿਆਂ ਵਾਲੇ ਕਹਿੰਦੇ ਐਵੇਂ ਨਾ ਕਿਤੇ ਮੁੜ ਕੇ ਸਾਡੇ ਤੇ ਸ਼ੂ ਕਰਦੇ ਫਿਰਿਓ। ਜਿਹੜਾ ਆਪਾਂ ਜੱਟ ਪੱਟ ਵਾਲਾ ਹੈ ਨਾ, ਪੱਟ ਬਾਰੇ ਨਹੀਂ ਪਤਾ। ਪੱਟ ਰੇਸ਼ਮ ਦਾ ਪੱਟ ਹੁੰਦਾ ਜੀ, ਰੇਸ਼ਮ ਨੂੰ ਨਾ ਪੱਟ ਕਿਹਾ ਜਾਂਦਾ। ਨਹੀਂ ਉਹ ਫਿਰ ਉਹਨੂੰ ਕਿਵੇਂ ਬੰਨਣ ਦੀ ਮਤਲਬ ਇਹ ਹੈ ਨਾ। ਉਹ ਨਹੀਂ ਸਿਵਿਆ ਸਾਹਿਬ ਸੀਗਾ, ਦੇਖੋ ਜੱਟ ਵੱਟ ਖੇਤ ਦੀ ਵੱਟ ਵੀ ਬੱਧੀ ਚੰਗੀ, ਪੱਟ ਰੇਸ਼ਮ ਨੂੰ ਹੈ। ਜੇ ਤੁਸੀਂ ਖਿਲਾਰ ਲੈ ਨਾ ਰੇਸ਼ਮ, ਫਿਰ ਸੂਤ ਨਹੀਂ ਆਉਂਦਾ ਜੇ ਖਿਲਰ ਜੇ। ਉਹ ਪੱਟ ਜਾਂ ਜਿਹੜੀ ਪੱਟੀ ਹੁੰਦੀ ਹੈ ਨਾ, ਜਿਵੇਂ ਆਪਣੇ ਟਸਰ ਦੀਆਂ ਪੱਟੀਆਂ ਬੀਬੀਆਂ ਬੁਣਦੀਆਂ ਸੀਗੀਆਂ, ਉਹ ਰੇਸ਼ਮ ਦਾ ਪੱਟ ਜਾਣੀ ਉਹ ਬੰਨ੍ਹ ਕੇ ਰੱਖਣਾ ਚਾਹੀਦਾ ਵੀ ਉਹ ਉਲਝੇ ਨਾ। ਉਹਨੂੰ ਪੱਟੀ ਨੂੰ ਨਾ ਰੇਸ਼ਮ ਦੀ ਨੂੰ ਬਹੁਤ ਉਹਦੇ ਧਾਗੇ ਨੂੰ ਐਨ ਸਲੀਕੇ ਨਾਲ ਬੰਨ੍ਹ ਕੇ ਰੱਖੇ ਜੀ। ਮੈਂ ਤੁਹਾਡੇ ਇਸ ਗੱਲ ਵਿੱਚ ਵਾਧਾ ਕਰਦਾ ਕਿ ਜਦੋਂ ਉਹ ਹੁੰਦਾ ਨਾ ਊਰਾ ਵੱਡਾ, ਉਹ ਊਰੇ ਤੇ ਚੜਾ ਕੇ ਜਦੋਂ ਉਹ ਪੱਟ ਘਰੇ ਆ ਜਾਂਦਾ ਤੇ ਬੁੜੀਆਂ ਤੁਰੰਤ ਹੀ ਉਸ ਨੂੰ ਗਿੰਡੀ ਤੇ ਵਲੇਟਦੀਆਂ, ਕਿਉਂਕਿ ਜੇ ਉਹ ਉਲਝ ਜਾਂਦਾ ਨਾ ਫਿਰ ਉਹ ਠੀਕ ਨਹੀਂ ਹੁੰਦਾ ਸੀਗਾ। ਇਸ ਵਾਸਤੇ ਉਹਨਾਂ ਦੀ ਗਿੰਡੀ ਵੀ ਨਹੀਂ ਵੇਖੀ ਹੋਣੀ ਮੇਰਾ ਖਿਆਲ ਸਰੋਤਿਆਂ ਨੇ। ਨਹੀਂ ਕੋਈ ਨਹੀਂ ਜੀ, ਆਪਾਂ ਹੌਲੀ ਹੌਲੀ ਉਹਨਾਂ ਸਾਰਿਆਂ ਤੇ ਆਵਾਂਗੇ। ਅੱਜ ਬਸ ਆਪਾਂ ਗੱਲਬਾਤ ਸਮਾਪਤ ਕਰਦੇ। ਮੈਂ 10 ਮਿੰਟ ਜ਼ਿਆਦਾ ਹੀ ਲੈ ਗਿਆ ਸਿਵਿਆ ਸਾਹਿਬ। ਤੇ ਜੱਟਾਂ ਦੇ ਬਾਰੇ ਹੋਰ ਕੀ ਮਤਲਬ, ਜਿਵੇਂ ਕਹਿੰਦੇ ਆ ਕਿ ਜੱਟ ਬੈਲ ਤੇ ਬੱਕਰਾ, ਚੌਥੀ ਜੱਟ ਬੈਲ ਜਾਣੀ ਕਿ ਬਲਦ, ਜੱਟ ਬੈਲ ਤੇ ਬੱਕਰਾ, ਚੌਥੀ ਵਿਧਵਾ ਨਾਰ, ਇਹ ਚਾਰੇ ਭੁੱਖੇ ਭਲੇ ਰੱਜੇ ਕਰਨ ਖੁਆਰ। ਜਾਣੀ ਚਿੱਟਾ ਕੱਪੜਾ ਤੇ ਕੁੱਕੜ ਖਾਣਾ ਉਸ ਜੱਟ ਦਾ ਨਹੀਂ ਟਿਕਾਣਾ। ਜੱਟ ਜੱਟ ਰਹਿੰਦਾ ਤਾਂ ਕਾਮਾ, ਭੁੱਖਾ ਮਰੇ ਤਾਂ ਸਲਾਮਾ, ਜੇ ਰੱਜੇ ਤਾਂ ਜੱਟ ਕੱਢੇ ਗਾਲ, ਜੱਟ ਵਿਗੜੇ ਮੁਰਸ਼ਦ ਨਾਲ। ਇਹਦੀਆਂ ਨੈਗੇਟਿਵ ਚੀਜ਼ਾਂ ਨੇ ਸਾਰੀਆਂ ਕਿ ਰੱਜਿਆ ਜੱਟ ਕਰੇ ਕਲੱਲ, ਰੱਜੀ ਮੱਝ ਨਾ ਖਾਵੇ ਖਲ। ਸੋ ਰੱਜਿਆ ਜੱਟ ਵੀ ਬਹੁਤ ਖਰਾਬ ਕਰਦਾ ਜੀ, ਬਹੁਤ ਖਰਾਬ ਕਰਦਾ। ਜੱਟ ਤਾਂ ਜੇ ਦਾਣੇ ਹੋ ਗਏ ਅਮੀਰ ਹੈ, ਜੇ ਦਾਣੇ ਨਾ ਹੋਏ ਤਾਂ ਗਰੀਬ ਹੈ। ਫਿਰ ਦੀ ਪਰਵਾਹ ਮੰਨਦਾ ਜੇ ਸਾਲ ਭਰ ਦੇ ਦਾਣੇ ਹੋ ਗਏ ਤਾਂ। ਅੱਛਾ, ਜੱਟੀਆਂ ਦਾ ਜਿਵੇਂ ਸੁਭਾਅ ਆ, ਜਿਵੇਂ ਉਹ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇੱਕ ਹਾਲਾਂਕਿ ਦੇਖੋ ਇੱਕ ਬੂਟਾ ਆਉਂਦਾ, ਇਹਦੀ ਕਿੰਨੂ ਦੀ ਨਸਲ 'ਚੋਂ ਆ, ਖੱਟਿਆਂ ਦੀ ਨਸਲ 'ਚੋਂ ਆ, ਉਹਨੂੰ ਮਤਲਬ ਜੱਟੀ ਕਹਿੰਦੇ ਨੇ, ਜੱਟੀ ਖੱਟੀ। ਹੁਣ ਜਿੰਨੇ ਜਿਵੇਂ ਤੁਸੀਂ ਵੀ ਬਾਗ ਲਾਇਆ ਬਾਈ ਜੀ, ਤੁਹਾਡੇ ਬੇਟੇ ਆੜ੍ਹਤੀ ਵੀ ਨੇ, ਬਾਗਵਾਨ ਵੀ ਨੇ, ਬਿਜ਼ਨਸਮੈਨ ਵੀ ਨੇ। ਜਿਵੇਂ ਤੁਸੀਂ ਬਾਗ ਲਾਇਆ, ਜਿਹੜੇ ਸੰਤਰੇ ਨੇ ਜਾਂ ਕਿੰਨੂ ਨੇ, ਉਹਨਾਂ ਨੂੰ ਕਲਮ ਲੱਗਦੀ ਹੈ। ਕਲਮ ਦੇ ਲਈ ਜਿਹੜੀਆਂ ਜੜ੍ਹਾਂ ਨੇ ਉਹ ਬਹੁਤ ਸਟਰੋਂਗ ਹੁੰਦੀ ਹੈ ਇੱਕ ਬੂਟੇ ਦੀ, ਜਿਹਨੂੰ ਜੱਟੀ ਖੱਟੀ ਕਹਿੰਦੇ ਨੇ। ਉਹਦੇ ਤੇ ਬਾਕੀ ਸਾਰੇ ਨਿੰਬੂ ਜਾਤੀ ਦੇ ਬੂਟਿਆਂ ਦੀ ਕਲਮ ਲੱਗਦੀ ਹੈ। ਹੁਣ ਜੱਟੀ ਚਾਰੇ ਥੋਕ ਸਵਾਰ ਦੀ, ਕੱਤ ਦੀ, ਤੁੰਬ ਦੀ, ਛੱਟ ਦੀ, ਨਾਲੇ ਬਾਲ ਖੜਾਵ ਦੀ, ਵੀ 4-4 ਕੰਮ ਇਕੱਠੇ ਕਰੀ ਜਾਂਦੀ ਹੈ ਜੀ। ਭੇਡਾਂ ਵੀ ਚਾਰਦੀ ਹੈ। ਹਾਂ, ਭੇਡਾਂ ਚਾਰਦੀ ਨਾਲੇ
ਮੋਢੇ ਤੇ ਬੈਠ ਕੇ ਰਾਖੀ ਵੀ ਰੱਖਦੀ ਹੈ, ਜਲੋਟੇ ਵੀ ਟੇਰਦੀ ਹੈ। ਜੱਟੀ ਬਹੁਤ ਕੰਮ ਕਰ। ਮੁਹਾਵਰੇ ਨਾਲ ਮੈਂ ਥੋੜਾ ਜਿਹਾ ਡਿਫਰ ਕਰਾਂਗਾ ਕਿ ਜੱਟੋਂ ਰਾਜ ਨਹੀਂ ਤੇ ਮੋਠੋਂ ਕਾਜ ਨਹੀਂ, ਵੀ ਜਦੋਂ ਕੋਈ ਧਾਰਮਿਕ ਕਾਜ ਕਰਨਾ ਤਾਂ ਮੋਠ ਨਹੀਂ ਉਹ ਚ ਪਾਏ ਜਾਂਦੇ, ਕਾਲੇ ਹੁੰਦੇ ਆ, ਤੇ ਇਸ ਕਰਕੇ ਜੱਟ ਰਾਜ ਨਹੀਂ ਕਰ ਸਕਦੇ, ਇਹ ਲੋਕ ਮੰਨਦੇ ਨੇ। ਪਰ ਜੇ ਪੰਜਾਬ ਦੀ ਸਿਆਸਤ ਵੇਖੇ, ਪੰਜਾਬ 'ਚ ਜੱਟ ਰਾਜ ਕਰ ਰਹੇ ਨੇ, ਇਹ ਫਿਰ ਅਖੌਤ ਝੂਠੀ ਪੈਂਦੀ ਹੈ ਜਾਂ ਲੜਦੇ ਜ਼ਿਆਦਾ ਨੇ? ਜੋ ਇੱਕ ਅੰਗਰੇਜ਼ ਦੀ ਵੀ ਹੈਗੀ ਹੈ ਵੀ ਜਿਹੜੇ ਸਿੱਖਸ ਆਰ ਗੁੱਡ ਵਾਰੀਅਰਸ ਬਟ ਨਾਟ ਗੁੱਡ ਰੂਲਰਸ, ਵੀ ਇਹ ਹਕੂਮਤ ਨਹੀਂ ਕਰ ਸਕਦੇ ਗੇ ਤੇ ਦਲੇਰ ਹੈਗੇ ਆ, ਲੜਾਈ ਕਰ ਸਕਦੇ ਆ, ਬਹਾਦਰ ਹੈਗੇ ਆ, ਇਹਨਾਂ 'ਚ ਹੋਰ ਗੁਣ ਬਹੁਤ ਹੈਗੇ ਆ। ਕੁਛ ਇਹੋ ਜਿਹਾ ਇਤਿਹਾਸ ਵੀ ਹੈ ਨਾ ਰਣਜੀਤ ਸਿੰਘ ਤੋਂ ਮਗਰੋਂ ਫਿਰ ਜਿਹੜਾ ਹੋਇਆ ਇਹ ਗੱਲਬਾਤ ਆਪਣੇ ਪੰਜਾਬ ਦੀ, ਉਹਦੇ ਤੋਂ ਵੀ ਕੁਛ ਬਾਦਲ ਸਾਹਿਬ ਨੇ ਬੋਲਤਾ ਸੀ ਨਾ ਉਹਦੇ 'ਚ ਵਿਧਾਨ ਸਭਾ 'ਚ ਜੱਟਾਂ ਦੇ ਸੁਭਾਅ ਬਾਰੇ ਮੁਹਾਵਰਾ, ਕਿਉਂਕਿ ਮੁਹਾਵਰੇ ਐਸੇ ਸੱਚੇ ਨੇ, ਸੀਨਾ ਬਸੀਨਾ ਇਹ ਆਏ ਨੇ ਤੇ ਇਸ ਦੌਰਾਨ ਕਈ ਸਾਰੇ ਬੰਦਿਆਂ ਤੇ ਕੇਸ ਹੋ ਜਾਂਦਾ। ਬਾਦਲ ਸਾਹਿਬ ਨੇ ਬੋਲਦਾ ਸੀ ਕਿ ਕੁੱਕੜ ਕੌਂ ਕੰਬੋ ਕਬੀਲਾ ਪਾਲਦਾ, ਜੱਟ ਨਹੀਂ ਸੰਸਾਰ ਕਬੀਲਾ ਗਾਲਦੇ। ਹਾਂ ਇਹ ਠੀਕ ਹੈ ਜੀ। ਕੁੱਕੜ ਕਾਂ ਕੰਬੋ ਕਬੀਲਾ ਪਾਲਦੇ, ਜੱਟ ਮੈਂ ਸੰਸਾਰ ਕਬੀਲਾ ਗਾਲਦੇ। ਅੱਛਾ, ਇੱਕ ਜਿਸ ਤਰ੍ਹਾਂ ਜੱਟ ਜੱਟਾਂ ਦੇ ਸਾਲੇ ਤੇ ਵਿੱਚੇ ਘਰ ਦੇ ਘਾਲੇ ਮਾਲੇ, ਹੈਨਾ, ਜੱਟ ਨਾ ਜਾਣੇ ਗੁਣ ਕਰਾ, ਚਨਾ ਨਾ ਜਾਣੇ ਵਾਹ, ਉਸ ਦਾ ਗੁਰੂ ਸੁਹਾਗਾ ਤੇ ਉਸ ਦਾ ਗੁਰੂ ਸ਼ਾਹ। ਵੀ ਚਨੇ ਨੂੰ ਮਤਲਬ ਹੌਲੀ ਵਾਹ ਵਹਾਈ ਦੀ ਲੋੜ ਨਹੀਂ ਹੁੰਦੀ ਤੇ ਜੱਟ ਨੂੰ ਗੁਣਾਂ ਦੀ ਜ਼ਰੂਰਤ ਨਹੀਂ ਹੁੰਦੀ ਬਹੁਤੀ। ਜੱਟ ਮਤਲਬ ਗੁਣਾਂ ਦੀ ਪਰਵਾਹ ਨਹੀਂ ਕਰਦਾ। ਜਿੱਥੇ ਜਾਵੇ ਜੀ ਉੱਥੇ ਜੱਟ ਦੀਆਂ 100 ਮਾਵਾਂ, ਜਿੱਥੇ ਜਾਂਦਾ ਉੱਥੇ ਹੀ ਮਾਂ ਬਣਾ ਲੈਂਦਾ ਜੱਟ ਦੀਆਂ 100 ਮਾਵਾਂ। ਸਾਹਿਬ ਜੱਟਾਂ ਦੇ ਬਾਰੇ ਗੱਲਬਾਤ ਆਪਾਂ ਇੱਕ ਦਿਨ ਫੇਰ ਰੱਖਾਂਗੇ ਮੇਰਾ ਖਿਆਲ। ਚਲੋ ਠੀਕ ਹੈ ਜੀ, ਚੰਗਾ। ਹੋਰ ਕੀ ਸਾਂਸ ਲਿਆ ਜਾਂਦੇ ਜਾਂਦੇ? ਥੈਂਕ ਯੂ। ਹਾਂ ਜੀ, ਧੰਨਵਾਦ ਜੀ। ਫੋਨ ਨੰਬਰ ਮੈਂ ਦੱਸ ਦਿਆਂ। 62 ਹਾਂ ਪਲੀਜ਼ ਬੋਲ 62 830 55 036 94 170 24 743। WhatsApp ਵਾਲਾ ਦੱਸ ਦਿਓ। 62 830 ਵਾਲਾ ਹੈ WhatsApp ਵਾਲਾ। ਹਾਂ 62 830 55 036 ਇਹ WhatsApp ਨੰਬਰ ਹੈ ਜੀ ਸਾਰਾ ਸੀਵੀਆ ਸਾਹਿਬ ਦਾ, ਜੋਗਿੰਦਰ ਸਿੰਘ ਹੋਰਾਂ ਦਾ। ਤੁਸੀਂ ਕਿਤਾਬਾਂ ਮੰਗਵਾਉਣੀਆਂ ਜਾਂ ਕੋਈ? ਸ਼ੁਕਰੀਆ। ਹਾਂ ਟਵਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਫਿਰ ਮਿਲਦਾ ਵਾਅਦਾ ਕਰਕੇ ਤੇ ਬਹੁਤ ਬਹੁਤ ਧੰਨਵਾਦ। ਸਾਰੇ ਸਰੋਤਿਆਂ ਨੂੰ ਕੋਸ਼ਿਸ਼ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸ਼ੁਭ ਸ਼ਾਮਾਂ। ਧੰਨਵਾਦ। ਥੈਂਕ ਯੂ ਜੀ। ਸੋ ਅੱਜ ਅਸੀਂ ਜੱਟ ਸੁਭਾਅ ਗਰਮ ਤਸੀਰ ਨਰਮ, ਸੋ ਇਸ ਮੁਤਲਕ ਜਿਹੜੀ ਗੱਲਬਾਤ ਹੋਈ ਸੀਗੀ। ਤੇ ਤੁਸੀਂ ਕੋਈ ਕਾਲ ਕਰਨੀ ਆ, 2-4 ਮਿੰਟ ਹੈਗੇ, ਫਿਰ ਆਪਾਂ ਖਬਰਾਂ ਵੱਲ ਨੂੰ ਵਧਦੇ ਹਾਂ। ਤਾਂ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸਾਹਿਬ ਸੁਰਿੰਦਰ ਸਿੰਘ ਆਪਣੇ ਨਾਲ ਜਲਦ ਜੁੜਨਗੇ। ਤੁਸੀਂ ਕੋਈ ਸਾਂਝ ਪਾਉਣੀ ਹੋਵੇ ਤਾਂ ਆਪ ਦਾ ਸਵਾਗਤ ਹੈ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਪੋਂਸਰ ਕਰਨਾ ਚਾਹੋ ਤਾਂ 98 763 096 55 'ਤੇ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ tiwanaradio.com ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਪ੍ਰੋਗਰਾਮ ਸੁਣਨ ਦੇ ਨਾਲ ਤੁਸੀਂ ਉੱਥੋਂ ਸਾਡੀਆਂ ਜਿਹੜੀਆਂ ਐਪਸ ਨੇ ਉਹ ਡਾਊਨਲੋਡ ਕਰ ਸਕਦੇ ਹੋ। ਸਾਡੀਆਂ ਐਪਸ ਉੱਥੇ ਤੁਹਾਨੂੰ ਮਿਲਣਗੀਆਂ ਐਂਡਰਾਇਡ ਅਤੇ ਆਈਫੋਨ ਐਪਸ 'ਤੇ। ਅਮਰੀਕਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣਨ ਦੇ ਬਾਰੇ ਤੁਸੀਂ ਜਿਹੜਾ ਡਾਇਲ ਕਰਨਾ ਆਪਣਾ ਨੰਬਰ 667 930 9260। ਇੰਦਰਜੀਤ ਸਿੰਘ ਮੋਰਪ੍ਰੀਤ ਕਹਿੰਦੇ ਸਾਡੇ ਬਜ਼ੁਰਗ ਦਾ ਪਿੰਡ ਦੇ ਵਿੱਚ ਮੰਜੇ ਹੇਠ ਦੀਵਾ ਵੀ ਜਗਾ ਕੇ ਰੱਖਦੇ ਸੀ। ਹਰਵਿੰਦਰ ਜੌਲ ਭੈਣ ਦੀ ਬਹੁਤ ਇੰਟਰਸਟਿੰਗ ਹੈ, ਦਿਲਚਸਪ ਗੱਲਾਂ ਬਾਤਾਂ ਨੇ। ਬਾਈ ਜੀ ਸਿਆਸਤ ਤੋਂ ਅੱਕੇ ਪਿਆ ਸਾਰੇ, ਵਿਰਾਸਤ ਦੀ ਗੱਲ ਜ਼ਿਆਦਾ ਕਰਿਆ ਕਰੋ। ਧੰਨਵਾਦ। ਬਲਜਿੰਦਰ ਸਿੰਘ ਮੌੜ ਮੋਗਾ 9 ਬਾਤ ਤੋਂ ਲਿਖਦੇ ਨੇ। ਸੁਖਵਿੰਦਰ ਸਿੰਘ ਸਿਆੜ ਤੋਂ ਜੁੜੇ ਨੇ ਬਾਈ ਜੀ, ਧੰਨਵਾਦ ਇਹਨਾਂ ਦਾ। ਕਈ ਸਾਰੇ ਸਰੋਤੇ ਇਸ ਵਕਤ ਬਲਰਾਮ ਧਾਲੀਵਾਲ ਮੋਗਾ ਤੋਂ। ਸਮੁੱਚੀ ਟੀਮ ਨੂੰ ਸਤਿ ਸ਼੍ਰੀ ਅਕਾਲ। ਮੋਹਨ ਸਿੰਘ ਮੰਡੇਰ ਸਰ ਬਰਾੜ ਬਾਈ ਜੀ ਥੈਂਕ ਯੂ। ਅਵਤਾਰ ਸਿੰਘ ਕੁਲਾਰ UK ਤੋਂ ਕਹਿੰਦੇ ਜੀ ਲਿਸਨਿੰਗ ਫਰੋਮ UK, ਥੈਂਕਸ ਫਾਰ ਅੱਛੀ ਜਾਣਕਾਰੀ ਦੇ ਲਈ। ਮਨਦੀਪ ਸਿੰਘ ਕਹਿੰਦੇ ਰਕੇਸ਼ ਟਕੈਤ ਪਾਰਲੀਮੈਂਟ 'ਚ ਕੋਈ ਨਹੀਂ ਜੀ, ਸੁਰਿੰਦਰ ਸਿੰਘ ਹੋਰਾਂ ਨੂੰ ਪੁੱਛਦੇ ਹਾਂ। ਅਤੇ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਸੇਵੀਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਲਰਾਮ ਧਾਲੀਵਾਲ ਸਾਹਿਬ ਅਤੇ ਭੈਣ ਸਰਬਜੀਤ ਕੌਰ, ਲਛਮਣ ਸਿੰਘ ਬਾਈ ਜੀ ਜੁੜੇ ਨੇ, ਸਾਰਿਆਂ ਦਾ ਧੰਨਵਾਦ। YouTube ਅਤੇ Facebook 'ਤੇ ਇਸ ਵਕਤ ਲਾਈਵ ਹੋ, ਪਸੰਦ ਕਰਦੇ ਹੋ ਤਾਂ ਪਲੀਜ਼ ਅੱਗੇ ਵੀ ਸ਼ੇਅਰ ਕਰ ਦਿਆ ਕਰੋ। ਭਾਰਤੀ ਸਮਾਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਤੇ ਸਵੇਰੇ 8 ਤੋਂ 10 ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਲਾਈਵ ਪ੍ਰੋਗਰਾਮ ਹੁੰਦਾ। ਅਦਰਵਾਈਜ਼ ਪ੍ਰੋਗਰਾਮ ਰਿਪੀਟ ਚੱਲਦੇ ਨੇ। ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪੋਂਸਰ ਨੇ ਬਾਈ ਜੀ ਸੁੱਖੀ ਘੁੰਮਣ ਬੇਕਰਸਫੀਲਡ ਤੋਂ,
ਸਪਾਂਸਰ ਕਰਦੇ ਨੇ ਸਾਡੇ ਇਸ ਪ੍ਰੋਗਰਾਮ ਨੂੰ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਆਪਣਾ ਇਸ ਵਕਤ ਸੁਰਿੰਦਰ ਬਾਈ ਜੀ ਜੁੜ ਚੁੱਕੇ ਨੇ। ਤੁਸੀਂ ਕੋਈ ਰਾਜਨੀਤਿਕ ਸਵਾਲ ਹੋਵੇ ਤਾਂ ਕਾਲ ਕਰ ਸਕਦੇ ਹੋ। ਅਤੇ ਸੁਖੀ ਘੁੰਮਣ ਸਾਡੇ ਸਪਾਂਸਰ ਨੇ ਬੇਕਰਸਫੀਲਡ ਤੋਂ। ਯੂਨੀਅਨ ਵਿਲੇਜ ਟਰੱਕ ਸਟਾਪ ਹੈ, ਇੰਡੀਅਨ ਰੈਸਟੋਰੈਂਟ ਆ ਨਾਲ ਇਹਨਾਂ ਦਾ, ਅਤੇ ਜਿੱਥੋਂ ਤੁਸੀਂ ਟਰੱਕ ਵਾਸ਼ ਕਰਾ ਸਕਦੇ ਹੋ। ਦੇਸੀ ਘਿਓ ਦੇ ਪਰੌਂਠੇ, ਦਹੀਂ ਅਤੇ ਹੋਰ ਲਜ਼ੀਜ਼ ਪੰਜਾਬੀ ਖਾਣੇ ਤੁਹਾਨੂੰ ਇਸ ਸਟਾਪੇਜ 'ਤੇ ਮਿਲਣਗੇ। ਯੂਨੀਅਨ ਵਿਲੇਜ ਟਰੱਕ ਸਟਾਪ, ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500। ਬੇਕਰਸਫੀਲਡ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀਗਾ, ਉਸ ਜਗ੍ਹਾ 'ਤੇ ਸੁਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਹੈ। ਯੂਨੀਅਨ ਵਿਲੇਜ ਟਰੱਕ ਸਟਾਪ, ਇੰਡੀਅਨ ਰੈਸਟੋਰੈਂਟ। ਅਤੇ ਸਰ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ। ਮਿਹਰਬਾਨੀ ਟਵਾਣਾ ਸਾਹਿਬ, ਸ਼ੁਕਰੀਆ। ਮਿਹਰਬਾਨੀ ਜੀ। ਨਰਿੰਦਰ ਸਿੰਘ ਤੋਮਰ ਕਹਿੰਦੇ ਕਿਸਾਨ ਜੇ ਥੋੜ੍ਹੀ ਜਿਹੀ ਸਾਡੀ ਗੱਲ ਨਾਲ ਸਹਿਮਤ ਹੋਣ 1.5 ਸਾਲ ਦੀ ਰਿਪੀਲ ਵਾਸਤੇ, ਅਤੇ ਅਸੀਂ ਮੁਲਾਕਾਤ ਲਈ ਕਹਿੰਦੇ ਮੁੜ ਕੇ ਤਿਆਰ ਹਾਂ। ਅਤੇ ਉੱਧਰ ਕਈ ਸਾਰੇ ਸਵਾਲ ਆਏ ਨੇ ਬਾਈ ਜੀ ਹੋਰਾਂ ਦਾ, ਜੋਸ਼ਨ ਸਾਹਿਬ ਦਾ ਵੀ ਸੀਗਾ। ਕਹਿੰਦੇ ਹੁਣ ਪਾਰਲੀਮੈਂਟ 'ਚ ਕਹਿੰਦੇ ਖੇਤੀ ਕਰਨੀ ਹੈ, ਝੰਡਾ ਚਲਾਉਣਾ। ਟਕੈਤ ਹੋਰਾਂ ਦੀਆਂ ਬੜੀਆਂ ਤਿੱਖੀਆਂ ਟਕੋਰਾਂ ਨੇ ਸੈਂਟਰ ਨੂੰ। ਕੀ ਵੇਖਦੇ ਹੋ ਇਸ ਬਿਆਨਬਾਜ਼ੀ ਨੂੰ? ਜੀ ਸੁਰਿੰਦਰ ਜੀ, ਕੰਟੀਨਿਊ ਪਲੀਜ਼। ਹਾਂ ਟਵਾਣਾ ਸਾਹਿਬ, ਜਿੱਥੋਂ ਤੱਕ ਤੋਮਰ ਸਾਹਿਬ ਦਾ ਸਵਾਲ ਆ, ਤੋਮਰ ਸਾਹਿਬ ਕੀ ਪੂਰੇ ਦੀ ਪੂਰੀ ਕੇਂਦਰ ਸਰਕਾਰ ਜਿਹੜੀ ਉਹ ਹੜਬੜਾਈ ਹੋਈ ਆ, ਤੇ ਹੜਬੜਾ ਕੇ ਕੋਈ ਨਾ ਕੋਈ ਸਿੱਧੇ ਪੁੱਠੇ ਬਿਆਨ ਤਾਂ ਉਹਨਾਂ ਤੋਂ ਆਉਣੇ ਸੁਭਾਵਿਕ ਆ। 1.5 ਸਾਲ ਤੁਸੀਂ ਪਹਿਲਾਂ ਵੀ ਕਹਿੰਦੇ ਸੀ, 1.5 ਤੇ ਹੁਣ ਵੀ ਆਏ ਆ। ਵਿੱਚ ਜਦੋਂ 26 ਜਨਵਰੀ ਵਾਲਾ ਇੰਸੀਡੈਂਟ ਹੋਇਆ, ਉਦੋਂ ਤੁਸੀਂ ਆ ਗਏ ਸੀ ਕਿ ਅਸੀਂ ਇਕੱਲੀਆਂ ਸੋਧਾਂ ਹੀ ਕਰਨੀਆਂ। 1.5 ਸਾਲ ਲਈ ਉਹਨਾਂ ਨੂੰ ਪੈਂਡਿੰਗ ਕਿਉਂ ਕਰ ਰਹੇ ਹੋ? 1.5 ਸਾਲ ਦੇ ਬਾਅਦ ਕੀ ਕਰਨਾ ਉਹ ਤੇ ਦੱਸ ਦਿਓ, ਕਿ 1.5 ਸਾਲ ਬਾਅਦ ਫੇਰ ਲਾਗੂ ਕਰਨਾ। ਤੇ ਫਿਰ 1.5 ਸਾਲ ਬਾਅਦ ਕਰਨਾ ਤੇ ਕਾਹਦੇ ਲਈ ਕਰਨਾ? ਹੁਣ ਵੀ ਲਾਗੂ ਕਰ ਰਹੇ ਹੋ, 1.5 ਬਾਅਦ ਵੀ ਕਰਨਾ। ਟਵਾਣਾ ਸਾਹਿਬ, ਕਿਤੇ ਨਾ ਕਿਤੇ ਉਹਨਾਂ ਨੂੰ ਇਹ ਆ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਕਿਸਾਨੀ ਅੰਦੋਲਨ ਇਹਨਾਂ ਨੂੰ ਇੱਕ ਵਾਰ ਉਠਾ ਦਿੱਤਾ ਜਾਵੇ, ਤੇ ਤਾਂ ਕਿ ਦੁਬਾਰਾ ਇਹ ਇਕੱਠ ਨਾ ਹੋਵੇ, ਫਿਰ ਭੰਡੀ ਪ੍ਰਚਾਰ ਸਾਨੂੰ ਕਰਨਾ ਸੌਖਾ ਹੋ ਜਾਊਗਾ। ਇਸ ਕਰਕੇ ਟਵਾਣਾ ਸਾਹਿਬ ਸਾਰਾ ਵਾਵੇਲਾ ਹੋ ਰਿਹਾ। ਪਰ ਇਹ ਗੱਲ ਕਿਸਾਨ ਆਗੂ ਵੀ ਸਮਝਦੇ ਨੇ, ਇਹ ਸਰਕਾਰ ਵੀ ਸਮਝਦੀ, ਤੇ ਸਾਰੀ ਆਪੋਜੀਸ਼ਨ ਕੀ ਪੂਰੇ ਦਾ ਪੂਰਾ ਦੇਸ਼ ਸਮਝ ਰਿਹਾ ਕਿ ਜੇਕਰ ਇੱਕ ਵਾਰ ਕਿਸਾਨੀ ਅੰਦੋਲਨ ਉੱਠ ਗਿਆ ਤੇ ਦੁਬਾਰਾ ਇਹ ਵੇਵ ਨਹੀਂ ਬਣਨੀ। ਇਸ ਕਰਕੇ ਕਿਸਾਨ ਆਗੂ ਉੱਠਣ ਲਈ ਤਿਆਰ ਨਹੀਂ ਹੈ, ਤੇ ਕੇਂਦਰ ਸਰਕਾਰ ਕਸੂਤੀ ਫਸੀ ਹੋਈ। ਇਸ ਕਰਕੇ ਸਾਰਾ ਕੁਛ ਇਹ ਵਾਵੇਲਾ ਹੋ ਰਿਹਾ। ਹੁਣ ਰਹਿ ਗਈ ਗੱਲ ਰਕੇਸ਼ ਟਕੈਤ ਜੀ ਦੀ। ਦੇਖੋ ਗੱਲ ਇਹ ਆ ਟਵਾਣਾ ਸਾਹਿਬ, ਮੈਂ ਕੱਲ ਵੀ ਇਹ ਗੱਲ ਕਹੀ ਸੀ, ਏਦਾਂ ਦੇ ਸਲੋਗਨ ਜਿਹੜੇ ਆ ਉਹ ਇਹਨਾਂ ਅੰਦੋਲਨਾਂ 'ਚ ਹੋਣੇ ਸੁਭਾਵਿਕ ਆ, ਕਿਉਂਕਿ ਤੁਸੀਂ ਆਪਣਾ ਜਿੰਨਾ ਵੀ ਤੁਹਾਡਾ ਕੇਡਰ ਆ ਉਹਨੂੰ ਮੋਬਿਲਾਈਜ਼ ਕਰਨਾ ਤੇ ਜਦੋਂ ਕਰਨਾ ਹੈ ਤੇ ਉਹਦੇ ਲਈ ਸਲੋਗਨ ਹੋਇਆ ਕਰਦੇ ਹੁੰਦੇ ਆ। ਜੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ 2014 'ਚ ਇਹ ਕਹਿ ਕੇ ਸੱਤਾ 'ਚ ਆ ਸਕਦੇ ਆ ਕਿ ਹਰ ਇੱਕ ਦੇ ਅਕਾਊਂਟ 'ਚ 15-15 ਲੱਖ ਰੁਪਇਆ ਜਿਹੜਾ ਉਹ ਆਏਗਾ, ਤੇ ਫਿਰ ਭਾਈ ਜੇ ਅੱਜ ਇਹ ਗੱਲ ਰਕੇਸ਼ ਟਕੈਤ ਨੇ ਕਹਿਤੀ ਕਿ ਅਸੀਂ ਪਾਰਲੀਮੈਂਟ 'ਚ ਜਾ ਕੇ ਖੇਤੀ ਕਰਾਂਗੇ, ਤੇ ਕਿੱਡਾ ਕੁ ਗੁਨਾਹ ਹੋ ਗਿਆ? ਪਾਰਲੀਮੈਂਟ ਤਾਂ ਲੋਕਾਂ ਦੀ ਆ, ਤੁਸੀਂ ਤਾਂ ਲੋਕਾਂ ਨੂੰ 15-15 ਲੱਖ ਦੇਣ ਤੋਂ ਭੱਜ ਗਏ ਸੀ। ਇਸ ਕਰਕੇ ਟਵਾਣਾ ਸਾਹਿਬ, ਰਕੇਸ਼ ਟਕੈਤ ਹੋਣਾ ਨੇ ਚਾਹੇ ਗੁਰਨਾਮ ਸਿੰਘ ਚੜੂਨੀ ਨੇ, ਜੋ ਮਰਜ਼ੀ ਹੋ ਜਾਏ, ਪੂਰੇ ਭਾਰਤ ਦੇ ਅੰਦਰ ਪੰਜਾਬ ਤੋਂ ਬਾਹਰ ਜੇ ਕੋਈ 2 ਨਾਮ ਸਭ ਤੋਂ ਵੱਧ ਉੱਭਰੇ ਆ ਜਿਨ੍ਹਾਂ ਇਸ ਕਿਸਾਨੀ ਅੰਦੋਲਨ 'ਚ ਸਭ ਤੋਂ ਵੱਡਾ ਯੋਗਦਾਨ ਦਿੱਤਾ, ਤਾਂ ਰਕੇਸ਼ ਟਕੈਤ ਤੇ ਗੁਰਨਾਮ ਸਿੰਘ ਚੜੂਨੀ ਦਾ ਬਣਦਾ ਵਾ। ਇਸ ਕਰਕੇ ਜੇ ਇਹ ਸਲੋਗਨ ਦੇਤਾ ਤਾਂ ਏਡੀ ਕੋਈ ਗੱਲ ਨਹੀਂ ਗੀ। ਉਹ ਚਲੋ ਇਹ ਸੰਘਰਸ਼ ਨੂੰ ਲੜ ਰਹੇ ਆ, ਔਰ ਬਾਕੀ ਦੇ ਨਾਲ ਉਹ ਬੋਲ ਰਹੇ ਆ। ਇਹੀ ਵੱਡੀ ਗੱਲ ਆ ਕਿ ਦੇਖੋ ਪੰਜਾਬ ਵਾਲੇ ਤਾਂ ਪੰਜਾਬ ਤੋਂ ਜਾ ਕੇ ਲੜ ਰਹੇ ਆ, ਲੇਕਿਨ ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਂਚਲ ਵਾਲੇ ਬੀਜੇਪੀ ਦੀਆਂ ਲੋਕਲ ਸਰਕਾਰਾਂ ਹੋਣ ਦੇ ਬਾਵਜੂਦ ਏਡੀ ਜ਼ਬਰਦਸਤ ਟੱਕਰ ਦੇ ਰਿਹਾ ਟਵਾਣਾ ਸਾਹਿਬ। ਇਸ ਕਰਕੇ ਉਹਨਾਂ ਦੀ ਤਾਰੀਫ ਕਰਨੀ ਬਣਦੀ ਆ ਕਿ ਜੋ ਕੁਛ ਮਰਜ਼ੀ ਹੋਵੇ, ਏਡੀ ਮੂਰਖਤਾਈ ਤੇ ਨਹੀਂ ਉਹ ਕਰਨ ਲੱਗੇ ਕਿ 5 ਲੱਖ ਟਰੈਕਟਰ ਜਿਹੜਾ ਉਹ ਲੈ ਕੇ ਜਾ ਕੇ ਜਾਂ 40 ਲੱਖ ਟਰੈਕਟਰ ਲੈ ਕੇ ਪਾਰਲੀਮੈਂਟ ਤੇ ਚੜ ਜਾਣਗੇ। ਟਵਾਣਾ ਸਾਹਿਬ, ਇਹ ਸਲੋਗਨ ਹੁੰਦੇ ਆ, ਤੇ ਸਲੋਗਨ ਮੋਸਟਲੀ ਜਿਹੜੇ ਆ ਉਹ ਇਹਨਾਂ ਅੰਦੋਲਨਾਂ ਦੇ ਵਿੱਚ ਦਿੱਤੇ ਜਾਇਆ ਕਰਦੇ ਆ, ਤੇ ਉਹ ਦੇ ਦਿੱਤਾ ਉਹਨਾਂ ਨੇ, ਤੇ ਇਸ ਕਰਕੇ ਕੋਈ ਗੁਨਾਹ ਜਿਹੜਾ ਉਹ ਨਹੀਂ ਗਿਣਿਆ ਜਾ ਸਕਦਾ। ਅੱਛਾ, ਇਸ ਦੌਰਾਨ ਅੱਜ ਦੀਆਂ ਕੀ ਸਿਆਸੀ ਕਾਰਵਾਈਆਂ ਰਹੀਆਂ, ਕੀ ਕਿਸਾਨੀ ਕਾਰਵਾਈਆਂ ਰਹੀਆਂ, ਉਹਦੇ ਤੇ ਚਰਚਾ ਕਰਾਂਗੇ। ਪਰ ਦੀਪ ਸਿੱਧੂ ਜਾਂ ਜਿਹੜੇ ਕੇਸ ਦਰਜ ਹੋਏ ਨੇ ਉਹਨਾਂ ਦੇ ਬਾਰੇ ਸੱਚ ਸਾਹਮਣੇ ਆਉਣ ਲੱਗਾ ਕਿ ਐਡੀ ਗੱਲ ਨਹੀਂ ਜਿਵੇਂ ਕਹਿੰਦੇ ਸੀ, ਪਤਾ ਨਹੀਂ ਟੰਗ ਦਿੱਤੇ ਜਾਣਗੇ, ਦੀਪ ਸਿੱਧੂ ਤਾਂ ਬਹੁਤ ਵੱਡੀ ਕੁਰਬਾਨੀ ਕਰ ਰਿਹਾ,
ਬਾਕੀ ਵੀ ਜਿਹੜੇ ਫੜੇ ਗਿਆ ਲੋਕ ਨੇ ਉਹਨਾਂ 'ਤੇ ਕਾਨੂੰਨਨ ਜਿੰਨੀ ਕੁ ਬੰਦਿਸ਼ ਹੁੰਦੀ ਹੈ। ਹੁਣ ਜੇ ਰਵੀ ਦਿਸ਼ਾ ਦੇ ਮਾਮਲੇ 'ਚ ਜਸਟਿਸ ਧਰਮਿੰਦਰ ਰਾਣਾ ਸਰਕਾਰ ਨੂੰ ਇਹ ਇੰਨੀ ਤਾੜਨਾ ਕਰ ਸਕਦਾ ਕਿ ਭਾਈ ਜ਼ਖਮੀ ਹੋਏ ਗਰੂਰ ਨੂੰ ਮੱਲਮ ਲਾਉਣ ਵਾਸਤੇ ਦੇਸ਼ ਧਰੋਹ ਦੇ ਪਰਚੇ ਕਰਨੇ ਜਾਇਜ਼ ਨਹੀਂ ਹੈ। ਮਤਲਬ ਅਦਾਲਤਾਂ ਨੇ ਅਜੇ ਕਿਤੇ ਨਾ ਕਿਤੇ ਹਾਂ ਦਾ ਨਾਅਰਾ ਰੱਖਿਆ ਹੋਇਆ। ਇਸ ਦੌਰਾਨ ਕੀ ਮਹਿਸੂਸ ਕਰਦੇ ਹੋ ਕਿ ਇਹ ਗੱਲਾਂ ਹੁਣ ਸਾਹਮਣੇ ਆ ਗਈਆਂ ਕਿ ਦੀਪ ਸਿੱਧੂ ਜਿਨ੍ਹਾਂ ਦੀ ਇਸ ਗ੍ਰਿਫਤਾਰੀ ਨੂੰ ਬਹੁਤ ਵੱਡੀ ਕੁਰਬਾਨੀ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਸੀ, ਹੁਣ ਪਤਾ ਲੱਗਣ ਲੱਗ ਗਿਆ ਕਿ ਕਿਹੜੇ ਕਿਹੜੇ ਕੇਸ ਨੇ ਮੇਰੇ ਖਿਆਲ ਜਲਦ ਰਿਹਾਈ ਹੋ ਜਾਣੀ ਹੈ ਦੀਪ ਹੋਰਾਂ ਦੀ, ਜਾਂ ਕੀ ਸਥਿਤੀ ਹੈ? ਜੀ ਟਵਾਣਾ ਸਾਹਿਬ, 1 ਹਫ਼ਤੇ ਦੇ ਅੰਦਰ ਦੀਪ ਸਿੱਧੂ ਦੀ ਰਿਹਾਈ ਹੋ ਜਾਣੀ ਹੈ। ਜੋ ਕੇਸ ਉਹਦੇ ਤੇ ਪਾਏ ਗਏ ਆ, 1 ਹਫ਼ਤੇ ਤੋਂ ਬਾਅਦ ਦਾ ਸਮਾਂ ਨਹੀਂ ਲੱਗਣਾ। ਗੱਲ ਕੀ ਆ ਕਿ ਦੇਖੋ, ਭਾਰਤ ਸਰਕਾਰ ਨੇ ਕਿੱਡਾ ਵਾਵਿਲਾ ਖੜਾ ਕੀਤਾ ਕਿ ਦੇਸ਼ ਦੇ ਵਿਰੁੱਧ ਜੰਗ ਛੇੜ ਦਿੱਤੀ। ਦੇਖੋ ਜੀ, ਲਾਲ ਕਿਲੇ ਤੇ ਉੱਤੇ ਜਾ ਕੇ ਤਿਰੰਗੇ ਦਾ ਅਪਮਾਨ ਕਰ ਦਿੱਤਾ ਤੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਚਲਾ ਦਿੱਤਾ। ਉੱਥੇ ਟਵਾਣਾ ਸਾਹਿਬ ਗੱਲ ਤੇ ਆ ਕਿ ਤੁਸੀਂ ਇੱਕ ਬੰਨੇ ਵਾਵਿਲਾ ਕੀਤਾ, ਇੱਕ ਬੰਨੇ ਤੁਸੀਂ ਉਕਸਾ ਕੇ ਤੁਹਾਡੀ ਪਲਾਨਿੰਗ ਦੇ ਨਾਲ ਲਾਲ ਕਿਲੇ ਦੇ ਵਿੱਚ ਤੁਸੀਂ ਐਂਟਰੀ ਕਰਵਾਈ। ਜਿਹੜਾ ਦਿੱਤਾ ਹੋਇਆ ਰੂਟ ਸੀ ਉਸ ਰੂਟ ਨੂੰ ਤੋੜਨ ਦੇ ਲਈ ਤੁਸੀਂ ਖੁਦ ਇੱਕ ਜਥੇਬੰਦੀ ਨੂੰ ਉਕਸਾਇਆ। ਉਹਦੇ ਬਾਅਦ ਤੁਸੀਂ ਕਿਸ ਤਰ੍ਹਾਂ ਜਿਹੜੇ ਤੁਹਾਡੇ ਹੱਥ ਠੋਕੇ ਸੀ ਉਹਨਾਂ ਨੂੰ ਤੁਸੀਂ ਭੜਕਾ ਕੇ ਤੇ ਲਾਲ ਕਿਲੇ ਦੇ ਗੇਟ ਖੋਲ ਕੇ, ਉਹ ਵੀ 26 ਜਨਵਰੀ ਵਾਲੇ ਦਿਨ ਜਦੋਂ ਕਿ ਗਣਤੰਤਰ ਦਿਵਸ ਦੀ ਪਰੇਡ ਹੋ ਕੇ ਹੋਏ ਹਟੀ ਹੋਵੇ, ਉਸ ਵੇਲੇ ਤੁਸੀਂ ਏਡੀ ਵੱਡੀ ਤਾਦਾਦ ਦੇ ਵਿੱਚ ਉੱਥੇ ਐਂਟਰੀ ਪਵਾ ਦਿੱਤੀ। ਤੁਹਾਡੀ ਫੋਰਸ ਕਿੱਥੇ ਸੀਗੀ? ਟਵਾਣਾ ਸਾਹਿਬ, ਜਾਣ ਬੁੱਝ ਕੇ ਕਰਵਾਇਆ ਗਿਆ, ਭੰਡੀ ਪ੍ਰਚਾਰ ਕੀਤਾ ਗਿਆ, ਭੰਡਣ ਦਾ ਪੂਰਾ ਤਰੀਕਾ ਅਪਣਾਇਆ ਗਿਆ। ਤੇ ਉਹਦੇ ਬਾਅਦ ਆ ਕੇ ਦੇਖੋ ਕੀਤਾ ਕੀ ਆ, ਕੇਵਲ ਤੇ ਕੇਵਲ ਤੁਸੀਂ ਉਹਨਾਂ ਤੇ ਦੇਸ਼ ਧਰੋਹੀ ਕਿ ਇਹਨਾਂ ਨੇ ਦੇਸ਼ ਦੇ ਵਿਰੁੱਧ ਜੰਗ ਛੇੜਨ ਦਾ ਐਲਾਨ ਕੀਤਾ। ਗੱਲ ਖਤਮ, ਉਹ ਧਾਰਾ ਲਾਤੀ। ਉਹਦੇ ਨਾਲ ਕੋਈ UAPA ਨਹੀਂ, ਕੋਈ ਕੁਛ ਨਹੀਂ ਹੈ। ਉਹ ਚ 124 ਇਹ ਲਾਤੀ, ਗੱਲ ਖਤਮ। ਉਹ ਚ ਜ਼ਮਾਨਤ ਹੋ ਜਾਣੀ ਆ, ਗੱਲ ਹੀ ਕੁਛ ਨਹੀਂ। ਤੇ ਫਿਰ ਵਾਹ-ਵੇਲਾ ਕਿਉਂ ਕੀਤਾ? ਫਿਰ ਅਰੈਸਟ ਕਿਉਂ ਕਰਨਾ ਸੀ? ਉਸ ਕੇਸ 'ਚ ਕੋਈ ਸਜ਼ਾ ਨਹੀਂ ਹੋਣੀ, ਕੋਈ ਕੁਛ ਨਹੀਂ ਹੋਣਾ। 2 ਸਾਲ ਚੱਲੇ, 3 ਚੱਲੇ, 4 ਚੱਲੇ, ਗੱਲ ਖਤਮ, ਕੇਸ ਖਤਮ ਹੋ ਜਾਣਾ। ਮਤਲਬ ਟੈਕਨੀਕਲ ਜੇ ਦੇਖਿਆ ਜਾਵੇ, ਕਿਉਂਕਿ ਆ 1-2 ਕੇਸਾਂ 'ਚ ਕਿਉਂਕਿ ਬੜੇ ਜਾਗਦੀ ਜ਼ਮੀਰ ਵਾਲੇ ਮਾਣਯੋਗ ਜਸਟਿਸ ਵੀ ਬੈਠੇ ਨੇ, ਜਿਵੇਂ ਧਰਮਿੰਦਰ ਰਾਣਾ ਨੇ ਚੰਗੀ ਖਿਚਾਈ ਕੀਤੀ ਹੈ ਰਵੀ ਦਿਸ਼ਾ ਦੇ ਮਾਮਲੇ 'ਚ। ਇਸ ਸਾਰੇ ਸਿਲਸਿਲੇ ਦੇ ਦੌਰਾਨ ਕਿ ਜਿਵੇਂ ਇਹਨਾਂ ਨੇ ਵਾਵੇਲਾ ਖੜਾ ਕੀਤਾ ਸੀ ਕਿ ਪਤਾ ਨਹੀਂ, ਮੋਦੀ ਸਾਹਿਬ ਵੀ ਕਹਿੰਦਾ ਸੀ ਅੱਜ ਮੇਰਾ ਮਨ ਬਹੁਤ ਦੁਖੀ ਹੈ, ਤਿਰੰਗੇ ਦਾ ਅਪਮਾਨ ਹੋ ਗਿਆ। ਜਦੋਂ ਭਾਈ ਪਸੀਨਾ ਪੂੰਝਦਾ ਸੀ ਤਿਰੰਗੇ ਨਾਲ ਉਦੋਂ, ਹੈ ਨਾ, ਜਦੋਂ ਸਾਈਨ ਕਰਦਾ ਸੀ ਉਦੋਂ, ਜਦੋਂ ਤੁਹਾਡੇ ਭਾਜਪਾ ਵਾਲੇ ਤਿਰੰਗੇ ਨਾਲ ਕਰਦੇ ਸੀ ਉਦੋਂ। ਉਹ ਡਰਾਮਾ ਸੀ ਜਾਂ ਫਿਰ ਅਦਾਲਤ ਦੀਆਂ ਝਿੜਕਾਂ ਤੋਂ ਡਰਦੇ, ਅਦਾਲਤ ਦੇ ਵਿੱਚ ਹੋਣ ਵਾਲੀ ਬੇਇੱਜ਼ਤੀ ਤੋਂ ਡਰਦੇ ਇਹਨਾਂ ਨੇ ਇਹਨਾਂ ਲੋਕਾਂ 'ਤੇ, ਦੀਪ ਸਿੱਧੂ ਹੋਰਾਂ 'ਤੇ ਲਾਉਣ ਨੂੰ ਪਰਚਾ UAPA ਕਿਸੇ 'ਤੇ ਵੀ ਪਾ ਸਕਦੇ ਨੇ। ਇਹ ਕੋਈ ਸੁਣਵਾਈ ਥੋੜ੍ਹੀ ਹੈ। ਕੀ ਉਸ ਬਦਨਾਮੀ ਤੋਂ ਡਰਦਿਆਂ ਨੇ ਨਹੀਂ ਪਾਇਆ, ਜਾਂ ਰਾਹਤ ਦੇਣ ਦੇ ਵਾਸਤੇ ਕਿ ਜਲਦ ਕੱਢਣਾ ਪਊ? ਕਿਉਂਕਿ ਜੇ UAPA ਪੈ ਜਾਂਦਾ ਥੋੜ੍ਹਾ ਲੇਟ ਵੀ ਹੋ ਸਕਦਾ ਸੀਗਾ। ਪਰ ਇਸ ਦੇ ਪੈਰਲਰ ਕਿਸਾਨ ਜਿਹੜੇ ਗਏ ਹੀ ਨਹੀਂ ਉੱਧਰ, ਉਹਨਾਂ 30-35 ਬੰਦਿਆਂ 'ਤੇ UAPA ਠੋਕਿਆ ਹੋਇਆ। ਹਾਲਾਂਕਿ ਕੁਰਬਾਨੀ ਆ ਜਿਹੜੇ ਆ ਸਾਡੇ ਸਿੱਖ ਵੀਰ ਨੇ, ਇਹ ਕਹਿੰਦੇ ਕੁਰਬਾਨੀ ਉਹ ਦੀਪ ਦੀ ਆ, ਕਾਮਰੇਡ ਦਾ ਕਹਿੰਦੇ ਖੁੱਲ੍ਹੇ ਫਿਰਦੇ ਨੇ। ਅਤੇ ਇਸ ਦੌਰਾਨ ਉਹਨਾਂ 'ਤੇ, ਕਿਸਾਨਾਂ 'ਤੇ UAPA ਕਿਉਂ? ਉਹਨਾਂ 'ਤੇ ਤਾਂ ਬਣਦਾ ਹੀ ਨਹੀਂ। ਜੇ ਇਹਨਾਂ ਨੂੰ ਲੱਗਦਾ ਸੀ ਕਿ ਲਾਲ ਕਿਲੇ ਦਾ ਐਡਾ ਅਪਮਾਨ ਹੋ ਗਿਆ ਭਾਈ ਤਿਰੰਗੇ ਦਾ, ਅਤੇ ਤੁਸੀਂ ਲਾ ਦਿਓ UAPA। ਉਹਨਾਂ 'ਤੇ ਕਿਉਂ ਨਹੀਂ ਲਾਈ ਅਤੇ ਇਹਨਾਂ 'ਤੇ ਕਿਉਂ ਲਾਈ ਹੈ? ਕਾਰਨ ਕੀ ਸੀਗੇ? ਜੀ ਟਵਾਣਾ ਸਾਹਿਬ, ਕਿਸਾਨ ਆਗੂਆਂ ਨੂੰ 27 ਜਨਵਰੀ ਨੂੰ ਇੱਕ ਨੋਟਿਸ ਇਸ਼ੂ ਕੀਤਾ ਗਿਆ ਕਿ 3 ਦਿਨ ਦੇ ਵਿੱਚ ਜਵਾਬ ਦਿਓ, ਕਿਉਂ ਨਾ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾਵੇ। ਤੁਸੀਂ ਜਿਹੜਾ ਰੂਟ ਦਿੱਲੀ ਪੁਲਿਸ ਨਾਲ ਤੈਅ ਕੀਤਾ ਗਿਆ ਸੀ, ਉਸ ਤੈਅ ਰੂਟ ਤੋਂ ਤੁਸੀਂ ਬਾਹਰ ਜਾ ਕੇ ਪਰੇਡ ਕੀਤੀ ਆ। ਉਹਨਾਂ ਨੇ 3 ਦਿਨ 'ਚ ਜਵਾਬ ਦੇਣਾ ਸੀ, ਲੇਕਿਨ 27 ਤਰੀਕ ਨੂੰ ਹੀ ਉਹਨਾਂ ਦੇ ਵਿਰੁੱਧ ਆਲਰੇਡੀ FIR ਦਰਜ ਕਰਤੀ। ਪਹਿਲਾਂ ਉਹਦੇ 'ਚ 5 ਆਗੂ ਲਏ ਗਏ, ਜੋਗਿੰਦਰ ਜਾਦਵ, ਡਾਕਟਰ ਦਰਸ਼ਨਪਾਲ, ਮੇਗਾ ਪਾਟੇਕਰ ਤੇ ਰਕੇਸ਼ ਟਕੈਤ। ਇਹਨਾਂ ਤੇ ਇਹ ਕੁੱਲ 5 ਵਿਅਕਤੀ ਸੀ ਜਿਨ੍ਹਾਂ ਤੇ UAPA ਐਕਟ ਲਗਾਇਆ ਗਿਆ। ਮੁੜ ਕੇ ਕਰਦੇ 40 ਦੇ 40 ਹੀ UAPA 'ਚ ਜਿਹੜੇ ਆ ਉਹ ਟੰਗ ਦਿੱਤੇ ਗਏ। ਹੁਣ ਟਵਾਣਾ ਸਾਹਿਬ, ਇਹ ਆਗੂ ਤਾਂ ਉਹ ਨੇ ਜਿਹੜੇ ਕਿ ਜਿਹੜਾ ਤੈਅਸ਼ੁਦਾ ਰੂਟ ਸੀ ਉਸ ਤੋਂ ਬਾਹਰ ਗਏ ਹੀ ਨਹੀਂ। ਜੇ ਉਹ ਉਸ ਤੋਂ ਬਾਹਰ ਨਹੀਂ ਗਏ ਤੇ ਫਿਰ ਉਹਨਾਂ ਤੇ UAPA ਕਿੱਥੋਂ ਬਣਦਾ ਸੀ? ਹੁਣ ਟਵਾਣਾ ਸਾਹਿਬ, ਕਾਂਗਰਸ ਦੇ ਸਪੋਕਸਮੈਨ ਖੁੱਲ੍ਹ ਕੇ ਬੋਲਣ ਲੱਗ ਗਏ ਆ। ਉਹ ਵੀ ਕਹਿਣ ਲੱਗ ਗਏ ਆ ਕਿ ਭਾਈ ਅਮਿਤ ਸ਼ਾਹ ਅਸਤੀਫਾ ਦੇਵੇ।
ਸਪੋਕਸਮੈਨ ਆ ਰਣਦੀਪ ਸੁਰਜੇਵਾਲਾ ਕਾਂਗਰਸ ਦਾ, ਉਹਨੇ ਕਿਹਾ, ਕਹਿੰਦਾ ਲਾਲ ਕਿਲੇ ਦੇ ਗੇਟ ਕਿਉਂ ਖੋਲੇ, ਕਿਹਨੇ ਜਾਣ ਦੀ ਇਜਾਜ਼ਤ ਦਿੱਤੀ ਆ, ਇਹਦਾ ਜਵਾਬ ਤਾਂ ਦੇ ਦਿਓ। ਇੱਕ ਬੰਨੇ ਤੁਸੀਂ ਉਕਸਾਉਂਦੇ ਹੋ, ਉਕਸਾ ਕੇ ਉੱਥੋਂ ਤੱਕ ਲੈ ਕੇ ਜਾਂਦੇ ਹੋ, ਫਿਰ ਭੰਡੀ ਪ੍ਰਚਾਰ ਕਰਦੇ ਹੋ। ਫਿਰ ਭਾਈ ਹੁਣ ਇਹ ਸੀ ਵੀ ਜੇ ਉਹਨਾਂ ਦੇ UAPA ਲਾਤਾ ਟਵਾਣਾ ਸਾਹਿਬ, 2 ਸਾਲ ਸੁਣਵਾਈ ਕੋਈ ਨਹੀਂ ਸੀ। ਫਿਰ ਜਿਸ ਤਰ੍ਹਾਂ ਉਹਦੇ ਚ NSA ਚ ਸੀ, ਨੈਸ਼ਨਲ ਸਿਕਿਉਰਿਟੀ ਐਕਟ ਸੀ, 3 ਮਹੀਨੇ ਤੱਕ ਕੋਈ ਸੁਣਵਾਈ ਨਹੀਂ ਸੀ। 3 ਮਹੀਨੇ ਦੇ ਅੰਦਰ ਇੱਕ ਬੈਂਚ ਬਣਦਾ ਸੀ, ਬੈਂਚ ਦੇ ਮੂਹਰੇ ਪੇਸ਼ ਹੋਈਦਾ ਸੀ। ਉਹ ਬੈਂਚ ਜੇ ਤੁਹਾਡੀ ਕਨਫਰਮ ਕਰ ਦਿੰਦਾ ਸੀ, ਜੇ 1 ਸਾਲ ਦੀ NSA ਸੀ ਜਦੋਂ 1 ਸਾਲ ਰਹਿਣਾ ਪੈਂਦਾ ਸੀ, ਜੇ 2 ਦੀ ਤੇ 2 ਰਹਿਣਾ ਪੈਂਦਾ ਸੀ। ਜੇ ਨਹੀਂ ਕਨਫਰਮ ਹੁੰਦੀ ਸੀ ਤੇ NSA ਟੁੱਟ ਜਾਂਦੀ ਸੀ ਤੇ ਤੁਹਾਨੂੰ ਰਿਲੀਫ ਮਿਲਦੀ ਸੀ। ਇਹ ਹਾਲਾਤ ਸੀ। ਹੁਣ UAPA ਚ ਤੁਸੀਂ ਲੈ ਆਂਦਾ, ਉਸ ਐਕਟ ਚ ਸੋਧ ਕਰਦੇ ਕਰਦੇ ਤੁਸੀਂ 1962 ਵਾਲੇ ਚ ਤੁਸੀਂ ਲੈ ਆਏ, ਇਹ ਕਰ ਦਿੱਤਾ ਕਿ ਇਸ ਦੇ ਵਿੱਚ ਕਿਸੇ ਵੀ ਸਿੰਗਲ ਵਿਅਕਤੀ ਨੂੰ ਦਹਿਸ਼ਤਗਰਦ ਐਲਾਨਿਆ ਜਾ ਸਕਦਾ। ਪਹਿਲਾਂ ਇੱਕ ਜਥੇਬੰਦੀ ਹੁੰਦੀ ਸੀ, ਫਿਰ ਤੁਸੀਂ ਸਿੰਗਲ ਵਿਅਕਤੀ ਨੂੰ ਕਰਤਾ। ਹੁਣ ਤੁਸੀਂ ਜਿਹੜੇ ਕਿਸਾਨ ਆਗੂ ਰੂਟ ਤੋੜ ਕੇ ਗਏ ਨਹੀਂ, ਜੇ ਇਹ ਮੰਨਿਆ ਕਿ ਦੀਪ ਨੇ ਚਲੋ ਖਾਲਿਸਤਾਨ ਦਾ ਨਾਅਰਾ ਨਹੀਂ ਲਾਇਆ, ਗੱਲ ਜਾਇਜ਼ ਆ ਤੁਹਾਡੀ, ਨਹੀਂ ਬਣਦਾ UAPA ਜਾਂ ਹੋਰ ਨਹੀਂ ਬਣਦਾ ਉਹਦੇ ਤੇ। ਇਸ ਦੌਰਾਨ ਜਿਹੜਾ ਇਕਬਾਲ ਸਿੰਘ ਨਿਹੰਗ ਹੈ, ਜਿਹੜਾ ਉੱਥੇ ਖਾਲਿਸਤਾਨ ਦਾ ਘੰਟਾ ਪ੍ਰਚਾਰ ਕਰਦਾ ਰਿਹਾ, 1 ਘੰਟਾ ਲੱਗਿਆ ਰਿਹਾ, ਖਾਲਿਸਤਾਨ ਦੇ ਬਾਰੇ ਗੱਲਾਂ ਕਰਦਾ ਰਿਹਾ। ਜੇ ਤੁਹਾਨੂੰ ਲੱਗਦਾ ਕਿ ਖਾਲਿਸਤਾਨ ਐਡਾ ਹੋਊਗਾ, ਜਿਵੇਂ ਤੁਸੀਂ ਪੂਰੇ ਹਿੰਦੁਸਤਾਨ ਦੇ ਹਿੰਦੂ ਵੋਟਰ ਨੂੰ ਡਰਾ ਕੇ ਖਾਲਿਸਤਾਨ ਦਾ ਹੋਊਗਾ ਖੜਾ ਕਰਕੇ ਪੰਜਾਬ 'ਚ ਆਪਣੀ ਸਰਕਾਰ ਚਲਾਉਣਾ ਚਾਹੁੰਦੇ ਹੋ, ਤਾਂ ਫਿਰ ਇਕਬਾਲ ਸਿੰਘ ਹੋਰਾਂ 'ਤੇ ਜਾਂ ਹੋਰਾਂ 'ਤੇ ਤੁਸੀਂ ਦੇਸ਼ ਵਿਰੋਧੀ ਸਾਜ਼ਿਸ਼ ਦਾ ਸਖਤ ਤੋਂ ਸਖਤ ਮੁਕੱਦਮਾ ਕਿਉਂ ਨਹੀਂ ਕੀਤਾ? ਇਹਦਾ ਮਤਲਬ ਤੁਸੀਂ ਚਾਹੁੰਦੇ ਕਿ ਲੋਕ ਰੋਜ਼ ਖਾਲਿਸਤਾਨ ਦੀ ਗੱਲ ਕਰਨ, ਉਸ ਦਾ ਰੌਲਾ ਪਾ ਕੇ ਭਾਰਤ ਦੇ ਵੋਟਰਾਂ ਨੂੰ ਡਰਾਇਆ ਜਾਵੇ ਕਿ ਦੇਖੋ ਪੰਜਾਬੀ ਖਾਲਿਸਤਾਨ ਚਾਹੁੰਦੇ ਨੇ। ਫਿਰ ਇਹ ਡਰਾਮਾ ਦੋਹਰਾ ਕਿਉਂ? ਆਪਣੇ ਨਾਲ ਬਾਈ ਜੀ ਜੁੜੇ ਨੇ 9393। ਬਲਵੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਟਵਾਣਾ ਸਾਹਿਬ, ਤੁਹਾਡੇ ਗੈਸਟ ਨੂੰ ਵੀ ਸਤਿ ਸ਼੍ਰੀ ਅਕਾਲ। ਮੈਂ ਨਾ ਕੱਲ ਪ੍ਰੋਗਰਾਮ ਦੀ ਸੁਣਦਾ ਸੀਗਾ ਤੇ ਮੈਂ ਜਿਹੜੀ ਰੈਲੀ ਬਾਰੇ ਗੱਲ ਕਰਨੀ, 1 ਮਿੰਟ ਸ਼ਾਇਦ ਮੈਂ ਲੈ ਜਾਵਾਂ। ਇਹ ਟਵਾਣਾ ਸਾਹਿਬ ਜਿਹੜੇ ਹੈ ਨਾ ਉਂਗਲਾਂ ਉੱਠ ਰਹੀਆਂ ਸੀਗੀਆਂ, ਲੱਖੇ ਸਿਧਾਣੇ ਦੀ ਰੈਲੀ ਜਿਹੜੀ ਹੈ ਕਾਂਗਰਸ ਨੇ ਔਰਗੇਨਾਈਜ਼ ਕੀਤੀ ਆ, ਇਹਦੇ ਨਾਲ ਦੇਖੋ ਇਹਨੂੰ ਤੁਸੀਂ ਰਾਜਨੀਤੀ ਨਾਲ ਜੋੜ ਕੇ ਪੂਰੀ ਤਰ੍ਹਾਂ ਦੇਖੋ ਵੀ ਜਿਹੜਾ ਲੱਖਾ ਸਿਧਾਣਾ ਆ ਉਹ ਤਾਂ ਆਪ ਹੀ ਮੰਨ ਰਿਹਾ ਵੀ ਪਹਿਲਾਂ ਮਲੂਕੇ ਹੋਣਾ ਨਾਲ ਜਾਂ ਸੇਖੋ ਹੋਣਾ ਦੇ ਨਾਲ ਸੀਗੇ, ਉਹਦੇ ਨਾਲ ਸੀ ਉਹਦੇ ਰਿਲੇਸ਼ਨ। ਪਰ ਅੱਜ ਕੱਲ ਉਹਦੇ ਮਨਪ੍ਰੀਤ ਬਾਦਲ ਜਾਂ ਸੁੱਖੀ ਰੰਧਾਵਾ ਉਹਨੂੰ ਯੂਜ਼ ਕਰ ਰਿਹਾ, ਉਹਨੂੰ ਵੀ ਉਹਨੂੰ ਪਤਾ ਜਾਂ ਨਹੀਂ। ਤੁਸੀਂ ਦੇਖੋ ਵੀ ਉੱਥੇ ਹੁਣ ਬਾਘੇ ਪੁਰਾਣੇ ਦਾ MLA ਦਾ ਮੁੰਡਾ ਜਾ ਰਿਹਾ ਆ। ਸੋ ਇਹ ਜਿਹੜਾ ਤੁਸੀਂ ਇਹਨੂੰ 22 ਦੇ ਨਾਲ ਜੋੜੋ, ਜਿਹੜਾ ਇਹ ਇਲਾਕਾ ਹੈ ਨਾ 20-22 ਸੀਟਾਂ ਆ, ਇਹ ਤੋਂ 2017 ਚ ਅਕਾਲੀ ਦਲ ਨੂੰ ਮੇਰੇ ਖਿਆਲ 1-2 ਸੀਟਾਂ ਆਈਆਂ ਸੀਗੀਆਂ, ਤੁਸੀਂ ਬੁਢਲਾਡੇ ਤੋਂ ਲੈ ਕੇ ਬਾਘੇ ਪੁਰਾਣੇ ਦਾ ਏਰੀਆ। ਪਰ ਜਦੋਂ ਸਾਲ ਬਾਅਦ ਇਲੈਕਸ਼ਨ ਹੋਈ ਪਾਰਲੀਮੈਂਟ ਦੀ, ਚਲੋ ਮਾਨਸੇ ਤੇ ਬਠਿੰਡੇ ਤੋਂ ਆਪਾਂ ਮੰਨ ਸਕਦੇ ਵੀ ਉੱਥੇ BJP ਦੀ ਵੋਟ ਸੀ। ਇਹ ਸਾਰੇ ਹਲਕਿਆਂ ਦੇ ਵਿੱਚ ਅਕਾਲੀ ਦਲ ਨੇ ਆਪਣੀ ਲੀਡ ਲੈ ਲਈ ਆ, ਜਾਂ ਉਹ ਦੂਜੇ ਨੰਬਰ ਤੇ ਰਿਹਾ ਮੋਸਟਲੀ ਸੀਟਾਂ ਦੇ। ਈਵਨ ਤੁਸੀਂ ਬਾਘੇ ਪੁਰਾਣੇ ਵੱਲ ਵੀ ਦੇਖ ਲਓ ਤੇ ਕੁਝ 100 ਵੋਟਾਂ ਨਾਲ ਹੀ ਕਾਂਗਰਸ ਦੀ ਲੀਡ ਸੀਗੀ। ਸੋ ਇਹਨੂੰ ਕਾਂਗਰਸ ਨੂੰ ਲੱਗ ਰਿਹਾ ਵੀ ਇਹ ਖਿੱਤੇ ਦੇ ਵਿੱਚ ਇਹਦਾ ਥੋੜਾ ਬਹੁਤਾ ਹੈਗਾ ਆ ਆਪਣੇ ਲੱਖੇ ਸਿਧਾਣੇ ਦਾ, ਇਹਨੂੰ ਯੂਜ਼ ਕਰ ਰਹੇ ਉਹ। ਸੋ ਤੁਸੀਂ ਕਰੀਬ ਦੇਖੋ ਵੀ ਮੈਂ ਇਹਦੇ ਪੂਰੇ ਕਈ ਵਾਰੀ ਵੀਡੀਓ ਦੇਖਿਆ, ਇਹਨੇ ਕਦੀ ਮਨਪ੍ਰੀਤ ਬਾਦਲ ਦੇ ਵਿਰੁੱਧ ਨਹੀਂ ਬੋਲਿਆ ਵੀ ਉਹ ਮੀਡੀਆ 'ਚ ਸ਼ਾਮਲ ਹੋਇਆ, ਨਾ ਇੰਨੇ ਮੁੰਡੇ ਅੱਗੇ ਸ਼ਰਾਬ ਨਾ ਮਾਰ ਕੇ। ਕਾਂਗਰਸ ਨੇ ਬਹੁਤ ਖੁੱਲ ਕੇ ਨਹੀਂ ਇਹ ਸਟੇਟਮੈਂਟ ਦਿੰਦਾ। ਜੇ 30-32 ਮਿੰਟ ਲਾਉਣਾ ਵਿੱਚ 2-3 ਮਿੰਟ ਹੁੰਦੇ ਉਹ ਤਾਂ ਖਾਣਾ ਪੂਰਤੀ ਲਈ ਹੁੰਦਾ ਵੀ ਜਿੱਦਾਂ ਖੁੱਲ ਕੇ ਅਕਾਲੀ ਦਲ ਨੂੰ ਟਾਰਗੇਟ ਕਰਦਾ, ਹਰ ਉਹਨੂੰ ਵਾਏ ਵੀ ਕੀ ਇਹਦੇ ਪਿੱਛੇ ਕੀ ਆ। ਤੇ ਇਹੋ ਹੀ ਕਾਰਨ ਹੈ ਜਿਹੜੀਆਂ ਇਹਦੇ ਪਿੱਛੇ ਉਂਗਲਾਂ ਉੱਠ ਰਹੀਆਂ ਵੀ ਇਹ ਕਾਂਗਰਸ ਇਹਨੂੰ ਯੂਜ਼ ਕਰ ਰਹੀ ਆ। ਆਲੇ ਨੂੰ ਹੁਣ ਵੀ ਬਾਕੀ ਇਹ ਸਿਆਸੀ ਦੱਸ ਸਕਦੇ ਵੀ ਇਹ ਕਿੰਨੀ ਕੁ ਇਹਦੇ ਪਿੱਛੇ ਸੱਚਾਈ ਹੈ। ਮੈਂ ਆਫਲਾਈਨ ਇਹ ਸੁਣਦਾ ਇਹਨਾਂ ਦਾ। ਥੈਂਕ ਯੂ ਬਲਵੀਰ ਜੀ, ਥੈਂਕ ਯੂ। ਨਹੀਂ ਉਹ ਤਾਂ ਦੇਖੋ ਆਪਾਂ ਕੱਲ੍ਹ ਵੀ ਕੀਤੀ ਹੈ, ਕਿਉਂਕਿ ਇਸ ਮੰਚ 'ਤੇ ਇਹ ਨਹੀਂ ਕਿ ਕਿਸੇ ਤੋਂ ਨਾ ਅਸੀਂ ਸਪਲੀਮੈਂਟ ਲੈਂਦੇ ਹਾਂ ਅਤੇ ਨਾ ਅਸੀਂ ਜਰਾਨੇ ਪਾਲਦੇ ਹਾਂ। ਅਤੇ ਸਾਡੀ ਜਿਹੜੀ ਜੋਬ ਹੈ ਉਹ ਲੋਕਾਂ ਪ੍ਰਤੀ ਹੈ। ਸਿਆਸਤ ਕਰਨੀ ਹੈ ਜਿਹਨੇ ਜੀ ਸਦਕੇ ਕਰ ਸਕਦਾ, ਕੋਈ ਦਿੱਕਤ ਨਹੀਂ। ਸਿਆਸਤ ਕਰਦਾ ਹਰ ਇੱਕ ਨੂੰ ਅਧਿਕਾਰ ਹੈ, ਕਰਨੀ ਚਾਹੀਦੀ ਹੈ। ਅੱਛੇ ਲੋਕ ਭਾਵੇਂ ਲੱਖਾ ਸਿਧਾਣਾ, ਦੀਪ ਸਿੱਧੂ ਹੈ, ਕੋਈ ਵੀ ਆ, ਆਉਣੇ ਚਾਹੀਦੇ ਆ ਸਿਆਸਤ 'ਚ। ਅੱਛੇ ਲੋਕ ਅੱਗੇ ਆਉਣਗੇ ਤਾਂ ਹੀ ਬੁਰੇ ਪਿੱਛੇ ਹਟਣਗੇ। ਅਗਲੇ ਕਾਲਰ ਸਵਾਗਤ ਹੈ ਸਰ ਤੁਹਾਡਾ, ਵੈਲਕਮ ਆਸਟ੍ਰੇਲੀਆ ਵਾਲਿਓ। ਹਾਂਜੀ ਭਾਜੀ, ਤੁਹਾਨੂੰ ਜੀ ਤੇ ਸੁਰਿੰਦਰ ਭਾਈ ਨੂੰ ਸਾਰੇ ਸੁਣਨੇ ਵਾਲੇ ਨੂੰ ਮੇਰੇ ਕੋਲ ਬਹੁਤ ਪਿਆਰ ਹੋਈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਹਾਡਾ ਸ਼ੋਅ ਬਹੁਤ ਵਧੀਆ ਚੱਲ ਰਿਹਾ ਭਾਜੀ ਅੱਜ ਤਾਈਂ। ਤੇ ਜੀ ਮੈਂ ਗੱਲ ਕਰਨੀ ਹੈ ਜੀ ਭਾਜਪਾ ਵਾਲਿਆਂ ਦੀ। ਜੀ ਅੱਜ ਜਿਹੜੀ ਖਬਰ ਲੱਗੀ ਹੋਈ ਸੀਗੀ ਜੀ, ਇਹ ਕਹਿੰਦੇ ਇੱਕ ਪਾਸੇ ਤਾਂ ਕਹਿੰਦੇ ਕਿ ਇਹਨਾਂ ਨੇ ਦੇਸ਼ ਵਿਰੋਧੀ ਜੰਗ ਛੇੜੀ ਹੋਈ ਹੈ, ਬਾਕੀ ਇਹਨਾਂ ਨੂੰ ਆਪਦੀ ਪਾਰਟੀ ਅੰਦਰ ਘਮਾਸਾਨ ਜੰਗ ਦਾ ਪਤਾ ਨਹੀਂ ਲੱਗਦਾ ਹੈਗਾ ਜੀ। ਅੱਜ ਜਿਹੜੀ ਲੱਗੀ ਖਬਰ ਕਹਿੰਦੇ ਕਿ ਮੋਗੇ ਦੇ ਵਿਖੇ ਜਿਹੜੇ ਹਾਰੇ ਹੋਏ ਆਗੂ ਹੈ ਉਹ ਮਿਲਣ ਹੋ ਗਏ ਜੀ ਇਹਨਾਂ ਨੂੰ, ਸੀਨੀਅਰ ਆਗੂਆਂ ਨੂੰ ਜੀ।
ਭਾਜਪਾ ਦੇ ਜੀ। ਉਹ ਕਹਿੰਦੇ ਜੀ ਤੁਹਾਡੇ ਕਰਕੇ ਹੀ ਅਸੀਂ ਹਾਰੇ ਹੈਗੇ ਆ ਜੀ। ਉਹਨਾਂ ਨੇ ਕਹਿੰਦੇ ਤਾਂ ਅਕਾਲੀਆਂ ਨੂੰ ਹਮਾਇਤ ਕਰ ਰਹੇ ਹੋ। ਇਹਦੇ ਬਾਰੇ ਦੱਸੋ ਜਰਾ ਪਤਾ ਲੱਗੇ। ਥੈਂਕ ਯੂ। ਬਿਲਕੁਲ 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 2 ਸਾਲ ਨੇ ਸੁਰਿੰਦਰ ਜੀ ਨਾਲ ਜੁੜ ਗਏ ਨੇ। ਇੱਕ ਤਾਂ ਲੱਖਾ ਸਿਧਾਣਾ ਬਾਰੇ ਦੇਖੋ, ਆਪਾਂ ਕੱਲ੍ਹ ਵੀ ਆਖਿਆ ਸੀ ਅਤੇ ਲੱਖੇ ਨੇ ਵੀ ਵੀਡੀਓ ਪਾ ਕੇ ਆਖਿਆ ਕਿ ਹਾਂ ਕੁਛ ਕਾਂਗਰਸੀ ਵੀ ਮੇਰੇ ਯਾਰ ਨੇ, ਕੁਛ ਅਕਾਲੀ ਵੀ ਮੇਰੇ ਯਾਰ ਨੇ, ਸਿਆਸਤ 'ਚ ਆਉਣਾ ਕੋਈ ਗੁਨਾਹ ਨਹੀਂ ਹੈ। ਕੱਲ੍ਹ ਦੀ ਜਿਹੜੀ ਰੈਲੀ ਲੱਖੇ ਸਿਧਾਣੇ ਦੀ ਹੋਈ ਆ ਕਿ ਇਹਦੇ 'ਚ ਰਾਜਨੀਤਿਕ ਧਿਰਾਂ ਨੇ ਖਾਸ ਕਰਕੇ ਕਾਂਗਰਸ ਨੇ ਸਪੋਰਟ ਤਾਂ ਉਹਨੂੰ ਕੀਤੀ ਹੈ ਕਿਉਂਕਿ ਸਿਕੰਦਰ ਮਲੂਕਾ ਨਾਲ ਇੱਟ ਖੜੱਕਾ ਹੈਗਾ ਉਹਦਾ। ਇਹ ਚੀਜ਼ਾਂ ਤਾਂ ਹੋਣਗੀਆਂ ਅਤੇ ਇਸ ਦੇ ਨਾਲ ਭਾਜਪਾ ਦੇ ਵਿੱਚ ਵੀ ਸਭ ਅੱਛਾ ਨਹੀਂ ਹੈ। ਇਹ ਵੀ ਇੱਕ ਸਵਾਲ ਹੈ ਸੁਰਿੰਦਰ ਜੀ ਤੁਹਾਨੂੰ, ਮੋਗੇ ਤੋਂ ਲੜਾਈ ਸ਼ੁਰੂ ਹੋਈ ਹੈ, ਰਾਜਨਾਥ ਸਿੰਘ ਹੋਰਾਂ ਦੀ ਵੀ ਅੰਦਰੋਂ ਅੰਦਰੀ ਹੈਗੀ। ਇੱਕ ਕਾਲਰ ਮੈਂ ਲੈ ਲਾਂ ਫਿਰ ਤੁਹਾਨੂੰ ਕੰਟੀਨਿਊ ਕਰਦੇ ਹਾਂ ਪਲੀਜ਼। 27 ਨੰਬਰ ਸਰ, ਵੈਲਕਮ, ਤੁਸੀਂ ਔਨ 에ਅਰ ਹੋ। ਹੈਲੋ, ਸੌਰੀ ਲਾਈਨ ਕੱਟ ਗਈ ਹੈ ਤੁਹਾਡੀ, ਮਾਫੀ ਚਾਹੁੰਦੇ ਜੀ। ਸੁਰਿੰਦਰ ਬਾਈ ਜੀ ਕੰਟੀਨਿਊ ਪਲੀਜ਼ ਜੀ। ਰਾਜਨੀਤੀਕਰਨ ਟਵਾਣਾ ਸਾਹਿਬ ਕੁਐਸਚਨ ਰਿਪੀਟ ਕਰ ਦਿਓ, ਜਿਹੜੀ ਲੱਖੇ ਸਿਧਾਣੇ ਵਾਲਾ ਸੀ ਕੁਐਸਚਨ ਰਿਪੀਟ ਕਰ ਦਿਓ। ਮੋਗੇ 'ਚ ਬੀਜੇਪੀ ਦਾ ਆਪਸੀ ਲੀਡਰ ਆਪਸ 'ਚ ਭਿੜੇ, ਕਹਿੰਦੇ ਲੀਡਰ ਸਾਨੂੰ ਫਸਾ ਕੇ ਭੱਜ ਗਏ ਆ। ਉਹਦਾ ਰਾਜਨਾਥ ਸਿੰਘ ਹੋਰਾਂ ਦਾ ਬੀਜੇਪੀ ਦਾ ਉੱਪਰ ਤੇ ਹੋਏਠਾਂ ਮੋਗੇ ਤੇ ਸੈਂਟਰ 'ਚ ਬੀਜੇਪੀ ਦੇ ਹਾਲਾਤ। ਦੂਸਰਾ ਜਿਹੜਾ ਕਿ ਲੱਖਾ ਸਿਧਾਣਾ ਦੀ ਰੈਲੀ 'ਚ ਬਾਈ ਬਲਵੀਰ ਹੋਰਾਂ ਨੇ ਆਖਿਆ ਕਿ ਜਿਸ ਤਰ੍ਹਾਂ ਬਾਘਾ ਪੁਰਾਣਾ ਦੇ MLA ਜਾਂ ਹੋਰ ਲੋਕ ਆਏ ਨੇ, ਕਾਂਗਰਸ ਦੇ ਜਿਹੜੇ ਲੋਕ ਆਏ ਨੇ, ਕੀ ਇਹਨਾਂ ਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਲੋਕਾਂ ਦੀ ਕਾਂਗਰਸ 'ਚ ਜਿਹੜੀ ਇੱਕ ਸੈਕਿੰਡ ਤੁਸੀਂ ਔਨ 에ਅਰ ਹੋ ਸਰ, ਵੈਲਕਮ। ਹੈਲੋ, ਹਾਂਜੀ ਭਾਈ ਮਨਦੀਪ ਬੋਲਦਾ। ਹਾਂ ਮਨਦੀਪ, ਸੁਖਚੈਨ ਤੋਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਇੱਕ ਲੱਖਾ ਆਂਦੇ ਸੀ ਨਾ ਕਾਂਗਰਸ ਦੇ ਵਿਰੁੱਧ ਬੋਲਦਾ। ਲੱਖਾ ਕੱਲਾ ਇਹਨਾਂ ਦੇ ਜਿਹੜਾ ਸੈਂਟਰ ਧੜਾ, ਜਿਵੇਂ ਰਵਨੀਤ ਬਿੱਟੂ ਹੋਰ ਹੋ ਗਏ, ਬਾਜਵਾ ਵਰਗੇ, ਉਹਨਾਂ ਦੇ ਵਿਰੁੱਧ ਬੋਲਦਾ ਬਾਈ। ਜਿਹੜਾ ਕੈਪਟਨ ਦਾ ਧੜਾ ਉਹਦੇ ਨਰਮ ਪੱਖ 'ਚ ਰਹਿੰਦਾ। ਓਕੇ, ਕਾਂਗਰਸ 'ਚ ਜਿਹੜਾ ਬਾਕੀ ਉਹਨਾਂ ਦੇ ਵਿਰੁੱਧ ਬੋਲਦਾ ਤੁਹਾਡਾ ਮਨ? ਹਾਂ, ਵੀ ਇੱਥੋਂ ਸਿੱਧ ਹੁੰਦਾ ਵੀ ਇਹ ਕਾਂਗਰਸੀਆਂ ਨਾਲ ਥੋੜਾ ਜਿਹਾ। ਜੀ, ਥੈਂਕ ਯੂ ਮਨਦੀਪ ਜੀ, ਥੈਂਕ ਯੂ। ਬਿਲਕੁਲ ਸੁਰਿੰਦਰ ਵੀਰ, ਲੱਖੇ ਸਿਧਾਣੇ ਬਾਰੇ ਗੱਲਬਾਤ ਹੋ ਰਹੀ ਆ। ਮਨਦੀਪ ਹੋਰਾਂ ਨੇ ਵੀ ਆਖਿਆ ਕਿ ਜਿਹੜਾ ਪ੍ਰਤਾਪ ਬਾਜਵਾ ਜਾਂ ਬਿੱਟੂ ਹੈ, ਜਿਹੜੇ ਕਾਂਗਰਸ 'ਚ ਬਾਗੀ ਨੇ ਕਪਤਾਨ ਦੇ, ਉਹਨਾਂ ਦੇ ਬਾਰੇ ਤਾਂ ਲੱਖਾ ਕਹਿੰਦੇ ਬੋਲਦਾ, ਪਰ ਕਾਂਗਰਸ ਦੇ ਮਨਪ੍ਰੀਤ ਜਾਂ ਹੋਰਾਂ ਦੀਆਂ ਨਾਕਾਮੀਆਂ ਬਾਰੇ ਨਹੀਂ ਬੋਲਦਾ ਕਿ ਇਸ ਰੈਲੀ 'ਚ ਕਾਂਗਰਸ ਦੀ ਸ਼ਮੂਲੀਅਤ ਹੈਗੀ ਆ। ਲੋਕ ਵੀ ਇਹ ਗੱਲਾਂ ਕਹਿੰਦੇ ਨੇ। ਇਹ ਠੀਕ ਹੈ ਕਿ ਉਸ ਇਲਾਕੇ 'ਚ ਉਹਨੂੰ ਵੀ ਸਿਆਸਤ ਕਰਨ ਦਾ ਅਧਿਕਾਰ ਹੈ। ਅਤੇ ਦੂਸਰਾ, ਮੋਗੇ ਤੋਂ ਲੈ ਕੇ ਸੈਂਟਰ ਤੱਕ ਬੀਜੇਪੀ 'ਚ ਕੀ ਚੱਲ ਰਿਹਾ ਜੀ? ਸੁਰਿੰਦਰ ਵੀਰ ਕੰਟੀਨਿਊ ਪਲੀਜ਼। ਹੁਣ ਟਵਾਣਾ ਸਾਹਿਬ, ਪਹਿਲੀ ਗੱਲ ਤਾਂ ਲੱਖੇ ਸਿਧਾਣੇ ਵਾਲੀ ਮਹਿਰਾਜ ਵਾਲੀ ਰੈਲੀ ਦੀ ਕਰ ਲਈਏ। ਅਕਾਲੀ ਦਲ ਤੇ ਬੀਜੇਪੀ 2 ਪਾਰਟੀਆਂ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਆਪਣੀਆਂ ਰੋਟੀਆਂ ਸੇਕਣ ਉਸ ਰੈਲੀ ਦੇ ਵਿੱਚ ਪਹੁੰਚੀਆਂ, ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਔਰ ਸਾਰੀਆਂ ਦੀ ਮਨਸ਼ਾ ਇੱਕੋ ਹੀ ਸੀ ਕਿ ਪੁੱਤ ਚੜ ਜਾ ਸੂਲੀ, ਰੱਬ ਭਲਾ ਕਰੂਗਾ। ਗੱਲ ਖਤਮ ਸੀ ਕਿ ਸੂਲੀ ਚੜਾਉਣਾ ਸੀ। ਲੱਖੇ ਸਿਧਾਣੇ ਨੂੰ ਸੂਲੀ ਚੜਾਇਆ ਸਾਰਿਆਂ ਨੇ। ਜਿੱਥੇ ਕਾਂਗਰਸ ਸੀ ਉਹਦੇ ਨਾਲ ਬਾਕੀ ਜਿਹੜੀਆਂ ਧਿਰਾਂ ਆਪਣਾ ਵਜੂਦ ਖੋ ਚੁੱਕੀਆਂ ਸੀ, ਉਹ ਵੀ ਸਾਰੀਆਂ ਉੱਥੇ ਪੰਥਕ ਧਿਰਾਂ ਮੌਜੂਦ ਸੀ। ਟਵਾਣਾ ਸਾਹਿਬ, ਉਹਨਾਂ ਦੀ ਮਨਸ਼ਾ ਕੇਵਲ ਤੇ ਕੇਵਲ ਇੱਕੋ ਹੀ ਸੀ ਕਿ ਲੱਖੇ ਸਿਧਾਣੇ ਦੇ ਸਿਰ ਤੇ ਜੇ ਸਾਡੀਆਂ ਰੋਟੀਆਂ ਸੇਕੀਆਂ ਜਾਂਦੀਆਂ ਤੇ ਅਸੀਂ ਸੇਕ ਲਈਏ। ਇਹ ਸਾਰਾ ਕੁਝ ਕੱਲ ਉੱਥੇ ਚੱਲਿਆ। ਉੱਥੇ ਅਸੀਂ ਕਿਸੇ ਇੱਕ ਦਾ ਨਾਂ ਲਈਏ ਵੀ ਆਹੀ ਕੱਲਾ ਕਾਂਗਰਸ ਦਾ MLA ਦਾ ਮੁੰਡਾ ਪਹੁੰਚਿਆ। ਟਵਾਣਾ ਸਾਹਿਬ, ਉਸ ਹਲਕੇ ਨਾਲ ਸੰਬੰਧਿਤ 2 ਮਿਨਿਸਟਰ ਸੀ। ਇੱਕ ਮਿਨਿਸਟਰ ਉਸ ਖੁਦ ਹਲਕੇ ਦਾ ਸੀ ਜਿਹੜੇ ਤੇ ਰੈਲੀ ਹੋਈ, ਤੇ ਦੂਸਰਾ ਨਾਲ ਸ਼ਹਿਰ ਤੋਂ ਸੀਗਾ। ਟਵਾਣਾ ਸਾਹਿਬ, ਉਹਨਾਂ ਦਾ ਸਮਰਥਨ ਸਿੱਧਾ ਸੀ ਤੇ ਸਾਰਾ ਯੂਥ ਕਾਂਗਰਸ ਨੇ ਰੱਜ ਕੇ ਉਹਨਾਂ ਦਾ ਸਮਰਥਨ ਕੀਤਾ। ਨਹੀਂ ਤੇ ਦੇਖੋ, ਜਿਸ ਬੰਦੇ ਤੇ 1 ਲੱਖ ਦਾ ਇਨਾਮ ਰੱਖਿਆ ਹੋਵੇ, ਦਿੱਲੀ ਪੁਲਿਸ ਨੇ ਉਹਦੇ ਤੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੋਇਆ। ਮਤਲਬ ਲੁੱਕ ਆਊਟ ਨੋਟਿਸ ਦਾ ਮਤਲਬ ਕੀ ਹੈ ਕਿ ਜਿੱਥੇ ਦੇਖਿਆ ਉੱਥੇ ਗ੍ਰਿਫਤਾਰ ਕਰ ਲਿਆ ਜਾਵੇ। ਠੀਕ ਹੈ, ਇਸ ਤੋਂ ਵੱਡੀ ਤਾਂ ਕੋਈ ਗੱਲ ਨਹੀਂ ਹੋ ਸਕਦੀ। ਤੇ ਉਹ ਫਿਰ ਗ੍ਰਿਫਤਾਰ ਕਰਨਾ ਤਾਂ ਪੰਜਾਬ ਪੁਲਿਸ ਦਾ ਫਰਜ਼ ਸੀ। ਪੰਜਾਬ ਪੁਲਿਸ ਨੇ ਰਸਤਾ ਦੇ ਕੇ ਭੇਜਿਆ, ਸਭ ਕੁਝ ਕੀਤਾ। ਅੱਜ ਇੱਕ ਕੀ ਕੀਤਾ, ਇੱਕ ਬੰਦੇ ਦਾ ਜਿਹਦਾ ਮੋਟਰਸਾਈਕਲ ਲੈ ਕੇ ਗਿਆ, ਉਹਨੂੰ ਥਾਣੇ ਬੁਲਾ ਲਿਆ ਉੱਥੇ ਸਿਟੀ ਰਾਮਪੁਰੇ 'ਚ ਬੁਲਾ ਕੇ ਉਹਨੂੰ ਕਿਹਾ ਜੀ ਵੀ ਤੁਸੀਂ ਮੋਟਰਸਾਈਕਲ ਦਿੱਤਾ। ਉਹ ਕਹਿੰਦਾ ਜੀ ਮੇਰੇ ਘਰ ਤਾਂ ਹਜ਼ਾਰਾਂ ਮੋਟਰਸਾਈਕਲ ਖੜੇ ਸੀ ਲੋਕਾਂ ਦੇ, ਉਹ ਮੇਰੇ ਵਾਲੇ ਦੀ ਵੀ ਚਾਬੀ ਵਿੱਚ ਸੀ, ਉਹ ਕਿਤੇ ਮੇਰੇ ਵਾਲੇ ਨੂੰ ਕਹਿੰਦਾ ਸਲ ਮਾਰ ਕੇ ਲੈ ਗਿਆ, ਮੇਰਾ ਕੀ ਕਸੂਰ ਆ? ਉੱਥੇ ਤੇ ਇੰਨਾ ਇਕੱਠ ਸੀ, ਅਸੀਂ ਤੇ ਲੰਗਰ ਨੂੰ ਲੱਗੇ ਹੋਏ ਸੀ, ਸਾਨੂੰ ਤਾਂ ਪਤਾ ਹੀ ਨਹੀਂ। ਪੁਲਿਸ ਕਹਿੰਦੀ ਚੰਗਾ ਜੀ ਜਾਓ ਜੀ ਘਰ ਨੂੰ, ਗੱਲ ਖਤਮ ਆ। ਮਤਲਬ ਪੰਜਾਬ ਪੁਲਿਸ ਨੇ ਵੀ ਆਪਣੀਆਂ ਅੱਖਾਂ ਜਿਹੜੀਆਂ ਪੂੰਝਣੀਆਂ ਸੀਗੀਆਂ ਲੋਕਾਂ ਦੀਆਂ ਪੂੰਝ ਦਿੱਤੀਆਂ ਵੀ ਦੇਖੋ ਅਸੀਂ ਭਾਈ ਜੀ ਦਾ ਮੋਟਰਸਾਈਕਲ ਲੈ ਕੇ ਨਿਕਲਿਆ, ਉਹਨੂੰ ਅਸੀਂ ਥਾਣੇ ਬੁਲਾਇਆ ਸੀਗਾ। ਠੀਕ ਹੈ, ਗੱਲ ਖਤਮ ਹੋ ਗਈ। ਟਵਾਣਾ ਸਾਹਿਬ, ਇਹ ਤਾਂ
ਸਾਰੇ ਲੋਕਾਂ ਨੇ ਉੱਥੇ ਰਲ ਕੇ ਸਵਾਏ ਬੀਜੇਪੀ ਤੇ ਅਕਾਲੀ ਦਲ ਨੂੰ ਛੱਡ ਕੇ ਜਿਨ੍ਹਾਂ ਨੂੰ ਇਹ ਤੋਂ ਫਾਇਦਾ ਹੋਣ। ਭੁਪਿੰਦਰ ਜੀ ਤੇ ਡੀਐਸਪੀ ਦਾ ਵੀ ਬਿਆਨ ਆਇਆ, ਕਹਿੰਦਾ ਜੇ ਦਿੱਲੀ ਪੁਲਿਸ ਸਾਨੂੰ ਸੰਪਰਕ ਕਰਦੀ ਤਾਂ ਹੀ ਫੜਦੇ, ਸਾਡਾ ਤਾਂ ਕਹਿੰਦਾ ਮੁਜਰਮ ਹੀ ਨਹੀਂ, ਅਸੀਂ ਕਿਉਂ ਫੜੀਏ ਜੀ। ਨਹੀਂ ਮੁਰਜਮ ਨਹੀਂ ਟਵਾਣਾ ਸਾਹਿਬ, ਉਹਨਾਂ ਨੂੰ ਇਹ ਪੁੱਛ ਲੈਣ ਜਿਹੜੀ ਫਰੀਦਕੋਟ 'ਚ ਯੂਥ ਆਗੂ ਦੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਉਹਦੇ ਲਈ ਵੀ ਦਿੱਲੀ ਪੁਲਿਸ ਨੇ ਉਹ ਫੜੇ ਸੀ ਨਾ, ਤਿੰਨੋਂ ਦੇ ਤਿੰਨੋਂ ਕਾਤਲ ਜਿਹੜੇ ਸੀਗੇ ਹੈ, ਉਹਦੇ ਲਈ ਤੁਸੀਂ ਲੁੱਕ ਆਊਟ ਨੋਟਿਸ ਵੀ ਨਹੀਂ ਸੀ ਜਾਰੀ ਕੀਤਾ, ਕੁਛ ਨਹੀਂ ਸੀ ਕੀਤਾ, ਠੀਕ ਹੈ। ਪਰ ਉਹ ਤੁਸੀਂ ਸਿਰਫ ਉਹਨਾਂ ਨਾਲ ਲਿੰਕ ਸਾਂਝਾ ਕੀਤਾ ਸੀ ਤੇ ਉਹਨਾਂ ਨੇ ਅਰੈਸਟ ਕਰ ਲਏ ਸੀ ਕਿ ਭਾਈ ਉਹਦੇ ਕਾਤਲ ਅਸੀਂ ਇੱਥੇ ਪਕੜ ਲਏ, ਆ ਕੇ ਲੈ ਜਾਓ। ਤੇ ਇੱਥੇ ਤਾਂ ਲੁੱਕ ਆਊਟ ਨੋਟਿਸ ਸੀ ਤੇ ਲੱਖ ਰੁਪਏ ਦਾ ਇਨਾਮ ਸੀ। ਲੁੱਕ ਆਊਟ ਨੋਟਿਸ ਤਾਂ ਪੂਰੇ ਇੰਡੀਆ 'ਚ ਕੰਮ ਕਰਦਾ ਨਾ ਆਫੀਸ਼ੀਅਲੀ। ਹਾਂ ਬਿਲਕੁਲ ਟਵਾਣਾ ਸਾਹਿਬ, ਲੁੱਕ ਆਊਟ ਨੋਟਿਸ ਦਾ ਮਤਲਬ ਜਿੱਥੇ ਦੇਖਿਆ ਉੱਥੇ ਗ੍ਰਿਫਤਾਰ ਕਰ ਲਿਆ ਜਾਵੇ। ਲੁੱਕ ਆਊਟ ਨੋਟਿਸ ਦਾ ਮਤਲਬ ਹੁੰਦਾ ਵੀ ਦੇਖੋ ਤੇ ਨਾਲ ਹੀ ਗ੍ਰਿਫਤਾਰ ਕਰ ਲਓ, ਉਹਨੂੰ ਪੁੱਛਣ ਦੀ ਲੋੜ ਨਹੀਂ ਹੈ। ਨੈਸ਼ਨਲ ਸਰਕਾਰ ਦਾ ਰੂਲ ਹੈ, ਤਾਂ ਸਾਰੀਆਂ ਸੂਬਾਈ ਪੁਲਿਸ ਨੇ ਜਿਹੜੀਆਂ ਉਹਨਾਂ ਤੇ ਇੰਪਲੀਮੈਂਟ ਹੁੰਦਾ ਹੈ। ਚਲੋ ਤਾਂ ਖੈਰ ਟਾਲਣ ਵਾਲੀ ਗੱਲ ਹੁੰਦੀ ਹੈ, ਪ੍ਰੈਸ ਨੇ ਪੁੱਛਣਾ। ਨਹੀਂ ਟਵਾਣਾ ਸਾਹਿਬ ਉਹ ਨਹੀਂ ਕੱਲਾ ਨੈਸ਼ਨਲ ਦਾ ਨਹੀਂ, ਜੇ ਕਿਸੇ ਸਟੇਟ ਨੇ ਵੀ ਕਿਸੇ ਮੁਰਜਮ ਦੇ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੋਵੇ ਤਾਂ ਉਹਨੂੰ ਪੂਰਾ ਕੰਟਰੀ ਫੋਲੋ ਕਰਦਾ ਵਾ। ਇਹ ਨਹੀਂ ਹੈ ਕਿ ਕੱਲਾ ਕੇਂਦਰ ਨੇ ਕੀਤਾ ਤੇ ਉਹਨੂੰ ਸਟੇਟਾਂ ਨੇ ਉਹਨੂੰ ਫੋਲੋ ਕਰਨਾ। ਪੰਜਾਬ ਸਪੋਜ਼ ਕਰੋ ਪੰਜਾਬ ਨੂੰ ਕੋਈ ਵਾਂਟਡ ਆ, ਉਹਦੇ ਲਈ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ, ਪੂਰੇ ਇੰਡੀਆ 'ਚ ਜਿੱਥੇ ਵੀ ਹੋਏਗਾ ਉਹਨੂੰ ਅਰੈਸਟ ਕੀਤਾ ਜਾਏਗਾ, ਉਹ ਸਟੇਟ ਦੀ ਰਿਸਪੌਂਸਿਬਿਲਟੀ ਹੋਏਗੀ ਜੀ। ਅਗਲੀ ਗੱਲ ਟਵਾਣਾ ਸਾਹਿਬ। ਹਾਂਜੀ ਹੋਰ ਇਸ ਅੰਦੋਲਨ ਦੇ ਵਿੱਚ ਹਾਂ ਪਲੀਜ਼ ਕੰਟੀਨਿਊ ਸਰ ਕੰਟੀਨਿਊ। ਟਵਾਣਾ ਸਾਹਿਬ ਬੀਜੇਪੀ ਦੀ ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ, ਚਾਹੇ ਬੀਜੇਪੀ ਚਾਹੇ RSS, ਉਹਦੇ 'ਚ ਬੜੇ ਵੱਡੇ ਲੈਵਲ ਤੇ ਬਗਾਵਤ ਹੈ, ਠੀਕ ਹੈ, ਉਹ ਵੱਖਰੀ ਗੱਲ ਆ। ਤੇ ਮਾਸਟਰ ਮੋਹਨ ਲਾਲ ਇਹ ਸਟੇਟਮੈਂਟ ਦੇ ਦਿੰਦੇ ਆ ਪਠਾਨਕੋਟ ਤੋਂ ਬੈਠੇ ਜੀ ਹੁਣ ਤਾਂ ਲੱਖਾ ਚੱਕੀ ਪੀਸੂਗਾ ਜੇਲ੍ਹ 'ਚ, ਠੀਕ ਹੈ। ਉਧਰ ਹਰਜੀਤ ਗਰੇਵਾਲ ਕੋਈ ਨਾ ਕੋਈ ਸਟੇਟਮੈਂਟ ਸਿੱਧੀ ਪੁੱਠੀ ਜਿਹੜੀ ਉਹ ਦੇ ਦਿੰਦੇ ਆ। ਇਸ ਕਰਕੇ ਟਵਾਣਾ ਸਾਹਿਬ ਕੱਲੀ ਸਟੇਟਮੈਂਟ ਨਾਲ ਨਹੀਂ ਸਰਨਾ। ਗੱਲ ਤੇ ਹੈ ਵੀ ਤੁਸੀਂ ਅਰੈਸਟ ਕਰਨਾ ਸੀ, ਕਰ ਸਕਦੇ ਸੀ, ਪਰ ਬਦਕਿਸਮਤੀ ਤੁਸੀਂ ਨਹੀਂ ਕੀਤਾ। ਤੁਸੀਂ ਸਿਰਫ ਹਵਾ 'ਚ ਫਿਰਦੇ ਹੋ ਤੇ ਹਵਾ ਦੇ ਵਿੱਚ ਸਾਰਾ ਕੁਝ ਚਾਹੁੰਦੇ ਹੋ, ਕਿਉਂਕਿ ਇਹਨਾਂ ਦੇ ਵਿੱਚ ਟਵਾਣਾ ਸਾਹਿਬ ਹਾਲਾਤ ਇਹ ਆ, ਨਾ ਬੀਜੇਪੀ ਨਾ RSS, ਸਾਰੀ ਦੇ ਵਿੱਚ ਹਾਲਾਤ ਇਹ ਬਣੇ ਪਏ ਆ, ਲੀਡਰਸ਼ਿਪ ਤੋਂ ਸਾਰੇ ਦੁਖੀ ਨੇ। ਖਾਸ ਕਰ ਪੰਜਾਬ ਵਾਲੇ ਲੋਕਲ ਲੀਡਰ ਜਿਹੜੇ ਉਹ ਸਾਰੇ ਦੁਖੀ ਨੇ ਕਿ ਕੇਂਦਰ ਸਾਡੀ ਕੇਂਦਰੀ ਹਾਈ ਕਮਾਂਡ ਜਿਹੜੀ ਹੈ ਸੈਂਟਰ ਦੀ, ਉਹਨੇ ਸਾਨੂੰ ਇੰਨਾ ਕੁ ਕਸੂਤਾ ਫਸਾ ਦਿੱਤਾ ਕਿ ਸਾਡੀ ਇੱਥੇ ਪੁੱਛ ਪ੍ਰਤੀਤ ਜਿਹੜੀ ਉਹ ਖਤਮ ਹੋ ਗਈ ਆ, ਸਾਨੂੰ ਆਪਣੀ ਜਾਨ ਬਚਾਉਣੀ ਔਖੀ ਹੋਈ ਪਈ ਆ। ਕਿਉਂਕਿ ਉਹਨਾਂ ਨੇ ਜਿਹੜੀਆਂ ਕਾਰਪੋਰੇਸ਼ਨ ਦੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਈਆਂ, ਉਹਦੇ 'ਚ ਆਪਣਾ ਹਸ਼ਰ ਜਿਹੜਾ ਉਹ ਟਵਾਣਾ ਸਾਹਿਬ ਦੇਖ ਲਿਆ। ਇਸ ਕਰਕੇ ਇਹ ਕੁਛ ਵਾਹ ਵੇਲਾ ਹੋਣਾ ਤੇ ਲੋਕਾਂ ਦਾ ਬੀਜੇਪੀ ਨੂੰ ਛੱਡ ਕੇ ਛੋਟੇ ਤੇ ਵੱਡੇ ਆਗੂਆਂ ਦਾ ਭੱਜਣਾ ਜਿਹੜਾ ਉਹ ਸੁਭਾਵਿਕ ਆ, ਤੇ ਉਹਨਾਂ ਦੇ ਅੰਦਰੋਂ ਅੰਦਰ ਉਹਨਾਂ ਦੇ ਬਹੁਤ ਦੇਰ ਦਾ ਦਬਿਆ ਹੋਇਆ ਉਹ ਸਾਰਾ ਕੁਝ ਬਾਹਰ ਆਉਣਾ ਵੀ ਸੁਭਾਵਿਕ ਆ, ਤੇ ਉਹ ਕੁਝ ਜਿਹੜਾ ਆਉਣ ਵਾਲੇ ਸਮੇਂ 'ਚ ਚੱਲਦਾ ਰਿਹਾ। ਹੁਣ ਟਵਾਣਾ ਸਾਹਿਬ ਅਗਲੀ ਗੱਲ ਦੇਖੋ, ਹੁਣ ਤੱਕ ਨੈਸ਼ਨਲ ਲੈਵਲ ਤੇ ਕੀ ਵਾਪਰਿਆ 26 ਵਾਲੇ ਪੂਰੇ ਦੇ ਵਿੱਚ ਕਿ 9 ਨੌਜਵਾਨ ਹੋਰ ਜਿਹੜੇ ਆ ਮਤਲਬ ਕਿਸਾਨ ਨੇ ਉਹ ਬਾਹਰ ਆ ਚੁੱਕੇ ਆ, 50 ਪਹਿਲਾਂ ਆ ਚੁੱਕੇ ਸੀ, 11 ਹੋਰ ਕੱਲ ਆ ਜਾਣਗੇ। ਮੈਂ ਪਹਿਲਾਂ ਕਿਹਾ ਸੀ ਕਿ ਇਸ ਹਫ਼ਤੇ 100 ਦਾ ਅੰਕੜਾ ਕ੍ਰੋਸ ਕਰ ਜਾਏਗਾ ਤੇ ਅਗਲੇ ਹਫ਼ਤੇ 5 ਜਾਂ 6 ਮਾਰਚ ਤੱਕ ਜਿੰਨੇ ਵੀ ਇਹਨਾਂ ਕੇਸਾਂ 'ਚ ਅਰੈਸਟ ਹੋਏ ਸੀ ਉਹ ਤਕਰੀਬਨ ਸਾਰੇ ਜੇਲ੍ਹ ਤੋਂ ਬਾਹਰ ਹੋਣਗੇ, ਕਿਉਂਕਿ ਜ਼ਮਾਨਤਾਂ ਜਿਹੜੀਆਂ ਸੀ ਉਹ ਪ੍ਰੋਪਰ ਲੱਗਣੀਆਂ ਸ਼ੁਰੂ ਹੋ ਗਈਆਂ। ਕਿਤੇ 10 ਦੀ ਲੱਗ ਗਈ, ਕਿਤੇ 11 ਦੀ, ਕਿਤੇ 15 ਦੀ, ਕਿਤੇ 18 ਜਣਿਆਂ ਦੀ, ਕਿਉਂਕਿ ਸਟੇਟ ਨੂੰ ਨੋਟਿਸ ਕਰਨਾ ਹੁੰਦਾ ਤੇ ਨੋਟਿਸ ਕਿਤੇ 5 ਦਿਨ ਦਾ, ਕਿਤੇ 4 ਦਾ, ਕਿਤੇ 7 ਦਾ ਹੋਇਆ ਤੇ ਉਹ ਸਾਰਿਆਂ ਦੀਆਂ ਜ਼ਮਾਨਤਾਂ ਹੋ ਕੇ ਸਾਰੇ ਬਾਹਰ ਆ ਜਾਣਗੇ। ਮਤਲਬ ਮੁੱਖ ਦੀ ਗੱਲ ਇਹ ਆ, ਜਿਹੜਾ 26 ਵਾਲਾ ਇੰਸੀਡੈਂਟ ਸੀ ਉਹਨੇ ਸਾਡਾ 1 ਮਹੀਨੇ ਤੋਂ ਵੱਧ ਦਾ ਸਮਾਂ ਜਿਹੜਾ ਉਹ ਬਰਬਾਦ ਕਰ ਦਿੱਤਾ। ਕਹਿਣ ਨੂੰ ਅਸੀਂ ਜੋ ਮਰਜ਼ੀ ਕਹੀ ਜਾਈਏ, ਕੱਲ ਨੂੰ ਅਖੌਤੀ ਇਤਿਹਾਸਕਾਰ ਉੱਠਣਗੇ, ਉਹ ਪਹਿਲਾਂ 17 ਵਾਰ ਦੀ 19 ਵਾਰ ਬਣਾਈ ਬੈਠੇ ਆ, ਦਿੱਲੀ ਜਿੱਤੀ ਆ, ਤੇ 20ਵੀਂ ਵਾਰ ਵੀ ਉਹਨਾਂ ਬਣਾ ਦੇਣੀ ਕਿ ਅਸੀਂ 26 ਜਨਵਰੀ 2021 ਸਿੱਖਾਂ ਨੇ ਜਿੱਤੀ ਹੈ। 17 ਵਾਰ ਤਾਂ ਵੈਸੇ ਹਮਲੇ ਹੋਏ ਨੇ ਓਵਰਆਲ, ਉਹ ਤਾਂ ਕਹਿੰਦੇ ਸਿੱਖਾਂ ਨੇ 19 ਵਾਰੀ ਜਿੱਤੀ ਹੈ, ਇਕੱਲੇ ਸਿੱਖਾਂ ਨੇ 19 ਵਾਰ ਜਿੱਤੀ ਹੈ।
ਉਹਨਾਂ ਨੂੰ ਕਹੋ ਹਰਵਿੰਦਰ ਸਿੰਘ ਖਾਲਸੇ ਤੋਂ ਬਠਿੰਡੇ ਰਿਕਾਰਡ ਲੈ ਲਓ ਵੀ ਭਾਈ ਉਹਨਾਂ ਕੋਲ ਸਭ ਤੋਂ ਵੱਧ ਰਿਕਾਰਡ ਆ, ਤੇ ਵੀ ਉਹ ਦੱਸ ਦੇਣ ਕਿ 19 ਵਾਰੀ ਜਿੱਤੀ ਹੈ ਜਾਂ 17 ਵਾਰ ਦਿੱਲੀ ਦੇ ਉੱਤੇ ਹਮਲਾ ਕੀਤਾ ਗਿਆ ਤੇ ਕੇਸਰੀ ਨਿਸ਼ਾਨ ਸਾਹਿਬ ਇੱਕ ਵਾਰ ਚਲਾਇਆ ਗਿਆ ਜਦੋਂ ਬਾਬਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜੀਆ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਚਲਾਇਆ ਸੀ। ਉਹ ਇਤਿਹਾਸ ਆ। ਤੁਸੀਂ 19 ਵਾਰ ਕਹੀ ਜਾਂਦੇ, ਤੁਸੀਂ 17 ਦੀਆਂ 19 ਬਣਾਤੀਆਂ ਤੇ 20ਵੀਂ ਤੁਸੀਂ ਐਤਕੀ ਵਾਲੀ ਵੀ ਜੋੜ ਦਿਓਗੇ ਕਿ ਭਾਈ 20ਵੀਂ ਵਾਰੀ ਵੀ ਕੇਸਰੀ ਨਿਸ਼ਾਨ ਸਾਹਿਬ। ਤੇ ਇਹ ਨਹੀਂ ਕੋਈ ਵੀ ਉਸ ਇਤਿਹਾਸ 'ਚ ਲਿਖੂਗਾ ਕਿ ਭਾਈ 20ਵੀਂ ਵਾਰ ਜਿਹੜੀ ਤੁਸੀਂ ਗਿਣਦੇ ਹੋ 26 ਜਨਵਰੀ 2021 ਉਦਣ ਜਿਹੜੀ ਕੇਸਰੀ ਨਿਸ਼ਾਨ ਸਾਹਿਬ ਦੀ ਬੇਅਦਬੀ ਹੋਈ, ਉਹਦੀ ਰਖਵਾਲੀ ਕਿਹਨੇ ਕਰਨੀ ਸੀ? ਉਹਦਾ ਜ਼ਿੰਮੇਵਾਰ ਕੌਣ ਆ? ਉਹਨੂੰ ਨਹੀਂ ਕਿਤੇ ਵੀ ਤੁਸੀਂ ਅੰਕਿਤ ਕਰੋਗੇ, ਕਿਉਂਕਿ ਇਤਿਹਾਸ ਆਪਣੇ ਹਿਸਾਬ ਨਾਲ ਲਿਖੋਗੇ ਨਾ। ਇਸ ਕਰਕੇ ਟਵਾਣਾ ਸਾਹਿਬ ਇਹ ਸਾਰਾ ਕੁਛ 5 ਮਾਰਚ ਤੱਕ ਸਾਰਾ ਕੁਝ ਮੇਰੇ ਹਿਸਾਬ ਨਾਲ ਨਿਪਟ ਜਾਊਗਾ ਜਿੱਦਾਂ ਚੱਲ ਰਿਹਾ। ਹੁਣ ਇਸ ਤੋਂ ਅਗਲੀ ਗੱਲ, ਟਵਾਣਾ ਸਾਹਿਬ ਜਿਹੜੇ 27 ਆ ਜਾਂ 28 ਆ ਜਾਂ 32 ਨੌਜਵਾਨ ਜਿਹੜੇ ਉੱਪਰੋਂ ਤੀਸਰੀ ਮੰਜ਼ਿਲ ਤੋਂ ਪਕੜੇ ਗਏ ਸੀ, ਉਹਦੇ ਇਲਾਵਾ 5 ਹੁਣ ਤੱਕ ਕੁੱਲ ਗ੍ਰਿਫਤਾਰੀਆਂ ਹੋਈਆਂ ਨੇ। ਇਹਦੇ 'ਚ ਦੀਪ ਸਿੱਧੂ ਉਹ ਜੁਡੀਸ਼ਲੀ ਰਿਮਾਂਡ ਤੇ ਜਾ ਚੁੱਕਿਆ, ਇਕਬਾਲ ਸਿੰਘ ਅਜੇ ਪੁਲਿਸ ਰਿਮਾਂਡ 'ਚ ਆ, ਮਹਿੰਦਰ ਸਿੰਘ, ਜਸਪ੍ਰੀਤ ਸਿੰਘ ਦੋਨੋਂ ਦਿੱਲੀ ਦੇ ਆ, ਉਹ ਦੋਨੋਂ ਪੁਲਿਸ ਰਿਮਾਂਡ ਤੇ ਇਸ ਵੇਲੇ। ਮਹਿੰਦਰ ਸਿੰਘ ਤੇ ਇੱਕ ਮਨਦੀਪ ਸਿੰਘ ਜਿਹੜੇ ਜੰਮੂ ਵਾਲੇ ਲਿਆਂਦੇ, ਇਹ ਪੁਲਿਸ ਰਿਮਾਂਡ ਤੇ ਆ। ਜਿਹੜੇ ਬਾਕੀ ਦਿੱਲੀ ਵਾਲੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਨੋਟਿਸ ਇਸ਼ੂ ਕੀਤੇ ਸੀ, ਉਹਨਾਂ ਦੀਆਂ ਐਂਟੀਸਪੇਟਰੀ ਬੇਲਾਂ ਅਪਲਾਈ ਕੀਤੀਆਂ ਗਈਆਂ ਸੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਲੀਗਲ ਸੈੱਲ ਸੀ ਉਹਦੇ ਵੱਲੋਂ ਉੱਥੇ ਆ ਕੇ ਦਿੱਲੀ ਪੁਲਿਸ ਕਹਿ ਗਈ ਕਿ ਸਾਨੂੰ ਤੇ ਇਹਨਾਂ ਬੰਦਿਆਂ ਦੀ ਜ਼ਰੂਰਤ ਹੀ ਨਹੀਂ ਜਿਨ੍ਹਾਂ ਦੀ ਤੁਸੀਂ ਐਂਟੀਸਪੇਟਰੀ ਬੇਲ ਕੀਤੀ। ਮਤਲਬ ਜਿਨ੍ਹਾਂ ਦੇ ਘਰੇ ਨੋਟਿਸ ਭੇਜਦੇ ਸੀ, ਜਿਨ੍ਹਾਂ ਨੂੰ ਪਿਛਲੇ 1 ਮਹੀਨੇ ਤੋਂ ਗ੍ਰਿਫਤਾਰ ਕਰਨ ਪਏ ਹੋਏ ਸੀ, ਹੁਣ ਆ ਕੇ ਕਹਿ ਗਏ ਕਹਿੰਦੇ ਇਹਨਾਂ ਦੀ ਤੇ ਸਾਨੂੰ ਜ਼ਰੂਰਤ ਹੀ ਨਹੀਂ ਹੈ। ਜਦੋਂ ਉਹਨਾਂ ਐਂਟੀਸਪੇਟਰੀ ਬੇਲ ਕਰਾ ਲਈ ਫਿਰ ਕਹਿੰਦੇ ਸਾਨੂੰ ਜ਼ਰੂਰਤ ਨਹੀਂ। ਹੁਣ ਟਵਾਣਾ ਸਾਹਿਬ ਜਿਹੜੇ 40-42 ਕਿਸਾਨ ਆਗੂ ਨੇ ਜਿਹੜੇ ਮੀਟਿੰਗ 'ਚ ਜਾਂਦੇ ਹੁੰਦੇ ਸੀਗੇ, ਜਦੋਂ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਹੁੰਦੀ ਸੀ, ਉਹਨੂੰ ਜਿਹੜੇ ਅਟੈਂਡ ਕਰਦੇ ਸੀ ਮੀਟਿੰਗ ਨੂੰ, ਉਹਨਾਂ ਨੂੰ ਛੱਡ ਕੇ ਕਿਸੇ ਵੀ ਬਾਕੀ ਵਿਅਕਤੀ ਤੇ ਹੁਣ ਤੱਕ ਜੋ ਲੇਟੈਸਟ ਅਪਡੇਟ ਆ ਉਹਦੇ ਮੁਤਾਬਕ ਕਿਸੇ ਤੇ UAPA ਐਕਟ ਨਹੀਂ ਲਵਾਇਆ। ਈਵਨ ਕਿ 307 ਵਾਲੇ ਜਿਹੜੇ ਕੇਸ ਆ ਉਹਨਾਂ 'ਚ ਵੀ ਜ਼ਮਾਨਤ ਆ ਜਿਹੜੀ ਉਹ ਕੋਰਟ ਦਿੰਦੀ ਤੁਰੀ ਜਾ ਰਹੀ ਆ। ਅਲੱਗ-ਅਲੱਗ ਕੋਰਟਾਂ 'ਚੋਂ, ਚਾਹੇ ਰੋਹਣੀ ਵਾਲੀ ਚਾਹੇ ਪਟਿਆਲਾ ਹਾਊਸ ਕੋਰਟ ਆ, ਸਾਰਿਆਂ 'ਚ ਟਵਾਣਾ ਸਾਹਿਬ ਜ਼ਮਾਨਤ ਜਿਹੜੀ ਆ ਉਹ ਹੋ ਰਹੀ ਆ। 30,000 ਕੋਰਟ 'ਚ ਵੀ ਕੁਛ ਲੱਗੇ ਨੇ, ਮਤਲਬ ਜਿੱਥੇ ਆ ਉਹ ਸਾਰੀਆਂ 'ਚੋਂ ਜਿਹੜੀ ਆ ਉਹ ਇਹਦੀ ਜ਼ਮਾਨਤਾਂ ਜਿਹੜੀਆਂ ਹੁੰਦੀਆਂ ਜਾ ਰਹੀਆਂ ਨੇ। ਹੁਣ ਗੱਲ ਤਾਂ ਇਹ ਸੀ ਜ਼ਮਾਨਤਾਂ ਹੋਣੀਆਂ ਸੀ, ਬੇਲੇਬਲ ਅਫੈਂਸ ਸੀ। ਫਿਰ ਜਿਹੜਾ ਵਾਵੇਲਾ ਤੁਹਾਡੇ ਗੋਦੀ ਮੀਡੀਆ ਨੇ ਖੜਾ ਕੀਤਾ, लाल किले पे कब्जा कर लिया, लाल किले को उखाड़ दिया, लाल किले पे सिखों ने खालिस्तान का ऐलान कर दिया, ਉਹ ਜਿਹੜਾ ਸੀ ਉਹ ਫਿਰ ਕੀ ਸੀ? ਕਿਹੜੇ ਦੇਸ਼ ਦੇ ਵਿਰੁੱਧ ਜੰਗ ਸ਼ੁਰੂ ਹੋਈ ਸੀ? ਉਹਦਾ ਤਾਂ ਘੱਟੋ ਘੱਟ ਗੋਦੀ ਮੀਡੀਆ ਜਾਂ ਜਿਹੜਾ ਇਹ ਮੋਦੀ ਫੋਬੀਆ ਹੋਇਆ ਇਹ ਹੁਣ ਉੱਠ ਕੇ ਜਵਾਬ ਤਾਂ ਦੇ ਦੇਣ ਕਿ ਉਹ ਕਿਹਦੀ ਜ਼ਿੰਮੇਵਾਰੀ ਸੀ, ਕਿਹਨੇ ਉਹ ਸਾਰਾ ਕੁਝ ਕੀਤਾ ਸੀ। ਕਿਤੇ ਨਾ ਕਿਤੇ ਟਵਾਣਾ ਸਾਹਿਬ ਮੂਰਖਤਾਈ ਭਰੇ ਫੈਸਲੇ ਸੀ, ਮੂਰਖਤਾਈ ਦੇ ਨਾਲ ਸਾਰਾ ਕੁਝ ਕਰਵਾਇਆ ਗਿਆ ਤੇ ਉਹ ਇਹਨਾਂ ਦਾ ਪਾਜ ਜਿਹੜਾ ਸੀ, ਕਿਉਂਕਿ ਅੱਜ ਕੱਲ ਹਰ ਵਿਅਕਤੀ ਇਹਨਾਂ ਕੋ ਐਕਟਿਵ ਸੀ, ਉਹਨੂੰ ਪਤਾ ਸੀ ਕਿ ਸਰਕਾਰੀ ਪਲਾਨ ਆ, ਸਰਕਾਰ ਨੇ ਪਲਾਨਿੰਗ ਨਾਲ ਸਾਰਾ ਕੁਝ ਕੀਤਾ ਤੇ ਉਹ ਜਿਹੜੀ ਪਲਾਨਿੰਗ ਨਾਲ ਕੀਤਾ ਸੀ ਉਹ ਉਹਨਾਂ ਦਾ ਕੱਚਾ ਚਿੱਠਾ ਜਿਹੜਾ ਸੀ ਉਹ ਸਾਰਿਆਂ ਦੇ ਸਾਹਮਣੇ ਆ ਗਿਆ ਤੇ ਕਿਸਾਨੀ ਅੰਦੋਲਨ ਨੂੰ 1 ਮਹੀਨੇ ਲਈ ਤੁਸੀਂ ਜਿਹੜਾ ਸੀ ਉਹ ਲੌਕ ਕਰਕੇ ਰੱਖ ਦਿੱਤਾ, ਕਿਉਂਕਿ ਕਿਸਾਨ ਆਗੂ ਕਿਸੇ ਬੰਨੇ ਨਿਕਲਣ ਜੋਗੇ ਨਹੀਂ ਰਹੇ, ਸਵਾਏ ਜੇਲ੍ਹਾਂ 'ਚ ਬੰਦ ਜਿਹੜੇ ਵਿਅਕਤੀ ਸੀ ਉਹਨਾਂ ਨੂੰ ਰਿਹਾਅ ਕਰਾਉਣ ਤੋਂ ਇਲਾਵਾ ਉਹਨਾਂ ਕੋਲੇ ਹੋਰ ਕੋਈ ਚਾਰਾ ਜਿਹੜਾ ਸੀ ਉਹ ਨਹੀਂ ਸੀ ਰਹਿ ਗਿਆ। ਜੀ, ਥੋੜਾ ਦਿੱਲੀ ਦੀ ਗੱਲ ਕਰੀਏ। ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਗਰੁੱਪ ਦੇ ਜਿਹੜੇ 5 ਮੈਂਬਰ ਗਏ ਸੀਗੇ, ਉਹਨਾਂ ਨੇ ਰਕਾਬਗੰਜ ਗੁਰਦੁਆਰਾ ਸਾਹਿਬ ਦੇ ਬਾਹਰ ਗ੍ਰਿਫਤਾਰੀਆਂ ਦਿੱਤੀਆਂ। ਕੀ ਰਹੇਗਾ ਇਹ ਹਫ਼ਤਾਵਾਰੀ ਗ੍ਰਿਫਤਾਰੀਆਂ ਦਾ ਸਿਲਸਿਲਾ? ਜਲਦੀ ਫਿਰ ਬਾਹਰ ਭੇਜ ਦਿੱਤਾ ਗਿਆ ਜ਼ਮਾਨਤ ਕਰਕੇ, ਜਾਂ ਕੀ ਇਹਦਾ 'ਚ ਰਹੇਗਾ ਪ੍ਰੋਸੈਸ? ਕੋਈ ਅੰਦੋਲਨ ਤੇ ਅਸਰ ਪਏਗਾ? ਟਵਾਣਾ ਸਾਹਿਬ ਨਹੀਂ, ਟਵਾਣਾ ਸਾਹਿਬ ਦੇਖੋ ਆਪਾਂ ਨੂੰ ਪਤਾ ਕਿ ਮਾਨ ਸਾਹਿਬ ਦੇਖੋ ਠੀਕ ਆ, ਹਰ ਵਿਅਕਤੀ ਦੇ ਆਪੋ ਆਪਣੇ ਸਮੇਂ ਦੇ ਹਰ ਇੱਕ ਵਿਅਕਤੀ ਜਿਹੜਾ ਉਹ ਹੀਰੋ ਆ, ਠੀਕ ਆ। ਮਾਨ ਸਾਹਿਬ ਦੀ ਠੀਕ ਆ ਜਿਸ ਵਕਤ ਵਕਤ ਸੀ ਬਹੁਤ ਸੀ। ਹੁਣ ਟਵਾਣਾ ਸਾਹਿਬ ਉਹਨਾਂ ਕੋਲ 5 ਦਾ ਜਥਾ ਗਿਆ, 5 ਦਾ ਅਗਲਾ ਜਥਾ 1 ਹਫ਼ਤੇ ਬਾਅਦ ਤਲਵੰਡੀ ਸਾਬੋ ਤੋਂ ਜਾਣਾ, ਉਹ 5 ਬੀਬੀਆਂ ਹੋਣਗੀਆਂ। ਹੁਣ ਹਾਲਾਤ ਤਾਂ ਇਹ ਆ ਕਿ ਜਦੋਂ ਤੁਸੀਂ ਗ੍ਰਿਫਤਾਰੀਆਂ ਦੇਣੀਆਂ ਜਾਂਦਾ 5-10 ਹਜ਼ਾਰ ਦਾ ਜਥਾ ਪਤਾ ਲੱਗਦਾ, ਠੀਕ ਹੈ। ਇੱਕ ਜਨਰਲ ਸਕੱਤਰ ਚਲ ਗਿਆ, ਦੂਜਾ ਜਨਰਲ ਸਕੱਤਰ ਲੱਖਾ ਸਧਾਣਾ ਦੀ ਸਟੇਜ ਤੇ ਬੈਠਾ ਸੀ, ਠੀਕ ਹੈ। ਦੋਨੋਂ ਜਨਰਲ ਸਕੱਤਰਾਂ ਦੀ ਆਪਸ ਚ ਬੋਲਚਾਲ ਨਹੀਂ ਹੈ। ਇਹ ਤਾਂ ਹਾਲਾਤਾਂ ਬਣੀਆਂ ਪਈਆਂ ਨੇ। ਟਵਾਣਾ ਸਾਹਿਬ ਹਰ ਬੰਦਾ ਜਿਹੜਾ ਉਹ ਦੂਸਰੇ ਤੋਂ ਵੱਡਾ ਬਣਨ ਦੀ ਲਾਲਸਾ ਜਿਹੜੀ ਆ ਉਹ ਲੈ ਕੇ ਚੱਲਿਆ ਹੋਇਆ ਵਾ, ਠੀਕ ਹੈ। ਹੁਣ ਉਹ ਗ੍ਰਿਫਤਾਰੀਆਂ ਹੋਈਆਂ, ਹੁਣ ਇਹ ਨਹੀਂ ਪਤਾ ਉਹਨਾਂ ਨੂੰ ਅਜੇ ਤੱਕ ਉਹਨਾਂ ਨੇ ਕੋਰਟ 'ਚ ਪੇਸ਼ ਕੀਤਾ, ਉਹਨਾਂ ਨੂੰ ਜੇਲ੍ਹ ਭੇਜਿਆ
ਜਾਂ ਨਹੀਂ ਭੇਜਿਆ ਜਾਂ ਏਦਾਂ ਰਿਹਾ ਕਰਨਗੇ, ਮੈਨੂੰ ਤਾਂ ਲੱਗਦਾ ਏਦਾਂ ਰਿਹਾ ਕਰ ਦੇਣਗੇ, ਜੇਲ੍ਹ ਨਹੀਂ ਭੇਜਣਗੇ। ਜੇ ਜੇਲ੍ਹ ਭੇਜਣਗੇ ਤੇ ਕਿੰਨੀ ਕੁ ਦੇਰ ਆ, ਮੁੜ ਕੇ ਜ਼ਮਾਨਤ ਕਰਾਉਂਦੇ ਆ, ਕਿਉਂਕਿ ਜੇ ਗ੍ਰਿਫਤਾਰੀ ਦਿੱਤੀ ਆ ਤੇ ਗ੍ਰਿਫਤਾਰੀ ਦੇਣ ਤੋਂ ਬਾਅਦ ਜ਼ਮਾਨਤ ਮੋਸਟਲੀ ਨਹੀਂ ਕਰਵਾਈ ਜਾਂਦੀ, ਕਿਉਂਕਿ ਤੁਸੀਂ ਆਪ ਗ੍ਰਿਫਤਾਰੀ ਦੇਣ ਗਏ ਹੋ। ਜੇ ਤੁਹਾਨੂੰ ਸਰਕਾਰ ਗ੍ਰਿਫਤਾਰ ਕਰਦੀ ਹੈ ਤੇ ਫੇਰ ਜ਼ਮਾਨਤ ਹੋਇਆ ਕਰਦੀ। ਜੋ ਤੁਸੀਂ ਮੋਰਚਾ ਲਾਉਣੇ ਆ ਤਾਂ ਮੋਰਚੇ 'ਚ ਗ੍ਰਿਫਤਾਰੀ ਦੇਣ ਜਾਂਦੇ, ਫਿਰ ਜ਼ਮਾਨਤ ਨਹੀਂ ਹੁੰਦੀ। ਹੁਣ ਉਹ ਥੋੜੀ ਦੇਰ ਤੱਕ ਪੂਰੀ ਅਪਡੇਟ ਆ ਜਾਏਗੀ, ਪਤਾ ਲੱਗ ਜਾਏਗਾ ਕਿ ਕੀ ਉਹਨਾਂ ਨੂੰ ਜੇ ਅਜੇ ਥਾਣੇ 'ਚ ਰੱਖਿਆ, ਕੀ ਉਹਨਾਂ ਦੇ ਵਿਰੁੱਧ FIR ਲੌਜ ਕੀਤੀ ਆ, ਉਹਨਾਂ ਨੂੰ ਕਿਸ ਧਾਰਾ 'ਚ ਲਿਆ, ਕਿਹਦੇ 'ਚ ਨਹੀਂ ਲਿਆ, ਜੇਲ੍ਹ ਭੇਜਿਆ ਜਾਂ ਨਹੀਂ ਭੇਜਿਆ, ਉਹ ਸਾਰਾ ਕੁਛ ਆਜੂ, ਫੇਰ ਪਤਾ ਲੱਗੂ। ਪਰ ਬਹੁਤਾ ਇਹਦਾ ਕੋਈ ਅਸਰ ਨਹੀਂ ਹੋਣਾ। ਮਾਨ ਸਾਹਿਬ ਕਿੰਨਾ ਕੁ ਜਥੇ ਭੇਜ ਲੈਣਗੇ, 4 ਨਹੀਂ ਤਾਂ 5 ਭੇਜ ਲੈਣਗੇ, ਉਹਦੇ ਬਾਅਦ ਕਿੰਨੇ ਜਾਣਗੇ? ਮਤਲਬ ਤੁਹਾਨੂੰ 100 ਬੰਦਾ ਵੀ ਅੱਜ ਦੀ ਡੇਟ 'ਚ ਟਵਾਣਾ ਸਾਹਿਬ ਜੇਲ੍ਹ ਭੇਜਣਾ ਤੁਹਾਡੇ ਲਈ ਮੁਸ਼ਕਲ ਹੋਇਆ ਪਿਆ ਵਾ। ਕੌਣ ਜਾਏਗਾ? ਜੇ ਅਗਲਿਆਂ ਨੂੰ ਇਹ ਪਤਾ ਲੱਗ ਗਿਆ ਕਿ ਪਹਿਲੇ ਛੱਡੇ ਨਹੀਂ ਗੇ, ਉਹ ਜੇਲ੍ਹ 'ਚ ਬਿਠਾਤੇ ਟਵਾਣਾ ਸਾਹਿਬ, ਮਗਰ ਜਥੇ 'ਚ ਨਹੀਂ ਕਿਸੇ ਨੇ ਜਾਣਾ। ਇਹ ਹਾਲਾਤ ਬਣ ਜਾਣੀ ਹੈ। ਜਥਾ ਉਦੋਂ ਜਾਂਦਾ ਜਦੋਂ ਪਤਾ ਹੋਵੇ ਕਿ ਪਹਿਲਿਆਂ ਨੂੰ ਛੱਡ ਦਿੱਤਾ ਭਾਈ, ਉਹਨਾਂ ਨੂੰ ਅਰੈਸਟ ਨਹੀਂ ਕੀਤਾ, ਤਾਂ ਦੂਸਰੇ ਜਾਣਗੇ ਕਿ ਕੋਈ ਨਹੀਂ ਭਾਈ ਜਾਂਦੇ ਆ, ਸਰੋਪਾ ਸਾਹਿਬ ਗਲ 'ਚ ਪਊਗਾ, ਅਰਦਾਸ ਹੋਊਗੀ ਅਕਾਲ ਤਖਤ ਸਾਹਿਬ ਤੇ ਜਾਂ ਤਲਵੰਡੀ ਸਾਹਿਬੋਂ ਦਮਦਮਾ ਸਾਹਿਬ ਤਖਤ ਤੇ ਹੋਏਗੀ ਤੇ ਅਸੀਂ ਜਾਵਾਂਗੇ ਭਾਈ, ਉੱਥੇ ਜਾਵਾਂਗੇ, ਫੋਟੋ ਖਿਚਾ ਕੇ ਵਾਪਸ ਆ ਜਾਵਾਂਗੇ, ਫੇਰ ਜਾਣਗੇ। ਜੇ ਪਤਾ ਲੱਗ ਗਿਆ ਅੰਦਰ ਭੇਜੇ ਤੇ ਟਵਾਣਾ ਸਾਹਿਬ ਮਗਰਲੇ ਜਥਿਆਂ 'ਚ ਕਿਸੇ ਨੇ ਜਾਣ ਦੀ ਹਿੰਮਤ ਨਹੀਂ ਕਰਨੀ। ਜੇ ਕਹਿ ਦਈਏ ਇਹਦਾ ਅੰਦੋਲਨ ਨੂੰ ਕੋਈ ਫਰਕ ਪਵੇ, ਟਵਾਣਾ ਸਾਹਿਬ ਇਹਦਾ ਅੰਦੋਲਨ ਨੂੰ ਨਾ ਪਹਿਲਾਂ ਫਰਕ ਪਿਆ ਸੀ ਨਾ ਹੁਣ ਪੈਣਾ। ਤੁਸੀਂ ਇੱਥੋਂ ਤੱਕ ਦੇਖ ਲਿਓ, ਜਿਹੜੀ ਲੱਖੇ ਸਿਧਾਣੇ ਵਾਲੀ ਮਹਾਰਾਜ ਵਾਲੀ ਰੈਲੀ ਆ, ਉਹ ਠੀਕ ਹੈ, ਇਹਨਾਂ ਜੂਥ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਸਭ ਕੁਝ ਕੀਤਾ, ਪਰ ਜਿਹੜਾ ਜੂਥ ਉੱਥੇ ਕਿਸਾਨ ਆਗੂਆਂ ਕੋਲ ਬੈਠਾ, ਕੀ ਉਹ ਸਾਰਾ ਦੇਸ਼ ਧਰੋਈ ਆ? ਉਹ ਕੌਣ ਨੇ? ਕੀ ਉਹ ਕਿਸਾਨਾਂ ਦੇ ਨਾਲ ਨਹੀਂ ਗੇ? ਟਵਾਣਾ ਸਾਹਿਬ, ਇਹ ਸਰਕਾਰਾਂ ਦੇ ਹਮੇਸ਼ਾ ਏਜੰਡੇ ਹੁੰਦੇ ਆ, ਸਰਕਾਰਾਂ ਕੀ ਕੁਝ ਕਰਦੀਆਂ। 26 ਵਾਲਾ ਕੀ ਹੋਇਆ ਤੇ ਉਹਦੇ ਬਾਅਦ ਜਿਹੜਾ 23 ਵਾਲੀ ਮਹਾਰਾਜ ਵਾਲੀ ਰੈਲੀ, ਉਹਨੂੰ ਜਿੱਦਾਂ ਸਟੇਟ ਸਰਕਾਰ ਨੇ ਸਪਾਂਸਰ ਕੀਤਾ, ਉਹ ਸਾਰਿਆਂ ਨੂੰ ਦੇਖਦਾ। ਤੇ ਜਿਹੜੀਆਂ ਬਾਕੀ ਪੰਥਕ ਧਿਰਾਂ ਉੱਥੇ ਜਾ ਕੇ ਆਪਣੀਆਂ ਰੋਟੀਆਂ ਸੇਕ ਕੇ ਆਈਆਂ, ਉਹ ਕਿਹਨੂੰ ਭੁੱਲੀਆਂ? ਕਿਸੇ ਨੂੰ ਨਹੀਂ ਭੁੱਲਣਾ। ਇਹ ਸਾਰਾ ਕੁਝ ਜੱਗ ਜ਼ਾਹਰ ਆ, ਇਹ ਲੁਕੋਇਆ ਛੁਪਾਇਆ ਨਹੀਂ ਜਾਣਾ ਜੀ। ਤੇ ਜਿਸ ਤਰ੍ਹਾਂ ਸਰਦੂਲ ਸਿਕੰਦਰ ਸਾਹਿਬ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ, ਉਹਨਾਂ ਨੂੰ ਕਈ ਗੰਭੀਰ ਬਿਮਾਰੀਆਂ ਸੀ, ਗੁਰਦਿਆਂ ਦੀ ਜਾਂ ਹੋਰ ਕਈ ਕਾਰਨ ਬਣੇ ਉਹਨਾਂ ਦੀ ਮੌਤ ਦੇ, ਪਰ ਹੁਣ ਕੁਝ ਹਲਕਿਆਂ ਦੇ ਵਿੱਚ ਉਹਨਾਂ ਨੂੰ ਕਰੋਨਾ ਦੇ ਨਾਲ ਹੀ ਜ਼ਿਆਦਾ ਜੋੜਿਆ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਵੀ ਕਰੋਨਾ ਮੁਤਾਬਕ ਕਾਫੀ ਸਖਤੀ ਕੀਤੀ ਜਾ ਰਹੀ ਹੈ। ਮਾਸਕ ਫਿਰ ਲਾਜ਼ਮੀ, ਅੱਜ ਮੈਂ ਵੇਖਿਆ ਸ਼ਹਿਰ ਦੇ ਵਿੱਚ ਮਾਸਕਾਂ ਦੀ ਕਾਫੀ ਸਖਤੀ ਕੀਤੀ ਜਾ ਰਹੀ ਹੈ। ਵੱਡੇ ਇਕੱਠਾਂ 'ਤੇ ਪਾਬੰਦੀ ਲੱਗ ਰਹੀ ਹੈ। ਵਿਆਹ ਸ਼ਾਦੀਆਂ 'ਚ ਵੀ ਆ ਹੁਣ ਤਕਰੀਬਨ ਘਟਾਇਆ ਜਾ ਰਿਹਾ ਲੋਕਾਂ ਨੂੰ, ਅਤੇ ਕੇਂਦਰ ਵੀ ਇਸ ਮੁਤਲਕ ਜਿਹੜਾ ਹੈਗਾ ਸਖਤੀਆਂ ਕਰਨ ਦੇ ਰੌਂ ਦੇ ਵਿੱਚ ਹੈਗਾ ਕਿ ਅੰਦੋਲਨ ਦਾ ਰੁਖ, ਜਿਸ ਤਰ੍ਹਾਂ ਹੁਣ ਪਾਰਲੀਮੈਂਟ ਘੇਰਨ ਦੀ ਗੱਲ ਕਹੀ ਆ ਟਿਕਾਇਤ ਹੋਰਾਂ ਨੇ, ਯੂਪੀ 'ਚ ਵੱਡੀਆਂ ਰੈਲੀਆਂ ਲਖੀਮਪੁਰ ਖੀਰੀ ਦੇ ਵਿੱਚ ਹੋ ਰਹੀ ਆ, ਉਹ ਬਾਰਾਬੰਕੀ 'ਚ ਹੋਈ ਹੈ। ਹੁਣ ਕਰੋਨਾ ਫਿਰ ਉਭਾਰਿਆ ਜਾਏਗਾ ਜਾਂ ਵਾਕਿਆ ਹੀ ਕਰੋਨਾ ਹੈਗਾ? ਕੀ ਸਥਿਤੀ ਹੈ? ਟਵਾਣਾ ਸਾਹਿਬ, ਪਹਿਲੀ ਗੱਲ ਤੇ ਇਹ ਆ ਕਿ ਕੋਈ ਟਾਈਮ ਸੀਗਾ ਜਿਸ ਵੇਲੇ ਜੇ ਮੂੰਹ ਕਿਸੇ ਲੜਕੀ ਨੇ ਆਪਣੀ ਚੁੰਨੀ ਦੇ ਨਾਲ ਮੂੰਹ ਲਪੇਟਿਆ ਹੁੰਦਾ ਸੀ ਤੇ ਉਹਦਾ ਚਲਾਨ ਕਰ ਦਿੱਤਾ ਜਾਂਦਾ ਸੀ, ਠੀਕ ਹੈ। ਅੱਜ ਦੀ ਹਾਲਾਤ ਇਹ ਆ ਕਿ ਜੇ ਤੁਸੀਂ ਮੂੰਹ ਲਪੇਟਿਆ ਨਹੀਂ ਹੈ ਤੇ ਫਿਰ ਤੁਹਾਡਾ ਚਲਾਨ ਆ, ਠੀਕ ਹੈ। ਕਹਿੰਦੇ ਮੂੰਹ ਕਿਉਂ ਨਹੀਂ ਲਪੇਟਿਆ? ਹੁਣ ਆਮ ਕਰਕੇ ਜਿਹੜਾ ਯੂਥ ਚਾਹੇ ਸਕੂਲਾਂ 'ਚ ਪੜ੍ਹਦਾ, ਚਾਹੇ ਕਾਲਜਾਂ 'ਚ, ਯੂਨੀਵਰਸਿਟੀਆਂ 'ਚ, ਉਹਨਾਂ ਨੇ ਕਹਿ ਦਿੱਤਾ, ਉਹਨਾਂ ਦਾ ਇੱਕੋ ਹੀ ਕਹਿ ਦਿੱਤਾ ਕਿ ਭਾਈ ਮੂੰਹ ਦਿਖਾਈ 1000 ਰੁਪਇਆ ਵਾ। ਜੇ ਤੁਸੀਂ ਮੂੰਹ ਦੇ ਉੱਤੇ ਮਾਸਕ ਨਹੀਂ ਪਾਇਆ ਜਾਂ ਮੂੰਹ ਜਿਹੜਾ ਉਹ ਤੁਸੀਂ ਨਹੀਂ ਢੱਕਿਆ ਤੇ ਤੁਹਾਨੂੰ 1000 ਰੁਪਇਆ ਜੁਰਮਾਨਾ ਜਿਹੜਾ ਉਹ ਹੋਏਗਾ। ਹੁਣ ਟਵਾਣਾ ਸਾਹਿਬ, ਤੁਸੀਂ ਇਹਦੇ ਨਾਲ ਹੀ ਕੀ ਕਰ ਦਿੱਤਾ ਕਿ ਤੁਸੀਂ ਜਿਹੜਾ ਘਰ ਦੇ ਵਿੱਚ ਪ੍ਰੋਗਰਾਮ ਕੋਈ ਕਰਨਾ, ਉਹ 'ਚ 100 ਤੋਂ ਵੱਧ ਦਾ ਇਕੱਠ ਨਹੀਂ, ਜਿਹੜਾ ਪੈਲਸ 'ਚ ਕਰਨਾ ਉਹਦੇ 'ਚ 200 ਤੋਂ ਵੱਧ ਨਹੀਂ ਹੋ ਸਕਦਾ। ਹੁਣ ਜਿਹੜੇ ਲੋਕਾਂ ਨੇ ਪਹਿਲਾਂ 4-4, 5-5 ਮਹੀਨੇ ਤੋਂ ਡੇਟਾਂ ਮਿਥੀਆਂ ਹੋਈਆਂ ਸੀ, ਜਿਹੜੇ ਲੋਕਾਂ ਨੇ ਪੈਲਸ ਬੁੱਕ ਕੀਤੇ ਹੋਏ, ਉਹਨਾਂ ਦਾ ਕੀ ਬਣੇਗਾ? ਠੀਕ ਹੈ, ਤੁਸੀਂ ਚੌਥੇ ਦਿਨ ਕਰੋਨਾ ਲਿਆ ਕੇ ਉਤਾਰ ਦੇਣੇ। ਤੁਹਾਨੂੰ ਕਿਹਨੇ ਕਿਹਾ ਸੀ? ਜੇ ਤੁਸੀਂ ਇੰਨਾ ਲੰਬਾ ਸਮਾਂ ਆਨਲਾਈਨ ਸਟੱਡੀ ਕਰਵਾ ਲਈ, ਤੁਹਾਨੂੰ ਕਿਹਨੇ ਕਿਹਾ ਸੀ ਸਕੂਲ ਖੋਲਣ ਲਈ? ਤੁਸੀਂ ਐਗਜ਼ਾਮ ਲੈਣੇ ਸੀ, ਲੈ ਲੈਂਦੇ, ਗੱਲ ਖਤਮ। ਛੋਟੇ ਛੋਟੇ ਬੱਚੇ ਜਬਰੀ ਜਿਹੜੇ ਕਿਉਂਕਿ ਬਾਰਡਰ ਤੋਂ ਫਟਾਫਟ ਉਰੇ ਲਿਆਓ। ਹੁਣ ਲੱਗਿਆ ਕਿ ਪੰਜਾਬ 'ਚ ਰੈਲੀਆਂ ਹੋਣ ਲੱਗੀਆਂ, ਲਾਮਬੰਦ ਕਰਨ ਲੱਗ ਗਏ ਨੇ। ਹੁਣ ਇੱਥੇ ਕਰੋਨਾ ਠੋਕਤਾ ਕਪਤਾਨ ਸਾਹਿਬ ਨੇ, ਹੈ ਨਾ। ਪਹਿਲਾਂ ਸਕੂਲ ਵੈਨਾਂ ਵਾਲੇ ਜਿਹੜੇ ਕਿਉਂਕਿ ਬਹੁਤ ਸਾਰੀਆਂ ਸਕੂਲ ਵੈਨ ਵੀ ਗਈਆਂ ਹੋਈਆਂ ਸੀ। ਹੁਣ ਤੀਜੀ ਜਮਾਤ ਦੇ ਬੱਚਿਆਂ ਨੂੰ ਕੀ ਜ਼ਰੂਰਤ ਸੀ? ਐਡੀ ਕਿਹੜੀ ਵਿਫਤਾ ਪਈ ਸੀ ਆਨਲਾਈਨ ਕਰਾ ਦਿਓ। ਹੁਣ ਇੰਨੇ 'ਚ ਠੀਕ ਵੀ ਹੋ ਗਿਆ। ਹਾਲਾਂਕਿ ਇਹ ਤਜਰਬਾ ਕਈ ਸਟੇਟਾਂ ਨੇ ਕੀਤਾ ਸੀ, ਬਹੁਤ ਸਾਰੇ ਬੱਚਿਆਂ ਨੂੰ ਉੱਥੇ ਦਿੱਕਤ ਆਈ ਸੀ ਕਿਉਂਕਿ ਸੋਸ਼ਲ ਡਿਸਟੈਂਸ ਨਹੀਂ ਰੱਖ ਪਾ ਰਹੇ ਬੱਚੇ।
ਹੈ ਨਾ। ਅਤੇ ਹੁਣ ਕਦੇ ਮਰਜਾ ਚੜੀਏ ਕਦੇ ਜਿਉਂਦਾ ਚੜੀਏ। ਹੁਣ ਕਿਉਂਕਿ ਪੰਜਾਬ 'ਚ ਰੈਲੀਆਂ ਹੋਣ ਲੱਗੀਆਂ, ਲੋਕ ਲਾਮਬੰਦ ਹੋਣ ਲੱਗੇ। ਹੁਣ ਮੋਦੀ ਸਾਹਿਬ ਨੇ ਕਹਿ ਤਾ ਹੋਣਾ ਅਤੇ ਉੱਧਰ ਮੋਦੀ ਸਾਹਿਬ ਕਰੋਨਾ ਵਧਾਈ ਜਾਂਦੇ, ਇੱਧਰ ਇਹ ਵਧਾਈ ਜਾਂਦੇ। ਹਾਲਾਂਕਿ ਰੂਟੀਨ 'ਚ ਇਹ ਚੀਜ਼ਾਂ ਹੁੰਦੀਆਂ ਜੀ। ਹੋਰ ਕੀ ਅਪਡੇਟ ਹੈ ਸਰ? ਟਵਾਣਾ ਸਾਹਿਬ ਮੈਂ ਪਹਿਲਾਂ ਇੱਥੇ ਕਰੋਨਾ ਤੇ ਆਵਾਂ। ਦੇਖੋ ਪਟਿਆਲੇ ਜ਼ਿਲ੍ਹੇ 'ਚ ਆਪਣੇ 3 ਸਕੂਲ ਜਿਹੜੇ ਕਰੋਨਾ ਦਾ ਕਰਕੇ ਲੌਕ ਕਰ ਦਿੱਤੇ ਗਏ। 3 ਦੇ ਵਿੱਚ 4 ਆ। ਇੱਕ ਸਨੌਰ ਹਲਕੇ 'ਚ ਭੁੰਨਰੇੜੀ ਸੀਨੀਅਰ ਸੈਕੰਡਰੀ ਸਕੂਲ ਆ, ਉਹਨੂੰ ਬੰਦ ਕਰ ਦਿੱਤਾ ਗਿਆ। ਭਾਂਖਰ ਸੀਨੀਅਰ ਸੈਕੰਡਰੀ ਸਕੂਲ, ਉਹਨੂੰ ਬੰਦ ਕਰ ਦਿੱਤਾ ਗਿਆ। ਰਾਜਪੁਰੇ ਦੇ ਵਿੱਚ ਮਹਿੰਦਰਗੰਜ ਸਕੂਲ ਆ, ਉਹਨੂੰ ਬੰਦ ਕਰ ਦਿੱਤਾ ਗਿਆ। ਪਟਿਆਲੇ 'ਚ ਤ੍ਰਿਪੜੀ ਸਕੂਲ ਨੂੰ ਅੱਜ ਅਗਲੇ 72 ਘੰਟੇ ਲਈ ਬੰਦ ਕਰ ਦਿੱਤਾ ਗਿਆ। ਸਾਰੀ ਜਗ੍ਹਾ ਤੇ ਟੀਚਰ, ਸਟੂਡੈਂਟ, ਇੱਥੋਂ ਤੱਕ ਜਿਹੜਾ ਵਿਚਾਰੇ ਪੀਐਨ ਤੇ ਪੀਐਨ ਦੇ ਬੱਚੇ ਤੱਕ ਵੀ ਕਰੋਨਾ ਪੋਜ਼ਿਟਿਵ ਆ ਗਏ। ਭੋਲੇ ਮਾਨਸਾ, ਤੁਸੀਂ ਕਿਉਂ ਡੰਡੇ ਦੇ ਬੱਚਿਆਂ ਨੂੰ ਸਕੂਲ ਸੱਦਦੇ ਹੋ? ਫਿਰ ਬੱਚਿਆਂ ਦੇ ਪੇਰੈਂਟਸ ਤੋਂ ਲਿਖਵਾ ਕੇ ਲਿਆ ਜਾਂਦਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੇ ਬੱਚਾ ਸਕੂਲ ਭੇਜ ਰਹੇ ਹਾਂ। ਇੱਕ ਬੰਨੇ ਡੰਡਾ ਕਿ ਬੱਚਾ ਸਕੂਲ ਆਉਣਾ ਕੰਪਲਸਰੀ ਆ, ਦੂਜੇ ਬੰਨੇ ਕਹਿੰਦੇ ਪੇਰੈਂਟਸ ਤੋਂ ਅੰਡਰਟੇਕਿੰਗ ਲੈ ਕੇ ਆਓ ਕਿ ਭਈ ਅਸੀਂ ਆਪਣੀ ਜ਼ਿੰਮੇਵਾਰੀ ਤੇ ਬੱਚਾ ਭੇਜ ਰਹੇ ਹਾਂ। ਹਾਲਾਤ ਦੇਖੋ ਟਵਾਣਾ ਸਾਹਿਬ ਕੀ ਬਣਾਏ ਪਏ ਆ। ਮਤਲਬ ਸਰਕਾਰ ਕਿਤੇ ਨਾ ਕਿਤੇ ਬੇਵਕੂਫੀ ਵਾਲੇ ਫੈਸਲੇ ਲੈਂਦੀ ਆ। ਤੁਸੀਂ ਨਰਸਰੀ ਤੋਂ ਲੈ ਕੇ ਸਾਰਾ ਕੁਝ ਖੋਲ ਕੇ ਰੱਖ ਦਿੱਤਾ। ਕਿੱਡੀ ਕੁ ਲੋੜ ਸੀ ਜੇ ਆਨਲਾਈਨ? ਤੁਸੀਂ ਕਿੰਨੀਆਂ ਚੈਨਲ ਸੀ ਤੁਹਾਡੇ ਟੀਵੀ ਦੇ ਉੱਤੇ ਜਿਨ੍ਹਾਂ ਦੇ ਉੱਤੇ ਜਿਹੜੇ ਸੀ ਉਹ ਲੈਕਚਰ ਆਉਂਦੇ ਸੀ, ਬੱਚੇ ਬਹਿ ਕੇ ਸੁਣਦੇ ਸੀ। ਸਕੂਲ ਵੱਲੋਂ ਗਰੁੱਪ 'ਚ ਆ ਜਾਂਦਾ ਸੀ ਕਿ ਇੰਨੇ ਵਜੇ ਇਸ ਸਬਜੈਕਟ ਦੇ ਲਈ ਇਸ ਕਲਾਸ ਦੀ ਜਿਹੜੀ ਆ ਉਹਨੂੰ ਦੂਸਰਾ ਉਹਦੇ ਤੇ ਲੈਕਚਰ ਆਏਗਾ ਤੇ ਉਹ ਬੱਚੇ ਬੈਠ ਕੇ ਸੁਣਦੇ ਸੀ। ਜ਼ੂਮ ਐਪ ਦੇ ਉੱਪਰ ਉਹਦੇ ਤੇ ਤੁਹਾਡੀ ਚੱਲਦੀ ਸੀਗੀ, ਕੀ ਇਹਦਾ ਕਲਾਸ ਲੱਗਦੀ ਸੀ। ਸਾਰੇ ਦੇ ਸਾਰੇ ਪੀਰੀਅਡ ਜਿਹੜੇ ਆ ਉਹ ਲੱਗਣ ਡਏ ਹੋਏ ਸੀਗੇ। ਤੇ ਫਿਰ ਕਾਹਦੇ ਵਾਸਤੇ ਐਡਾ ਪੰਗਾ ਖੜਾ ਕਰ ਦਿੱਤਾ? ਤੁਸੀਂ ਕਾਹਦੇ ਲਈ ਐਡਾ ਵਾਵੇਲਾ ਖੜਾ ਕੀਤਾ? ਟਵਾਣਾ ਸਾਹਿਬ, ਇਹਦੇ ਇਲਾਵਾ ਜਗਰਾਉਂ ਦੇ ਲੈ ਲਓ, ਤੁਸੀਂ ਅੰਮ੍ਰਿਤਸਰ ਦੇ ਲੈ ਲਓ, ਲੁਧਿਆਣੇ ਦੇ ਲੈ ਲਓ, ਖੰਨੇ ਦੇ, ਤੁਸੀਂ ਇੱਥੋਂ ਤੱਕ ਰੋਪੜ ਤੇ ਮੋਹਾਲੀ 'ਚ ਕਿੰਨੇ ਸਕੂਲ ਜਿਹੜੇ ਆ ਉਹ ਬੰਦ ਕਰਨੇ ਪੈ ਗਏ ਅਗਲੇ, ਕਿਸੇ ਨੂੰ 72 ਘੰਟੇ ਲਈ, ਕਿਸੇ ਨੂੰ 48 ਘੰਟੇ ਲਈ। ਫਿਰ ਜਿਹੜੇ ਟੀਚਰ ਪੋਜ਼ਿਟਿਵ ਆਏ ਸੀ ਉਹ ਸਾਰਿਆਂ ਦੀ ਛੁੱਟੀ ਕਰਕੇ ਘਰੇ ਬਿਠਾਉਣਾ ਪਏਗਾ। ਉਹ ਅਗਲੇ 20 ਦਿਨ ਨਹੀਂ ਆਉਣਗੇ। ਫਿਰ ਕੰਮ ਤੁਹਾਡਾ ਕਿੱਦਾਂ ਚੱਲੂਗਾ? ਜਦੋਂ ਘਰੇ ਬੈਠੇ ਬੱਚੇ ਪੜ੍ਹ ਰਹੇ ਸੀ, ਤੁਸੀਂ ਪਿਛਲੀ ਵਾਰ ਵੀ ਜਿੱਦਾਂ ਔਖਾ ਸੌਖਾ ਸਾਰਿਆਂ ਦੀ ਸਰ ਸਕਦਾ ਸੀ, ਪਰ ਬਦਕਿਸਮਤੀ ਤੁਸੀਂ ਉਹ ਸਾਰਾ ਕੁਝ ਸਾਰਿਆਂ ਨਹੀਂ, ਤੁਸੀਂ ਜਾਣ ਬੁੱਝ ਕੇ ਪੁੱਠੇ ਬੰਨੇ ਨੂੰ ਲੈ ਗਏ। ਹੁਣ ਟਵਾਣਾ ਸਾਹਿਬ ਅਗਲੀ ਗੱਲ ਜਿਹੜੀ ਰਹੀ ਆ, ਤੁਸੀਂ ਕਿਹਾ ਕਿ ਉੱਤਰਾਂਚਲ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਰਾਜਸਥਾਨ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਜਿੰਨੀਆਂ ਰੈਲੀਆਂ ਨੇ ਟਵਾਣਾ ਸਾਹਿਬ, ਜਿੰਨੀਆਂ ਰੈਲੀਆਂ ਹੋ ਰਹੀਆਂ ਨੇ ਰਿਕਾਰਡ ਤੋੜ ਨੇ। ਇਸੇ ਰਿਕਾਰਡ ਤੋੜ ਤੋਂ ਪੂਰੀ ਭਾਜਪਾ ਹਿੱਲੀ ਪਈ ਆ। ਕਿਉਂਕਿ ਦੇਖੋ ਸਿੱਖ ਬਹੁ ਵਸੋਂ ਵਾਲਾ ਇਲਾਕਾ ਜਿਹੜਾ ਉੱਤਰ ਪ੍ਰਦੇਸ਼ ਤੇ ਉੱਤਰਾਂਚਲ ਦਾ, ਉੱਥੇ ਜਿਹੜੇ ਆ ਚਾਹੇ ਜਸਵੀਰ ਸਿੰਘ ਵਿਰਕ, ਚਾਹੇ ਬਾਜਵਾ ਸਾਹਿਬ ਨੇ, ਉਹਨਾਂ ਦਾ ਪੂਰਾ ਹੋਲਡ ਆ ਔਰ ਉੱਥੇ ਪੂਰਾ ਉਹਨਾਂ ਨੂੰ ਸਮਰਥਨ ਜਿਹੜਾ ਉਹ ਮਿਲ ਰਿਹਾ। ਸਾਰੇ ਲੋਕ ਉਹਨਾਂ ਦੇ ਨਾਲ ਤੁਰ ਰਹੇ ਆ। ਸਹੀ ਗੱਲ, ਜਿਹੜਾ ਸੈਂਟਰਲ ਯੂਪੀ ਆ ਤੇ ਜਿਹੜਾ ਵੈਸਟਰਨ ਯੂਪੀ ਆ, ਉੱਥੇ ਟਕੈਤ ਦਾ ਪੂਰਾ ਜ਼ੋਰ ਆ। ਹਰਿਆਣੇ ਦੇ ਵਿੱਚ ਜਿੰਨੀ ਸਿੱਖ ਬਹੁ ਵਸੋਂ ਸੀ, ਗੁਰਨਾਮ ਸਿੰਘ ਚੜੂਨੀ ਦਾ ਸੀ, ਜਿੰਨਾ ਜਾਟ ਸੀ ਏਰੀਆ, ਉਹ ਸਾਰੇ ਦਾ ਸਾਰਾ ਜਿਹੜਾ ਖਾਪ ਪੰਚਾਇਤਾਂ ਵਾਲਾ ਸੀ, ਉਹ ਸਾਰੇ ਦੇ ਸਾਰੇ ਉੱਠ ਕੇ ਖੜੇ ਹੋ ਗਏ ਉਹਦੇ ਨਾਲ ਰਕੇਸ਼ ਟਕੈਤ ਨਾਲ। ਇਹੀ ਕੋ ਰਾਜਸਥਾਨ 'ਚ ਹੀ ਹੋਇਆ। ਉੱਥੇ ਵੀ ਐਡਾ ਵੱਡਾ ਜਨ ਸਮਰਥਨ ਮਿਲ ਗਿਆ। ਟਵਾਣਾ ਸਾਹਿਬ, ਰਹਿੰਦੀ ਖੁੰਦੀ ਜਿਹੜਾ ਬਾਕੀ ਬਚਿਆ ਸੀ ਉਹਨੂੰ ਖਾਸ ਕਰਕੇ ਜੋਗਿੰਦਰ ਸਿੰਘ ਉਗਰਾਹਾਂ ਦੇ ਗਰੁੱਪ ਨੇ ਸਾਰਾ ਹੀ, ਚਾਹੇ ਸਰਸੇ ਨੂੰ ਲੈ ਲਓ, ਚਾਹੇ ਫਤਿਆਬਾਦ ਨੂੰ ਲੈ ਲਓ, ਚਾਹੇ ਢਹਾਣੀ ਨੂੰ ਲੈ ਲਓ, ਚਾਹੇ ਹਿਸਾਰ ਨੂੰ ਲੈ ਲਓ, ਤੇ ਚਾਹੇ ਪੂਰੀ ਬੈਲਟ ਖਨੌਰੀ ਤੱਕ ਦੀ ਲੈ ਲਓ, ਜਿੱਥੇ ਉਹਨਾਂ ਦਾ ਪੂਰਾ ਸੜਕ ਦੇ ਉੱਪਰ ਉਹਨਾਂ ਦੀ ਯੂਨੀਅਨ ਜਿਹੜੀ ਬੈਠੀ, ਉਹਨਾਂ ਨੇ ਉਹ ਪੂਰਾ ਏਰੀਆ ਜਿਹੜਾ ਹਰਿਆਣੇ ਦਾ ਕਵਰ ਕਰ ਲਿਆ ਹੋਇਆ ਵਾ। ਔਰ ਲੋਕਾਂ ਨੂੰ ਇਹ ਪਹਿਲੀ ਵਾਰ ਆ ਟਵਾਣਾ ਸਾਹਿਬ, ਹਰਿਆਣੇ ਦੇ ਵਿੱਚ ਔਰਤਾਂ ਨੇ ਕਦੀ ਮੂੰਹ ਤੋਂ ਪੱਲਾ ਨਹੀਂ ਸੀ ਉਤਾਰਿਆ। ਮੈਂ ਇਹ ਵੀ ਦੇਖਿਆ ਸੀ ਗ੍ਰੈਜੂਏਟ, ਪੋਸਟ ਗ੍ਰੈਜੂਏਟ ਔਰਤਾਂ ਸਵੇਰੇ ਬੁੱਗੀ ਜਿਹੜੀ ਸੀਗੀ ਜਿਹਦੇ ਤੇ ਇੱਕ ਝੋਟਾ ਜੋੜ ਕੇ ਖੇਤ ਨੂੰ ਤੁਰ ਪੈਂਦੀਆਂ ਸੀ ਤੇ ਸ਼ਾਮ ਨੂੰ ਵਾਪਸ ਆਉਂਦੀਆਂ ਸੀ। ਉਹਨਾਂ ਕਦੀ ਮੂੰਹ ਤੋਂ ਨਹੀਂ ਸੀ ਉਹ ਕੱਪੜਾ ਉਤਾਰਿਆ। ਟਵਾਣਾ ਸਾਹਿਬ, ਪਹਿਲੀ ਵਾਰ ਆ ਕਿ ਉਹ ਔਰਤਾਂ ਵੀ ਮੂੰਹ ਤੋਂ ਕੱਪੜਾ ਉਤਾਰ ਕੇ ਇਸ ਵਾਰ ਇਸ ਕਿਸਾਨੀ ਅੰਦੋਲਨ ਦੇ ਵਿੱਚ ਬੈਠੀਆਂ ਤੇ ਮੋਹਰੇ ਹੋ ਕੇ ਚੱਲ ਰਹੀਆਂ ਨੇ। ਇਹ ਵੀ ਇੱਕ ਹਰਿਆਣੇ ਨੂੰ ਵੱਡੀ ਦੇਣ ਜਿਹੜੀ ਪੰਜਾਬ ਨੇ ਦਿੱਤੀ ਆ ਕਿ ਉਹਨਾਂ ਦੇ ਜਿਹੜੇ ਮੂੰਹ ਢਕੇ ਰਹਿੰਦੇ ਸੀ 24 ਘੰਟੇ, ਉਹ ਮੂੰਹਾਂ ਤੋਂ ਕੱਪੜੇ ਉਤਾਰ ਦਿੱਤੇ ਗਏ ਆ। ਤੇ ਉਹਨਾਂ ਨੂੰ ਪਹਿਲੀ ਵਾਰ ਮੈਨੂੰ ਲੱਗਦਾ ਕਿ ਇਸ ਦੇਸ਼ ਦੇ ਵਿੱਚ ਉਹਨਾਂ ਦੀ ਆਇਡੈਂਟੀਟੀ ਹੋਈ ਆ ਕਿ ਭਾਈ ਅਸੀਂ ਵੀ ਇਸ ਦੇਸ਼ ਦੀਆਂ ਵਸਨੀਕ ਆ, ਕਿ ਸਾਨੂੰ ਵੀ ਖੁੱਲ ਕੇ ਜਿਉਣ ਦੀ ਜਿਹੜੀ ਉਹ ਆਜ਼ਾਦੀ ਆ। ਜੀ ਸਰ ਸੁਰਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਬੜੀ ਤਫਸੀਲ ਦੇ ਵਿੱਚ ਸਾਰੇ ਵੇਰਵੇ ਤੇ ਚਰਚਾ ਕੀਤੀ ਹੈ, ਸੋ ਬਹੁਤ ਬਹੁਤ ਧੰਨਵਾਦ ਬਾਈ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ।
ਸ਼ੁਕਰੀਆ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸਾਹ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸਨ। ਤੇ ਵੇਲਾ ਤੁਹਾਡੇ ਤੋਂ ਹੁਣ ਵੱਖ ਹੋਣ ਦਾ ਹੋ ਗਿਆ ਤੇ ਆਪਣੇ ਨਾਲ ਇੱਕ ਦੋ ਸਰੋਤੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ, ਆਨਰ ਹੋ ਤੁਸੀਂ? ਹਾਂਜੀ ਬਾਈ ਜੀ, ਮਨਦੀਪ ਸਿੰਘ। ਆਪਣੇ ਨਾ ਕਰੋਨਾ ਤੇ ਗੱਲ ਕਰਨਾ ਚਾਹੁੰਦਾ ਸੀ। ਮੇਰਾ ਨਾ ਜੀਜਾ ਜੀ ਸੀ ਪਿੰਡ ਚੋਂ, ਚੰਗਾ ਭਲਾ ਸੀ, ਤੇ ਅੱਜ ਤੋਰਿਆ, ਦੂਜੇ ਦਿਨ ਇਹਨਾਂ ਨੇ ਬੋਲਣ ਨੂੰ ਹਟਾਤਾ, ਤੀਜੇ ਦਿਨ ਇਹਨਾਂ ਨੇ ਡੈਡ ਲਿਖਤਾ ਤੇ ਨਾ ਉਹਨਾਂ ਨੇ ਲਾਸ਼ ਦਿੱਤੀ। ਬਾਈ ਜੀ ਇਹ ਗੱਲਾਂ ਭੁੱਲਣੀਆਂ ਨੀ ਚਾਹੀਦੀਆਂ ਆਪਾਂ ਨੂੰ। ਤੇ ਇਹ ਏਜੰਸੀਆਂ ਜਿਵੇਂ ਗੁੰਮਰਾਹ ਕਰਦੀਆਂ ਨਾ, ਆਪਣੇ ਕੋਲ WhatsApp ਤੇ Facebook ਤੇ ਕਿਵੇਂ ਆਉਂਦੇ ਸੀ, ਕੋਈ ਚਾਈਨਾ ਚ ਕਿਵੇਂ ਮਰ ਗਏ, ਕਿਵੇਂ ਇਹ ਕਰੋਨਾ ਦਾ ਵਹਿਮ ਹੀ ਹੈ ਬਈ। ਜੀ ਜੀ ਜੀ, ਹਨਾ। ਠੀਕ ਹੈ ਬਈ, ਥੈਂਕ ਯੂ ਮਨਦੀਪ, ਥੈਂਕ ਯੂ। ਦੇਖੋ, ਬਿਮਾਰੀ ਤਾਂ ਹੈਗੀ ਹੈ, ਇਹਨੂੰ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਪਰ ਬਿਮਾਰੀ ਨੂੰ ਮਹਾਂਮਾਰੀ ਬਣਾਉਣਾ ਸਰਕਾਰਾਂ ਨੂੰ ਰਾਸ ਆਉਂਦਾ ਹੈ। ਖਾਸ ਕਰਕੇ ਇਹ ਅੰਦੋਲਨ ਦੇ ਮੁਤਲਕ ਇਹ ਜਿਹੜਾ ਦੁਬਾਰਾ ਫੇਰ ਉਹ ਚੀਜ਼ ਨੂੰ, ਕਿਉਂਕਿ ਦੇਖੋ ਥੋੜ੍ਹੀ ਜਿਹੀ ਸੀਜ਼ਨਲ ਚੇਂਜ ਵੀ ਹੈਗੀ ਹੈ, ਕਿਉਂਕਿ ਫੱਗਣ ਦੀ ਸਰਦੀ ਵੀ ਬਹੁਤ ਮਾੜੀ ਹੈ। ਬਾਕੀ ਜਿਹੜਾ ਇਮਿਊਨ ਸਿਸਟਮ 'ਤੇ ਵੀ ਡਿਪੈਂਡ ਕਰਦਾ, ਕਿਉਂਕਿ ਜਿਹੜੇ ਕਈ ਵਾਰੀ ਕਮਜ਼ੋਰ ਦੇ ਲੋਕ ਹੁੰਦੇ ਨੇ ਉਹਨਾਂ 'ਤੇ ਮਾਰੂ ਅਸਰ ਵੀ ਹੁੰਦਾ, ਅਤੇ ਸੈਕੰਡਰੀ ਕਾਰਨ ਡੈਥ ਦਾ ਕਰੋਨਾ ਬਣਦਾ। ਅਤੇ ਇਹਦਾ ਹਊਆ ਜ਼ਿਆਦਾ ਕ੍ਰੀਏਟ ਕਰਨਾ ਇਹ ਸ਼ਾਇਦ ਬਹੁਤ ਅੱਛਾ ਨਹੀਂ ਹੈ। ਇਸ ਵਕਤ ਬਾਈ ਜੀ ਸਿਕੰਦਰ ਸਿੰਘ ਔਜਲਾ ਜੁੜੇ ਨੇ। ਔਜਲਾ ਸਾਹਿਬ, ਸਵਾਗਤ ਬਾਈ ਜੀ। ਸਤਿ ਸ਼੍ਰੀ ਅਕਾਲ ਟੋਣਾ ਬਾਈ ਜੀ, ਸਤਿਕਾਰਯੋਗ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਜੁੜਨਾ ਸੀ ਅੱਜ ਸਾਡੇ ਸ਼ਹਿਰ ਦੇ ਬਹੁਤ ਵੱਡੇ ਕਲਾਕਾਰ, ਸਤਿਕਾਰਯੋਗ ਸੰਗੀਤ। ਹਾਂਜੀ, ਇਹ ਦੇਖੋ ਜੀ, ਆਪਣੇ ਸਾਹਮਣੇ ਇਹ ਮਿਸਾਲ ਹੈ ਸਧੂਲ ਸਿਕੰਦਰ ਸਾਹਿਬ ਦੀ ਕਿ ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੀ, ਫਿਰ ਤਾਂ ਹੀ ਇਹ ਬਿਮਾਰੀ ਤੁਹਾਨੂੰ ਜਕੜਦੀ ਹੈ, ਹਨਾ। ਉਹਨਾਂ ਨੂੰ ਹੋਰ ਕਈ ਤਰ੍ਹਾਂ ਦੇ ਡਿਸੀਜ਼ ਸੀਗੇ, ਤੇ ਗੁਰਦਿਆਂ ਦੀ ਕਾਫੀ ਬਿਮਾਰੀ ਸੀ ਉਹਨਾਂ ਨੂੰ ਜੀ, ਕਈ ਕਾਰਨ ਸੀਗੇ। ਸਾਊ ਚੰਗਾ ਇਨਸਾਨ ਸੀ, ਚਲੋ ਤੁਰ ਗਿਆ। ਜਿਵੇਂ ਕਹਿੰਦੇ ਹੁੰਦੇ ਨੇ ਵੀ ਕਫਨ ਦੇ ਥੱਲੇ ਤਾਂ ਸਾਰਾ ਕੁਝ ਲੁਕ ਜਾਂਦਾ ਹੁੰਦਾ, ਹਨਾ। ਲੈ ਗਿਆ ਜੀ, ਬਿਲਕੁਲ ਆਪਦੀਆਂ ਯਾਦਾਂ ਛੱਡ ਗਿਆ, ਬੋਲ ਜਿੰਨ ਚ ਹਮੇਸ਼ਾ ਰਹਿਣਗੇ ਜੀ ਗੂੰਜਦੇ। ਹਾਂ, ਦੇਖੋ ਉਹਨਾਂ ਦੇ ਅਜੇ ਉਹਨਾਂ ਦਾ ਕਿੰਨਾ ਸਮਾਂ ਸੀ ਅਜੇ, ਮਤਲਬ ਉਹ ਗਾਇਕੀ ਦੇ ਵਿੱਚ ਜਾਂ ਆਪਣੀ ਆਮ ਪ੍ਰੋਫੈਸ਼ਨਲ ਜ਼ਿੰਦਗੀ 'ਚ ਪੂਰੇ ਸਰਗਰਮ ਸੀਗੇ, ਸ਼ੋਅ ਵਗੈਰਾ ਲਾਉਂਦੇ ਸੀਗੇ। ਬੜੀ ਕਮਾਲ ਦੀ ਜੋੜੀ ਸੀ, ਤੇਰਾ ਲਿਖ ਦੂੰ ਸਫੈਦਿਆਂ ਤੇ ਨਾਂ ਜਿੰਨੇ GT ਰੋਡ ਦੇ ਉੱਤੇ। ਇਹ ਖਾਸ ਕਰਕੇ ਸੂਫੀਆਂ ਨਾਲ ਬਹੁਤ ਕਮਾਲ ਸੀ। ਹਾਂਜੀ, ਸਾਈਕਲ ਤੇ ਦੇਖੋ ਸਾਈਕਲ ਤੇ ਇੱਕੇ ਸਾਈਕਲ ਤੇ 3 ਭਾਈ ਵੀ ਦੇਖੇ ਜੀ। ਅੱਛਾ। ਜਦੋਂ ਮਰੂਤੀ ਕਾਰ ਲਈ ਉਦੋਂ ਵੀ ਦੇਖੇ, ਫਿਰ ਵੈਨ ਲੈ ਲਈ ਉਦੋਂ ਵੀ ਦੇਖੇ। ਉਦੋਂ ਬਾਅਦ ਚਲੋ ਮੈਂ ਬਾਹਰ ਆ ਗਿਆ ਸੀ ਕਿ ਜਦੋਂ ਇਹਨੇ ਪਹਿਲੀ ਵਾਰੀ ਖਾੜਾ ਲਾਉਣਾ ਸੀ ਨੂਰੀ ਨਾਲ ਖੰਨੇ ਤੇ ਆਪ ਆਇਆ ਵੀ ਮੇਰਾ ਅੱਜ ਖਾੜਾ ਹੈ। ਯਕੀਨ ਨਹੀਂ ਸੀ ਆ ਰਿਹਾ ਕਿਸੇ ਨੂੰ ਵੀ ਨੂਰੀ ਸਧੂਲ ਨਾਲ ਗਾਉਣ ਲੱਗ ਜੂ, ਕਿ ਨੂਰੀ ਦੀ ਉਦੋਂ ਚੜਾਈ ਸੀ ਦਦਾਰ ਕਰਕੇ ਬਹੁਤ, ਉਦੋਂ ਕਿਹੜਾ ਅੱਜ ਵਾਲਾ ਮੀਡੀਆ ਹੁੰਦਾ ਸੀ ਵੀ। ਅੱਜ ਵਾਲਾ ਮੀਡੀਆ ਤਾਂ ਹੁੰਦਾ ਨਹੀਂ ਸੀ ਵੀ ਰਾਤ ਨੂੰ ਛੱਡ ਗਈ ਨੂਰੀ ਦਦਾਰ ਨੂੰ ਜੀ, ਦੂਏ ਦਿਨ ਪਤਾ ਲੱਗਾ ਅਖਬਾਰਾਂ 'ਚ ਗੱਲਾਂ ਹੁੰਦੀਆਂ ਸੀ, ਮਹੀਨਾ ਖੰਡ ਲੰਘ ਜਾਂਦਾ ਸੀ। ਕਈ ਵਾਰੀ ਲੋਕ ਅੰਡਰਸਟੈਂਡਿੰਗ ਬਹੁਤ ਸੀ ਦੋਨਾਂ ਦੀ, ਨੂਰੀ ਦੀ ਤੇ ਇਹਨਾਂ ਦੀ, ਸਰਦੂਲ ਸਾਹਿਬ ਦੀ। ਹਾਂਜੀ, ਬਹੁਤ ਦੋਵੇਂ ਸਿੱਖੇ ਹੋਏ ਸੀ ਨਾ। ਦੇਖੋ ਇਹ ਚੀਜ਼ਾਂ ਮੈਂ ਉਹੀ ਤੁਹਾਨੂੰ ਜਿਹੜੀ ਗੱਲ ਕਹਿਣਾ ਵੀ ਦੇਖੋ, ਪਹਿਲਾਂ ਜਿਹੜੇ ਕਲਾਕਾਰ ਸੀ ਮੀਰ ਆਲਮ ਪਰਿਵਾਰਾਂ ਚੋਂ ਆਉਂਦੇ ਸੀ, ਸਾਊ ਸੀ, ਦੇਖੋ ਕੋਈ ਇਹੋ ਜਿਹਾ ਚੜਾਈ ਝਗੜਾ ਨਹੀਂ ਸੀ। ਜਦ ਤੋਂ ਫਿਰ ਆਪਣੇ ਵਾਲਾ ਮਹਿਕਮਾ ਵਿੱਚ ਵੜ ਗਿਆ, ਹਾਂਜੀ, ਹੁਣ ਰੋਜ਼ ਖੜਕਦੀ ਹੈ। ਕਦੇ ਅੱਗੇ ਸੁਣਿਆ ਸੀ ਵੀ ਕਲਾਕਾਰਾਂ ਦੀ ਆਪਸ ਚ ਹੈ ਕੋਈ ਇਹੋ ਜਿਹੀ ਗੱਲ? ਉਹ ਤਾਂ ਤੁਸੀਂ ਵੇਖੋ, ਇੱਕ ਵਾਰੀ ਸਟੇਜ ਤੇ ਨਾ ਭਗਵੰਤ ਮਾਨ ਤੇ ਇਹਨਾਂ ਦੀ ਕਿਸੇ ਗੱਲੋਂ ਤਕਰਾਰ ਹੋ ਗਿਆ। ਮਤਲਬ ਗਾਲਾਕਾਰ ਤਾਂ ਮੀਰ ਆਲਮ ਬਹੁਤ ਹੁੰਦੇ ਨੇ, ਫਿਰ ਭਗਵੰਤ ਵੀ ਖੈਰ ਤੇਜ਼ ਆ। ਉਹ ਕਹਿੰਦਾ ਵੀ ਰਾਜ ਕਰੇਗਾ ਖਾਲਸਾ, ਮਰਾਸੀ ਰਹੇ ਨਾ ਕੋਈ। ਸੰਧੂ ਸਾਹਿਬ ਦੇ ਗੁਰੂ ਨਾਨਕ ਦਾ ਪਹਿਲਾ ਸਿੱਖ ਕੋਈ ਮਾਨ ਜਾਂ ਜੱਟ ਟਵਾਣਾ ਨਹੀਂ ਸੀਗੀ। ਗੁਰੂ ਨਾਨਕ ਦਾ ਪਹਿਲਾ ਸਿੱਖ ਤਾਂ ਜਿਹੜਾ ਮਰਦਾਨਾ ਸਾਹਿਬ ਸੀਗੇ ਨਾ, ਮਰਦਾਨੇ ਕੇ ਸੀਗੇ। ਤੇ ਫਿਰ ਤੂੰ ਭਾਈ ਇਹ ਜਿਹੜਾ ਅਰਦਾਸ ਵਾਲਾ ਦੋਹਾ ਵਰਤ ਰਿਹਾ, ਰਾਜ ਕਰੇਗਾ ਖਾਲਸਾ, ਮਰਾਸੀ ਰਹੇ ਨਾ ਕੋਈ, ਅਸਲੀ ਪਹਿਲਾ ਖਾਲਸਾ ਤਾਂ ਮਰਦਾਨਾ ਹੀ ਸੀ ਜਿਹੜਾ ਗੁਰੂ ਸਾਹਿਬ ਨਾਲ ਵਿਚਰਿਆ, ਤੇ ਭਗਵੰਤ ਮਾਨ ਐਵੇਂ ਖਾਲਸਾ ਬਣੀ ਜਾਂਦੇ। ਉਹ ਇਹ ਤੇ ਸ਼ਮਸ਼ੇਰ ਸੰਧੂ ਦੀ ਬੇਟੀ ਦਾ ਵਿਆਹ ਜੀ, ਉਹ ਉਸ ਮੂਵੀ ਦੇ ਵਿੱਚ ਆ। ਅੱਛਾ, ਉਸ ਮੂਵੀ 'ਚ ਹੈ। ਹਾਂ, ਉਸ ਮੂਵੀ ਮੈਂ ਸਾਊ ਵਿਚਾਰਾ ਇੰਨਾ ਸੀ, ਇੱਕ ਵਾਰੀ ਨਿਊਯਾਰਕ ਖਾੜਾ ਲਾਇਆ ਤੇ ਕਿਸੇ ਬੰਦੇ ਨੇ ਇਹਨੂੰ ਕਹਿਤਾ ਵੀ ਮੇਰਾ ਆਹ ਤੇਰਾ ਗੀਤ ਗਵਾਉਣਾ। ਉੱਥੇ ਟਾਈਮ ਘੱਟ ਸੀ, ਨਹੀਂ ਕਈ ਵਾਰੀ ਲੱਗਦਾ ਹੁੰਦਾ, ਫਿਰ ਗੱਲਾਂ ਬਹੁਤ ਹੀ 2-3 ਯਾਦ ਆਉਂਦੀਆਂ ਸਾਡੇ ਕੋਲ, ਬਹੁਤ ਆਉਂਦਾ ਰਹਿੰਦਾ ਸੀ। ਖੰਨੇ ਬਹੁਤ ਸਾਡੇ ਕੋਲ ਇਹਨੇ ਕਈ ਵਾਰੀ ਕੋਈ ਨਵਾਂ ਗੀਤ ਮਿਲਣਾ ਉਹ ਵੀ ਸੁਣਾ ਦੇਣਾ। ਉੱਥੇ ਬਹਿੰਦੇ ਹੁੰਦੇ ਸੀਗੇ। ਰਾਹੀ ਨਾਲੇ ਦੀ ਬਹੁਤ ਪਹਿਲਾਂ ਦੀ ਰਾਹੀ ਨਾਲੇ ਸਹਿਚਾਰ ਸੀ ਜ਼ਿਆਦੇ ਬਹੁਤ। ਉਹ ਵਿਚਾਰਾ ਨਹੀਂ ਗਾ ਹੋਇਆ, ਤੋਂ ਗਰਮੀ ਵੀ ਬਹੁਤ ਸੀ ਤੇ ਰੰਗ ਦਾ ਥੋੜਾ ਪੱਕਾ ਹੀ, ਪਾਊਡਰ ਵੱਧ ਲਾ ਲੈਂਦਾ ਸੀ। ਚਲੋ ਕਾਹਨੂੰ ਆਪਾਂ ਇਹ ਜੀ ਗੱਲ ਕਰਦੇ ਆ ਜੀ। ਤੇ ਉਹ ਨਾ ਬੰਦਾ ਦਾਰੂ ਪੀਤੀ ਇਹਦੇ ਘਸੁੰਨਵਾਰ ਨੂੰ, ਫਿਰ ਇਹਨੇ ਸ਼ੀਸ਼ਾ ਚਾੜ ਲਿਆ। ਮੇਰੇ ਨਾਲ ਇੱਕ ਦੋਸਤ ਦਾ ਛੋਟਾ ਜਿਹਾ ਬੇਟਾ, ਉਹ ਕਹੇ ਮੈਂ ਸਰੂਲ ਸਿਕੰਦਰ ਨੂੰ ਹੱਥ ਲਾ ਕੇ ਦੇਖਣਾ। ਮੈਂ ਇਹਦੇ ਕੋਲ ਚਲਿਆ ਗਿਆ, ਮੈਨੂੰ ਕਹਿੰਦਾ ਬਾਈ ਕਿਵੇਂ ਆ? ਮੈਂ ਠੀਕ ਹੈ।
ਮੈਂ ਕਿਹਾ ਮੁੰਡੇ ਨੇ ਤੈਨੂੰ ਹੱਥ ਲਾਉਣਾ, ਕਹਿੰਦਾ ਇਹ ਤਾਂ ਹੱਥ ਲਾਊ, ਆ ਖੜਾ ਇਹਨੂੰ ਪਰੇ ਕਰ ਪਹਿਲਾਂ, ਕਹਿੰਦਾ ਇਹ ਤਾਂ ਮੈਂ ਜੱਫੀ ਪਾ ਲੈਣਾ। ਅੱਜ ਨਾ ਦੇਬੀ ਸਾਹਿਬ ਦੀਆਂ ਲਿਖੀਆਂ ਲਾਈਨਾਂ ਮੇਰੇ ਯਾਦ ਆ ਗਏ ਨਾ, ਦੁਗਾਣਾ ਗੀਤ ਗਾਇਆ, ਦੁਗਾਣਾ ਗੀਤ ਗਾਇਆ। ਦੇਖੋ ਅੱਜ ਉਹ ਮੈਨੂੰ ਤਾਂ ਯਾਦ ਆਈਆਂ ਕਿ ਨੂਰੀ ਦੇ ਜਿਹੜੇ ਬੋਲ ਸੀ ਉਹ ਅੱਜ ਸੱਚੀ ਵਿਚਾਰੀ ਦੇ ਕਾਹਨੂੰ ਕਿਸੇ ਦੇ ਪੂਰੇ ਹੋਣ, ਹਨਾ। ਉਹ ਕਹਿੰਦਾ, ਇਹ ਕਹਿੰਦਾ ਉਸ ਸਮੇਂ ਤੇ ਲਿਖਿਆ, ਦੇਬੀ ਸਾਹਿਬ ਨੇ ਲਿਖਿਆ ਵੀ ਮਤਲਬ ਜਦੋਂ ਲੜਕੀਆਂ ਦੀ ਨਹੀਂ ਚੱਲਦੀ ਹੁੰਦੀ ਸੀ ਵੀ ਵਿਆਹ ਦਿੰਦੇ ਸੀ ਮਾਪੇ, ਵੀ ਜ਼ਮੀਨ ਵਾਲਾ ਕੰਮ ਹੁੰਦਾ ਸੀ ਵੀ ਜਿਹਨੇ ਨੌ ਚੜ ਗਈ ਹਨਾ। ਬਿਲਕੁਲ ਬਿਲਕੁਲ। ਉਹ ਕਹਿੰਦੀ ਵੱਖਰੇ ਸਰੀਰ ਦੇਬੀ ਇੱਕ ਸਾਡੀ ਜਿੰਦ ਵੇ, ਫੁੱਲਾਂ ਨਾਲੋਂ ਮਹਿਕ ਕਦੇ ਹੋਊਗੀ ਨਾ ਬੱਖ ਬਿੰਦ ਵੇ, ਰੱਬ ਨਾ ਕਰੇ ਜੇ ਤੈਨੂੰ ਖੋਲੇ ਕੀ ਸਿਕੰਦਰਾ, ਜ਼ਿੰਦਗੀ ਦੇ ਦੀਵੇ ਨੂੰ ਬੁਝਾ ਕੇ ਰੱਖ ਲਾ। ਹਾਂਜੀ, ਅੱਜ ਮੇਰੇ ਜਦੋਂ ਰੋ ਰਹੀ ਸੀ ਨਾ, ਹੁਣ ਲਾਸਟ ਤੇ ਵਿਚਾਰੀ ਤੇ ਰੋ ਰਹੀ ਸੀ, ਅੱਜ ਬੜਾ ਮਤਲਬ ਲਫ਼ਜ਼ ਵੀ ਯਾਦ ਆਇਆ ਗੀਤ। ਉਹ ਕਹਿੰਦਾ ਲੜਾਂ ਦੀ ਜਾਰੀ ਹੁੰਦੀ ਬੇਯਕੀਨੀ, ਵਿਹਲੇ ਦੇਖ ਵਾਹੀ ਹੁੰਦੀ ਜਿੱਦਾਂ ਕੋਈ ਜ਼ਮੀਨ ਨੀ, ਤੈਨੂੰ ਮਖਸੂਸ ਪੁਰੋਂ ਖੋਲ ਵੇ ਕਾਨੂੰਨੀ, ਛੇਤੀ ਨਾ ਤੈਨੂੰ ਆਪਣੇ ਕਰਾ ਕੇ ਰੱਖ। ਮਤਲਬ ਅੱਜ ਉਹ ਮੇਰੇ ਲਫ਼ਜ਼ ਯਾਦ ਹੈ, ਬੜਾ ਵਿਚਾਰਾ ਬੜਾ। ਚਲੋ ਇਹ ਅਸਲ ਚ ਜਿਹੜੇ ਥੱਲੇ ਉੱਠੇ ਹੋਏ ਕਲਾਕਾਰ ਸੀ ਨਾ, ਇਹਨਾਂ ਦੇ ਵਿੱਚ ਹਲੀਮੀ ਬਹੁਤ ਸੀਗੀ, ਬਹੁਤ। ਚਲੋ ਉਦੋਂ ਵੀ ਉਸ ਸਮੇਂ ਵੀ ਆਪਣੇ ਕਿਰਸਾਨੀ ਚੋਂ ਵੀ ਆਉਂਦੇ ਸੀ, ਕਰਮਜੀਤ ਧੂਰੀ, ਹਰਚੰਦ ਗਰੇਵਾਲ ਆਏ ਨੇ, ਪਰ ਹਲੀਮੀ ਉਹਨਾਂ ਚ ਵੀ ਸੀ। ਪਰ ਹੁਣ ਮੈਂ ਜਾਨੀ ਕੰਪੇਅਰ ਕਰਕੇ ਦੇਖਿਆ ਵੀ ਉਹਨਾਂ ਸਮਿਆਂ ਚ ਕਿੰਨੀ ਹਲੀਮੀ ਸੀ, ਕਿੰਨੇ ਹਲੀਮੀ ਦੇ ਮਾਲਕ ਸੀ ਇਹ। ਮਤਲਬ ਬਹੁਤ ਗਰੀਬੀ ਵੀ ਬਹੁਤ ਦੇਖੀ ਜੀ, ਇਹ ਵੀ ਨੀ ਹੈ ਵਿਚਾਰਿਆਂ ਨੇ ਜਿੰਨਾ ਤੁਸੀਂ ਮਤਲਬ ਖੰਨੇ। ਉਦੋਂ ਤਾਂ ਐਂ ਹੁੰਦਾ ਸੀ ਵੀ ਕਿਤੇ ਬੱਸ ਅੱਡੇ ਖੜ ਕੇ ਉੱਥੇ ਖਾ ਲਿਆ, ਉਹ ਸਮਾਂ ਵੀ ਦੇਖਿਆ। ਤੇ ਮਤਲਬ ਰੱਬ ਨੇ ਰਾਜੇ ਵੀ ਬਣਾ ਗੁਰਬਤ ਝੂਠੇ ਹਨਾ, ਬਹੁਤ ਝੂਠੇ ਇਹੋ ਜਿਹਾ ਕਲਾਕਾਰ ਜੀ। ਦੇਖੋ ਚਰਨਜੀਤ ਹੂਜੇ ਨਾਲ ਹਰੇਕ ਕਲਾਕਾਰ ਗਾ ਨਹੀਂ ਸਕਦਾ ਜੀ, ਜਿਹੜੇ ਲੈ ਤੋਂ ਉਹ ਸ਼ੁਰੂ ਕਰਾਉਂਦਾ ਨਾ, ਉੱਥੇ ਤਾਂ ਆਪਣੇ ਵਰਗੇ ਦਾ ਉਵੇਂ ਬੋਲੇ ਬਹਿ ਜਾਂਦਾ। ਮਤਲਬ ਉਹਦੇ ਨਾਲ ਇੰਨੇ ਸਾਲ ਗਾ ਜਾਣਾ, ਉਹਦਾ ਮਤਲਬ ਦੇਖ ਲਓ ਜਿੰਨੇ ਵੀ ਕਲਾਕਾਰਾਂ ਨੇ, ਸਿੰਗਰ ਨੇ ਇਕੱਲੇ ਟਰੈਕ ਚਰਨਜੀਤ ਹੂਜਾ ਸਾਹਿਬ ਨਾਲ ਗਾਏ ਨੇ ਨਾ, ਉਹ ਬੜਾ ਲੰਬਾ ਸਮਾਂ ਨੀ ਗਾਏ, ਆਵਾਜ਼ ਬਹਿ ਜਾਂਦੀ ਆ। ਬਿਲਕੁਲ। ਮੇਰੇ ਕੋਲ ਸਾਨੂੰ ਇੱਕ ਕਲਾਕਾਰ ਨੇ ਸਾਂਝੀ ਗੱਲ ਕੀਤੀ, ਇੱਥੇ ਆਏ ਹੋਏ ਸੀ, ਉਹ ਕਹਿੰਦੇ ਵੀ ਬਲਕਾਰ ਸਿੱਧੂ ਨੂੰ ਬਹੁਤ ਟਰਾਈ ਕਰਦਾ ਹੂਜਾ ਵੀ ਮੇਰੇ ਨਾਲ ਗਾ ਆ ਕੇ, ਕਹਿੰਦੇ ਉਹਨੇ ਕਿਸੇ ਕਲਾਕਾਰ ਨੇ ਨਾ ਚੋਈ, ਚਲੋ ਹੁਣ ਕਾਹਨੂੰ ਕਹਿਣਾ, ਕਹਿਤਾ ਵੀ ਗਾਏ ਗਾ ਤਾਂ ਲਏਗਾ ਤੂੰ ਸੁਰਾਂ ਵਾਲਾ ਤਾਂ ਹੈ ਨੀ, ਆਵਾਜ਼ ਆ ਤੇਰੀ ਕੱਲੀ, 2 ਸਾਲ ਹੀ ਗਾਏਗਾ ਵੀ ਤੇਰਾ 2 ਸਾਲ ਚ ਉਹਨੇ ਪਾੜ ਦੇਣਾ ਸੰਗ, ਕਿਉਂਕਿ ਉਹਦੀ ਲੈ ਇੱਥੇ ਤੱਕ ਆ, ਬੰਦਾ ਬਹੁਤ ਘੱਟ ਗਾ ਸਕਦਾ, ਕਿਉਂਕਿ ਇਕੱਲਾ ਰਿਕਾਰਡਿੰਗ ਤੱਕ ਤਾਂ ਮਤਲਬ ਨਹੀਂ। ਰਵਾਨਾ ਸਾਹਿਬ ਮੁੜ ਕੇ ਸਟੇਜ ਤੇ ਵੀ ਗਾਉਣੇ, ਹੁਣ ਇਹਦੀ ਆਵਾਜ਼ ਸਹੂਲਤੀ ਦੇ ਵਿੱਚ ਉਹਨਾਂ ਫਰਕ ਦੇਖੋ ਤੁਸੀਂ, ਪਹਿਲੀਆਂ ਕੈਸਟਾਂ ਤੇ ਹੁਣ ਚ ਬਹੁਤ ਜ਼ਿਆਦਾ ਫਰਕ ਪੈ ਗਿਆ ਸੀ ਆਵਾਜ਼ ਦੇ ਵਿੱਚ ਬਹੁਤ, ਹਨਾ। ਤੇ ਪਹਿਲੇ ਤਾਂ ਗੀਤ ਇਹੋ ਜਿਹੇ ਸੀ, ਤਰੰਗਾਂ ਇਹੋ ਜਿਹੀਆਂ ਸੀ, ਮਤਲਬ ਕਦੇ ਸੈਡ ਸੌਂਗ ਜਿਹੇ ਜਿਹੇ ਇਹ ਗਾ ਗਿਆ, ਮਤਲਬ ਉਹਦੇ ਵਿੱਚ ਲਹਿ ਵਾਂਗੂ ਬਹਿ ਜਾਂਦਾ ਸੀ ਨਾ, ਮਤਲਬ ਮਹਿਸੂਸ ਹੁੰਦਾ ਸੀ ਕਿ ਬੰਦੇ ਨੂੰ, ਹਾਂ ਜੀ। ਇੱਕ ਗੀਤ ਇਹਨੇ ਅੱਜ ਤੱਕ ਦੁਨੀਆ ਦੇ ਕਿਸੇ ਆਪਣੇ ਪੰਜਾਬੀ ਕਲਾਕਾਰ ਨੇ ਗੀਤ ਨਹੀਂ ਗਾਇਆ, ਭਰਜਾਈਆਂ ਨੂੰ ਦੂਏ ਲਿੰਕ ਤੋਂ ਹੀ ਜੋੜਿਆ। ਮੈਂ ਉਹ ਤੁਹਾਡੇ ਨਾਲ ਆਖਰ ਸਾਂਝਾ ਕਰ ਲੈਣਾ, ਯਾਦਾਂ ਨੇ ਜੀ ਸਜੀਵ ਆਨੰਦ ਦੀਆਂ, ਜੁੱਗੋ ਜੁੱਗ ਜੱਗ ਉੱਤੇ ਜੋਨ ਭਾਬੀਆਂ। ਉਹਦੇ ਵਿੱਚ ਹੁਣ ਮੈਨੂੰ ਯਾਦ ਨਹੀਂ ਆਇਆ ਵੀ ਭਾਬੀ ਵੀ ਕਹਿ ਵੀ ਬਗਾਨੇ ਘਰੋਂ ਆ ਕੇ ਦਿਓਰ ਨੂੰ ਵੀ ਪੁੱਤਾਂ ਵਾਂਗੂ ਪਾਲਦੀ ਹੈ, ਸੱਸ ਸਹੁਰੇ ਨੂੰ ਮਾਂ ਪਿਓ ਸਮਝਦੀ ਹੈ, ਵੀ ਇਹ ਭਾਬੀਆਂ ਜਿਹੜੀਆਂ ਜੁੱਗਾਂ ਜੁੱਗ ਦਿਓ। ਇੱਕ ਗੀਤ ਆਪਣੀ ਇੰਡਸਟਰੀ ਚ ਆਇਆ ਸੀ ਭਾਬੀਆਂ ਬਾਰੇ, ਨਹੀਂ ਤਾਂ ਹੋਰ ਤਰ੍ਹਾਂ ਦੇ ਗਾਣੇ ਬਥੇਰੇ ਆਪਾਂ ਸੁਣੇ ਨੇ ਬਹੁਤ। ਹਾਂਜੀ, ਕੋਈ ਇਹੋ ਜਿਹਾ ਗੀਤ ਨਹੀਂ ਆਇਆ ਹੋਣਾ ਵੀ ਜਿਹਤੇ ਕਦੇ ਇਤਰਾਜ਼ ਹੋਇਆ ਹੋਵੇ ਕਦੇ ਵੀ, ਮੇਰੇ ਹਿਸਾਬ ਨਾਲ ਅੱਜ ਤੱਕ। ਤੇ ਚਲੋ ਇਹ ਜਿਹੜਾ ਹੈਗਾ ਉਹਦੇ ਨਾਲ ਬਾਦਲਾਂ ਦਾ ਵਿਵਾਦ ਜੁੜਿਆ ਰਹਿੰਦਾ, ਪਰ ਫੇਰ ਵੀ ਸਲਾਮ ਆ ਜੀ ਸਾਡੇ ਸ਼ਹਿਰ ਨੂੰ, ਆਪਣੇ ਇਲਾਕੇ ਨੂੰ। ਬਿਲਕੁਲ ਬਿਲਕੁਲ। ਹਾਂਜੀ, ਸੋ ਬਹੁਤ ਧੰਨਵਾਦ ਸਿਕੰਦਰ ਸਿੰਘ ਔਜਲਾ ਸਾਹਿਬ, ਤੁਸੀਂ ਸਰਦੂਲ ਜੀ ਨਾਲ, ਉਹਨਾਂ ਦੇ ਪਰਿਵਾਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਸਜਦਾ ਉਸ ਵਿਛੜੀ ਰੂਹ ਨੂੰ, ਸੋ ਪਰਿਵਾਰ ਨੂੰ ਕੁਦਰਤ ਪਾਣਾ ਮੰਨਣ ਦਾ ਬਲ ਬਖਸ਼ੇ। ਸੋ ਬਹੁਤ ਔਖਾ ਹੁੰਦਾ ਹੈ ਜਦੋਂ ਨਾਲਦਿਆਂ ਨੂੰ ਤੋਰਨਾ ਪੈਂਦਾ ਹੈ, ਪਰ ਕੀਤਾ ਕੀ ਜਾਵੇ, ਹਮ ਆਦਮੀ ਹੈ ਇੱਕਦਮੀ ਮੋਹਲਤ ਮੌਤ ਨਾ ਜਾਣਾ, मौत से किसको रुस्तगारी है, आज वो कल हमारी वारी, जाना सब ने राम गयो रावण गयो जां को बपरवाह, जिंदगी का ये सच है। बिल्कुल। चलो परिवार नूं ताकत बख्शे कुदरत पाना मनण दी। सो इस दे नाल ही दोस्तों वक्त तुहाडे तो विदायगी दा। साडे इन्हां दे प्रोग्रामां दे स्पॉन्सर ने बाई सुखी घुमन बेकर्सफील्ड तो, यूनीयन ट्रक ड्राइविंग स्कूल वाले, ਧੰਨਵਾਦ ਹੈ ਉਹਨਾਂ ਦਾ। ਅਤੇ ਤੁਸੀਂ ਵੀ ਸਾਡੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਸਪੋਂਸਰ ਕਰਾ ਸਕਦੇ ਹੋ, ਸਬਸਕ੍ਰਿਪਸ਼ਨ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ। ਸੋ ਟਿਵਾਣਾ ਰੇਡੀਓ ਵੈਬਸਾਈਟ 'ਤੇ ਜਾ ਕੇ ਤੁਸੀਂ tiwanaradio.com ਵੈਬਸਾਈਟ 'ਤੇ ਵੀ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਆਈਫੋਨ 'ਤੇ ਐਂਡਰਾਇਡ ਐਪਸ ਨੇ ਇੰਸਟਾਲ ਕਰ ਸਕਦੇ ਹੋ। ਅਤੇ ਅਮਰੀਕਾ ਦੇ ਵਿੱਚ ਜਿਹੜਾ ਕਾਲ ਟੂ ਲਿਸਨ ਨੰਬਰ ਹੈ 667 930 9260 'ਤੇ ਕਾਲ ਕਰਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਮੇਰੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ 98 763 09655 'ਤੇ ਸਟੂਡੀਓ 'ਚ ਕਾਲ ਕਰ ਸਕਦੇ ਹੋ।
ਤੇ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪਾਂਸਰ ਨੇ ਯੂਨੀਅਨ ਵਿਲੇਜ ਟਰੱਕ ਸਟਾਪ 2201 ਸਾਊਥ ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ, ਜਿਪ ਕੋਡ 95307 USA। ਤੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500। ਯੂਨੀਅਨ ਵਿਲੇਜ ਟਰੱਕ ਸਟਾਪ ਇੰਡੀਅਨ ਰੈਸਟੋਰੈਂਟ ਬਹੁਤ ਸਵਾਦਲੀ ਖਾਣਾ ਹੈ ਅਤੇ ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ, ਅਤੇ ਨਾਲ ਟਰੱਕ ਵਾਸ਼ ਕਰਾਓ। ਇਹ ਬੇਕਰਸਫੀਲਡ ਦੇ ਵਿੱਚ ਉਸ ਜਗ੍ਹਾ 'ਤੇ ਹੈ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਸੋ ਇਹ ਸੀ ਸੁਨੇਹਾ ਸੁਖੀ ਘੁੰਮਣ ਹੋਰਾਂ ਦਾ, ਸਾਡੇ ਸਪਾਂਸਰ ਨੇ, ਧੰਨਵਾਦ। ਅਤੇ ਇਸ ਦੇ ਨਾਲ ਹੀ ਸਵੇਰੇ ਫਿਰ ਮਿਲਣ ਦੇ ਵਾਅਦੇ ਨਾਲ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾ ਤੋਂ ਇੱਥੇ ਹੀ ਆਗਿਆ ਚਾਹਾਂਗਾ। ਦਿਓ ਆ ਗਿਆ। ਧੰਨਵਾਦ। ਸਤਿ ਸ਼੍ਰੀ ਅਕਾਲ। 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 ਧੰਨਵਾਦ। ਸਤਿ